ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅੱਜ ਦੇ ਹਾਜ਼ਰੀਨ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੇ ਅੱਜ ਦੇ ਵਿਸ਼ੇਸ਼ ਸੱਦੇ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿਹੜੇ ਦੇ ਵਿੱਚ ਚਰਨ ਪਾਏ ਨੇ ਤੇ ਅੱਜ ਅਸੀਂ ਵਿਚਾਰ ਸੁਣਨ ਵਾਸਤੇ ਇਕੱਠੇ ਹੋਏ ਹਾਂ। ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਮੁਖੀ ਡਾਕਟਰ ਸੁਖਪਾਲ ਸਿੰਘ ਜੀ ਤੇ ਉਹਨਾਂ ਤੋਂ ਪਹਿਲਾਂ ਸਵਾਗਤੀ ਅਤੇ ਆਰੰਭਕ ਸ਼ਬਦ ਕਹਿਣ ਵਾਸਤੇ ਸਾਡੇ ਕੋਲੇ ਵਿਸ਼ੇਸ਼ ਤੌਰ ਤੇ ਆਏ ਨੇ ਡਾਕਟਰ ਜਗਤਾਰ ਸਿੰਘ ਜੀ ਧਮਾਨ ਜੋ ਰਜਿਸਟਰਾਰ ਨੇ ਸਿਟੀ ਯੂਨੀਵਰਸਿਟੀ ਲੁਧਿਆਣਾ ਤੋਂ। ਸੋ ਇਹ ਸਾਰੀ ਕਾਰਵਾਈ ਨੂੰ ਚਲਾਉਣ ਵਾਸਤੇ ਅੱਜ ਦੇ ਇਸ ਵਿਸ਼ੇਸ਼ ਵੈਬੀਨਾਰ ਖੇਤੀ ਕਾਨੂੰਨ ਅਤੇ ਭਾਰਤੀ ਅਰਥਚਾਰਾ ਇਸ ਨੂੰ ਚਲਾਉਣ ਵਾਸਤੇ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸਰਦਾਰ ਮਹਿੰਦਰ ਸਿੰਘ ਜੀ ਡਾਇਰੈਕਟਰ ਜੋ ਨੇ ਡਾਕਟਰ ਇੰਦਰਜੀਤ ਸਿੰਘ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਸੈਂਟਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਮਾਈਕ ਔਨ ਕਰਕੇ ਅੱਜ ਦੀ ਜਿਹੜੀ ਇਹ ਕਾਰਵਾਈ ਵਿਧੀਵਤ ਤਰੀਕੇ ਦੇ ਨਾਲ ਸ਼ੁਰੂ ਕਰਨ ਤੇ ਅਗਲੀ ਕਾਰਵਾਈ ਜਿਹੜੀ 1 ਘੰਟੇ ਲਈ ਅਸੀਂ 4:30 ਤੋਂ 5:30 ਦਾ ਸਮਾਂ ਸਾਡੇ ਕੋਲ ਹੈ ਤੇ ਅਸੀਂ ਇਹ ਸਾਰੇ ਵਿਚਾਰ ਸੁਣਾਂਗੇ ਤੇ ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਹੋਣਗੇ ਉਹ ਵੀ ਕੋਸ਼ਿਸ਼ ਕਰਾਂਗੇ ਇਸ ਸਮੇਂ ਦੇ ਵਿੱਚ ਰਹਿੰਦੇ ਮਾਹਰਾਂ ਕੋਲੋਂ ਅਸੀਂ ਸਵਾਲਾਂ ਦੇ ਜਵਾਬ ਤੇ ਸ਼ੰਕੇ ਜਿਹੜੇ ਉਹ ਨਿਵਰਤ ਕਰਵਾ ਸਕੀਏ। ਸੋ ਮੈਂ ਬੇਨਤੀ ਕਰਾਂਗਾ ਸਰਦਾਰ ਮਹਿੰਦਰ ਸਿੰਘ ਹੁਣਾਂ ਨੂੰ ਕਿ ਆਪਣਾ ਮਾਈਕ ਔਨ ਕਰਕੇ ਆਪਣੀ ਗੱਲ ਜਿਹੜੀ ਉਹ ਸ਼ੁਰੂ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਹਰਮਿੰਦਰ ਸਿੰਘ ਜੀ ਤੇ ਮੇਰੀ ਡਿਊਟੀ ਲਾਈ ਹੈ ਜਿਹੜੀ ਸਟੇਜ ਵਾਸਤੇ। ਮੈਂ ਇਸ ਚੀਜ਼ ਦਾ ਧੰਨਵਾਦ ਕਰਦਾ ਤੁਹਾਡਾ। ਅੱਜ ਦਾ ਜਿਹੜਾ ਵਿਸ਼ਾ ਹੈਗਾ ਬਹੁਤ ਅਹਿਮ ਵਿਸ਼ਾ ਹੈਗਾ ਜਿਹੜਾ ਸਾਡੀ ਸਾਰੀ ਪੰਜਾਬ ਦੇ ਲੋਕਾਂ ਦੇ ਨਾਲ। ਜੀ ਆਵਾਜ਼ ਤੁਹਾਡੀ ਆ ਨਹੀਂ ਰਹੀ ਸਹੀ। ਅੱਛਾ ਜੀ 1 ਮਿੰਟ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ। ਆਈ ਆਵਾਜ਼? ਹਾਂਜੀ ਆ ਰਹੀ ਹੈ ਜੀ। ਹੈਲੋ ਨੈਟਵਰਕ ਦਾ ਹੈ ਥੋੜਾ, ਬਾਕੀ ਤਾਂ ਠੀਕ ਹੈ ਆਵਾਜ਼ ਆ ਰਹੀ। ਹਾਂਜੀ ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਆਪਣਾ ਸੈਮੀਨਾਰ ਹੈਗਾ ਇਹ ਬਹੁਤ ਮਹੱਤਤਾ ਵਾਲਾ ਹੈਗਾ। ਇਹਦੇ 'ਚ ਅਸੀਂ ਖੇਤੀ ਕਾਨੂੰਨ ਜਿਹੜੇ ਬਣਾਏ ਆ ਸੈਂਟਰ ਗੌਰਮੈਂਟ ਨੇ ਤੇ ਇਹਦਾ ਕੀ ਅਸਰ ਹੈਗਾ ਪੰਜਾਬ ਤੇ ਜਾਂ ਦੂਸਰੇ ਕਿਸਾਨਾਂ ਤੇ ਇਹਦਾ ਕੀ ਪ੍ਰਭਾਵ ਪਊਗਾ ਇਹਦੇ ਬਾਰੇ 'ਚ ਆਪਾਂ ਅੱਜ ਬੇਨਤੀ ਕੀਤੀ ਹੈ। ਡਾਕਟਰ ਸੁਖਪਾਲ ਸਿੰਘ ਜੀ ਜਿਹੜੇ ਸਾਡੇ PIU ਦੇ ਸਾਬਕਾ ਜਿਹੜੇ ਹੈਗੇ ਹੈਡ ਸੀਗੇ ਆਪਣੇ ਅਰਥਸ਼ਾਸਤਰ ਇਕਨੋਮਿਕਸ ਤੇ ਸੋਸ਼ੀਓਲੋਜੀ ਡਿਪਾਰਟਮੈਂਟ ਦੇ, ਉਹਨਾਂ ਨੂੰ ਬੇਨਤੀ ਕੀਤੀ ਹੈਗੀ ਵੀ ਉਹ ਇਸ ਦੇ ਬਾਰੇ ਸਾਨੂੰ ਚਾਨਣਾ ਪਾਉਣ ਵੀ ਇਹ ਕੀ ਬਿੱਲ ਕੀ ਹੈਗੇ ਆ, ਇਹਦਾ ਸਾਨੂੰ ਕੀ ਨੁਕਸਾਨ ਹੈ, ਕੀ ਇਹਦਾ ਫਾਇਦਾ ਹੈਗਾ, ਇਹਦੇ ਬਾਰੇ ਸਾਨੂੰ ਦੱਸਣ। ਕਿਉਂਕਿ ਸਾਰੇ ਹੀ ਇਹ ਕਿਸਾਨ ਨਾਲ ਜੁੜੇ ਆ ਤੇ ਕਿਸਾਨ ਤੇ ਹੀ ਸਾਰੀਆਂ ਚੀਜ਼ਾਂ ਡਿਪੈਂਡੈਂਟ ਹੁੰਦੀਆਂ। ਜਿਹੜਾ ਕਿਸਾਨ ਅਸੀਂ ਕਹਿੰਦੇ ਜੇ ਕਿਸਾਨ ਮਰ ਗਿਆ ਤਾਂ ਸਾਰੀ ਮਰ ਗਈ ਵਾਲੀ ਗੱਲ ਹੁੰਦੀ ਹੈ। ਜੇ ਕਿਸਾਨ ਹੀ ਅਸੀਂ ਬਚਾ ਲਈਏ ਤਾਂ ਸਾਨੂੰ ਸਾਰਿਆਂ ਦੇ ਵਾਸਤੇ ਬਹੁਤ ਵਧੀਆ ਹੋਏਗਾ। ਸਾਨੂੰ ਇਸ ਇਸ਼ੂ ਬਹੁਤ ਜ਼ਰੂਰੀ ਜਿਹੜਾ ਇਸ਼ੂ ਸੀਗਾ, ਇਸ ਕਰਕੇ ਅਸੀਂ ਉਹਨੂੰ ਬੇਨਤੀ ਕੀਤੀ ਹੈ ਵੀ ਸਾਨੂੰ ਇਹਦੇ ਬਾਰੇ 'ਚ ਜਿਹੜੀ ਹੈਗੀ ਅਵੇਅਰਨੈਸ ਦਿਓ, ਜਾਣਕਾਰੀ ਦਿਓ ਵੀ ਇਹ ਬਿੱਲ ਹੈ ਕੀ ਹੈ, ਇਹਦਾ ਕੀ ਸਾਨੂੰ ਫਾਇਦਾ ਹੈ, ਕੀ ਨੁਕਸਾਨ ਹੈਗੇ ਇਹਦੇ। ਤੇ ਇਹਦੇ ਵਾਸਤੇ ਮੈਂ ਬੇਨਤੀ ਕਰੂੰਗਾ
ਡਾਕਟਰ ਜਗਤਾਰ ਸਿੰਘ ਧੀਮਾਨ ਜਿਹੜੇ ਹੈਗੇ ਆ ਆਪਣੇ ਬਹੁ ਮੰਤਰੀ ਖੇਤੀ ਦੇ ਉਹ ਮੁੱਖ ਸੰਪਾਦਕ ਹੈਗੇ ਆ ਤੇ ਨਾਲ ਹੀ ਇਸ ਵੇਲੇ ਉਹ ਜਿਹੜੇ ਹੈਗੇ ਆ ਸਿਟੀ ਯੂਨੀਵਰਸਿਟੀ ਦੇ ਵਿੱਚ ਰਜਿਸਟਰਾਰ ਦਾ ਕੰਮ ਕਰ ਰਹੇ ਹੈਗੇ। ਮਤਲਬ ਉਹਨਾਂ ਦਾ ਵੀ ਇਸ ਬਾਰੇ 'ਚ ਕਾਫੀ ਨੌਲੇਜ ਹੈਗੀ ਆ ਉਹਨਾਂ ਦੇ। ਮੈਂ ਅੱਗੇ ਤੋਂ ਇੱਕ ਵਾਰੀ ਸੁਣਿਆ ਉਹਨਾਂ ਦੇ ਬਾਰੇ 'ਚ ਵੀ ਜਿਹੜੇ ਖੇਤੀ ਕਾਨੂੰਨ ਕੀ ਹੈਗੇ ਬਣੇ ਤੇ ਉਹਦੇ ਬਾਰੇ ਇਹਦਾ ਕੀ ਇਹਦਾ ਫਾਇਦਾ ਨੁਕਸਾਨ ਹੈਗਾ ਜ਼ਿਮੀਂਦਾਰਾਂ ਨੂੰ। ਤੇ ਮੈਂ ਉਹਨਾਂ ਨੂੰ ਹੁਣ ਬੇਨਤੀ ਕਰਾਂਗਾ ਕਿ ਉਹ ਮਤਲਬ ਡਾਕਟਰ ਸੁਖਪਾਲ ਸਿੰਘ ਹੋਰਾਂ ਨੂੰ ਜੀ ਆਇਆ ਕਹਿਣ ਤੇ ਆਪਣੇ ਜਿਹੜੇ ਆਰੰਭਕ ਸ਼ਬਦ ਜਿਹੜੇ ਹੈਗੇ ਆ ਇਸ ਸੈਮੀਨਾਰ ਦੇ ਬਾਰੇ 'ਚ ਬੋਲਣ। ਡਾਕਟਰ ਧੀਮਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਆਨਲਾਈਨ ਵਰਚੁਅਲ ਪ੍ਰੋਗਰਾਮ ਦੇ ਵਿੱਚ ਜੁੜੇ ਸਾਰੇ ਭੈਣ ਭਰਾ ਸਭ ਦਾ ਸਵਾਗਤ ਹੈ। ਔਰ ਇਹ ਪ੍ਰੋਗਰਾਮ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਉਲੀਕਿਆ ਗਿਆ ਹੈ ਡਾਕਟਰ ਇੰਦਰਜੀਤ ਸਿੰਘ ਐਗਰੀਕਲਚਰ ਤੇ ਰੂਰਲ ਡਿਵੈਲਪਮੈਂਟ ਸੈਂਟਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਦੇ ਤਹਿਤ। ਔਰ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਡਾਕਟਰ ਇੰਦਰਜੀਤ ਸਿੰਘ ਸੈਂਟਰ ਜਿਹੜੇ ਸਮੇਂ ਦੇ ਉੱਤੇ ਜਿਹੜੇ ਸਾਡੇ ਸਮਾਜ ਨੂੰ ਔਰ ਜਿਹੜੇ ਸਾਡੇ ਅਰਥਚਾਰੇ ਨੂੰ ਜਾਂ ਖੇਤੀਬਾੜੀ ਨੂੰ ਦਰਪੇਸ਼ ਸਮੱਸਿਆਵਾਂ ਹੁੰਦੀਆਂ ਉਹਦੇ ਉੱਤੇ ਇਹ ਪ੍ਰੋਗਰਾਮ ਜਿਹੜੇ ਆ ਉਹ ਸਮੇਂ ਤੋਂ ਉਲੀਕੇ ਜਾਂਦੇ ਆ। ਔਰ ਕਰੋਨਾ ਮਹਾਮਾਰੀ ਦੇ ਜਿਹੜਾ ਪੈਂਡੈਮਿਕ ਚੱਲ ਰਿਹਾ ਇਸ ਦੇ ਦੌਰਾਨ ਸਾਰੇ ਪ੍ਰੋਗਰਾਮ ਜਿਹੜੇ ਆ ਉਹ ਆਨਲਾਈਨ ਜਾਂ ਵਰਚੁਅਲ ਮੋਡ ਦੇ ਵਿੱਚ ਆਪਾਂ ਇਸ ਨੂੰ ਉਲੀਕਦੇ ਆ। ਔਰ ਅੱਜ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਹੈ, ਜਿਵੇਂ ਡਾਕਟਰ ਮਹਿੰਦਰ ਸਿੰਘ ਜੀ ਨੇ ਕਿਹਾ ਕਿ ਇੱਕ ਬਹੁਤ ਮਹੱਤਵਪੂਰਨ ਵਿਸ਼ੇ ਤੇ ਪ੍ਰੋਗਰਾਮ ਹੈ ਜਿਸ ਦੇ ਬਾਰੇ ਸਾਰਿਆਂ ਨੂੰ ਬੜੀ ਚੇਸ਼ਟਾ ਹੈ ਕਿ ਆਪਾਂ ਜਾਣੀਏ ਕਿ ਜਿਹੜੇ ਭਾਰਤ ਸਰਕਾਰ ਨੇ 3 ਖੇਤੀ ਕਾਨੂੰਨ ਪਾਸ ਕੀਤੇ ਹੈ, ਇਹ ਕਾਨੂੰਨ ਕੀ ਹਨ, ਕੀ ਇਹ ਕਿਸਾਨੀ ਦੇ ਹਿੱਤ ਵਿੱਚ ਹਨ ਜਾਂ ਕਿ ਕਿਸਾਨੀ ਔਰ ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ਬਾਰੇ ਕੁਝ ਜੋ ਖਦਸ਼ੇ ਹਨ ਉਹ ਵਾਕਈ ਸਹੀ ਹਨ। ਇਹਨਾਂ ਸਾਰਿਆਂ ਦੀ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਡਾਕਟਰ ਸੁਖਪਾਲ ਸਿੰਘ ਜੀ ਬਾਰੇ ਸਾਰੇ ਸਰੋਤਾਂ ਨੂੰ ਜਾਣੂ ਕਰਾਉਣਾ ਚਾਹੁੰਦਾ। ਡਾਕਟਰ ਸੁਖਪਾਲ ਸਿੰਘ ਮੇਰੇ ਬਹੁਤ ਹੀ ਪੁਰਾਣੇ ਮਿੱਤਰ ਹੈ ਔਰ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਇਕਨੋਮਿਕਸ ਡਿਪਾਰਟਮੈਂਟ ਵਿੱਚ ਸੇਵਾ ਨਿਭਾ ਰਹੇ ਹਨ। ਹਾਲ ਹੀ ਵਿੱਚ ਇਹਨਾਂ ਨੇ ਜਿਹੜਾ ਇਕਨੋਮਿਕਸ ਤੇ ਸੋਸ਼ੀਓਲੋਜੀ ਡਿਪਾਰਟਮੈਂਟ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ, ਉਸ ਦੇ ਬਤੌਰ ਮੁਖੀ ਵਜੋਂ ਜਿਹੜੇ ਹੈ ਉਹ ਟਰਮ ਖਤਮ ਕੀਤੀ ਹੈ। ਔਰ ਕਿੱਤੇ ਵਜੋਂ ਇੱਕ ਪ੍ਰੋਫੈਸ਼ਨਲ ਇਕਨੋਮਿਸਟ ਹੋਣ ਦੇ ਨਾਲ ਇਹਨਾਂ ਦਾ ਐਗਰੀਕਲਚਰਲ ਇਕਨੋਮਿਕਸ ਦੇ ਵਿੱਚ ਬਹੁਤ ਡੂੰਘੀ ਦਿਲਚਸਪੀ ਹੈ। ਔਰ ਇਹਨਾਂ ਨੇ ਬਹੁਤ ਸਾਰੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਪ੍ਰੋਜੈਕਟਸ ਵਿੱਚ ਕੰਮ ਕੀਤਾ ਜਿਹੜੇ ਸਿੱਧੇ ਤੌਰ ਦੇ ਉੱਤੇ ਪੰਜਾਬ ਦੀ ਕਿਸਾਨੀ ਦੇ ਨਾਲ ਜੁੜੇ ਹੋਏ ਹੁੰਦੇ ਹਨ। ਔਰ ਹੁਣੇ ਇਹਨਾਂ ਨੇ ਇੱਕ ਪ੍ਰੋਜੈਕਟ ਪਿਛਲੇ ਕੁਝ ਸਾਲਾਂ ਤੋਂ ਚੱਲ ਰਿਹਾ ਸੀ ਉਹ ਮੁਕੰਮਲ ਕੀਤਾ, ਜਿਹੜਾ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੀ ਜਿਹੜੀ ਕਿਸਾਨੀ ਹੈ ਉਹ ਬਹੁਤ ਕਸ਼ੀਦਗੀ ਦੇ ਵਿੱਚੋਂ ਗੁਜ਼ਰ ਰਹੀ ਹੈ। ਸਾਡੇ ਜਿਹੜੇ ਸੁਸਾਈਡਸ ਕਿਸਾਨ ਭਰਾਵਾਂ ਵੱਲੋਂ ਰਿਪੋਰਟਸ ਆਉਂਦੀਆਂ ਉਸ ਦਾ ਪੂਰਾ ਹਿਸਾਬ ਕਿਤਾਬ ਕਰਨ ਵਾਸਤੇ ਕਿ ਉਹਦੇ ਕੀ ਕਾਰਨ ਹਨ, ਕਿ ਕਿਹੜੇ ਲੋਕ ਕਿਹੜਾ ਵਰਗ ਜਿਹੜਾ ਉਸ ਦੇ ਵਿੱਚ ਜ਼ਿਆਦਾ ਇਨਵੋਲਵ ਹੈ ਔਰ ਕੀ ਇਹ ਨੀਤੀਆਂ ਦਾ ਫਾਲਟ ਹੈ ਜਾਂ ਕਰਜ਼ਿਆਂ ਦਾ ਅਸਰ ਹੈ ਜਾਂ ਉਹਨਾਂ ਦੇ ਘਰੇਲੂ ਜਿਹੜੇ ਝਗੜੇ ਹਨ, ਇਸ ਤਰ੍ਹਾਂ ਦੇ ਮੁੱਦੇ ਲੈ ਕੇ ਇਹਦੇ ਤੇ ਬਹੁਤ ਵੱਡੇ ਖੋਜ ਪ੍ਰੋਜੈਕਟ ਦੇ ਉੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜਾ ਪ੍ਰੋਜੈਕਟ ਚਲਾਇਆ ਗਿਆ ਸੀ ਉਸ ਦੀ ਰਹਿਨੁਮਾਈ ਜਿਹੜੀ ਹੈ ਡਾਕਟਰ ਸੁਖਪਾਲ ਸਿੰਘ ਉਹਨਾਂ ਨੇ ਕੀਤੀ ਸੀ। ਔਰ ਇਹਨਾਂ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਜਿਹੜਾ ਖੇਤੀ ਅਰਥਚਾਰੇ ਬਾਰੇ ਪੜ੍ਹਾਇਆ ਹੈ, ਡਿਗਰੀਆਂ ਉਹਨਾਂ ਨੂੰ ਕਰਵਾਈਆਂ ਹਨ, PhDਆਂ ਕਰਵਾਈਆਂ ਹਨ। ਔਰ ਉਸ ਤੋਂ ਇਲਾਵਾ ਪੰਜਾਬ ਸਰਕਾਰ ਔਰ ਸੈਂਟਰਲ ਸਰਕਾਰ ਦਾ ਜਦੋਂ ਬਜਟ ਪੇਸ਼ ਹੁੰਦਾ ਉਸ ਦੇ ਵਿੱਚ ਇਹਨਾਂ ਨੇ ਆਪਣੀਆਂ ਜਿਹੜੀਆਂ ਇਨਪੁਟਸ ਦਿੱਤੀਆਂ ਔਰ ਬਜਟ ਪਾਸ ਹੋਣ ਤੋਂ ਪਹਿਲਾਂ ਜਿਹੜੀ ਜਾਣਕਾਰੀ ਚਾਹੀਦੀ ਹੁੰਦੀ ਹੈ ਸਰਕਾਰ ਨੂੰ ਉਹਦੇ ਵਿੱਚ ਦੇਣ ਵਿੱਚ ਇਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਔਰ ਇਹ ਬਹੁਤ ਵਧੀਆ ਗੱਲ ਹੈ ਕਿ ਅੱਜ ਆਪਾਂ ਇਹਨਾਂ ਨੂੰ ਬਤੌਰ ਮੁੱਖ ਮਹਿਮਾਨ, ਬਤੌਰ ਮੁੱਖ ਬੁਲਾਰੇ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਬੁਲਾਇਆ ਹੈ ਡਾਕਟਰ ਸੁਖਪਾਲ ਸਿੰਘ ਜੀ ਨੂੰ। ਔਰ ਇਹਨਾਂ ਨੇ ਜਿਹੜਾ ਵਿਸ਼ਾ ਚੁਣਿਆ ਹੈ ਜਿਸ ਦੇ ਉੱਤੇ ਅੱਜ ਆਪਣੀ ਵਿਚਾਰ ਚਰਚਾ ਹੋਵੇਗੀ ਉਹ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ ਕਿ ਖੇਤੀ ਕਾਨੂੰਨ ਅਤੇ ਭਾਰਤੀ ਅਰਥਚਾਰਾ। ਆਪਾਂ ਸਾਰੇ ਜਾਣਦੇ ਹਾਂ ਕਿ ਖੇਤੀਬਾੜੀ ਜਿਹੜਾ ਹੈ ਉਹ ਹਿੰਦੁਸਤਾਨ ਵਰਗੇ ਮੁਲਕ ਦੇ ਵਿੱਚ ਔਰ ਪੰਜਾਬ ਵਰਗੇ ਪ੍ਰਾਂਤ ਵਿੱਚ ਜਿਹੜਾ ਖੇਤੀ ਪ੍ਰਧਾਨ ਹੈ ਉਸ ਦੇ ਵਿੱਚ ਬਹੁਤ ਵੱਡੀ ਭੂਮਿਕਾ ਖੇਤੀਬਾੜੀ ਦੀ ਹੁੰਦੀ ਹੈ। ਜੇ ਸਾਡੀ ਖੇਤੀਬਾੜੀ ਦੀ ਦਸ਼ਾ ਤੇ ਦਿਸ਼ਾ ਸਹੀ ਹੈ ਤਾਂ ਸਾਡੀ ਜਿਹੜਾ ਵਿਕਾਸ ਹੈ ਉਹ ਸਹੀ ਦਿਸ਼ਾ ਵੱਲ ਚੱਲਦਾ ਹੈ। ਜੇ ਸਾਡੀ ਖੇਤੀ ਜਿਹੜੀ ਆ ਕਿਸੇ ਵੀ ਗੱਲ ਕਰਕੇ ਪ੍ਰਭਾਵਿਤ ਹੋ ਜਾਵੇ ਤਾਂ ਸਾਡੇ ਜਿਹੜਾ ਵਿਕਾਸ ਨੂੰ ਢਾਹ ਲੱਗਦੀ ਹੈ ਔਰ ਸਾਡੇ ਸਾਰੇ ਕੀਤੇ ਕਰਾਏ ਜਿਹੜੇ ਉਪਰਾਲੇ ਹੈ ਉਹਨਾਂ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ। ਔਰ ਜਿਹੜੀ
ਖੇਤੀ ਕਾਨੂੰਨਾਂ ਦੀ ਗੱਲ ਕਰ ਰਹੇ ਹਾਂ ਕਿ ਮੈਂ ਇਹਨਾਂ ਨੂੰ ਬੁਲਾਉਣ ਤੋਂ ਪਹਿਲਾਂ ਉਹਨਾਂ ਕਾਨੂੰਨਾਂ ਦਾ ਜ਼ਿਕਰ ਕਰਾਂਗਾ ਜਿਹੜੇ 3 ਕਾਨੂੰਨ ਭਾਰਤ ਸਰਕਾਰ ਨੇ ਪਾਸ ਕੀਤੇ ਹਨ। ਇਹ 3 ਕਾਨੂੰਨ ਤਾਂ ਕਹਿਣ ਨੂੰ 3 ਹਨ, ਲੇਕਿਨ ਇਹਨਾਂ ਦਾ ਜਿਹੜਾ ਇਹਨਾਂ 'ਚ ਆਤਮਾ ਹੈ, ਇਹਨਾਂ ਕਾਨੂੰਨਾਂ ਦੇ ਵਿੱਚ ਜਿਹੜੀ ਇਹਨਾਂ ਦੀ ਸੋਲ ਹੈ ਉਹ ਮਾਰਕੀਟਿੰਗ ਦੇ ਦੁਆਲੇ ਘੁੰਮਦੀ ਹੈ। ਔਰ ਜਿਹੜਾ ਇਹਨਾਂ ਦੇ ਜਿਹੜੇ 3 ਕਾਨੂੰਨ ਹਨ, ਇਹ ਆਪਾਂ ਸਾਰੇ ਜਾਣਦੇ ਹਾਂ, ਬਹੁਤੇ ਸਾਥੀਆਂ ਨੂੰ ਸਾਡਿਆਂ ਨੂੰ ਪਤਾ ਹੈ ਕਿ ਦੀ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ, ਇਹ ਜਿਹੜਾ ਬਿੱਲ ਹੈ 2020 ਦਾ ਪਹਿਲਾ ਬਿੱਲ ਹੈ। ਔਰ ਦੂਸਰਾ ਜਿਹੜਾ ਬਿੱਲ ਪਾਸ ਹੋਇਆ ਉਹ ਦੀ ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਬਿੱਲ ਹੈ, ਇਹ 2020 ਦੇ ਵਿੱਚ ਇਹ ਵੀ ਹੁਣੇ ਪਾਸ ਹੋਇਆ। ਤੀਸਰਾ ਜਿਹੜਾ ਬਿੱਲ ਹੈ ਉਹ ਹੈ ਦੀ ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਬਿੱਲ, ਇਹ ਵੀ ਬਿੱਲ ਪਾਸ ਹੋਇਆ। ਔਰ ਜਿਹੜੇ ਕਿਸਾਨ ਹਨ ਉਹਨਾਂ ਨੂੰ ਕਈ ਤਰ੍ਹਾਂ ਦਾ ਖਦਸ਼ਾ ਹੈ ਕਿ ਇਹ ਬਿੱਲ ਜਿਹੜੇ ਉਹਨਾਂ ਦੇ ਹਿੱਤਾਂ ਦੀ ਰਾਖੀ ਨਹੀਂ ਕਰਦੇ, ਲੇਕਿਨ ਜਦੋਂ ਆਪਾਂ ਸਰਕਾਰ ਦੀ ਗੱਲ ਸੁਣਦੇ ਆ ਤਾਂ ਸਰਕਾਰ ਕਹਿੰਦੀ ਹੈ ਕਿ ਇਹ ਹਿਸਟਰੀ ਪੈਦਾ ਹੋਈ ਹੈ, ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਇਹ ਬਿੱਲ ਐਸੇ ਪਾਸ ਹੋਏ ਹਨ ਜਿਨ੍ਹਾਂ ਦੇ ਨਾਲ ਕਿਸਾਨਾਂ ਦੀ ਦਸ਼ਾ ਹੈ ਉਹ ਸੁਧਰੇਗੀ, ਖਾਸ ਕਰਕੇ ਛੋਟੇ ਕਿਸਾਨਾਂ ਨੂੰ ਇਹਦਾ ਬਹੁਤ ਫਾਇਦਾ ਮਿਲੇਗਾ। ਔਰ ਦੋਨੇ ਧਿਰਾਂ ਜਿਹੜਾ ਆਪਣੇ ਆਪਣੇ ਵਿਚਾਰ ਪੇਸ਼ ਕਰਦੀਆਂ ਔਰ ਜਿਨ੍ਹਾਂ ਦਾ ਪੜਚੋਲ ਡਾਕਟਰ ਸੁਖਪਾਲ ਸਿੰਘ ਜੀ ਕਰਨਗੇ। ਔਰ ਜਦੋਂ ਆਪਾਂ ਕਿਸਾਨਾਂ ਨਾਲ ਗੱਲ ਕਰਦੇ ਹਾਂ ਉਹ ਦੱਸਦੇ ਆ ਕਿ ਬਹੁਤ ਹੀ ਖਦਸ਼ਾ ਸਾਨੂੰ ਇਸ ਗੱਲ ਦਾ ਹੈ ਕਿ ਕਾਰਪੋਰੇਟ ਸੈਕਟਰ ਜਿਹੜਾ ਹੈ ਉਹ ਬਹੁਤ ਵੱਡੇ ਰੂਪ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੀ ਖੇਤੀਬਾੜੀ ਹੈ ਔਰ ਖੇਤੀਬਾੜੀ ਦਾ ਜਿਹੜਾ ਅਰਥਚਾਰਾ ਜਿਹੜਾ ਇਹਦੇ ਨਾਲ ਜੁੜਿਆ ਹੈ ਉਸ ਦੇ ਵਿੱਚ ਉਹ ਭੂਮਿਕਾ ਨਿਭਾਏਗਾ। ਔਰ ਉਹ ਗਰੀਬ ਕਿਸਾਨਾਂ ਦਾ ਇੱਕ ਨਵਾਂ ਜਿਹੜਾ ਮਾਲਕ ਹੈ ਉਹ ਬਣ ਕੇ ਸਾਡੇ ਸਾਹਮਣੇ ਪੇਸ਼ ਹੋਵੇਗਾ। ਔਰ ਕਿਸਾਨਾਂ ਨੂੰ ਇਸ ਗੱਲ ਦੀ ਵੀ ਸੋਚ ਤੰਗ ਕਰ ਰਹੀ ਹੈ ਕਿ ਇਹ ਜਿਹੜੇ ਸਾਨੂੰ ਕਿਤੇ ਅਸੀਂ ਇਹਨਾਂ ਵੱਡੇ ਵੱਡੇ ਕਾਰਪੋਰੇਟਸ ਦੇ ਅਸੀਂ ਦਾਸ ਜਾਂ ਗੁਲਾਮ ਬਣ ਕੇ ਨਾ ਰਹਿ ਜਾਈਏ। ਔਰ ਇਹ ਕਿਸਾਨ ਸਮਝਦੇ ਔਰ ਆਪਾਂ ਸਾਰੇ ਜਾਣਦੇ ਆ ਕਿ ਜਿਸ ਹਿਸਾਬ ਦੇ ਨਾਲ ਇਹ ਬਿੱਲ ਪਾਸ ਹੋਏ ਆ ਔਰ ਉਸ ਸਮੇਂ ਬਿੱਲ ਪਾਸ ਹੋਏ ਮੌਨਸੂਨ ਸੈਸ਼ਨ ਦੇ ਵਿੱਚ ਜਦੋਂ ਕਿ ਸਾਰਾ ਹਿੰਦੁਸਤਾਨ ਕੀ ਸਾਰੀ ਦੁਨੀਆ ਕੋਰੋਨਾ ਮਹਾਮਾਰੀ ਦੇ ਨਾਲ ਆਪਾਂ ਜੂਝ ਰਹੇ ਆ, ਉਹਦੀ ਕਰੋਪੀ ਦੇ ਨਾਲ ਆਪਾਂ ਜੂਝ ਰਹੇ ਆ। ਔਰ ਸਾਰਿਆਂ ਨੂੰ ਪਤਾ ਸੀਗਾ ਕਿ ਕੋਈ ਵੀ ਬੰਦਾ ਬਾਹਰ ਨਹੀਂ ਆ ਸਕਦਾ, ਇਕੱਠੇ ਨਹੀਂ ਹੋ ਸਕਦੇ, ਸੋਸ਼ਲ ਡਿਸਟੈਂਸਿੰਗ ਦੀ ਆਪਾਂ ਪਾਲਣਾ ਕਰ ਰਹੇ ਆ ਔਰ ਆਪਾਂ ਪੂਰੇ ਪਰਹੇਜ਼ ਕਰ ਰਹੇ ਆ। ਉਸ ਵਕਤ ਇਹ ਬਿੱਲਾਂ ਨੂੰ ਇੰਨੀ ਕਾਹਲੀ ਦੇ ਨਾਲ ਪੇਸ਼ ਕੀਤਾ ਗਿਆ। ਪਹਿਲਾਂ ਜੂਨ ਦੇ ਮਹੀਨੇ ਇਹਨਾਂ ਦਾ ਆਰਡੀਨੈਂਸ ਲਿਆਂਦਾ ਗਿਆ ਔਰ ਉਸ ਤੋਂ ਬਾਅਦ ਜਿਹੜੀ ਸਾਡੀ ਮੈਜੋਰਟੀ ਸਰਕਾਰ ਹੈ ਉਸ ਨੇ ਇਹ ਬਿੱਲ ਜਿਹੜੇ ਆ ਉਹ ਪਾਸ ਕੀਤੇ। ਔਰ ਹਾਲਾਂਕਿ ਪਾਰਲੀਮੈਂਟ ਦੇ ਵਿੱਚ ਜਿਸ ਵੇਲੇ ਬਿੱਲ ਪੇਸ਼ ਹੋਏ ਸੀਗੇ ਕਾਫੀ ਹਿਊ ਐਂਡ ਕਰਾਈ ਹੋਈ, ਕਾਫੀ ਰੌਲਾ ਰੱਪਾ ਪਿਆ ਤੇ ਮੇਰੇ ਖਿਆਲ ਹੈ ਕਿ ਜਿਹੜੇ ਬਿੱਲਾਂ ਦੇ ਉੱਤੇ ਜਿਸ ਵੀ ਵਿਸ਼ੇ ਦੇ ਉੱਤੇ ਜਿਸ ਵੀ ਮੁੱਦੇ ਦੇ ਉੱਤੇ ਇਸ ਤਰ੍ਹਾਂ ਦਾ ਜਿਹੜਾ ਰੌਲਾ ਰੱਪਾ ਪੈਂਦਾ ਉਹਨੂੰ ਵਿਚਾਰ ਕਰ ਲੈਣਾ ਇੱਕ ਚੰਗੀ ਗੱਲ ਹੁੰਦੀ ਹੈ। ਔਰ ਸਰਕਾਰ ਨੂੰ ਵੀ ਚਾਹੀਦਾ ਸੀਗਾ ਕਿ ਇਸ ਦੇ ਉੱਤੇ ਚੰਗੀ ਤਰ੍ਹਾਂ ਵਿਚਾਰ ਕਰ ਲਿੱਤਾ ਜਾਂਦਾ ਔਰ ਕਿਸਾਨਾਂ ਨੂੰ ਵੀ ਇਸ ਦਾ ਧਿਰ ਬਣਾਇਆ ਜਾਂਦਾ, ਕਿਸਾਨ ਜਥੇਬੰਦੀਆਂ ਨੂੰ ਵੀ ਉਹਨਾਂ ਦੇ ਵਿਚਾਰ ਵੀ ਸੁਣ ਲਏ ਜਾਂਦੇ ਤਾਂ ਚੰਗੀ ਗੱਲ ਹੁੰਦੀ। ਹੁਣ ਗੱਲ ਇਹ ਹੋਈ ਹੈ ਕਿ ਕਿਸਾਨ ਸਾਡੇ ਜਿਹੜੇ ਆ ਉਹ ਸਾਡੇ ਐਜੀਟੇਸ਼ਨ ਦੇ ਪਾਥ ਦੇ ਉੱਤੇ ਹੈ, ਉਹ ਮੁਜ਼ਾਹਰਿਆਂ ਦੇ ਉੱਤੇ ਲੱਗੇ ਹੋਏ ਆ, ਉਹ ਸੜਕਾਂ ਦੇ ਉੱਤੇ ਆ ਨਿਕਲੇ ਆ, ਰੇਲ ਰੋਕ ਰਹੇ ਆ। ਉਹਨਾਂ ਨੂੰ ਪੋਲੀਟੀਕਲ ਪਾਰਟੀਆਂ ਨੇ ਵੀ ਜਿਹੜਾ ਨਾਲ ਸਹਿਯੋਗ ਦੇ ਦਿੱਤਾ ਹੈ ਔਰ ਨਾਲ ਸਾਡੇ ਸਿੰਗਰ ਗਾਇਕ ਔਰ ਸਮਾਜ ਦੇ ਹੋਰ ਬਹੁਤ ਸਾਰੇ ਜਿਹੜੇ ਅੰਗ ਹੈਗੇ ਆ ਉਹਨਾਂ ਨੇ ਵੀ ਉਹਨਾਂ ਨੂੰ ਜਿਹੜਾ ਆਪਣਾ ਸਮਰਥਨ ਦਿੱਤਾ ਹੈ। ਔਰ ਇਹ ਗੱਲ ਸਿਰਫ ਜਿਹੜੀ ਸਭ ਤੋਂ ਜ਼ਿਆਦਾ ਕਿਸਾਨਾਂ ਨੂੰ ਤੰਗ ਕਰਦੀ ਹੈ ਮੈਂ ਸਮਝਦਾ ਉਹ ਇਹ ਹੈ ਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਕਿਸਾਨ ਆਪਣਾ ਮੰਡੀਕਰਨ ਕਰਨ ਤਾਂ ਵਿੱਚ ਵਿਚੋਲੇ ਨਹੀਂ ਹੋਣੇ ਚਾਹੀਦੇ, ਲੇਕਿਨ ਇਹ ਜਿਹੜੇ ਨਵੇਂ ਕਿਸਮ ਦੇ ਵਿਚੋਲੇ ਜਿਹੜੇ ਸਾਡੇ ਸਾਹਮਣੇ ਆ ਰਹੇ ਆ, ਜ਼ਿਆਦਾ ਮੁੱਦੇ ਜਿਹੜੇ ਆ ਟ੍ਰੇਡ ਏਰੀਆ ਦੇ ਨਾਲ, ਟ੍ਰੇਡਰਸ ਦੇ ਨਾਲ, ਉਹਨਾਂ ਦੇ ਸੰਬੰਧੀ ਡਿਸਪਿਊਟ ਦੇ ਨਾਲ ਔਰ ਮਾਰਕੀਟਿੰਗ ਦੇ ਨਾਲ, ਮਾਰਕੀਟਿੰਗ ਇੰਪਰਫੈਕਸ਼ਨ ਦੇ ਨਾਲ ਉਹ ਜੂਝ ਰਹੇ ਆ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹਦੇ ਬਾਰੇ ਕੀਤੀਆਂ ਜਾ ਸਕਦੀਆਂ। ਮੈਂ ਸਮਝਦਾ ਕਿ ਮੈਂ ਇਸ ਦੇ ਬਾਰੇ ਜ਼ਿਆਦਾ ਨਾ ਬੋਲਾਂ ਔਰ ਡਾਕਟਰ ਸੁਖਪਾਲ ਸਿੰਘ ਜਿਹੜੇ ਅੱਜ ਦੇ ਵਿਸ਼ੇਸ਼ ਸਾਡੇ ਬੁਲਾਰੇ ਆ ਉਹ ਇਹਦੇ ਬਾਰੇ ਚਰਚਾ ਕਰਨ। ਲੇਕਿਨ ਮੋਟੇ ਤੌਰ ਦੇ ਉੱਤੇ ਗੱਲ ਕਿਸਾਨਾਂ ਨੂੰ ਇਹ ਹੈ ਕਿ ਸਾਡੀ ਜਿਹੜੀ 1960 ਦੇ ਵਿੱਚ ਮੇਰੇ ਖਿਆਲ 61 ਦੇ ਵਿੱਚ ਉਸ ਤੋਂ ਬਾਅਦ ਉਹਦੇ ਸੋਧ ਹੋ ਕੇ 67 ਦੇ ਵਿੱਚ ਜਿਹੜੀ ਸਾਡਾ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਬਣਿਆ ਸੀ, ਜਿਹਦੇ ਹਿਸਾਬ ਨਾਲ ਮਿਨੀਮਮ ਸਪੋਰਟ ਪ੍ਰਾਈਸ ਤਕਰੀਬਨ 22 ਜਿੰਸਾਂ ਦਾ ਉਹ ਸਾਨੂੰ ਦਿੱਤਾ ਜਾਂਦਾ ਸੀ। ਔਰ ਕਿਸਾਨ ਕੀ ਕਰਦੇ ਸੀਗੇ, AFC ਮਾਰਕੀਟਿੰਗ ਸਿਸਟਮ ਜਿਹੜਾ ਹੈ ਉਸ ਦੇ ਤਹਿਤ ਆਪਣਾ ਮਾਲ, ਆਪਣਾ ਜਿਹੜਾ ਉਤਪਾਦ ਹੈ ਉਹ ਮੰਡੀ 'ਚ ਲੈ ਜਾਂਦੇ ਸੀ। ਉੱਥੇ ਰਿਟੇਲਰ ਵੀ ਹੋਰ ਹੋਲਸੇਲਰ ਵੀ ਆ ਜਾਂਦੇ ਸੀ ਔਰ ਤੈਅਸ਼ੁਦਾ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਆਕਸ਼ਨ ਦੇ ਰਾਹੀਂ ਉਹਨਾਂ ਨੂੰ ਉੱਥੇ ਉਹਨਾਂ ਦੀ ਵਿਕਰੀ ਹੋ ਜਾਂਦੀ ਸੀ, ਕੋਈ ਹੈਸਲ ਨਹੀਂ ਸੀ। ਕਿਸਾਨ ਇਸ ਤੋਂ ਸੰਤੁਸ਼ਟ ਸਨ, ਖੁਸ਼ ਸਨ। ਇਹ ਸਿਸਟਮ ਬੜੇ ਸਾਲਾਂ ਤੋਂ ਚੱਲਦਾ ਸੀ ਔਰ ਕਿਸਾਨ ਹੁਣ ਇਹੀ ਸਮਝਦੇ ਆ ਕਿ ਜਿਹੜੇ ਬਿੱਲ ਪਾਸ ਹੋਏ ਆ ਉਹਨਾਂ ਦੇ ਵਿੱਚ ਲਿਖਤੀ ਰੂਪ ਦੇ ਵਿੱਚ MSP ਦਾ ਕੋਈ ਜ਼ਿਕਰ ਨਹੀਂ ਹੈ।
ਉਹਨਾਂ ਨੂੰ ਡਰ ਹੈ ਕਿਤੇ ਐਮਐਸਪੀ ਖਤਮ ਨਾ ਹੋ ਜਾਵੇ, ਉਹਨਾਂ ਨੂੰ ਡਰ ਹੈ ਕਿ ਸਾਡੇ ਜਿਹੜੇ ਕਾਰਪੋਰੇਟ ਸੈਕਟਰ ਸਾਡੇ ਦੁਆਰ ਤੇ ਆਉਣਗੇ, ਉਹ ਸਾਡੇ ਕੋਲ ਕੰਟਰੈਕਟ ਫਾਰਮਿੰਗ ਰਾਹੀਂ ਉਹੋ ਜਿਹੀਆਂ ਫਸਲਾਂ ਬੀਜਵਾਉਣਗੇ ਜਿਹਦੇ ਬਾਰੇ ਨਾ ਤਾਂ ਉਹਨਾਂ ਨੂੰ ਬਹੁਤਾ ਟੈਕਨੋਲੋਜੀ ਦਾ ਪਤਾ, ਨਾ ਉਹਨਾਂ ਨੂੰ ਪਤਾ ਕਿ ਇਹਦੀ ਦੇਖ ਰੇਖ ਕਿਵੇਂ ਕਰਨੀ, ਸਾਂਭ ਸੰਭਾਲ ਕਿਵੇਂ ਕਰਨੀ, ਵੱਢਣਾ ਕਿਸ ਤਰ੍ਹਾਂ, ਵਾਢੀ ਕਰਨੀ ਹੈ। ਔਰ ਹੋ ਸਕਦਾ ਉਹਨਾਂ ਨੂੰ ਖਦਸ਼ਾ ਹੈ ਕਿ ਜਿਸ ਵੇਲੇ ਸਾਡੀ ਫਸਲ ਪੱਕੇਗੀ ਔਰ ਸਾਡੇ ਜਿਹੜੇ ਕਾਰਪੋਰੇਟ ਵਾਲੇ ਸਾਥੀ ਉੱਥੇ ਆਉਣਗੇ, ਉਹਨਾਂ ਨੂੰ ਕਹਿਣਗੇ ਤੁਹਾਡਾ ਜਿਹੜਾ ਪ੍ਰੋਡਿਊਸ ਹੈ, ਤੁਹਾਡਾ ਜਿਹੜਾ ਉਤਪਾਦ ਹੈ, ਇਹਦੇ ਵਿੱਚ ਤਾਂ ਕੀੜਾ ਲੱਗਿਆ ਹੈ, ਇਹਦੇ ਵਿੱਚ ਤਾਂ ਬਿਮਾਰੀ ਹੈ, ਇਹਦਾ ਦਾਣਾ ਮੋਟਾ ਨਹੀਂ, ਇਹਦੇ ਵਿੱਚ ਤਾਂ ਇਹ ਨੁਕਸ ਹੈ। ਉਸ ਵੇਲੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਨਹੀਂ ਕਰ ਪਾਵਾਂਗੇ ਔਰ ਸਾਨੂੰ ਹੋ ਸਕਦਾ ਪੂਰਾ ਭਾਅ ਨਾ ਦੇਣ ਜਾਂ ਨਾ ਸਾਡੀ ਖਰੀਦ ਕਰਨ, ਸਾਡੀ ਜਿਹੜੀ ਹੈ ਬਹੁਤ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਸ ਤੋਂ ਬਾਅਦ ਸਾਡੇ ਜਿਹੜੇ ਕਿਸਾਨ ਭਰਾ ਉਹ ਇਹ ਵੀ ਸਮਝਦੇ ਆ ਕਿ ਸਾਡੇ ਜਿਹੜੇ ਬਹੁਤ ਸਾਰੇ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਤਕਰੀਬਨ 86% ਸਾਡੇ ਜਿਹੜੇ ਕਿਸਾਨ ਹੈ ਉਹ 2 ਹੈਕਟੇਅਰ ਤੋਂ ਘੱਟ ਰਕਬੇ ਵਾਲੇ ਹੈ, ਉਹਨਾਂ ਦੀ ਪੈਲੀ ਬੜੀ ਛੋਟੀ ਹੈ। ਔਰ ਪੰਜਾਬ 'ਚ ਵੀ ਇਹੀ ਹਾਲ ਹੈ, ਤਕਰੀਬਨ 3/4 ਸਾਡਾ ਜਿਹੜਾ ਕਿਸਾਨ ਹੈ ਉਹ 2 ਹੈਕਟੇਅਰ ਤੋਂ ਛੋਟਾ ਹੈ। ਔਰ ਇਹੋ ਜਿਹੀ ਹਾਲਤ ਵਿੱਚ ਉਹਨਾਂ 'ਚ ਨੈਗੋਸ਼ੀਏਸ਼ਨ ਪਾਵਰ ਨਹੀਂ ਹੁੰਦੀ, ਗੱਲਬਾਤ ਨਹੀਂ ਕਰ ਸਕਦੇ। ਤੀਜਾ ਵੱਡਾ ਮੁੱਦਾ ਇਹ ਹੈ ਕਿ ਸਾਡੇ ਨੌਜਵਾਨ ਖੇਤੀ 'ਚੋਂ ਬਾਹਰ ਨਿਕਲਦੇ ਜਾ ਰਹੇ, ਸ਼ਹਿਰਾਂ 'ਚ ਜਾ ਰਹੇ ਆ। ਸਾਡੇ ਜਿਹੜੇ ਕਿਸਾਨ ਹੈ ਉਹਨਾਂ ਦੀ ਉਮਰ 'ਚ ਵਾਧਾ ਹੋ ਰਿਹਾ ਔਰ ਵੱਡੀ ਉਮਰ ਦੇ ਹੋ ਗਏ ਆ, ਉਹਨਾਂ ਲਈ ਵੀ ਮੁਸ਼ਕਲਾਂ ਹਨ। ਔਰ ਜੇ ਸਾਡਾ ਮਾਲ ਨਾ ਵਿਕਿਆ ਤਾਂ ਸਾਡੇ ਕੋਲ ਇੰਨੀ ਸਮਰੱਥਾ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਸਟੋਰ ਕਰ ਸਕੀਏ, ਠਹਿਰ ਕੇ ਵੇਚ ਸਕੀਏ ਜਾਂ ਕਿਤੇ ਹੋਰ ਦੂਰ ਦਰਾੜ ਇਲਾਕਿਆਂ ਦੇ ਉੱਤੇ ਜਾ ਕੇ ਵੇਚ ਸਕੀਏ। ਸਾਡੀ ਜਿਹੜੀ ਸਰਕਾਰ ਹੈ ਉਹ ਕਹਿੰਦੀ ਹੈ ਕਿ ਅਸੀਂ ਛੋਟੇ ਕਿਸਾਨਾਂ ਦੀ ਰਾਖੀ ਕੀਤੀ ਹੈ, ਇਹਨਾਂ ਨੂੰ ਸਹੂਲਤਾਂ ਦਿੱਤੀਆਂ ਹੈ, ਇਹਨਾਂ ਨੂੰ ਈ ਮਾਰਕੀਟਿੰਗ ਦੇ ਨਾਲ ਜੋੜਿਆ ਹੈ, ਇਹਨਾਂ ਨੂੰ ਮਾਡਰਨਾਈਜ਼ ਕੀਤਾ ਗਿਆ ਹੈ ਔਰ ਇਹ ਆਪਣੀ ਪ੍ਰੋਡਿਊਸ ਨੂੰ ਆਪ ਵੇਚਣ ਦੇ ਜਿਹੜੇ ਹੈ ਸਮਰੱਥ ਹੋ ਸਕਦੇ ਹੈ। ਲੇਕਿਨ ਇਹ ਗੱਲਾਂ ਸਾਡਾ ਜਿਹੜਾ ਕਿਸਾਨ ਆ ਉਹਨਾਂ ਦੀ ਕੌਨਫੀਡੈਂਸ ਨੂੰ ਨਹੀਂ ਜਿੱਤ ਸਕਿਆ, ਜਿਹਦੇ ਕਰਕੇ ਸਾਰਾ ਖਦਸ਼ਾ ਹੈ। ਔਰ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਐਜੀਟੇਸ਼ਨ ਦੇ ਪਾਥ ਦੇ ਉੱਤੇ ਹਨ, ਉਹ ਜਿਹੜਾ ਹੈ ਬੜੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਉਹਨਾਂ ਨੂੰ ਪੈ ਰਿਹਾ ਹੈ। ਮੈਂ ਸਮਝਦਾ ਜਿਹੜੀ ਸਾਡੀ ਸਰਕਾਰ ਹੁੰਦੀ ਹੈ ਇਹ ਇੱਕ ਵਾਲੀ ਵਾਰਸ ਹੁੰਦੀ ਹੈ, ਇੱਕ ਮਾਈ ਬਾਪ ਹੁੰਦੀ ਹੈ। ਜੇ ਘਰ ਦੇ ਵਿੱਚ ਵੀ ਜੇ ਬੱਚਿਆਂ ਨੂੰ ਕੋਈ ਪ੍ਰੋਬਲਮ ਹੈ, ਜੇ ਸਾਡੇ ਸਮਾਜ ਵਿੱਚ ਸਾਡੇ ਕਿਸੇ ਵਰਗ ਨੂੰ ਪ੍ਰੋਬਲਮ ਹੈ ਤਾਂ ਸਰਕਾਰ ਦਾ ਫਰਜ਼ ਬਣਦਾ ਕਿ ਉਸ ਨੂੰ ਆਪਾਂ ਵਿਚਾਰੀਏ, ਉਹਨਾਂ ਦੀ ਗੱਲ ਸੁਣੀਏ, ਯੋਗ ਹੱਲ ਲੱਭਣ ਦੀ ਕੋਸ਼ਿਸ਼ ਕਰੀਏ। ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਹਨ ਉਹਨਾਂ ਨਾਲ ਗੱਲਬਾਤ ਕਰੀਏ। ਮੈਂ ਸਮਝਦਾ ਕੋਈ ਐਡੀ ਵੱਡੀ ਗੱਲ ਨਹੀਂ ਹੈ। ਸਾਡਾ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਵਾਲਾ ਮੁੱਦਾ ਉਹ 'ਚ ਪਾਇਆ ਜਾ ਸਕਦਾ, ਅਮੈਂਡਮੈਂਟ ਹੋ ਸਕਦੀ ਹੈ। ਚੰਗੇਰੇ ਕੰਮ ਲਈ ਪਹਿਲ ਕਦਮੀ ਕੀਤੀ ਜਾਣੀ ਚਾਹੀਦੀ ਹੈ। ਔਰ ਜਿੱਥੇ ਮੈਂ ਇਹ ਗੱਲ ਕਹਿਣਾ ਕਿ ਸਰਕਾਰ ਨੂੰ ਵਿੱਚ ਪੈ ਕੇ ਔਰ ਸਾਡੇ ਜਥੇਬੰਦੀਆਂ ਕਿਸਾਨਾਂ ਦੀਆਂ ਨਾਲ ਗੱਲਬਾਤ ਕਰਨ, ਮਾਹਰ ਜੋ ਸਾਡੇ ਵਿਚਾਰ ਚਰਚਾ ਕਰਦੇ ਆ ਜਾਂ ਉਹ ਆਪਣੀ ਸਲਾਹ ਦਿੰਦੇ ਆ, ਉਹਨਾਂ ਦੇ ਉੱਤੇ ਵੀ ਸਰਕਾਰ ਨੂੰ ਔਰ ਕਿਸਾਨਾਂ ਨੂੰ ਅਮਲ ਕਰਨਾ ਚਾਹੀਦਾ। ਔਰ ਕਿਸਾਨਾਂ ਨੂੰ ਮੈਂ ਇਹ ਵੀ ਇੱਕ ਗੱਲ ਕਹਿਣਾ ਕਿ ਜਿਸ ਵੇਲੇ ਆਪਾਂ ਇਸ ਤਰ੍ਹਾਂ ਦੇ ਐਜੀਟੇਸ਼ਨ ਦੇ ਪਾਥ ਦੇ ਉੱਤੇ ਹੁੰਦੇ ਆ, ਉਸ ਵੇਲੇ ਆਪਣਾ ਜਿਹੜਾ ਕੰਮ ਖੇਤਾਂ ਦਾ ਹੈਗਾ, ਆਪਣੀ ਪੈਡੀ ਦੀ ਸਾਂਭ ਸੰਭਾਲ ਕਰਨੀ ਹੈ, ਉਹਦੇ ਵੱਲ ਵੀ ਆਪਾਂ ਖਿਆਲ ਕਰਨਾ ਔਰ ਆਪਾਂ ਪੂਰੇ ਹੋਸ਼ ਨਾਲ, ਜੋਸ਼ ਨਾਲ ਰਹਿ ਕੇ ਇਹ ਕੰਮ ਕਰਨਾ। ਜੋਸ਼ ਦੇ ਨਾਲ ਕੰਮ ਕਰਨ ਲੱਗਿਆ ਹੋਸ਼ ਨੂੰ ਕਾਇਮ ਰੱਖਣਾ। ਕੋਈ ਆਪਾਂ ਕੋਈ ਐਸਾ ਕੰਮ ਨਾ ਕਰ ਲਈਏ ਜਿਹਦੇ ਨਾਲ ਕੋਈ ਸਾਡਾ ਕਿਸੇ ਪ੍ਰਾਪਰਟੀ ਨੂੰ, ਕਿਸੇ ਜਾਨੀ ਮਾਲੀ ਕਿਸੇ ਜਗ੍ਹਾ ਨੂੰ ਕੋਈ ਨੁਕਸਾਨ ਆਪਾਂ ਕਰ ਬੈਠੀਏ ਔਰ ਸਰਕਾਰ ਨੂੰ ਇਸ ਗੱਲ ਦਾ ਬਹਾਨਾ ਮਿਲ ਜਾਏ ਕਿ ਸਾਡੀ ਐਜੀਟੇਸ਼ਨ ਜਿਹੜੀ ਹੈ, ਸਾਡਾ ਜਿਹੜੀ ਗੱਲ ਦਾ ਜਿਹੜਾ ਮੋਮੈਂਟਮ ਬਣਿਆ ਹੈ ਉਹ ਅਸਰ ਨਾ ਕਰ ਸਕੇ। ਆਪਾਂ ਵਿਕਾਸ ਦੇ ਰਸਤੇ ਤੇ ਵੀ, ਹਿੰਦੁਸਤਾਨ ਵੀ ਸਾਡਾ ਹੈ, ਪੰਜਾਬ ਵੀ ਸਾਡਾ ਹੈ ਔਰ ਕਿਸਾਨੀ ਵੀ ਸਾਡੀ ਹੈ, ਕਿਸਾਨ ਸਮਾਜ ਵੀ ਸਾਡਾ ਹੈ। ਅਸੀਂ ਗੱਲਾਂ ਬਾਤਾਂ ਸਾਰੀਆਂ ਦਾ ਧਿਆਨ ਰੱਖਦੇ ਹੋਏ ਬੜੀ ਸੋਚ ਸਮਝ ਸੂਝ ਤੋਂ ਕੰਮ ਲੈ ਕੇ ਆਪਾਂ ਅੱਗੇ ਵਧੀਏ ਔਰ ਆਪਣੀ ਗੱਲ ਨੂੰ ਜਿਹੜਾ ਹੈ ਸਹੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਇਸ ਸਮੱਸਿਆ ਦਾ ਹੱਲ ਲੱਭ ਸਕੀਏ ਔਰ ਆਉਣ ਵਾਲਾ ਸਮਾਂ ਜਿਹੜਾ ਵਿਕਾਸ ਦਾ ਹੋਵੇ, ਸਾਡੇ ਭਵਿੱਖ ਜਿਹੜਾ ਸਾਡਾ ਚੰਗਾ ਹੋਵੇ। ਤੇ ਮੈਂ ਅਕਾਲ ਪੁਰਖ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦਾ ਕਿ ਇੱਕ ਤਾਂ ਇਹ ਸਮੱਤ ਸਾਰਿਆਂ ਪਾਸੇ ਬਖਸ਼ੇ ਔਰ ਇਸ ਸਮੱਸਿਆ ਦਾ ਹੱਲ ਲੱਭੇ, ਸਾਡੀ ਕਿਸਾਨੀ ਇੱਕ ਚੰਗੇ ਰਸਤੇ ਦੇ ਉੱਤੇ ਤੁਰੇ। ਔਰ ਦੂਸਰਾ ਜਿਹੜਾ ਕਰੋਨਾ ਦੀ ਮਹਾਮਾਰੀ ਹੈ ਜਿਸ ਨਾਲ ਤਰਾਹੀ ਹੋ ਰਹੀ ਹੈ ਸਾਰੇ ਹਿੰਦੁਸਤਾਨ 'ਚ ਨਹੀਂ ਸਾਰੀ ਦੁਨੀਆ ਦੇ ਵਿੱਚ, ਆਪਾਂ ਇਸ ਦੀ ਕਰੋਪੀ ਦੇ ਨਾਲ ਜੂਝ ਰਹੇ ਹਾਂ, ਉਸ ਦੇ ਵਿੱਚ ਠੱਲ ਪਵੇ, ਇੱਕ ਸੁਖਾਵਾਂ ਮਾਹੌਲ ਜਿਹੜਾ ਪੈਦਾ ਹੋਵੇ ਔਰ ਬਰਕਤਾਂ ਦੀ ਰਹਿਮਤ ਹੋਵੇ ਔਰ ਆਪਾਂ ਸਾਰੇ ਰਲ ਮਿਲ ਕੇ ਅੱਗੇ ਵੱਧ ਸਕੀਏ, ਇੱਕ ਚੰਗੇਰੇ ਸਮਾਜ, ਚੰਗੇਰੇ ਦੇਸ਼ ਦੀ ਆਪਾਂ ਸਿਰਜਣਾ ਕਰ ਸਕੀਏ। ਇਹਨਾਂ ਸ਼ਬਦਾਂ ਦੇ ਨਾਲ ਇਸ ਪ੍ਰੋਗਰਾਮ ਦੀ ਕਾਮਯਾਬੀ ਵਾਸਤੇ ਮੈਂ ਅਰਦਾਸ ਕਰਦਾ ਔਰ ਮੈਂ ਹੁਣ ਦਾਵਤ ਦਿੰਦਾ ਡਾਕਟਰ ਸੁਖਪਾਲ ਸਿੰਘ ਜੀ ਨੂੰ ਕਿ ਉਹ ਜਿਹੜਾ ਅੱਜ ਦਾ ਵਿਸ਼ਾ ਹੈ ਸਾਡਾ, ਅੱਜ ਦਾ ਜਿਹੜਾ ਖੇਤੀ ਭਾਰਤ ਦਾ ਅਰਥਚਾਰਾ ਔਰ ਨਾਲ ਇਹ ਜਿਹੜੇ ਖੇਤੀ ਕਾਨੂੰਨ ਪਾਸ ਹੋਏ ਆ ਇਹਨਾਂ ਦੇ ਉੱਤੇ ਵਿਚਾਰ ਚਰਚਾ ਕਰਨ। ਔਰ ਜਦੋਂ ਆਪਾਂ ਇਹ ਕਹਿੰਦੇ ਆ ਕਿ ਸਾਡਾ ਅਰਥਚਾਰਾ ਖੇਤੀ ਤੇ ਨਿਰਭਰ ਹੈ ਤਾਂ ਕਿਹੜੀਆਂ ਉਹ ਪਾਲਿਸੀਜ਼ ਹੋਣੀਆਂ ਚਾਹੀਦੀਆਂ, ਜ਼ਰੂਰ ਹੀ ਅੱਜ ਦੀ ਇਸ ਡਿਸਕਸ਼ਨ ਦੇ ਵਿੱਚੋਂ ਕੁਝ ਨੁਕਤੇ ਉੱਭਰ ਕੇ ਆਉਣ ਤਾਂ ਕਿ ਉਹ ਨੁਕਤੇ ਅਸੀਂ ਪਾਲਿਸੀ ਪਲੈਨਰਸ, ਸਰਕਾਰਾਂ ਔਰ ਜਿਹੜੇ ਉਹ ਲੋਕ ਹਨ ਜਿਹੜੇ ਮਹੱਤਵਪੂਰਨ ਹਨ ਇਹਨਾਂ ਮੁੱਦਿਆਂ ਨੂੰ ਹੈਂਡਲ ਕਰਨ ਵਾਸਤੇ ਉਹਨਾਂ ਤੱਕ ਆਪਾਂ ਪਹੁੰਚਾ ਸਕੀਏ। ਔਰ ਦੂਸਰੀ ਜਿਹੜੀ ਹਮੇਸ਼ਾ ਹੀ ਆਪਾਂ ਗੱਲ ਕਹਿੰਦੇ ਆ ਕਿ ਖੇਤੀ ਨੂੰ
ਪੱਕੇ ਪੈਰੀ ਕਰਨ ਲਈ R&D ਰਿਸਰਚ ਐਂਡ ਡਿਵੈਲਪਮੈਂਟ ਦੇ ਉੱਤੇ ਬਹੁਤ ਜ਼ੋਰ ਲਾਉਣਾ ਚਾਹੀਦਾ ਹੈ। ਹੁਣ ਸਾਡੀ ਜਿਹੜੀ ਹੈ ਗਰੋਥ ਰੇਟ ਜਿਹੜਾ ਚੱਲ ਰਿਹਾ ਬਹੁਤ ਘੱਟ ਹੈ। ਸਾਡੀ ਜਿਹੜੀ GDP ਹੈ ਉਹ ਸਿਰਫ 14% ਰਹਿ ਗਈ ਹੈ ਐਗਰੀਕਲਚਰ ਦੀ। ਸਾਡਾ ਜਿਹੜਾ ਗਰੋਥ ਰੇਟ ਜਿਹੜਾ ਗ੍ਰੀਨ ਰੈਵੋਲੂਸ਼ਨ ਦੇ ਵੇਲੇ ਜਿਹੜਾ 4% ਤੱਕ ਸੀਗਾ, ਬਾਅਦ ਚ 2 ਰਹਿ ਗਿਆ, ਹੁਣ ਉਹ ਬਹੁਤ ਹੋਰ ਘਟ ਗਿਆ। ਤੇ ਘੱਟ ਤੋਂ ਘੱਟ ਸਾਡਾ 1 ਤੋਂ ਲੈ ਕੇ 2% ਜਿਹੜਾ ਫੰਡ ਹੈਗਾ, ਸਾਡਾ ਜਿਹੜੀ ਇਨਵੈਸਟਮੈਂਟ ਹੈ ਉਹ GDP ਦੀ, ਉਹ ਸਾਡੀ ਰਿਸਰਚ ਐਂਡ ਡਿਵੈਲਪਮੈਂਟ ਇਨ ਐਗਰੀਕਲਚਰ ਵਾਸਤੇ ਹੋਣੀ ਚਾਹੀਦੀ ਹੈ। ਇਹੋ ਜਿਹੇ ਸੁਝਾਅ ਦੇ ਕੇ ਆਪਾਂ ਸਰਕਾਰ ਦੇ ਗੋਚਰ ਕਰੀਏ ਔਰ ਇਹ ਮਸਲੇ ਦੇ ਹੱਲ ਵਾਸਤੇ ਆਪਾਂ ਯੋਗ ਸਲਾਹ ਦਈਏ। ਮਾਹਰਾਂ ਦੀ ਗੱਲਬਾਤ ਤੋਂ ਇਹ ਗੱਲਾਂ ਉੱਭਰ ਕੇ ਆਉਣਗੀਆਂ ਤੇ ਇਹੀ ਕਾਮਨਾ ਲੈ ਕੇ ਮੈਂ ਡਾਕਟਰ ਸੁਖਪਾਲ ਸਿੰਘ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਚਰਚਾ ਸਾਡੇ ਸਾਰਿਆਂ ਨਾਲ ਸਾਂਝੇ ਕਰਨ। ਔਰ ਸਾਰੇ ਸਰੋਤਿਆਂ ਨੂੰ ਮੈਂ ਬੇਨਤੀ ਕਰਦਾ ਕਿ ਜ਼ਰੂਰ ਸਵਾਲ ਪੁੱਛਣੇ ਆਪਾਂ। ਡਾਕਟਰ ਸੁਖਪਾਲ ਸਿੰਘ ਬਹੁਤ ਵਿਦਵਾਨ ਵਿਅਕਤੀ ਹਨ, ਇਹਨਾਂ ਤੋਂ ਆਪਾਂ ਆਪਣੇ ਖਦਸ਼ੇ ਦੂਰ ਕਰਨੇ ਆ, ਆਪਣੇ ਜਿਹੜੇ ਸ਼ੰਕੇ ਦੂਰ ਕਰਨੇ ਆ। ਜਿਸ ਗੱਲ ਦੀ ਆਪਾਂ ਨੂੰ ਕਲੈਰਿਟੀ ਨਹੀਂ ਹੈ ਉਹ ਆਪਾਂ ਇਹਨਾਂ ਕੋਲ ਕਲੈਰਿਟੀ ਲੈਣੀ ਹੈ। ਤੁਸੀਂ ਨੋਟ ਕਰਦੇ ਜਾਓ ਆਪਣੇ ਸਵਾਲ, ਅਖੀਰ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਆਪਾਂ ਇਹਨਾਂ ਨੂੰ ਸਵਾਲ ਪੇਸ਼ ਕਰਾਂਗੇ ਔਰ ਇਹਨਾਂ ਦੇ ਜਵਾਬ ਲਵਾਂਗੇ। ਔਰ ਸਵਾਲ ਜਵਾਬ ਦੇ ਵਿੱਚੋਂ ਉਹ ਨੁਕਤੇ ਉੱਭਰ ਕੇ ਆਉਂਦੇ ਹੁੰਦੇ ਆ ਜਿਹੜਾ ਮਾਹਰ ਸੋਚ ਕੇ ਆਇਆ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਵੀ ਨਹੀਂ ਕਰ ਸਕਦਾ, ਔਰ ਜੇ ਮੈਂ ਆਰੰਭਿਕ ਗੱਲਾਂ ਬਾਤਾਂ ਕੀਤੀਆਂ ਮੈਂ ਵੀ ਨਹੀਂ ਉਹ ਕਰ ਸਕਦਾ ਹੋਵਾਂਗਾ। ਲੇਕਿਨ ਸਾਰੇ ਜਿਹੜਾ ਸਾਡੇ ਸਰੋਤੇ ਹੈਗੇ ਆ ਉਹਨਾਂ ਦੇ ਜ਼ਿਹਨ ਦੇ ਵਿੱਚ ਜਿਹੜੇ ਸਵਾਲ ਆਉਂਦੇ ਆ, ਉਹ ਸਵਾਲ ਜਦੋਂ ਪੇਸ਼ ਕਰਨਗੇ ਉਹ ਇੱਕ ਰੀਅਲਿਸਟਿਕ ਪਿਕਚਰ ਪੇਸ਼ ਕਰਨਗੇ। ਮੈਂ ਸਮਝਦਾ ਕਿ ਸਾਡੇ ਡਾਕਟਰ ਸੁਖਪਾਲ ਸਿੰਘ ਉਹਨਾਂ ਸਵਾਲਾਂ ਨੂੰ ਜਵਾਬ ਦੇਣਗੇ ਔਰ ਗੱਲ ਜਿਹੜੀ ਉਹ ਅੱਗੇ ਵਧੇਗੀ। ਬਹੁਤ ਬਹੁਤ ਧੰਨਵਾਦ ਔਰ ਬਹੁਤ ਬਹੁਤ ਜੀ ਆਇਆਂ ਡਾਕਟਰ ਸੁਖਪਾਲ ਸਿੰਘ ਜੀ। ਹੁਣ ਮੈਂ ਡਾਕਟਰ ਸੁਖਪਾਲ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਅਗਲੀ ਕਾਰਵਾਈ ਕਰਨ, ਆਪਣਾ ਭਾਸ਼ਣ ਦੇਣ, ਆਪਣੇ ਵਿਚਾਰ ਸਾਂਝੇ। ਡਾਕਟਰ ਜਗਤਾਰ ਸਿੰਘ ਜੀ, ਤੁਸੀਂ ਬੜੀ ਜਿਹੜਾ ਹੈਗਾ ਡਿਟੇਲ ਦੇ ਵਿੱਚ ਸਾਨੂੰ ਤਕਰੀਬਨ ਇੰਟਰੋਡਕਸ਼ਨ ਦਿੱਤੀ ਹੈ ਤੇ ਇਹਨਾਂ ਨੂੰ ਜਿਹੜਾ ਹੈਗਾ ਸੁਖਪਾਲ ਸਿੰਘ ਹੋਰਾਂ ਨਾਲ ਇੰਟਰੋਡਿਊਸ ਕੀਤਾ ਹੈ ਵੀ ਇਹਨਾਂ ਦਾ ਕੀ ਕੰਮਕਾਰ ਹੈ, ਕਿਸ ਤਰ੍ਹਾਂ ਦਾ ਹੈਗਾ ਸਾਰਾ। ਸਾਡੇ ਜਿਹੜੇ ਇਸ਼ੂ ਹੈਗੇ ਬਹੁਤ ਹੀ ਤੁਹਾਨੂੰ ਅੱਗੇ ਵੀ ਦੱਸਿਆ ਵੀ ਅਹਿਮ ਇਸ਼ੂ ਹੈਗਾ ਸਾਡਾ ਜਿਹੜਾ ਖੇਤੀ ਕਾਨੂੰਨ ਨਾਲ ਹੈਗਾ। ਤੇ ਸਾਡੀ ਜਿਹੜੀ ਸਾਰੀ ਫਾਰਮਰ ਕਮਿਊਨਿਟੀ ਆ ਜਾਂ ਦੂਸਰੇ ਜਿਹੜੇ ਸਾਰੇ ਹੀ ਹੜਤਾਲਾਂ ਤੇ ਬੈਠੇ ਹੈਗੇ, ਉਹਨਾਂ ਨੂੰ ਇਹ ਜ਼ਰੂਰ ਖਦਸ਼ਾ ਹੈਗਾ ਵੀ ਇਹ ਜਿਹੜੀ ਖੇਤੀ ਕਾਨੂੰਨ ਸਾਡੇ ਜਿਹੜੇ ਫੇਵਰ 'ਚ ਨਹੀਂ ਹੈਗੇ। ਇਸ ਕਰਕੇ ਸਾਨੂੰ ਇਹਦਾ ਕੋਈ ਹੱਲ ਲੱਭਣਾ ਚਾਹੀਦਾ ਜਿਹੜਾ ਕਿ ਦੋਨਾਂ ਦਾ ਘਰਾਂ ਦੇ ਵਿੱਚ ਸੈਟਲਮੈਂਟ ਹੋਵੇ। ਇਹਦੀ ਬਹੁਤ ਜ਼ਰੂਰਤ ਹੈਗੀ ਸਾਨੂੰ। ਸੋ ਮੈਂ ਹੁਣ ਬੇਨਤੀ ਕਰਾਂਗਾ ਡਾਕਟਰ ਸੁਖਪਾਲ ਸਿੰਘ ਹੋਰਾਂ ਨੂੰ, ਜਿਹੜੇ ਸਾਬਕਾ ਮੁਖੀ ਹੈਗੇ ਇਕਨੋਮਿਕਸ ਐਂਡ ਸੋਸ਼ੀਓਲੋਜੀ ਡਿਪਾਰਟਮੈਂਟ ਦੇ, ਕਿ ਉਹ ਆਪਣਾ ਜਿਹੜਾ ਹੈਗਾ ਵਿਸ਼ਾ ਸਾਡੇ ਨਾਲ ਸਾਂਝਾ ਕਰਨ। ਡਾਕਟਰ ਸੁਖਪਾਲ ਸਿੰਘ ਜੀ। ਹਾਂਜੀ ਵੀਰ ਜੀ, ਡਾਕਟਰ ਸਾਹਿਬ ਦਾ ਨਾਂ ਸ਼ੋ ਨਹੀਂ ਹੋ ਰਿਹਾ, ਕਿਸ ਨਾਂ ਤੇ ਬੈਠੇ ਨੇ? ਕਿਰਪਾ ਕਰਕੇ ਹੱਥ ਖੜੇ ਕਰ ਦੇਣ, ਹੈਂਡ ਰੇਜ਼ ਕਰ ਦੇਣ। ਇੱਕ ਫੋਨ ਅਨਨੋਨ ਹੈ, ਰੈਡਮੀ ਕਰਕੇ। ਹਾਂਜੀ ਪਲੀਜ਼ ਡਾਕਟਰ ਸੁਖਪਾਲ ਸਿੰਘ ਜੀ, ਮੇਰੀ ਆਵਾਜ਼ ਸੁਣਦੇ ਹੁਣ ਤੱਕ ਕਿਰਪਾ ਕਰਕੇ ਹੈਂਡ ਰੇਜ਼ ਕਰ ਦਿਓ, ਮੈਂ ਮਾਈਕ ਔਨ ਕਰ ਦਿਆਂ। ਡਾਕਟਰ ਸੁਖਪਾਲ ਸਿੰਘ ਜੀ। ਲਓ ਜੀ, ਹਾਂਜੀ ਰੈਡਮੀ ਠੀਕ ਹੈ ਜੀ। ਕਰੋ ਜੀ, ਮੇਰੇ ਵੱਲੋਂ ਔਨ ਹੈ, ਤੁਸੀਂ ਔਨ ਕਰੋ ਸਰ। ਹੋ ਗਿਆ ਜੀ? ਹਾਂਜੀ ਹੋ ਗਿਆ ਸਰ ਔਨ। ਹਾਂਜੀ ਹਾਂਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਮੈਂ ਅੱਜ ਦੇ ਇਸ ਵੈਬੀਨਾਰ ਦੇ ਵਿੱਚ ਆਯੋਜਿਤ ਕਰਨ ਵਾਲੇ ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ। ਤੇ ਮੈਂ ਇਸ ਵਿਸ਼ੇ ਦੇ ਉੱਤੇ ਧਮਾਨ ਸਾਹਿਬ ਨੇ ਵੀ ਰੱਖਿਆ ਸਾਰਾ ਵਿਸ਼ਾ ਕਿ ਇਹ ਖੇਤੀ ਕਾਨੂੰਨ ਨੇ ਜਿਹੜੇ ਇਹਨਾਂ ਦੀ ਉਹਨਾਂ ਨੇ ਪੜਚੋਲ ਕੀਤੀ ਹੈ। ਤੇ ਮੈਂ ਆਪਣੀ ਗੱਲ ਰੱਖੂੰਗਾ ਕਿ ਜਿਹੜੇ 3 ਕਾਨੂੰਨ ਜਿਹੜੇ ਬਣੇ ਨੇ ਉਹਨਾਂ ਦੇ ਵਿੱਚੋਂ ਜ਼ਰੂਰੀ ਵਸਤਾਂ ਸੋਧ ਕਾਨੂੰਨ 2020 ਹੈਗਾ, ਉਸ ਤਰ੍ਹਾਂ ਕਿਸਾਨੀ ਉਪਜ ਵਪਾਰ ਅਤੇ ਵਣਜ ਕਾਨੂੰਨ ਹੈਗਾ, ਇਸ ਤਰ੍ਹਾਂ ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਦਾ ਕਾਨੂੰਨ ਹੈ। ਇਹ 3 ਕਾਨੂੰਨ, ਪਹਿਲਾ ਜਿਹੜਾ ਕਾਨੂੰਨ ਹੈ ਜ਼ਰੂਰੀ ਵਸਤਾਂ ਸੋਧ ਦਾ, ਉਹਦੇ ਵਿੱਚ ਇਹ ਕਿ ਅਸੀਂ ਪਹਿਲਾਂ ਜਿਹੜਾ ਇਸ ਤਰ੍ਹਾਂ ਨਹੀਂ ਸੀ ਕਰ ਸਕਦੇ ਕਿ ਕਿਸੇ ਚੀਜ਼ ਦਾ ਭੰਡਾਰ ਆਪਾਂ ਕਰ ਲਈਏ, ਤਾਂ ਹੁਣ ਉਹ
ਕਾਨੂੰਨ ਦੇ ਵਿੱਚ ਸਾਨੂੰ ਸਰਕਾਰ ਨੇ ਦੇਤਾ ਕਿ ਤੁਸੀਂ ਇਸ ਤਰ੍ਹਾਂ ਦੀ ਜ਼ਖੀਰੇਬਾਜ਼ੀ, ਇਸ ਤਰ੍ਹਾਂ ਦਾ ਸਟੋਰ ਕਰ ਸਕਦੇ ਹੋ। ਤੇ ਇਹ ਦੂਸਰਾ ਕਾਨੂੰਨ ਹੈ ਜਿਹੜਾ ਉਹ ਇਸ ਕਿਸਾਨੀ ਉਪਜ ਵਪਾਰ ਵਾਲਾ, ਇਹਦੇ ਵਿੱਚ ਹੈਗਾ ਕਿ ਜਿਹੜੀ ਸਾਡੀ ਮੰਡੀ ਹੈ APMC, ਜਿਹੜੀ ਰੈਗੂਲੇਟਡ ਮੰਡੀ ਹੈ, ਉਹਨੂੰ ਖੋਲਤਾ ਕਿ ਹੁਣ ਉਸ ਤਰ੍ਹਾਂ ਦੀ ਰੈਗੂਲੇਟਡ ਮੰਡੀ ਨਹੀਂ ਹੋਊਗੀ, ਤੇ ਉਹਦੇ ਦਾਇਰੇ ਨੂੰ ਉਹਨੂੰ ਤੋੜਤਾ ਤੇ ਇਹ ਕਰਤਾ ਕਿ ਹੁਣ ਕੋਈ ਵੀ ਫਸਲ ਹੈ ਜਿਹੜੀ ਕਿਤੇ ਮਰਜ਼ੀ ਵਿਕ ਜੇ। ਪਹਿਲਾਂ ਉਹ ਰੈਗੂਲੇਟਡ ਮੰਡੀ ਦੇ ਵਿੱਚ ਹੀ ਫਸਲ ਹੈ ਜਿਹੜੀ ਵਿਕ ਸਕਦੀ ਸੀ। ਤੀਸਰਾ ਜਿਹੜਾ ਕਾਨੂੰਨ ਹੈ ਸਾਡੇ ਕੋਲੇ, ਉਹ ਕੀਮਤ ਗਰੰਟੀ ਤੇ ਖੇਤੀ ਸੇਵਾਵਾਂ ਨਾਲ ਸੰਬੰਧਿਤ ਹੈ, ਜਿਹਦੇ ਵਿੱਚ ਇਹ ਹੈ ਕਿ ਕੰਟਰੈਕਟ ਫਾਰਮ ਕੀਤੀ ਜਾਊ। ਕੰਟਰੈਕਟ ਫਾਰਮਿੰਗ, ਈ-ਨੈਮ, ਉਸੇ ਨਾਲ ਹੀ ਫਿਊਚਰ ਟ੍ਰੇਡਿੰਗ, ਇਹ ਸਾਰੀਆਂ ਗੱਲਾਂ ਉਹਦੇ ਨਾਲ ਜੁੜੀਆਂ ਹੋਈਆਂ ਨੇ। ਤਾਂ ਇਹ ਤਿੰਨੋਂ ਜਿਹੜੇ ਕਾਨੂੰਨ ਨੇ ਇਹ ਖੇਤੀ ਵਸਤਾਂ ਦੇ ਪ੍ਰੋਡਕਸ਼ਨ ਤੋਂ ਲੈ ਕੇ ਉਹਦੀ ਮਾਰਕੀਟਿੰਗ ਤੋਂ ਉਹਦੀ ਸਟੋਰੇਜ ਤੇ ਉਹਦੀ ਟ੍ਰੇਡਿੰਗ ਦੇ ਨਾਲ ਸੰਬੰਧਿਤ ਨੇ, ਇੱਕ ਦੂਜੇ ਨਾਲ ਜੁੜੇ ਹੋਏ ਨੇ। ਤਾਂ ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਇਹਨਾਂ ਕਾਨੂੰਨਾਂ ਬਾਰੇ ਕਾਫੀ ਕੁਝ ਆਇਆ ਹੋਇਆ, ਤੇ ਇਹਨਾਂ ਕਾਨੂੰਨਾਂ ਦੇ ਉੱਤੇ ਇੱਕ ਪੱਖ ਹੈਗਾ ਸਰਕਾਰ ਦਾ ਜਦੋਂ ਉਹਨਾਂ ਨੇ ਕਾਨੂੰਨ ਲਿਆਂਦੇ, ਤੇ ਇੱਕ ਪੱਖ ਉਹਨਾਂ ਲੋਕਾਂ ਦਾ ਹੈ ਜਿਹੜੇ ਇਹ ਕਹਿੰਦੇ ਨੇ ਕਿ ਇਹ ਕਾਨੂੰਨ ਠੀਕ ਨਹੀਂ, ਭਾਵੇਂ ਉਹ ਕਿਸਾਨ ਨੇ, ਭਾਵੇਂ ਕੁਝ ਸਰਕਾਰਾਂ ਨੇ, ਜਾਂ ਕੁਝ ਬੁੱਧੀਜੀਵੀ। ਇਹ ਸਾਰਿਆਂ ਦੇ ਵਿੱਚ ਇੱਕ ਦੋ ਤਰ੍ਹਾਂ ਦੀ ਚਰਚਾ ਚੱਲਦੀ ਹੈ ਕਿ ਇੱਕ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਨੇ, ਕਲੇਮ ਕੀਤਾ ਜਾਂਦਾ ਸਰਕਾਰ ਵੱਲੋਂ ਕਿ ਅਸੀਂ ਇਹ ਕਾਨੂੰਨ ਦੇ ਕੇ ਸਾਨੂੰ ਆਹ ਫਾਇਦੇ ਕਰ ਦਾਂਗੇ। ਦੂਜੇ ਪਾਸੇ ਇਹਨਾਂ ਕਲੇਮਾਂ ਦੇ ਉੱਤੇ ਅਸਲ ਦੇ ਵਿੱਚ ਇਹ ਕੀ ਹੈਗਾ ਉਹਨਾਂ ਦੇ ਪਿੱਛੇ, ਉਹ ਦੂਜੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਦਾ ਵਿਊ ਪੁਆਇੰਟ ਹੈ। ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਕਿ ਕੇਂਦਰ ਸਰਕਾਰ ਵੱਲੋਂ ਇਹ ਕੀਤਾ ਗਿਆ ਕਿ ਇਹ ਕਾਨੂੰਨ ਲਿਆ ਕੇ ਅਸੀਂ ਕਿਸਾਨਾਂ ਨੂੰ ਆਜ਼ਾਦੀ ਦੇ ਦਾਂਗੇ, ਸੁਤੰਤਰ ਦੇ ਦਾਂਗੇ, ਤੇ ਫਰੀडम ਆਫ ਚੁਆਇਸ ਹੋਊਗੀ ਉਹਨਾਂ ਦੀ। ਉਹ ਕਿਤੇ ਮਰਜ਼ੀ ਜਾਣ, ਕਿਸੇ ਨੂੰ ਮਰਜ਼ੀ ਚੀਜ਼ ਆਪਣੀ ਵੇਚ ਦੇਣ, ਤੇ ਉਹਨਾਂ ਨੂੰ ਪਹਿਲਾਂ ਇੱਕ ਮੰਡੀ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਸਰਕਾਰੀ ਨਾਲ। ਹੁਣ ਉਹ ਆਪਣਾ ਫ੍ਰੀ ਨੇ, ਜਿੱਥੇ ਮਰਜ਼ੀ ਉਹ ਜਾਣਾ ਚਾਹਣ ਉੱਥੇ ਜਾ ਕੇ ਉਹ ਆਪਣੀ ਚੀਜ਼ ਜਿਹੜੀ ਵੇਚ ਸਕਦੇ। ਤੇ ਇਹਦੇ ਨਾਲ ਕੀ ਹੋਊਗਾ, ਉਹਨਾਂ ਨੂੰ ਬਹੁਤ ਫਾਇਦਾ ਹੋ ਜਾਊਗਾ। ਤਾਂ ਕਿਸਾਨ ਸੁਤੰਤਰ ਹੋਣਗੇ, ਇੱਕ ਮੰਡੀ ਨਾਲ ਜੁੜੇ ਨਹੀਂ ਰਹਿਣਗੇ। ਇਹ ਮੰਡੀ ਵੀ ਇਸੇ ਤਰ੍ਹਾਂ ਹੀ ਚੱਲਦੀ ਰਹੂਗੀ ਜਿਹੜੀ ਪਹਿਲਾਂ ਚੱਲਦੀ ਹੈ, ਤੇ ਨਾਲ ਦੀ ਨਾਲ ਇੱਕ ਨਵੀਂ ਮੰਡੀ ਬਣ ਜਾਊਗੀ ਪ੍ਰਾਈਵੇਟ। ਉਸ ਮੰਡੀ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਜਾ ਕੇ ਆਪਣਾ ਜਿਹੜਾ ਸਮਾਨ ਵੇਚ ਦਿਓ। ਦੋਵੇਂ ਮੰਡੀਆਂ ਚੱਲਣਗੀਆਂ। ਜੇਕਰ ਤੁਹਾਨੂੰ ਵੱਧ ਭਾਅ ਜਿੱਥੇ ਮਿਲਦਾ ਉੱਥੇ ਜਾ ਕੇ ਆਪਣੀ ਫਸਲ ਵੇਚ ਲਓ। ਇਸ ਕਰਕੇ ਅਸੀਂ ਜਿਹੜਾ ਕਿਸਾਨਾਂ ਦਾ ਬਹੁਤ ਫਾਇਦਾ ਕਰਦੇ ਹਾਂ, ਕਿਸਾਨਾਂ ਦੇ ਬਾਰੇ ਨਿਆਰੇ ਹੋ ਜਾਣਗੇ, ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਊਗੀ, ਤੇ ਕਿਸਾਨ ਬੜਾ ਖੁਸ਼ਹਾਲ ਹੋ ਜਾਊਗਾ। ਇਹ ਕਲੇਮ ਕੀਤਾ ਜਾਂਦਾ। ਇਹਦੇ ਵਿੱਚ ਕੀ ਹੈ ਕਿ ਕਿਸਾਨਾਂ ਵੱਲੋਂ ਇਹ ਹੈ ਕਿ ਇਹ ਜਦੋਂ ਜਿਹੜੇ ਇਕਨੋਮਿਸਟ ਨੇ ਇਹਦੇ ਪੱਖ ਦੇ, ਜਿਹੜੇ ਕਿਸਾਨੀ ਪੱਖ ਦੇ ਵਿੱਚ, ਉਹ ਇਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਦੋ ਜਦੋਂ ਮੰਡੀਆਂ ਬਣ ਗਈਆਂ, ਇੱਕ ਸਰਕਾਰੀ ਮੰਡੀ, ਇੱਕ ਪ੍ਰਾਈਵੇਟ ਮੰਡੀ, ਤਾਂ ਜਿਹੜੀ ਦੂਸਰੀ ਮੰਡੀ ਹੈ ਪ੍ਰਾਈਵੇਟ, ਉਹਦੇ ਵਿੱਚ ਕੋਈ ਵੀ ਜਿਹੜਾ ਰੈਗੂਲੇਸ਼ਨ ਹੈ, ਜਿਹੜਾ ਇਸ ਸਰਕਾਰ ਦਾ ਰੈਗੂਲੇਸ਼ਨ ਨਹੀਂ ਹੋਊਗਾ। ਇਸ ਸਰਕਾਰ ਦਾ ਜੋ ਰੈਗੂਲੇਸ਼ਨ ਨਹੀਂ ਹੋਊਗਾ ਤੇ ਕੋਈ ਵੀ ਉਹਦੇ ਤੇ ਟੈਕਸ ਨਹੀਂ ਹੋਊਗਾ। ਇੱਕ ਪਾਸੇ ਸਰਕਾਰੀ ਮੰਡੀਆਂ ਦੇ ਵਿੱਚ ਟੈਕਸ ਨੇ, ਜਿਨ੍ਹਾਂ ਦੇ ਵਿੱਚ GST ਤੋਂ ਪਹਿਲਾਂ 14% ਟੈਕਸ ਸੀ, ਪਰ GST ਤੋਂ ਬਾਅਦ ਹੁਣ 8.5% ਨੇ ਪੰਜਾਬ ਦੀ ਇਸ ਖੇਤੀ ਮੰਡੀ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ 3% RDF ਹੈ, ਰੂਟ ਡਿਵੈਲਪਮੈਂਟ ਫੰਡ ਹੈ, 3% ਮੰਡੀ ਫੀਸ ਹੈ, ਤੇ 2.5% ਆੜ੍ਹਤੀਆਂ ਦਾ ਕਮਿਸ਼ਨ ਹੈ। ਇਹ 8.5% ਟੈਕਸ ਨੇ ਜਿਹੜੇ ਉਹ ਸਾਡੀ ਸਰਕਾਰੀ ਮੰਡੀ ਦੇ ਵਿੱਚ ਲੱਗਦੇ ਨੇ, ਜਿਹੜਾ ਖਰੀਦਦਾਰ ਦਿੰਦਾ, ਪ੍ਰੋਕਿਉਰਮੈਂਟ ਏਜੰਸੀਆਂ ਦਿੰਦੀਆਂ ਨੇ। ਤਾਂ ਦੂਜੀ ਮੰਡੀ ਦੇ ਵਿੱਚ ਕੋਈ ਵੀ ਟੈਕਸ ਨਹੀਂ ਹੋਊਗਾ। ਇਸਦਾ ਮਤਲਬ ਇਹ ਹੈ ਕਿ 8.5 ਦਾ ਵਾਲੇ ਕਿ 155 ਤੋਂ ਲੈ ਕੇ 164 ਰੁਪਇਆ ਇੱਕ ਕੁਇੰਟਲ ਦਾ ਕਣਕ ਜਾਂ ਝੋਨਾ ਜਿਹੜਾ ਉਹਦੇ ਵਿੱਚ ਉਹਨਾਂ ਨੂੰ ਸਸਤਾ ਮਿਲੂਗਾ। ਤੇ ਆਪਣੇ ਪ੍ਰਾਈਵੇਟ ਮੰਡੀ ਦੇ ਵਿੱਚੋਂ ਖਰੀਦਣਾ ਕਿਸੇ ਵੀ ਪ੍ਰਾਈਵੇਟ ਕੰਪਨੀ ਨੂੰ, ਜਦੋਂ ਸਰਕਾਰੀ ਮੰਡੀ ਦੇ ਵਿੱਚ ਜਾਊਗਾ ਤਾਂ ਉੱਥੇ ਉਹਨਾਂ ਨੂੰ ਇਹ ਇੰਨੇ ਪੈਸੇ ਜਿਹੜੇ ਵੱਧ ਦੇਣੇ ਪੈਣਗੇ। ਤਾਂ ਇਸ ਦਾ ਖਦਸ਼ਾ ਇਹ ਬਣਦਾ ਕਿ ਇਹ ਹੋ ਸਕਦਾ ਕਿ ਇਹਦੇ ਵਿੱਚ ਇੱਕ ਬਾਰਗੇਨਿੰਗ ਹੋ ਜਾਏ ਕਿ ਸਰਕਾਰ ਹੈ ਜਿਹੜੀ ਅੱਧੇ ਕੁ ਪੈਸੇ, ਮਤਲਬ ਜਿਹੜਾ ਟੈਕਸ ਹੈ ਉਹ ਟੈਕਸ ਦੇਣ ਦੀ ਥਾਂ ਤੇ ਪ੍ਰਾਈਵੇਟ ਜਿਹੜਾ ਬਾਇਰ ਹੈ ਉਹ ਅੱਧੇ ਪੈਸੇ ਸ਼ੁਰੂ ਦੇ ਵਿੱਚ ਕਿਸਾਨ ਨੂੰ ਛੱਡ ਦੇ। ਜਿਵੇਂ ਫਰਜ਼ ਕਰੋ ਇਹ 164 ਰੁਪਏ ਨੇ, ਤਾਂ 64 ਰੁਪਏ ਉਹ ਕਿਸਾਨ ਨੂੰ ਵੱਧ ਦੇ, 100 ਰੁਪਏ ਆਪ ਵੀ ਕਮਾ ਲੇ। ਤਾਂ ਸਾਰੇ ਲੋਕ ਨੇ ਜਿਹੜੇ ਪ੍ਰਾਈਵੇਟ ਮੰਡੀ ਦੇ ਵਿੱਚ ਇੱਕ ਕੁਇੰਟਲ ਦਾ ਜਿੱਥੋਂ ਤੁਹਾਨੂੰ 64 ਰੁਪਏ ਤੋਂ ਲੈ ਕੇ 100 ਰੁਪਏ ਵੱਧ ਮਿਲ ਸਕਦਾ ਉੱਥੇ ਜਾਣਗੇ। ਤਾਂ ਹੌਲੀ ਹੌਲੀ ਕੀ ਹੋਊਗਾ ਕਿ ਜਿਹੜੀ ਪ੍ਰਾਈਵੇਟ, ਜਿਹੜੀ ਇੱਕ ਸਰਕਾਰੀ ਮੰਡੀ ਦੇ ਵਿੱਚ ਫਿਰ ਨਹੀਂ ਜਾਣਾ। ਸਰਕਾਰੀ ਮੰਡੀ ਦੇ ਵਿੱਚ ਜਦੋਂ ਖਰੀਦ ਘੱਟ ਹੋਊਗੀ ਤਾਂ 1-2 ਸਾਲਾਂ ਦੇ ਵਿੱਚ ਇਹ ਹੋਊਗਾ ਕਿ ਸਰਕਾਰ ਇਹ ਸਮਝੂਗੀ ਕਿ ਮੰਡੀ ਦੇ ਵਿੱਚ ਜਿਹੜਾ ਅਨਾਜ ਘੱਟ ਆ ਰਿਹਾ, ਉਹਨਾਂ ਨੇ ਕੋਟਾ ਫਿਕਸ ਕਰ ਦੇਣਾ। ਕਿਉਂਕਿ MSP ਪੰਜਾਬ, ਹਰਿਆਣੇ, ਵੈਸਟਰਨ ਯੂਪੀ ਦੇ ਵਿੱਚ ਸਾਰੀ ਜਿਹੜੀ ਕਣਕ ਤੇ ਝੋਨੇ ਉੱਤੇ ਜਿਹੜੀ ਪ੍ਰੋਕਿਉਰਮੈਂਟ ਹੈ ਜਿਹੜੀ ਅਸ਼ੋਰਡ ਹੁੰਦੀ ਹੈ MSP ਤੇ, ਹੋਰ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਫਸਲ ਦੇ ਵਿੱਚ ਜਿਹੜਾ
ਇਸ ਤਰ੍ਹਾਂ ਦਾ ਦਾਣਾ ਨਹੀਂ ਖਰੀਦਿਆ ਜਾਂਦਾ। MSP ਹੋਰ ਕ੍ਰੌਪ ਦੇ ਵਿੱਚ ਵੀ ਹੈ, ਕੁਝ ਦਾਲਾਂ ਦੇ ਵਿੱਚ ਹੈ, ਕੁਝ ਆਇਲ ਸੀਡ ਕ੍ਰੌਪਸ ਦੇ ਉੱਤੇ ਹੈ, ਉਸ ਥਾਵਾਂ ਤੇ ਕਣਕ ਝੋਨੇ ਤੇ ਵੀ ਹੈ, ਪਰ ਉੱਥੇ ਸਾਰੀ ਫਸਲ ਨਹੀਂ ਖਰੀਦੀ ਜਾਂਦੀ ਜਿਹੜੀ ਪੰਜਾਬ ਹਰਿਆਣੇ ਵਾਂਗ। ਇਸੇ ਕਰਕੇ ਪੰਜਾਬ ਤੇ ਹਰਿਆਣੇ 'ਚ ਜ਼ਿਆਦਾ ਵਿਰੋਧ ਹੈ। ਤਾਂ ਇਹ ਜਿਹੜੇ ਪੈਸੇ ਨੇ ਜਿਹੜੇ ਇਹ ਘੱਟ ਦੇਣ ਕਰਕੇ ਹੌਲੀ ਹੌਲੀ ਜਦੋਂ ਕੋਟਾ ਫਿਕਸ ਕਰਨ ਤੋਂ ਬਾਅਦ ਕੀ ਹੋਊਗਾ ਕਿ ਇਹ ਹੌਲੀ ਹੌਲੀ ਟੇਪਰ ਡੋਜ਼ ਦੇ ਵਿੱਚ ਜਿਹੜੀ ਇਹ ਮੰਡੀ ਹੈ ਜਿਹੜੀ ਸਰਕਾਰੀ, ਉਹ ਬੰਦ ਕਰ ਦਿੱਤੀ ਜਾਵੇਗੀ। ਇਹ ਬੰਦ ਕਰਨ ਤੋਂ ਬਾਅਦ ਜਿਹੜਾ ਇਹ ਅਸੀਂ ਪ੍ਰਾਈਵੇਟ ਜਿਹੜੇ ਪਰਚੇਜ਼ਰ ਨੇ ਉਹਨਾਂ ਉੱਤੇ ਡਿਪੈਂਡੈਂਟ ਹੋ ਜਾਣਗੇ ਕਿਸਾਨ, ਜਿਹੜੇ ਜਦੋਂ ਇਹ ਮਾਰਕੀਟ ਦੇ ਵਿੱਚੋਂ ਚਲੇ ਜਾਂਦੇ ਨੇ ਤਾਂ ਉਸ ਤਰ੍ਹਾਂ ਜਿਹੜਾ ਉਹਨਾਂ ਦੀ ਬਾਰਗੇਨਿੰਗ ਘਟ ਜਾਂਦੀ ਹੈ। ਤੇ ਜਿਵੇਂ ਦੂਜੇ ਸਟੇਟਾਂ ਦੇ ਵਿੱਚ ਹੁੰਦਾ ਕਿ MSP ਤੋਂ ਬੜਾ ਘੱਟ ਵਿਕੇ ਜਾਂਦਾ, 1925 ਇੱਥੇ MSP ਦੀ ਕਿੰਨੇ ਸਟੇਟਾਂ ਦੇ ਵਿੱਚ 1500 1600 ਜਿਹੜੀ ਕਣਕ ਵਿਕੀ ਹੈ। ਤਾਂ ਇਹ ਇੱਕ ਸਿਸਟਮ ਹੈ ਜਿਹੜਾ ਆਉਣ ਵਾਲੇ ਸਮੇਂ 'ਚ ਚੱਲਦਾ ਹੁੰਦਾ, ਕਿਉਂਕਿ MSP ਰਹਿਣ ਦਾ ਮਤਲਬ ਇਹ ਹੈ ਕਿ MSP ਕਿਸੇ ਵੀ ਕਾਨੂੰਨ ਦੇ ਦਾਇਰੇ ਦਾ ਹਿੱਸਾ ਨਹੀਂ ਹੈਗਾ। ਇਹ ਕਿਹਾ ਜਾਂਦਾ ਕਿ MSP ਤਾਂ ਰਹੂਗੀ, MSP ਥੋੜਾ ਜਾਣੀ ਹੈ, MSP ਰਹੀ ਨਹੀਂ ਸਕਦੀ, ਕਿਉਂਕਿ MSP ਦੇ ਲਈ APMC ਮਾਰਕੀਟ ਇੱਕ ਰੈਗੂਲੇਟਰ ਮੰਡੀ ਹੋਣੀ ਚਾਹੀਦੀ ਹੈ, ਮੰਡੀ ਦੇ ਵਿੱਚ MSP ਰਹੂਗੀ। ਅਸਲ ਦੇ ਵਿੱਚ ਇਹ ਤਿੰਨੋਂ ਕਾਨੂੰਨ ਲਿਆਉਣ ਦਾ ਜਿਹੜਾ ਮੁੱਢਲਾ ਆਬਜੈਕਟਿਵ ਹੈ ਉਹ ਹੈਗਾ ਕਿ WTO AO ਦੀਆਂ ਕੰਡੀਸ਼ਨਾਂ ਜਿਹੜੀ ਬਾਲੀ ਦੇ ਵਿੱਚ ਮੀਟਿੰਗ ਹੋਈ ਸੀ ਕਿ ਤੁਸੀਂ ਇਸ ਤਰ੍ਹਾਂ ਦੀ ਸਪੋਰਟ ਨਹੀਂ ਕਰ ਸਕਦੇ, ਉਹ ਸਪੋਰਟ ਦੇ ਬੰਦ ਕਰਨ ਦੇ ਚੱਕਰ ਦੇ ਵਿੱਚ ਹੀ ਇਹ ਜਿਹੜਾ ਲਿਆਂਦੇ ਗਏ ਨੇ ਕਾਨੂੰਨ। ਦੂਜਾ ਇਹ ਹੈ ਕਿ ਉਹ ਕੰਪਨੀਆਂ ਪ੍ਰਾਈਵੇਟ ਸਾਡੀ ਖੇਤੀ ਸੈਕਟਰ ਦੇ ਵਿੱਚ ਆਪ ਇਨਵੈਸਟਮੈਂਟ ਕਰਨਾ ਚਾਹੁੰਦੀਆਂ, ਆਪ ਆਉਣਾ ਚਾਹੁੰਦੀਆਂ ਨੇ ਤੇ ਇਹਨੂੰ ਐਕਸਪਲੋਇਟ ਕਰਨਾ ਚਾਹੁੰਦੀਆਂ ਨੇ, ਤੇ ਇਹ ਇਸੇ ਕਰਕੇ ਇੱਥੇ ਆ ਰਹੀਆਂ ਨੇ। ਤਾਂ ਸਾਡੀ ਦੁਨੀਆ ਦੇ ਵਿੱਚ ਜਿਹੜੀ ਓਵਰ ਪ੍ਰੋਡਕਸ਼ਨ ਦਾ ਜਿਹੜਾ ਹੈਗਾ ਕ੍ਰਾਈਸਿਸ ਹੈਗਾ, ਇਨਵੈਸਟਮੈਂਟ ਹੋ ਨਹੀਂ ਰਿਹਾ। ਉਹਨਾਂ ਨੂੰ ਇਹ ਹੈ ਕਿ ਇਹਨਾਂ ਮੰਡੀਆਂ ਦੇ ਵਿੱਚ ਜਿਹੜਾ ਆ ਕੇ ਅਸੀਂ, ਕਿਉਂਕਿ ਐਗਰੀ ਬਿਜ਼ਨਸ ਤੋਂ ਦਾ ਜਿਹੜਾ ਧੰਦਾ ਹੈ ਇਹਦੇ ਵਿੱਚ ਸਭ ਤੋਂ ਵੱਧ ਪ੍ਰੋਫਿਟ ਹੁੰਦਾ, ਇਸ ਤੋਂ ਵੱਧ ਪ੍ਰੋਫਿਟ ਸਿਰਫ ਫਾਰਮਾਸਿਊਟੀਕਲ ਕੰਪਨੀ ਦੇ ਵਿੱਚ ਹੈ। ਦਵਾਈਆਂ ਵੇਚੋ ਜਾਂ ਫਿਰ ਐਗਰੀ ਬਿਜ਼ਨਸ ਕਰੋ। ਤਾਂ ਇਹਦਾ ਇੱਕ ਸਿਫਤੀ ਫਰਕ ਹੈ ਪਹਿਲਾਂ ਨਾਲੋਂ ਤੇ ਹੁਣ ਨਾਲੋਂ, ਕਿ ਪਹਿਲਾਂ ਵੀ ਕਾਰਪੋਰੇਟ ਜਿਹੜੇ ਖੇਤੀ ਦੇ ਵਿੱਚ ਹੈਗੀਆਂ ਨੇ, ਪਹਿਲਾਂ ਉਹ ਇਨਪੁਟ ਮਾਰਕੀਟ ਉੱਤੇ ਜ਼ਿਆਦਾ ਕੰਟਰੋਲ ਕਰਦੇ ਸੀ, ਤਾਂ ਹੁਣ ਤੱਕ ਉਹਨਾਂ ਨੇ ਇਨਪੁਟ ਮਾਰਕੀਟ ਨੂੰ ਹੀ ਕੰਟਰੋਲ ਕਰਿਆ। ਉਹ ਭਾਵੇਂ ਦੇ ਕੈਮੀਕਲ ਨੇ, ਭਾਵੇਂ ਦੇ ਉਹਨਾਂ ਦੇ ਵਿੱਚ ਦੂਜੀਆਂ ਖਾਦਾਂ ਨੇ, ਭਾਵੇਂ ਬੀਜ ਨੇ, ਜਾਂ ਇਹਦੇ ਵਿੱਚ ਹੋਰ ਆਉਣ ਵਾਲੀ ਸਾਰੀ ਮਸ਼ੀਨਰੀ ਹੈ, ਇਹਦੇ ਉੱਤੇ ਕੰਟਰੋਲ ਕੀਤਾ। ਹੁਣ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਇਹ ਸੋਚਿਆ ਕਿ ਅਸੀਂ ਆਊਟਪੁੱਟ ਮਾਰਕੀਟ ਉੱਤੇ ਵੀ ਕੰਟਰੋਲ ਕਰ ਲਈਏ। ਤਾਂ ਆਊਟਪੁੱਟ ਮਾਰਕੀਟ ਉੱਤੇ ਕੰਟਰੋਲ ਕਰਕੇ ਇਹ ਦੋਵੇਂ ਤਰ੍ਹਾਂ ਦਾ ਜਦੋਂ ਕੰਟਰੋਲ ਹੋ ਗਿਆ ਤਾਂ ਉਹਦੇ ਵਿੱਚ ਕੀ ਹੋਊਗਾ ਕਿ ਖਰੀਦਦਾਰ ਨੂੰ ਮੋਨੋਪੋਲ ਜਿਹੜੀ ਹੈਗੀ ਹੈ, ਖਰੀਦਦਾਰ ਵੀ ਲਗਭਗ ਇੱਕ ਹੋਊਗਾ ਜਾਂ ਕੁਝ ਕੰਪਨੀਆਂ ਹੋਣਗੀਆਂ। ਜਿਵੇਂ ਦੁਨੀਆ ਦੀਆਂ 4 ਕੰਪਨੀਆਂ ਨੇ ਜਿਨ੍ਹਾਂ ਦਾ ਇਸ ਟ੍ਰੇਡ ਉੱਤੇ ਵੱਡੇ ਹਿੱਸੇ ਉੱਤੇ ਕੰਟਰੋਲ ਹੈ, ਜਿਹਨੂੰ ABCD ਕਹਿੰਦੇ ਆ, ਜਿਹਨੂੰ ਜਿਹੜਾ ADM, ਬੁੰਗੇ, ਕਾਰਗਲ ਤੇ ਡ੍ਰਿਫਟਸ ਜਿਹੜੀਆਂ ਕੰਪਨੀਆਂ 4 ਨੇ ਵੱਡੀਆਂ, ਜਿਨ੍ਹਾਂ ਦਾ 70-80% ਕੰਟਰੋਲ ਹੈ, ਜਿਹੜਾ 90% ਵੀ ਕੁਝ ਫਸਲਾਂ ਉੱਤੇ ਜਿਹੜਾ ਐਗਰੀ ਬਿਜ਼ਨਸ ਉੱਤੇ ਕੰਟਰੋਲ ਹੈ। ਇਹ ਸਾਰੀ ਦੁਨੀਆ ਨੂੰ ਮੋਨੋਪੋਲਾਈਜ਼ ਕਰਦੀਆਂ, ਇਹਨੂੰ ਅਸੀਂ ਓਲੀਗੋਪਸੋਨੀ ਜਾਂ ਮੋਨੋਪੋਲੀ ਕਹਿੰਦੇ ਆ। ਤਾਂ ਖਰੀਦਣ ਵੇਲੇ ਇਹ ਜਿਹੜੀਆਂ ਕੁਝ ਕੰਪਨੀਆਂ ਹੋਣਗੀਆਂ, ਵੇਚਣ ਵਾਲੇ ਵੀ ਇਹ ਕੁਝ ਕੰਪਨੀਆਂ ਹੋਣਗੀਆਂ। ਇਸ ਤਰ੍ਹਾਂ ਦਾ ਕੰਪੀਟੀਸ਼ਨ ਨਹੀਂ ਹੋਣਾ, ਕਿਉਂਕਿ ਭਾਰਤ ਸਰਕਾਰ ਇੱਕ ਕਹਿੰਦੀ ਹੈ ਕਿ ਇੱਕ ਦੇਸ਼ ਮਤਲਬ ਇੱਕ ਰਾਸ਼ਟਰ ਤੇ ਇੱਕੋ ਮੰਡੀ। ਜਦੋਂ ਨਾਅਰਾ ਇਹ ਦਿੱਤਾ ਜਾਂਦਾ ਹੈ ਕਿ ਇੱਕ ਮੰਡੀ ਇੱਕ ਦੇਸ਼, ਤਾਂ ਇਹ ਕਿਹਾ ਇਹ ਜਾਂਦਾ ਕਿ 2 ਚੱਲਣਗੀਆਂ। ਥੋੜੇ ਸਮੇਂ ਦੇ ਵਿੱਚ ਹੀ ਇਹ ਦੋ ਚਲਾਉਣ ਦਾ ਕੋਈ ਵੀ ਉਹਨਾਂ ਦਾ ਲੱਗਦਾ ਨਹੀਂ ਕਿ ਇਸ ਤਰ੍ਹਾਂ 2 ਚਲਾਈਆਂ ਜਾਣਗੀਆਂ, ਤੇ ਨਾ ਹੀ 2 ਚੱਲਦੀਆਂ ਹੁੰਦੀਆਂ ਨੇ। ਕਿਉਂਕਿ ਤੁਸੀਂ ਐਜੂਕੇਸ਼ਨ ਦੇ ਵਿੱਚ ਦੇਖ ਲਓ, ਹੈਲਥ ਦੇ ਵਿੱਚ ਦੇਖ ਲਓ, ਜਿੱਥੇ ਵੀ 2 ਸਿਸਟਮ ਪੈਰਲਲ ਚੱਲੇ ਨੇ ਤਾਂ ਦੂਜੇ ਦਾ ਖਾਤਮਾ ਜਿਹੜਾ ਉਹ ਜ਼ਰੂਰੀ ਬਣ ਜਾਂਦਾ, ਖਾਤਮਾ ਹੋ ਜਾਂਦਾ। ਪਿਛਲੇ ਸਮੇਂ ਦੇ ਵਿੱਚ ਵੀ ਜਿੰਨੀਆਂ ਜਦੋਂ ਪ੍ਰਾਈਵੇਟਾਈਜ਼ ਕੀਤਾ ਤਾਂ ਨਾਲ ਉਹਨਾਂ ਨੇ ਲਿਆ ਕੇ ਦੂਜੇ ਸੈਕਟਰ ਨੂੰ ਖਤਮ ਕਰਤਾ। ਇੱਥੋਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੰਡੀਆਂ ਨੇ ਉਹ ਪ੍ਰਾਈਵੇਟ ਹੋ ਜਾਣਗੀਆਂ ਤੇ ਇਹ ਸਾਰੀ ਮੰਡੀ ਜਿਹੜੀ ਇੱਕ ਬਣ ਜਾਊਗੀ, ਇੱਕ ਸਰਕਾਰੀ ਮੰਡੀ ਜਿਹੜੀ ਖਤਮ ਹੋ ਜਾਊਗੀ। ਤਾਂ ਇਸੇ ਦੇ ਨਾਲ ਹੀ ਇੱਕ ਚੀਜ਼ ਇਹ ਕਿਹਾ ਜਾਂਦਾ ਕਿ ਤੁਸੀਂ ਛੋਟੇ ਕਿਸਾਨ ਕਿਤੇ ਮਰਜ਼ੀ ਜਾ ਕੇ ਵੇਚ ਲਓ, ਤੁਹਾਨੂੰ ਖੁੱਲ੍ਹ ਹੋ ਜਾਊਗੀ। ਤਾਂ ਜਿਵੇਂ ਪਹਿਲਾਂ ਵੀ ਕਿਹਾ ਜਾਂਦਾ ਕਿ 86% ਕਿਸਾਨ ਹੈ ਜਿਹੜਾ 5 ਏਕੜ ਤੋਂ ਘੱਟ ਵਾਲਾ, ਉਹਦੇ ਕੋਲ ਆਪਣੇ ਬਹੁਤੇ ਸਾਧਨ ਨਹੀਂ ਹੈਗੇ ਕਿ ਕਿਸੇ ਵੀ ਮੰਡੀ ਦੇ ਵਿੱਚ ਜਾ ਕੇ ਵੇਚ ਲੇ, ਤਾਂ ਉਹ ਆਪਣਾ ਬੜੀ ਮੁਸ਼ਕਲ ਦੇ ਨਾਲ ਇਸੇ ਮੰਡੀ ਦੇ ਵਿੱਚ ਵੇਚਦਾ। ਇਹ ਪੰਜਾਬ ਹਰਿਆਣੇ ਦੇ ਵਿੱਚ ਤਾਂ ਜਿਹੜਾ ਮੰਡੀ ਬੋਰਡ ਹੈ, ਜਿੰਨਾ ਉਹਨੇ ਸੈਟਅਪ ਇੱਥੇ ਬਣਾਇਆ ਹੋਇਆ, ਇਹ ਬਹੁਤ ਵਧੀਆ ਸਿਸਟਮ ਹੈ। ਠੀਕ ਹੈ ਕਿ ਇਹਦੇ ਵਿੱਚ ਹੋਰ ਵੀ ਸੁਧਾਰ ਕੀਤੇ ਜਾ ਸਕਦੇ ਆ, ਪਰ ਐਗਜ਼ਿਸਟਿੰਗ ਦੇ ਵਿੱਚ ਇਹ ਵਧੀਆ ਸਿਸਟਮ ਹੈ। ਇਹਦੇ ਵਿੱਚ ਮੰਡੀ ਬੋਰਡ ਨੇ ਜਿਵੇਂ ਪੰਜਾਬ ਦੇ ਵਿੱਚ ਲਗਭਗ ਪਿਛਲੇ ਕਣਕ ਦੇ ਵਿੱਚ ਹੀ 4000 ਤੋਂ ਉੱਪਰ ਜਿਹੜੇ ਪਰਚੇਜਿੰਗ ਸੈਂਟਰ ਬਣਾਤੇ ਸੀਗੇ, ਜਿਹੜੇ ਯਾਰਡ ਨੇ। ਉਸ ਤੋਂ ਬਾਅਦ 154 ਮੰਡੀਆਂ ਨੇ ਤੇ 536 ਜਿਹੜੀਆਂ ਸਬ ਯਾਰਡ ਨੇ। ਇਹ ਨਾ ਸਿਸਟਮ ਹੈ ਜਿਹੜਾ ਲਗਭਗ ਹਰ ਇੱਕ ਪਿੰਡ ਦੇ ਵਿੱਚ ਜਿੱਥੇ ਕ੍ਰੌਪ ਹੁੰਦੀ ਹੈ ਉਸ ਦੇ ਵਿੱਚ ਸਾਨੂੰ ਪਰਚੇਜਿੰਗ ਸੈਂਟਰ ਮਿਲ ਜਾਂਦਾ। ਜੇਕਰ ਕਿਸੇ ਇਲਾਕੇ ਦੇ ਵਿੱਚ ਘੱਟ ਹੁੰਦੀ ਉੱਥੇ 2
ਪਿੰਡਾਂ ਦੇ ਕਲਸਟਰ ਦੇ ਵਿੱਚ ਸਾਨੂੰ ਪਿੰਡ ਦੇ ਵਿੱਚ ਅਸੀਂ ਫਸਲ ਵੇਚ ਸਕਦੇ ਹਾਂ। ਇਸ ਤਰ੍ਹਾਂ ਦਾ ਸਿਸਟਮ ਹੋਰ ਕਿਤੇ ਨਹੀਂ ਹੈਗਾ। ਪੂਰੀ ਇੰਡੀਆ ਦੇ ਵਿੱਚ 7000 ਮੰਡੀਆਂ ਨੇ, ਲੋੜ 42000 ਮੰਡੀ ਦੀ। ਲੋੜ ਤਾਂ ਇਹ ਸੀ ਕਿ ਇਹਨਾਂ ਸਰਕਾਰਾਂ ਦੀਆਂ ਆਪਣੀਆਂ ਰਿਪੋਰਟਾਂ ਹੀ ਇਹ ਕਹਿੰਦੀਆਂ ਨੇ ਕਿ 42000 ਮੰਡੀ ਹੋਣੀ ਚਾਹੀਦੀ ਹੈ, 5 ਕਿਲੋਮੀਟਰ ਦੇ ਏਰੀਏ 'ਚ ਇੱਕ ਮੰਡੀ ਬਣਨੀ ਚਾਹੀਦੀ ਹੈ। ਪਰ ਮੰਡੀਆਂ ਨੇ ਜਿਹੜੀਆਂ ਸਗੋਂ ਇਹ ਜਿਹੜੀਆਂ 7000 ਬਣੀਆਂ ਨੇ ਉਹਨਾਂ ਨੂੰ ਵੀ ਬੰਦ ਕੀਤਾ ਗਿਆ। ਜਿਵੇਂ ਜਿਵੇਂ ਇਹੀ ਜਿਹੜਾ APMC ਐਕਟ ਹੈ, ਜਿਹੜਾ ਹੁਣ ਤੋੜ ਕੇ ਅਸੀਂ ਇਹ ਖੁੱਲ੍ਹ ਕਰਤੀ ਕਿਤੇ ਮਰਜ਼ੀ, ਇਹੀ APMC ਐਕਟ ਬਿਹਾਰ ਦੇ ਵਿੱਚ 2006 ਦੇ ਵਿੱਚ ਇਸ ਐਕਟ ਨੂੰ 14 ਸਾਲ ਪਹਿਲਾਂ ਤੋੜਤਾ ਸੀ। ਤਾਂ ਸਾਨੂੰ ਪਤਾ ਲੱਗ ਜੂਗਾ ਕਿ ਉੱਥੇ ਕੀ ਹੋਇਆ। ਉੱਥੇ ਇਹ ਕਿਹਾ ਗਿਆ ਸੀ ਕਿ ਪ੍ਰਾਈਵੇਟ ਇਨਵੈਸਟਮੈਂਟ ਬਹੁਤ ਆ ਜਾਊਗਾ, ਮਾਰਕੀਟ ਇਨਫਰਾਸਟਰਕਚਰ ਬਹੁਤ ਬਣ ਜੂ, ਐਗਰੀਕਲਚਰ ਦਾ ਬਹੁਤ ਗਰੋਥ ਹੋ ਜਾਊਗਾ, ਕਿਸਾਨਾਂ ਦੀ ਆਮਦਨ ਦੁੱਗਣੀ ਤਿੱਗਣੀ ਹੋ ਜਾਊਗੀ, ਬੜਾ ਫਾਇਦਾ ਹੋ ਜਾਊਗਾ। ਪਰ ਅਸਲ ਦੇ ਵਿੱਚ ਜਦੋਂ ਅਸੀਂ ਹੁਣ ਦੇਖਦੇ ਹਾਂ, ਕਿਉਂਕਿ ਸਾਨੂੰ 14-15 ਸਾਲ ਦੇ ਡਾਟਾ ਸਾਡੇ ਕੋਲ ਮਿਲ ਜਾਂਦਾ, ਉਹਦੇ ਵਿੱਚ ਇਹ ਹੈ ਕਿ ਸਾਡਾ ਜਿਹੜਾ ਇੰਫਰਾਸਟਰਕਚਰ ਡਿਵੈਲਪਮੈਂਟ ਦੀ ਗੱਲ ਕਰਦੇ ਸੀਗੇ, ਉੱਥੇ ਕੋਈ ਇੰਫਰਾਸਟਰਕਚਰ ਡਿਵੈਲਪਮੈਂਟ ਨਹੀਂ ਹੋਇਆ। ਸਗੋਂ 2015 ਤੇ 2020 ਦਾ ਸਾਡੇ ਕੋਲ ਡਾਟਾ ਕਿ ਜੇਕਰ ਦੋਵਾਂ ਦਾ ਡਾਟਾ ਦੇਖਿਆ ਜਾਵੇ ਕਿ ਬਿਹਾਰ ਦੇ ਵਿੱਚ ਲਗਭਗ 82% ਜਿਹੜੀਆਂ ਮੰਡੀਆਂ ਨੇ ਉਹ ਪਹਿਲਾਂ ਨਾਲੋਂ ਘਟ ਗਈਆਂ। ਹੁਣ ਸਾਡੇ ਕੋਲੇ ਮੰਡੀਆਂ ਦਾ ਨੰਬਰ ਸਗੋਂ ਵਧਣਾ ਚਾਹੀਦਾ ਸੀ, ਉਹ 82% ਘਟ ਗਈਆਂ 5 ਸਾਲਾਂ 'ਚ ਪਿਛਲੇ ਦੇ ਵਿੱਚ। ਬਿਹਾਰ ਦੀ ਖੇਤੀ ਦਾ ਗਰੋਥ ਜਿਹੜਾ 1.98 ਸੀਗਾ APMC ਦੇ ਸਮੇਂ 2007 ਤੱਕ, 1 ਤੋਂ 7 ਤੱਕ, ਤੇ ਹੁਣ ਜਿਹੜਾ ਪਿਛਲੇ 5 ਸਾਲ ਦਾ 1.28% ਰਹਿ ਗਿਆ। ਉਹਨਾਂ ਦਾ ਗਰੋਥ ਰੇਟ ਘਟ ਗਿਆ, ਉੱਥੇ ਮੰਡੀਆਂ ਦਾ ਨੰਬਰ ਘਟ ਗਿਆ। ਉੱਥੇ ਜਿਹੜਾ ਅਲਟੀਮੇਟਲੀ ਹੁੰਦਾ ਕਿ MSP ਨਾਲੋਂ ਘੱਟ ਵਿਕ ਰਿਹਾ, ਉੱਥੇ ਜਿਹੜਾ ਕਹਿੰਦੇ ਸੀ ਕਿ ਬਹੁਤ ਵਿਕ ਜੂਗਾ। ਤੇ ਉੱਥੇ ਜਿਹੜੀ ਕਿਸਾਨਾਂ ਦੀ ਆਮਦਨ ਜਿਹਨੂੰ ਕਹਿੰਦੇ ਸੀ ਕਿ ਦੁੱਗਣੀ ਹੋ ਜੂਗੀ, ਉਹ ਕਿਸਾਨਾਂ ਦੀ ਆਮਦਨ ਦੇ ਵਿੱਚ ਬੜਾ ਜਿਹੜਾ ਗਿਰਾਵਟ ਆਈ ਹੈ। ਜੇਕਰ ਅਸਲ ਆਮਦਨ ਦੇ ਵਿੱਚ ਅਸੀਂ ਦੇਖੀਏ 2003 ਦਾ ਡਾਟਾ ਤੇ 2013 ਦਾ 10 ਸਾਲ ਦਾ, 93 ਚ APMC ਤੋਂ ਪਹਿਲਾਂ, ਕਿਉਂਕਿ 6 ਚ ਤੋੜਿਆ, 13 ਦਾ ਡਾਟਾ ਜਿਹੜਾ ਪੂਰੇ ਇੰਡੀਆ ਦਾ ਮਿਲਦਾ, ਉਹਦੇ ਵਿੱਚ ਲਗਭਗ ਸਾਰੇ ਸਟੇਟਾਂ ਦੀ ਆਮਦਨ ਵਧੀ ਹੈ। ਆਲ ਇੰਡੀਆ ਲੈਵਲ ਤੇ ਜਿਹੜੀ ਆਮਦਨ ਹੈ ਉਹ ਸਾਡੀ ਜਿਹੜੀ ਡੇਢੀ ਹੋ ਗਈ। ਪੰਜਾਬ ਦੀ ਆਮਦਨ ਦੇ ਵਿੱਚ 73% ਵਾਧਾ ਹੋਇਆ, ਅਸਲ ਆਮਦਨ ਦੀ ਗੱਲ ਕਰਦਾ। ਇਸੇ ਤਰ੍ਹਾਂ ਬਿਹਾਰ ਦੀ ਅਸਲ ਆਮਦਨ ਇਹਨਾਂ 10 ਸਾਲਾਂ ਦੇ ਵਿੱਚ 7% ਥੱਲੇ ਨੂੰ ਗਈ ਹੈ, ਘਟ ਗਈ। ਤੇ ਇਸ ਤੋਂ ਸਾਫ਼ ਹੀ ਪਤਾ ਲੱਗਦਾ ਕਿ ਇੱਕ ਪਾਸੇ ਆਲ ਇੰਡੀਆ ਲੈਵਲ ਤੇ ਵੀ ਇਨਕਮ ਵਧ ਰਹੀ ਹੈ, ਪੰਜਾਬ ਦੀ ਇਨਕਮ ਵੀ ਵਧ ਰਹੀ ਹੈ, ਤੇ ਬਿਹਾਰ ਦੀ ਇਨਕਮ ਹੈ ਜਿਹੜੀ ਉਹ ਬੜੇ ਵੱਡੇ ਲੈਵਲ ਤੇ 7% ਚ ਗਿਰਾਵਟ ਆਈ ਹੈ, ਜਿੱਥੇ ਕਿਹਾ ਜਾ ਰਿਹਾ ਸੀ ਕਿ ਇਹਦੇ ਵਿੱਚ ਬੜਾ ਫਾਇਦਾ ਹੋ ਜਾਣਾ। ਤਾਂ ਇੱਥੋਂ ਹੀ ਪਤਾ ਲੱਗਦਾ ਕਿ ਆਉਣ ਵਾਲਾ ਸਮਾਂ, ਇਹ ਸਾਡੀ ਐਗਜ਼ਾਮਪਲ ਤੋਂ ਪਤਾ ਲੱਗਦਾ ਕਿ ਇੱਥੇ ਕੀ ਬਣੂਗਾ। ਤਾਂ ਇਹ ਜਿਹੜੇ ਕੰਟਰੈਕਟ ਫਾਰਮਿੰਗ ਦੇ ਨਤੀਜੇ ਅਸੀਂ ਪਹਿਲਾਂ ਬਹੁਤ ਸਾਰੇ ਥਾਵਾਂ ਤੇ ਦੇਖ ਸਕੇ। ਪੰਜਾਬ ਦੇ ਵਿੱਚ ਵੀ ਸ਼ੁਰੂ ਕੀਤੀ ਸੀ, ਉਹਦਾ ਕੋਈ ਬਹੁਤਾ ਫਾਇਦਾ ਨਹੀਂ, ਛੋਟੇ ਫਾਰਮਰ ਉਹਦੇ ਵਿੱਚ ਜਿਹੜਾ ਪਾਰਟਿਸਿਪੇਟ ਹੀ ਨਹੀਂ ਕੀਤਾ। ਇਸੇ ਤਰ੍ਹਾਂ ਹੀ ਗੁਜਰਾਤ ਦੇ ਵਿੱਚ ਜਿੱਥੇ ਜਿੱਥੇ ਕੰਪਨੀ ਨੇ ਕਰਵਾਇਆ, ਉੱਥੇ ਵੀ ਬੜੇ ਉਹਨਾਂ ਨੂੰ ਫਾਰਮਰਾਂ ਨੂੰ ਕੋਈ ਫਾਇਦੇ ਨਹੀਂ ਹੋਏ, ਸਗੋਂ ਕਾਨੂੰਨੀ ਜਿਹੜੀ ਉਹ ਚਾਰਾਗੋਈ ਦੇ ਵਿੱਚ ਉਹ ਫਸ ਗਏ। ਇੱਕ ਕੰਪਨੀ ਨੇ ਕਹਿੰਦਾ ਕਿ ਤੁਸੀਂ ਵੈਰਾਈਟੀ ਸਾਡੀ ਲਾ ਲਈ, 1 ਕਰੋੜ ਰੁਪਏ ਦੇ ਹਰਜਾਨੇ ਦਾ ਕੇਸ ਕਰਤਾ ਇੱਕ ਕਿਸਾਨ ਦੇ ਉੱਤੇ। ਤਾਂ ਕੰਪਨੀਆਂ ਕੋਲੇ ਐਡੇ ਮਤਲਬ ਜਿਹੜੇ ਹੈਗੇ ਨੇ ਬਜਟ ਨੇ, ਉਹਨਾਂ ਨਾਲ ਛੋਟਾ ਕਿਸਾਨ ਹੈ ਜਿਹੜਾ 2-2.5 ਕਿੱਲਿਆਂ ਵਾਲਾ ਨਹੀਂ ਲੜ ਸਕਦਾ। ਤੇ ਪੋਲਟਰੀ ਫਾਰਮ ਦਾ ਵੱਡਾ ਹਿੱਸਾ ਕੰਟਰੈਕਟ ਫਾਰਮਿੰਗ ਦੇ ਥੱਲੇ ਹੈ। ਸਾਡੇ ਕੋਲ ਪੇਪਰ ਨੇ ਕਿ ਉਹ ਕਿਸਾਨ ਜਿਹੜੇ ਪੋਲਟਰੀ ਫਾਰਮਿੰਗ ਕੰਟਰੈਕਟ ਨਾਲ ਕਰਦੇ ਨੇ, ਉਹਨਾਂ ਨਾਲੋਂ ਦੂਜੇ ਵਧੀਆ ਰਹਿੰਦੇ ਨੇ। ਸਗੋਂ ਮਤਲਬ ਸਾਨੂੰ ਇਸ ਕੰਟਰੈਕਟ ਫਾਰਮਿੰਗ ਦਾ ਇਸ ਤਰ੍ਹਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਇਆ। ਇਹਦਾ ਕੀ ਹੈ ਕਿ ਕੰਪਨੀਆਂ ਨੇ ਆ ਕੇ ਆਪਣਾ ਬਿਜ਼ਨਸ ਕਰਨਾ ਹੈ, ਕੰਪਨੀਆਂ ਨੇ ਆ ਕੇ ਇਸ ਮੰਡੀ ਉੱਤੇ ਸਾਡੀ ਜ਼ਮੀਨ ਨੂੰ ਠੇਕੇ ਤੇ ਲੈਣਾ ਹੈ, ਸਾਡੇ ਮਜ਼ਦੂਰ ਤੇ ਛੋਟੇ ਕਿਸਾਨ ਨੂੰ ਇਹਦੇ ਵਿੱਚੋਂ ਕੱਢ ਦੇਣਾ ਹੈ। ਕੱਢਣ ਤੋਂ ਬਾਅਦ ਆਪਾਂ ਸ਼ੁਰੂ ਦੇ ਵਿੱਚ ਠੇਕਾ ਵੱਧ ਦੇ ਕੇ ਤਾਂ ਉਹ ਫਿਰ ਜਿਹੜਾ ਆਪਣਾ ਜਦੋਂ ਸਾਰਾ ਸਮਾਨ ਵੇਚ ਦੇਣਗੇ, ਉਸ ਤੋਂ ਬਾਅਦ ਉਹ ਮਾਰਕੀਟ ਉੱਤੇ ਨਿਰਭਰ ਹੋ ਜਾਣਗੇ। ਫਿਰ ਉਸ ਤੋਂ ਬਾਅਦ ਉਹਨਾਂ ਦਾ ਰੈਂਟ ਵੀ ਘਟ ਜਾਊਗਾ ਜਿਹੜੀ ਜ਼ਮੀਨ ਦਾ। ਉਸ ਤੋਂ ਬਾਅਦ ਉਹ ਨਿਕਲ ਜਾਣਗੇ, ਤੇ ਨਿਕਲਣ ਤੋਂ ਬਾਅਦ ਫਿਰ ਉਹ ਜਿਹੜੇ ਲੇਬਰ ਮਾਰਕੀਟ ਦੇ ਵਿੱਚ ਆਉਣਗੇ। ਲੇਬਰ ਮਾਰਕੀਟ ਦੇ ਆ ਕੇ ਲੇਬਰ ਦੀ ਸਪਲਾਈ ਵਧਣ ਕਰਕੇ ਨੰਬਰ ਜਦੋਂ ਵੱਧ ਗਿਆ ਤਾਂ ਵੇਜ ਰੇਟ ਵੀ ਡਾਊਨ ਹੋ ਜਾਣਗੇ, ਕੰਪਨੀਆਂ ਨੂੰ ਹੋਰ ਫਾਇਦਾ ਹੁੰਦਾ। ਤਾਂ ਇਹ ਸ਼ੁਰੂ ਦੇ ਵਿੱਚ ਭਾਵੇਂ ਕੁਛ ਨਾ ਕੁਛ ਕਿਤੇ ਫਾਇਦਾ ਹੋ ਸਕਦਾ ਹੈ, ਪਰ ਥੋੜੇ ਸਮੇਂ ਬਾਅਦ ਹੀ ਤਾਂ ਕਿਸਾਨੀ ਦੀ ਜਿਹੜੀ ਡੀਪੀਜੈਂਟਾਈਜੇਸ਼ਨ ਨੂੰ, ਜਿਹੜੀ ਲੈਂਡਲੈਸ ਹੋ ਜਾਣਗੇ, ਉਹ ਵੇਜ ਲੇਬਰ ਬਣ ਜਾਊਗਾ, ਜਿਹਦਾ ਸਾਡਾ ਇਕਨੋਮਿਕ ਹੀ ਨਹੀਂ, ਖਾਸ ਕਰਕੇ ਪੰਜਾਬ ਦਾ ਤੇ ਇਸ ਖਿੱਤੇ ਦਾ ਇੱਕ ਸੋਸ਼ਲ ਸਟਰਕਚਰ ਵੀ ਹੈ ਕਿ ਕਿਸਾਨ ਆਪਣੀ ਜ਼ਮੀਨ ਉੱਤੇ ਖੇਤੀ ਕਰ ਰਿਹਾ ਤੇ ਇੱਕ ਮਜ਼ਦੂਰੀ ਕਰਨਾ, ਇਹਦੇ ਸੋਸ਼ਲ ਇੰਪਲੀਕੇਸ਼ਨਾਂ ਵੀ ਜਿਹੜੀਆਂ ਬਹੁਤ ਹਾਰਸ਼ ਹੋ ਸਕਦੀਆਂ ਨੇ। ਇਸੇ ਕਰਕੇ ਇਹਨਾਂ ਖੇਤਰਾਂ ਦੇ ਵਿੱਚ ਕਾਫੀ ਜਿਹੜਾ ਜ਼ਿਆਦਾ ਵਿਰੋਧ ਹੋ ਰਿਹਾ ਕਿ ਕਿਸਾਨ ਨੂੰ ਮਜ਼ਦੂਰ ਬਣਾਉਣ ਵਾਲਾ ਜਿਹੜਾ ਸਿਲਸਿਲਾ ਹੈ, ਇਹ ਬਹੁਤ ਘਾਤਕ ਹੈ ਸਾਡਾ ਇਕਨੋਮਿਕ ਅਤੇ ਸੋਸ਼ਲ ਦੋਵਾਂ ਨਾਲ ਜਦੋਂ ਅਸੀਂ ਜੋੜ ਕੇ ਦੇਖਦੇ ਹਾਂ। ਤਾਂ ਇਸੇ ਤਰ੍ਹਾਂ ਇੱਕ ਕਿਹਾ ਜਾ ਰਿਹਾ ਕਿ ਤੁਸੀਂ ਹੁਣ ਤੱਕ ਇਹ ਗੱਲ ਕਰਦੇ ਆਉਂਦੇ ਸੀ, ਇਹ ਕਲੇਮ ਕੀਤਾ ਜਾ ਰਿਹਾ ਕਿ ਮਿਡਲਮੈਨ ਦਾ ਖਾਤਮਾ ਹੋ ਜਾਊਗਾ ਇਹਨਾਂ ਕਾਨੂੰਨਾਂ ਨਾਲ। ਤਾਂ
ਮਿਡਲਮੈਨ ਦਾ ਖਾਤਮਾ ਇਹਨਾਂ ਕਾਨੂੰਨਾਂ ਨਾਲ ਬਿਲਕੁਲ ਨਹੀਂ ਹੋਣਾ। ਇਹਨਾਂ ਕਾਨੂੰਨਾਂ ਨਾਲ ਇੱਕ ਨਵੇਂ ਤਰ੍ਹਾਂ ਦੇ ਮਿਡਲਮੈਨ ਆਉਣਗੇ, ਕੰਪਨੀਆਂ ਦੇ ਸਪਲਾਇਰ ਹੋਣਗੇ, ਕੰਪਨੀਆਂ ਜਿਹੜੀਆਂ ਫਰੈਂਚਾਈਜ਼ ਦੇਣਗੀਆਂ, ਕੰਪਨੀਆਂ ਦੇ ਏਜੰਟ ਬਣਨਗੇ, ਕੰਪਨੀਆਂ ਦੇ ਕੁਆਲਿਟੀ ਕੰਟਰੋਲ ਵਾਲੇ ਬੰਦੇ ਆਉਣਗੇ ਕਿ ਉਹ ਕੁਆਲਿਟੀ ਨੂੰ ਵੀ ਦੇਖਣਗੇ, ਉਹ ਸਾਰਾ ਕੁਝ ਕਰਨਗੇ। ਇੱਕ ਨਵੇਂ ਤਰ੍ਹਾਂ ਦਾ ਜਿਹੜਾ ਇੱਕ ਨੈਟਵਰਕ ਹੋਊਗਾ। ਇਹ ਜੇਕਰ ਇਸੇ ਮਿਡਲਮੈਨ ਨੂੰ ਦੇ ਵਿੱਚ ਜਿਹੜਾ ਸੁਧਾਰ ਕਰਨਾ ਚਾਹੁੰਦੀ ਸੀ ਸਰਕਾਰ, ਤਾਂ ਸਾਡੇ ਕੋਲ ਉਹ ਇੰਟਰਲੈਕਿੰਗ ਉਹ ਤੋੜਨ ਵਾਲੀ ਸੀ, ਜਿੱਥੋਂ ਉਹ ਜਿਹੜੀ ਉਧਾਰ ਮਿਲਦਾ ਸੀਗਾ, ਉਹ ਡਾਇਰੈਕਟ ਪੇਮੈਂਟ ਹੈ ਜਿਹੜੀ ਉਹ ਹੋ ਸਕਦੀ ਸੀ। ਉਹ ਛੋਟੇ ਕਿਸਾਨਾਂ ਨੂੰ ਕ੍ਰੈਡਿਟ ਦਿੱਤਾ ਜਾ ਸਕਦਾ ਸੀ, ਛੋਟੇ ਕਿਸਾਨਾਂ ਨੂੰ ਇਨਪੁਟ ਦਿੱਤੇ ਜਾ ਸਕਦੇ ਸੀ, ਛੋਟੇ ਕਿਸਾਨਾਂ ਨੂੰ ਹੋਰ ਵੱਧ ਜਿਹੜੀਆਂ ਚੀਜ਼ਾਂ ਦੀ ਲੋੜ ਸੀ ਮਸ਼ੀਨਰੀ ਦੀ ਉਹ ਦਿੱਤੀ ਜਾ ਸਕਦੀ ਸਰਕਾਰ ਨੇ, ਤੇ ਡਾਇਰੈਕਟ ਪੇਮੈਂਟ ਕੀਤੀ ਜਾ ਸਕਦੀ। ਪਰ ਜਿਹੜਾ ਉਹ ਨਹੀਂ ਕੀਤੀ ਗਈ, ਤੇ ਨਾ ਹੀ ਤਾਂ ਇਹ ਕੰਪਨੀਆਂ ਜਿਹੜੇ ਮਿਡਲਮੈਨ ਦਾ ਨੰਬਰ ਘਟਾਉਣ, ਨਾ ਉਹਨੂੰ ਖਤਮ ਕਰਨ। ਇਹ ਨਵੇਂ ਤਰ੍ਹਾਂ ਦੇ ਮਿਡਲਮੈਨ ਹੈ ਜਿਹੜੇ ਜ਼ਰੂਰ ਬਣਾ ਦੇਣਗੀਆਂ। ਸਾਰੇ ਵਿਕਸਿਤ ਦੇਸ਼ਾਂ ਦੇ ਵਿੱਚ ਵੀ ਸਾਨੂੰ ਪਤਾ ਹੈ ਕਿ ਉਸ ਤਰ੍ਹਾਂ ਦੀ ਸਪਲਾਇਰ ਔਰ ਉਹ ਲੁੱਟ ਵੀ ਬਹੁਤ ਕਰਦੇ ਆ। ਉਸ ਤਰ੍ਹਾਂ ਦੀ ਕੁਆਲਿਟੀ ਕੰਟਰੋਲ ਵਾਲੇ ਨੇ ਜਿਹੜੇ ਕਿ ਤੇਰੀ ਕੁਆਲਿਟੀ ਨਹੀਂ ਸਹੀ ਬਣੀ, ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਗਿਰਾਵਟਾਂ ਨੇ ਜਿਹੜੀਆਂ ਇਸ ਸਿਸਟਮ ਵਿੱਚ ਆਉਣ ਦਾ ਜਿਹੜਾ ਖਦਸ਼ਾ ਹੈਗਾ। ਇਸ ਕਰਕੇ ਜਾਇਜ਼ ਜਿਹੜਾ ਕਹਿ ਦੇਣਾ ਕਿ ਇਹ ਕਾਨੂੰਨ ਨੇ ਜਿਹੜੇ ਮਿਡਲਮੈਨ ਦਾ ਖਾਤਮਾ ਕਰਕੇ, ਇਸ ਕਰਕੇ ਇਹ ਵਧੀਆ ਨੇ, ਇਹ ਗੱਲ ਦੇ ਵਿੱਚ ਕੋਈ ਵੀ ਜਿਹੜਾ ਹੈਗਾ ਲੌਜਿਕ ਨਹੀਂ ਹੈਗਾ। ਇਸ ਤਰ੍ਹਾਂ ਇਹ ਕਹਿ ਜਾਂਦਾ ਕਿ ਕੰਜ਼ਿਊਮਰ ਨੂੰ ਬਹੁਤ ਫਾਇਦਾ ਹੋ ਜਾਊਗਾ, ਤਾਂ ਕੰਜ਼ਿਊਮਰ ਨੂੰ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ। ਮੈਂ ਪਹਿਲੀ ਗੱਲ ਕਰ ਚੁੱਕਿਆ ਕਿ ECA ਦੇ ਵਿੱਚ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ, ਉਹਦੇ ਵਿੱਚ ਕਿਉਂਕਿ ਉਹ ਇੱਕ ਪਾਸੇ ਮੋਨੋਪੋਲੀ ਮਾਰਕੀਟ ਜਾਂ ਓਲੀਗੋਪੋਲੀ ਮਾਰਕੀਟ ਹੋਊਗੀ, ਤੇ ਉਹ ਮੰਡੀ ਦੇ ਵਿੱਚ ਜਿਹੜੀ ਆਰਟੀਫਿਸ਼ੀਅਲ ਜਿਹੜੀ ਸਕੈਰਸਿਟੀ ਦਿਖਾ ਕੇ ਕਿ ਬਨੌਟੀ ਜਿਹੜਾ ਇਹ ਦਿਖਾ ਕੇ ਸਪਲਾਈ ਘੱਟ ਹੈ, ਤਾਂ ਉਹਦੇ ਨਾਲ ਕੀਮਤਾਂ ਨੂੰ ਜਿਹੜਾ ਕੰਟਰੋਲ ਕਰੂਗੀ। ਤੇ ਉਹ ਕਿਉਂਕਿ ਕੱਲੀ ਖਰੀਦਦਾਰ ਹੋਊਗੀ ਜਾਂ ਕੁਝ ਗਰੁੱਪ ਖਰੀਦਦਾਰ ਹੋਊਗਾ, ਖਰੀਦਦਾਰ ਕੱਲੀ ਹੋਣ ਕਰਕੇ ਕਿਸਾਨਾਂ ਤੋਂ ਘੱਟ ਲਊਗਾ, ਵੇਚਣ ਵਾਲੇ ਵੀ ਉਹ ਕੱਲੀ ਉਹ ਕੰਜ਼ਿਊਮਰ ਤੋਂ ਵੱਧ ਰੇਟ ਲਊਗੀ। ਇਹ ਦੋਵੇਂ ਜਿਹੜੀ ਮੋਨੋਪੋਲੀ ਤੇ ਮੋਨੋਪਸੋਨੀ ਮਾਰਕੀਟ ਹੈ ਜਿਹੜੀ ਜਿਹੜੀ ਮਾਰਕੀਟ ਦੀਆਂ ਸਭ ਤੋਂ ਮਾੜੀਆਂ ਦੋ ਕੰਡੀਸ਼ਨਾਂ ਹੁੰਦੀਆਂ ਨੇ, ਇੱਕ ਮੋਨੋਪੋਲੀ ਇੱਕ ਮੋਨੋਪਸੋਨੀ। ਉਸ ਤਰ੍ਹਾਂ ਦੀ ਮਾਰਕੀਟ ਹੈ ਜਿਹੜੀ ਬਣੂਗੀ, ਜਿਹੜੀ ਪ੍ਰੋਡਿਊਸਰ ਨੂੰ ਵੀ ਐਕਸਪਲੋਇਟ ਕਰੂਗੀ ਤੇ ਕੰਜ਼ਿਊਮਰ ਨੂੰ ਵੀ ਐਕਸਪਲੋਇਟ ਕਰੂਗੀ। ਤਾਂ ਇਸੇ ਤਰ੍ਹਾਂ ਹੀ ਇੱਕ ਖਦਸ਼ਾ ਇਹ ਚੱਲ ਰਿਹਾ ਕਿ ਕਿਸਾਨ ਇਸ ਗੱਲ ਲਈ ਕਿਉਂ ਲੜਦੇ ਨੇ, ਕਿਉਂਕਿ ਜਿਹੜਾ ਐਗਜ਼ਿਸਟਿੰਗ ਸਿਸਟਮ ਹੈ ਇਹਨੂੰ ਬਚਾਉਣ ਲਈ ਲੜਦੇ ਨੇ ਕਿ ਜਿਹੜਾ ਚੱਲ ਰਿਹਾ ਸਿਸਟਮ ਹੈ ਇਹਦੇ ਵਿੱਚ ਵੀ ਅਸੀਂ ਜਿਹੜਾ ਕਿਸਾਨੀ ਦਾ ਕੋਈ ਬਹੁਤਾ ਵਧੀਆ ਨਹੀਂ ਹੈ। ਕਿਸਾਨੀ ਖੇਤੀ ਛੱਡ ਰਹੀ ਹੈ, ਕਿਸਾਨੀ ਕਰਜ਼ਾਈ ਹੋ ਰਹੀ ਹੈ, ਕਿਸਾਨੀ ਖੁਦਕੁਸ਼ੀਆਂ ਕਰ ਰਹੀ ਹੈ, ਤੇ ਸਾਡਾ এনवायरमेंट ਵੀ ਸਾਰਾ ਖਰਾਬ ਹੈ, ਸਾਡਾ ਪਾਣੀ ਵੀ ਖਰਾਬ ਹੈ, ਸਾਡੇ ਸਾਰੇ ਨੈਚੁਰਲ ਰਿਸੋਰਸਾਂ ਦਾ ਵੀ ਡਿਗਰੇਡੇਸ਼ਨ ਹੋ ਗਈ, ਅਸੀਂ ਜਿਹੜੇ ਬਿਮਾਰੀਆਂ ਦੇ ਸ਼ਿਕਾਰ ਹੋਈ ਜਾਂਦੇ ਹਾਂ। ਤਾਂ ਇਹ ਇੱਕ ਜਿਹੜੀ ਵਿਵਸਥਾ ਹੈ ਇਹ ਬਹੁਤ ਮਾੜੀ ਹੈਗੀ ਹੈ, ਤੇ ਕਿਸਾਨ ਨੇ ਜਿਹੜੇ ਇਸ ਐਗਜ਼ਿਸਟਿੰਗ ਸਿਸਟਮ ਨੂੰ ਚਾਲੂ ਰੱਖਣ ਵਾਸਤੇ ਲੜ ਰਹੇ। ਇੱਕ ਲੌਜਿਕ ਹੈ, ਇਹ ਨਹੀਂ ਮਤਲਬ ਇਹ ਲੌਜਿਕ ਦਿੱਤਾ ਜਾ ਰਿਹਾ ਹੈ ਕਿ ਇਹਨਾਂ ਕਾਨੂੰਨਾਂ ਦੇ ਖਿਲਾਫ ਲੜਨ ਦਾ ਮਤਲਬ ਹੈ ਕਿ ਤੁਸੀਂ ਉਹੀ ਚਾਹੁੰਦੇ ਹੋ ਜੋ ਪਹਿਲਾਂ ਹੋ ਰਿਹਾ, ਪਹਿਲਾਂ ਤਾਂ ਆਪ ਵਧੀਆ ਨਹੀਂ ਹੋ ਰਿਹਾ। ਤਾਂ ਇਹਦੇ ਵਿੱਚ ਮੇਰੀ ਜਿਹੜੀ ਅੰਡਰਸਟੈਂਡਿੰਗ ਹੈ ਉਹ ਵੀ ਬਣਦੀ ਹੈ ਕਿ ਜਿਹੜਾ ਐਗਜ਼ਿਸਟਿੰਗ ਸਿਸਟਮ ਹੈਗਾ ਇਹਦੇ ਵਿੱਚ ਠੀਕ ਹੈ, ਇਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਨੇ, ਇਹਨੂੰ ਠੀਕ ਕਰਨ ਦੀ ਲੋੜ ਹੈ। ਪਰ ਜਿਹੜਾ ਨਵੇਂ ਕਾਨੂੰਨਾਂ ਦੇ ਵਿੱਚ ਇੱਕ ਸਿਸਟਮ ਬਣਨ ਜਾ ਰਿਹਾ, ਜਿਹੜਾ ਨਵਾਂ ਇੱਕ ਸਿਸਟਮ ਆ ਰਿਹਾ, ਉਹਦੇ ਵਿੱਚ ਵੀ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ। ਉਹਦੇ ਵਿੱਚ ਜਿਹੜੀ ਡੀਪੀਜੈਂਟਾਈਜੇਸ਼ਨ ਹੈ, ਖੇਤੀ ਚੋਂ ਬਾਹਰ ਤਾਂ ਉਹ ਪਹਿਲੇ ਦਿਨ ਹੀ ਹੋ ਜਾਣਗੇ। ਉਹਦੇ ਵਿੱਚ ਇਹ ਸਾਰਾ ਕੁਝ ਹੋਊਗਾ, ਇਸ ਤਰ੍ਹਾਂ ਹੀ ਕਰਜ਼ਾ ਹੋਣਾ, ਇਸੇ ਤਰ੍ਹਾਂ ਹੀ ਜਿਹੜੀਆਂ ਵੇਜ ਰੇਟ, ਇਸ ਤਰ੍ਹਾਂ ਹੀ ਇਨਕਮ ਘਟੂਗੀ, ਇਸ ਤਰ੍ਹਾਂ ਹੀ এনवायरमेंट ਇਸ ਤੋਂ ਵੀ ਜ਼ਿਆਦਾ ਖਰਾਬ ਹੋਊਗਾ। ਕਿਉਂਕਿ ਕੰਪਨੀਆਂ ਨੇ ਕਦੇ ਨਹੀਂ ਦੇਖਣਾ ਕਿ ਤੁਹਾਡੇ ਨੈਚੁਰਲ ਰਿਸੋਰਸ ਜਿਹੜੇ ਖਰਾਬ ਹੁੰਦੇ ਨੇ। ਕੰਪਨੀਆਂ ਆਪਣੇ ਹਿਸਾਬ, ਆਪਣੀ ਡਿਮਾਂਡ ਦੇ ਹਿਸਾਬ ਦੇ ਨਾਲ ਉਹਨਾਂ ਨੇ ਕੋਈ ਡਿਵਰਸੀਫਿਕੇਸ਼ਨ ਇਸ ਤਰ੍ਹਾਂ ਦੀ ਨਹੀਂ ਕਰਨੀ। ਉਹ ਕੰਪਨੀਆਂ ਕਿੱਥੇ ਉਹਨਾਂ ਦੀ ਕਿਹੜੀ ਫਸਲ ਦੀ ਲੋੜ ਹੈ, ਉਹ ਕੈਮੀਕਲ ਵੀ ਕਿੰਨਾ ਯੂਜ਼ ਕਰਦੇ ਨੇ, ਸਾਰੀ ਦੁਨੀਆ ਦੇ ਵਿੱਚ ਕੈਮੀਕਲ ਵੱਧ ਯੂਜ਼ ਕੀਤੇ ਜਾਂਦੇ ਨੇ। ਤਾਂ ਇਹ ਜਿਹੜਾ ਸਿਸਟਮ ਜਿਹੜਾ ਐਗਜ਼ਿਸਟਿੰਗ ਹੈਗਾ, ਇਹਨੂੰ ਇਸ ਤਰ੍ਹਾਂ ਨਹੀਂ ਕਿ ਨਵੇਂ ਕਾਨੂੰਨ ਬਹੁਤ ਵਧੀਆ ਕੋਈ ਸਿਸਟਮ ਦੇ ਦੇਣਗੇ। ਤਾਂ ਨਵਾਂ ਕਾਨੂੰਨ ਇਹਨਾਂ ਸਾਰੀਆਂ ਪ੍ਰੋਬਲਮਾਂ ਨੂੰ ਹੋਰ ਐਗਰਾਵੇਟ ਕਰੂਗਾ, ਹੋਰ ਵਧਾਊਗਾ, ਤੇ ਇਹਨਾਂ ਸਮੱਸਿਆਵਾਂ ਦਾ ਨਵੇਂ ਸਿਸਟਮ ਦੇ ਵਿੱਚ ਕੋਈ ਹੱਲ ਨਹੀਂ। ਤਾਂ ਜੇਕਰ ਅਸੀਂ ਨਵਾਂ ਸਿਸਟਮ ਇਸ ਤਰ੍ਹਾਂ ਦਾ ਲਿਆਉਣਾ ਤਾਂ ਉਹਦੇ ਵਿੱਚ ਹੱਲ ਦੀ ਗੱਲ ਕਰਨੀ, ਤਾਂ ਉਹਦੇ ਵਾਸਤੇ ਸਾਨੂੰ ਹੋਰ ਤਰ੍ਹਾਂ ਸੋਚਣਾ ਪਊਗਾ। ਤੇ ਇਹ ਸਾਨੂੰ ਇਸ ਤਰ੍ਹਾਂ ਮਤਲਬ ਸੋਚਣਾ ਚਾਹੀਦਾ ਕਿ ਜਿਹਦੇ ਵਿੱਚ ਜਿਹੜੇ ਸਿਸਟਮ ਦੇ ਵਿੱਚ ਕੁਝ ਰੁਜ਼ਗਾਰ ਮਿਲੇ, ਜਿਹਦੇ ਵਿੱਚ ਖੇਤੀ ਹੈ ਜਿਹੜੀ ਉਹ ਕੁਝ ਗਰੁੱਪ ਦੇ ਵਿੱਚ ਹੋ ਜੇ, ਜਿਹਦੇ ਵਿੱਚ ਸਹਿਕਾਰੀ ਖੇਤੀ ਦੀ ਗੱਲ ਵੀ ਆਉਂਦੀ ਹੈ। ਜਿਵੇਂ ਕਈ ਵਾਰੀ ਇਹ ਕਿਹਾ ਜਾਂਦਾ ਕਿ ਹੁਣ ਸਹਿਕਾਰੀ ਖੇਤੀ ਤਾਂ ਚੱਲਦੀ ਨਹੀਂ, ਕਿਉਂਕਿ ਲੋਕ ਤਾਂ ਆਪਸ ਦੇ ਵਿੱਚ ਮਿਲਵਰਤਨ ਨਾਲ ਨਹੀਂ ਰਹਿੰਦੇ, ਪਹਿਲਾਂ ਵੀ ਲੜਦੇ ਰਹਿੰਦੇ, ਸੁਸਾਇਟੀਆਂ ਦੇ ਵਿੱਚ ਵੀ ਲੜਾਈ ਹੁੰਦੀ ਹੈ। ਇਹ ਇੱਕ ਸਿਸਟਮ ਹੈ ਜਿਹਦੇ ਵਿੱਚ ਅਸੀਂ
ਪਾ ਕੇ ਦੇਖਦੇ ਹਾਂ ਕਿ ਠੀਕ ਹੈ ਉੱਥੇ ਲੜਾਈਆਂ ਹੁੰਦੀਆਂ ਨੇ, ਪਰ ਇਹਨੂੰ ਠੀਕ ਕੀਤਾ ਜਾ ਸਕਦਾ ਹੈ। ਜਾਂ ਇਸ ਕਰਕੇ ਬਦਨਾਮ ਕਰ ਦੇਣਾ ਕਿ ਮੰਡੀ ਬੋਰਡ ਨੂੰ, ਕਿ ਮੰਡੀ ਬੋਰਡ ਦੇ ਵਿੱਚ ਤਾਂ ਕਰਪਸ਼ਨ ਹੈ, ਇਸ ਕਰਕੇ ਇਹਨੂੰ ਬੰਦ ਕਰ ਦੇਣਾ ਚਾਹੀਦਾ। FCI ਦੇ ਵਿੱਚ ਕਰਪਸ਼ਨ ਹੈ, ਇਹਨੂੰ ਬੰਦ ਕਰ ਦੇਣਾ ਚਾਹੀਦਾ। ਪਰ ਜਿੰਨੀ ਕੰਟਰੀਬਿਊਸ਼ਨ ਇਸ ਸਿਸਟਮ ਦੀ ਹੈ, ਤੇ ਜਿਵੇਂ ਮੈਂ ਕਿਹਾ ਕਿ ਮੰਡੀਆਂ ਰੈਗੂਲੇਟਰ ਨੇ ਸਭ ਤੋਂ ਵਧੀਆ, ਮੰਡੀ ਬੋਰਡ ਨੇ ਲਿੰਕ ਸੜਕਾਂ 91,000 ਕਿਲੋਮੀਟਰ ਬਣਾਈਆਂ ਨੇ, ਉਹਦੀ ਰਿਪੇਅਰ ਵੀ ਕਰਦੇ ਨੇ। ਤਾਂ ਇਹ 91,000 ਕਿਲੋਮੀਟਰ ਕੋਈ ਛੋਟੀ ਸੜਕ ਨਹੀਂ। ਤਾਂ ਜਦੋਂ ਮੈਂ ਇਹ ਦੇਖਦਾ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਿਹੜਾ 3600 ਕਿਲੋਮੀਟਰ ਦਾ ਏਰੀਆ ਹੈ, ਇਸ ਤਰ੍ਹਾਂ ਦੀ ਜੇਕਰ ਸੜਕ ਬਣਾਉਣੀ ਹੋਵੇ, ਮੰਡੀ ਬੋਰਡ ਜਿੰਨੀਆਂ ਸੜਕਾਂ ਬਣਾਉਂਦਾ ਹੈ, ਤਾਂ ਇਹ ਜਿਹੀਆਂ ਸੜਕਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ 25 ਸੜਕਾਂ ਇਹਦੇ ਪੈਰਲਲ ਬਣ ਸਕਦੀਆਂ। ਤਾਂ ਕੋਈ ਛੋਟੀ ਕੰਟਰੀਬਿਊਸ਼ਨ ਨਹੀਂ, ਸਾਰੀ ਇੰਡੀਆ ਦੇ ਵਿੱਚ ਜਾਲ ਵਿਛਾਇਆ ਜਾ ਸਕਦਾ ਇੰਨੀ ਸੜਕਾਂ ਦਾ। ਇਹ ਕਿਸੇ ਪ੍ਰਾਈਵੇਟ ਕੰਪਨੀ ਨੇ ਨਹੀਂ ਬਣਾਉਣਾ, ਇੰਨੀਆਂ ਮੰਡੀਆਂ ਪ੍ਰਾਈਵੇਟ ਕੰਪਨੀ ਨੇ ਨਹੀਂ ਬਣਾਉਣੀਆਂ, ਉਹਨੇ ਤਾਂ ਹਾਈਟੈਕ ਸੈਲੋ ਬਣਾਉਣੇ, ਤੁਸੀਂ ਉੱਥੇ ਜਾ ਕੇ ਵੇਚੋ। ਜਿਵੇਂ ਤੁਸੀਂ ਅਡਾਨੀ ਦਾ ਦੇਖ ਲਓ, ਮੋਗੇ ਦੇ ਵਿੱਚ ਲੱਗਿਆ, ਉੱਥੇ ਜਾ ਕੇ ਫਾਰਮਰ ਵੇਚਦਾ। ਇਹ ਠੀਕ ਹੈ ਕਿ ਉਹਨੂੰ ਸ਼ੁਰੂ ਚ ਲੱਗਦਾ ਕਿ ਆਪਾਂ ਬਹੁਤ ਛੇਤੀ ਵਿਹਲੇ ਹੋ ਜਾਂਦੇ ਹਾਂ ਤੇ ਟਰਾਲੀ ਦੀ ਟਰਾਲੀ ਹੈ ਜਿਹੜੀ ਉਹ ਬਹੁਤਾ ਟਾਈਮ ਨਹੀਂ ਲੱਗਦਾ, ਪਰ ਜਦੋਂ ਇਹ ਇਕੱਲੇ ਮਾਰਕੀਟ ਦੇ ਵਿੱਚ ਰਹਿ ਜਾਂਦੇ ਨੇ, ਉਦੋਂ ਕੁਆਲਿਟੀ ਦਾ ਪੈਰਾਮੀਟਰ ਵੀ ਸ਼ੁਰੂ ਹੋ ਜਾਂਦਾ, ਉਦੋਂ ਸਾਰਾ ਟਾਈਮ ਵੀ ਲੱਗਦਾ, ਉਦੋਂ ਪੇਮੈਂਟ ਵੀ ਹੁੰਦੀ ਲੇਟ ਹੁੰਦੀ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਥੋੜੇ ਸਮੇਂ ਦੇ ਵਿੱਚ ਹੀ ਆ ਜਾਂਦੀਆਂ ਨੇ। ਤੇ ਨਾਲ ਦੀ ਨਾਲ ਸਾਡਾ ਇਹ ਹੈ ਕਿ ਜਿਹੜੀ ਇੰਪਲਾਇਮੈਂਟ ਮਿਲੀ ਹੋਈ ਹੈ ਇਸ ਸਿਸਟਮ ਦੇ ਥਰੂ, ਜਿਵੇਂ 30-32 ਹਜ਼ਾਰ ਕਮਿਸ਼ਨ ਏਜੰਟਾਂ ਦੀਆਂ ਫੈਮਲੀਆਂ ਨੇ, ਜਿਹੜਾ 3 ਤੋਂ ਲੈ ਕੇ 5 ਲੱਖ ਤੱਕ ਮਤਲਬ ਜਿਹੜੇ ਪੀਕ ਸੀਜ਼ਨ ਦੇ ਵਿੱਚ ਲੇਬਰ ਹੈ, ਪੱਲੇਦਾਰ ਨੇ। ਇਸੇ ਤਰ੍ਹਾਂ ਹੀ 3,500 ਦੇ ਮੰਡੀ ਬੋਰਡ ਦੇ ਇੰਪਲਾਈ ਨੇ, ਹੋਰ ਉੱਥੇ ਦੁਕਾਨਦਾਰ, ਢਾਬੇ ਵਾਲੇ ਨੇ, ਹੋਰ ਫੈਸਿਲਿਟੀ ਦੇਣ ਵਾਲੇ ਨੇ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ, ਇਹ ਸਾਰੀ ਅਨਇੰਪਲਾਇਮੈਂਟ, ਕਿਉਂਕਿ ਤਾਂ ਹਾਈ ਟੈਕ ਹੋਣਗੇ, ਇਹਦੇ ਵਿੱਚ ਕੋਈ ਬੰਦਾ ਇੰਪਲਾਏ ਨਹੀਂ ਹੋਣਾ। ਸਾਡਾ ਸਿਸਟਮ ਜਿਹੜਾ ਉਹੀ ਜਿਹੜਾ ਪਾਏਦਾਰ ਬਣ ਸਕਦਾ, ਜਿਹਦੇ ਵਿੱਚ ਇੰਪਲਾਇਮੈਂਟ ਮਿਲੇ। ਅਸੀਂ ਉਹੋ ਜਿਹਾ ਸਿਸਟਮ ਲਿਆਉਣਾ ਜਿਹੜਾ ਇੰਪਲਾਇਮੈਂਟ ਦੇਵੇ। ਅਸੀਂ ਇੱਥੇ ਕੋਪਰੇਟ ਫਾਰਮਿੰਗ ਕਰ ਸਕਦੇ ਹਾਂ, ਜਿਵੇਂ ਸਾਡੇ ਕੋਲ ਇਜ਼ਰਾਈਲ ਦੀ ਐਗਜ਼ਾਮਪਲ ਸਾਡੇ ਕੋਲ ਹੈ, ਜਾਪਾਨ ਦੀਆਂ ਐਗਜ਼ਾਮਪਲਾਂ ਸਾਡੇ ਕੋਲ ਨੇ, ਸਾਡੇ ਕੋਲੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੋਪਰੇਟ ਬਲਕ ਹੈਂਡਲਿੰਗ ਹੈ, ਉਹਦੇ ਵਿੱਚ ਉਹ ਬਹੁਤ ਵਧੀਆ ਚੱਲ ਰਹੀ ਹੈ। ਕਈ ਵਾਰੀ ਇਹ ਕਿਹਾ ਜਾਂਦਾ ਕਿ ਖੇਤੀ ਚੋਂ ਜਿੰਨਾ ਚਿਰ ਲੋਕ ਨਿਕਲਦੇ ਨਹੀਂ, ਉਹਨਾਂ ਚਿਰ ਵਿਕਾਸ ਨਹੀਂ ਹੋ ਸਕਦਾ। ਇਹ ਵੀ ਧਾਰਨਾ ਨੂੰ ਇੱਕ ਐਂ ਜੋੜਿਆ ਜਾ ਰਿਹਾ ਕਿ ਉਹ ਦੇਸ਼ ਜਿਹੜੇ ਅਵਿਕਸਿਤ ਹੁੰਦੇ ਨੇ, ਉਹ ਦੇਸ਼ ਜਿਹੜੇ ਬੈਕਵਰਡ ਹੁੰਦੇ ਨੇ, ਜਿਹੜੇ ਖੇਤੀ ਤੇ ਵਿੱਚ ਫਸੇ ਰਹਿਣ। ਪਰ ਇਹ ਗੱਲ ਜਿਹੜੀ ਹੈਗੀ ਤੱਥਾਂ ਨਾਲ, ਜਦੋਂ ਤੁਸੀਂ ਨਿਊਜ਼ੀਲੈਂਡ ਦੀ ਤੁਸੀਂ ਦੇਖ ਲਓ, ਉਹ ਕੱਲਾ ਜਿਹੜਾ ਇੱਕ ਜਿਹੜੀ ਕੀਵੀ ਹੈ ਸਾਰੀ ਦੁਨੀਆ ਦੇ ਵਿੱਚ ਵੇਚ ਗਏ। ਉਸ ਤੋਂ ਵਧੀਆ ਸਾਡਾ ਕਿੰਨੂ ਹੈ, ਅਸੀਂ ਉਸ ਤਰ੍ਹਾਂ ਦੀ ਮਾਰਕੀਟਿੰਗ ਨਹੀਂ ਕਰ ਸਕੇ। ਇਸੇ ਤਰ੍ਹਾਂ ਹੀ ਆਸਟ੍ਰੇਲੀਆ ਦੇ ਵਿੱਚ ਜਿਹੜੀ ਸੈਕੰਡ ਜਿਹੜੀ ਸਾਰਿਆਂ ਤੋਂ ਵੱਡੀ ਇਹ ਜਿਹੜੀ ਕੋਆਪਰੇਟਿਵ ਹੈ, ਜਿਹੜਾ ਖੇਤੀ ਹੈ, ਜਿਹੜੀ ਐਕਸਪੋਰਟ ਕਰਦੀ ਹੈ, 90% ਦਾ ਐਕਸਪੋਰਟ ਹੁੰਦਾ ਸਾਰਾ ਜਿਹੜਾ ਪ੍ਰੋਡਕਸ਼ਨ ਹੈ, ਜਿਹੜੀ ਗ੍ਰੇਨ ਪ੍ਰੋਡਕਸ਼ਨ। ਤਾਂ ਇਸ ਤਰ੍ਹਾਂ ਅਸੀਂ ਕੀਤਾ ਜਾ ਸਕਦਾ। ਇੱਥੇ ਸਾਡੇ ਪੰਜਾਬ ਦੇ ਵਿੱਚ ਜਿੰਨੇ ਦਾਣੇ ਹੁੰਦੇ ਨੇ, ਉਹਨਾਂ ਦੀ ਹਾਲੇ ਲੋੜ ਹੈ, ਹਾਲੇ ਹੰਗਰ ਹੈ। ਹਾਂ, ਹੁਣੀ ਅਸੀਂ ਨੋਬਲ ਪ੍ਰਾਈਜ਼ ਦੇ ਕੇ ਹਟਿਆ ਵਰਲਡ ਫੂਡ ਪ੍ਰੋਗਰਾਮ ਨੂੰ, ਕਿ ਉਹਨਾਂ ਨੇ 88 ਦੇਸ਼ਾਂ ਦੇ ਵਿੱਚ 10 ਮਿਲੀਅਨ ਲੋਕਾਂ ਨੂੰ, ਜਿਹੜੀ 10 ਕਰੋੜ ਲੋਕਾਂ ਨੂੰ, 100 ਮਿਲੀਅਨ ਲੋਕਾਂ ਨੂੰ ਉਹ ਜਿਹੜਾ ਫੂਡ ਦਿੱਤਾ ਹੈ। ਤਾਂ ਇੱਕ ਪਾਸੇ ਅਸੀਂ ਇਹ ਕਰ ਰਹੇ ਹਾਂ ਕਿ ਉਹਨਾਂ ਆਰਗੇਨਾਈਜੇਸ਼ਨਾਂ ਜਿਨ੍ਹਾਂ ਨੇ ਫੂਡ ਵੰਡਿਆ, ਜਿਨ੍ਹਾਂ ਨੇ ਫੂਡ ਸਿਰਫ ਵੰਡਿਆ, ਅਸੀਂ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਅਸੀਂ ਜਿਹੜਾ ਆਪਣਾ ਨੋਬਲ ਪ੍ਰਾਈਜ਼ ਦੇ ਰਹੇ ਹਾਂ। ਤਾਂ ਜਿਨ੍ਹਾਂ ਨੇ ਪੈਦਾ ਕਰਿਆ, ਪੰਜਾਬ ਹਰਿਆਣੇ ਕਿਸਾਨਾਂ ਨੇ ਪੈਦਾ ਵੀ ਇੰਨਾ ਨਹੀਂ ਕਰਿਆ। ਅਸੀਂ ਬਫਰ ਸਟਾਕ ਜੇ 31 ਮਿਲੀਅਨ ਟਨ ਦਾ ਤਾਂ ਅਸੀਂ 90 ਮਿਲੀਅਨ ਟਨ ਜਿਹੜਾ ਬਫਰ ਸਟਾਕ ਪੈਦਾ ਕਰਤਾ। ਅਸੀਂ 3 ਗੁਣਾ ਸਾਡੇ ਬਫਰ ਨਾਲੋਂ ਪੈਦਾ ਕਰਤਾ। ਤਾਂ ਉਹ ਲੋਕ ਜਿਹੜੇ ਪੈਦਾ ਕਰਦੇ ਨੇ ਉਹ ਸੜਕਾਂ ਦੇ ਉੱਤੇ ਨੇ, ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਜਿਹੜੇ ਸਿਰਫ ਵੰਡਦੇ ਨੇ ਉਹਨਾਂ ਨੂੰ ਨੋਬਲ ਪ੍ਰਾਈਜ਼ ਦਿੱਤੇ ਜਾਂਦੇ। ਇਹ ਇੱਕ ਪੈਰਾਡਾਈਮ ਹੈ, ਇੱਕ ਸਿਸਟਮ ਹੈ ਕਿ ਜਿਹਨੂੰ ਅਸੀਂ ਅੰਨਦਾਤਾ ਕਹਿੰਦੇ ਹਾਂ, ਉਹਨੂੰ ਹਮੇਸ਼ਾ ਇੱਥੇ ਹੀ ਰੱਖਣਾ। ਕਿਉਂਕਿ ਇੱਕ ਫਿਲਾਸਫੀ ਹੈ ਕਿ ਐਗਰੀਕਲਚਰ ਨੂੰ ਜੇਕਰ ਅਸੀਂ ਥੱਲੇ ਰੱਖਦੇ ਹਾਂ ਤਾਂ ਇਹਦੇ ਵਿੱਚ ਜਿਹੜੀ ਸਰਪਲਸ ਜਨਰੇਟ ਹੁੰਦੀ ਹੈ, ਉਹਦੇ ਨਾਲ ਦੂਜੇ ਸੈਕਟਰਾਂ ਦੀ ਡਿਵੈਲਪਮੈਂਟ ਕਰਨੀ ਹੈ। ਐਗਰੀਕਲਚਰ ਦੇ ਵਿੱਚੋਂ ਵਾਧੂ ਜਿਹੜੀ ਵੈਲਿਊ ਹੈ ਉਹਦੀਆਂ ਕੀਮਤਾਂ ਥੱਲੇ ਰੱਖ ਕੇ, ਉਹਦੀਆਂ ਜਿਹੜੀਆਂ ਲੇਬਰ ਪ੍ਰੋਡਕਟਿਵਿਟੀ ਥੱਲੇ ਰੱਖ ਕੇ, ਉਹਦੇ ਵਿੱਚੋਂ ਜਿਹੜਾ ਸਰਪਲਸ ਹੁੰਦਾ ਉਹਦੇ ਨਾਲ ਇੰਡਸਟਰੀ, ਉਹਦੇ ਨਾਲ ਟ੍ਰੇਡ, ਸਰਵਿਸ ਤੇ ਟਰਸ਼ਰੀ ਸੈਕਟਰ ਜਿਹੜਾ ਉਹ ਡਿਵੈਲਪਮੈਂਟ ਹੋ ਸਕਦੀ ਹੈ। ਇਸੇ ਤਰ੍ਹਾਂ ਐਗਰੀਕਲਚਰ ਦੇ ਵਿੱਚ ਜਦੋਂ ਇਹ ਚੀਜ਼ਾਂ ਵੱਧ ਜਾਂਦੀਆਂ ਨੇ ਤਾਂ ਦੂਜੇ ਸੈਕਟਰਾਂ ਦੇ ਵਿੱਚ ਜਿਹੜੇ ਉਸ ਤਰ੍ਹਾਂ ਦੀ ਜਿਹੜਾ ਵਿਕਾਸ ਨਹੀਂ ਹੋ ਸਕਦਾ। ਇਹ ਧਾਰਨਾ ਜਿਹੜੀ ਬਣੀ ਹੋਈ ਹੈ, ਇਹ ਬਿਲਕੁਲ ਹੈ ਜਿਹੜੀ ਗਲਤ ਹੈਗੀ। ਬੇਸਿਕਲੀ ਕੀ ਹੈ ਕਿ ਜਦੋਂ ਜਿਹੜੇ ਕੰਟਰੀ ਵੱਡੀ ਪਾਪੂਲੇਸ਼ਨ ਹੈ ਜਿੱਥੇ, ਉਹਨਾਂ ਨੂੰ ਰੁਜ਼ਗਾਰ ਦੇ ਵਿੱਚ ਰੱਖਣਾ ਚਾਹੀਦਾ। ਸਾਨੂੰ ਸਭ ਤੋਂ ਪਹਿਲਾਂ ਹੁਣ ਇਹ ਬਣਾਉਣਾ ਚਾਹੀਦਾ ਕਿ ਇਸ ਤੋਂ ਪਹਿਲਾਂ ਕਿ ਜਿਹੜੀ ਕਿਸਾਨ ਮੂਵਮੈਂਟ ਹੈ ਜਿਹਦੀ ਗੱਲ ਪਹਿਲਾਂ ਵੀ ਕੀਤੀ ਹੈ, ਉਸ ਦੇ ਵਿੱਚ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਜਿਹੜੇ ਕਿਸਾਨ ਜਿਹੜੀ ਅੱਜ ਕਿਸਾਨ ਦੀ ਮੂਵਮੈਂਟ ਹੈ ਜਿਹੜੀ ਉਹ ਸੈਂਟਰ ਦੇ ਵਿੱਚ ਹੈ, ਬਾਕੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਪੈਰੀਫੇਰੀ ਤੇ ਨੇ, ਮਾਰਜਨਲਾਈਜ਼ਡ ਨੇ।
ਅੱਜ ਕਿਸਾਨਾਂ ਦੇ ਨਾਲ ਜਿਹੜੇ ਥੋੜੇ ਸਮੇਂ ਪਹਿਲਾਂ ਹੀ ਮਜ਼ਦੂਰਾਂ ਦਾ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਮਤਾ ਪਾਇਆ ਹੋਇਆ ਸੀ ਕਿ ਇਹਨਾਂ ਨੂੰ ਦਿਹਾੜੀ ਨਹੀਂ ਦੇਣੀ, ਉਹ ਸਾਰੇ ਨਾਲ ਲੜ ਰਹੇ, ਉਹ ਵੀ ਨਾਲ ਨੇ। ਅੱਜ ਜੇਕਰ ਆੜ੍ਹਤੀਆਂ ਤੇ ਕਿਸਾਨਾਂ ਦੇ ਵਿੱਚ ਵੀ ਕਿਤੇ ਇਸ ਤਰ੍ਹਾਂ ਦਾ ਲੱਗਦਾ ਸੀਗਾ ਕਿ ਉਹ ਵੀ ਅੱਜ ਇਕੱਠੇ ਨੇ, ਨੌਜਵਾਨ ਵੀ ਇਕੱਠੇ ਨੇ, ਸਾਰੇ ਮੀਡੀਆ ਦੇ ਲੋਕ ਇਕੱਠੇ ਨੇ, ਔਰਤਾਂ ਇਕੱਠੀਆਂ ਨੇ। ਇਹ ਸਾਰੇ ਇਸ਼ੂ ਜਿਹੜੇ ਪੂਰੇ ਇੰਡੀਆ ਦੇ ਵਿੱਚ ਇਹ ਮਤਲਬ ਇਸ ਤਰ੍ਹਾਂ ਦੀ ਜਿਹੜੀ ਲੋਕ ਆਪਣੀ ਖੇਤੀ ਦੇ ਲਈ, ਆਪਣੀਆਂ ਵਧੀਆ ਉਜਰਤਾਂ ਲਈ, ਵਧੀਆ ਭਾਵਾਂ ਦੇ ਲਈ ਲੜ ਰਹੇ ਨੇ। ਤਾਂ ਇਹ ਤਾਂ ਮਤਲਬ ਇਹ ਹੈ ਕਿ ਜਿਹੜੀ ਸਾਡੀ ਕੇਂਦਰ ਦੀ ਸਰਕਾਰ ਹੈ ਉਹ ਕਿਸਾਨਾਂ ਦਾ ਭਲਾਈ ਬਾਰੇ ਨਹੀਂ ਸੋਚ ਰਹੀ। ਉਹਦੇ ਪਿੱਛੇ ਇੱਕ ਮਨਸਾ ਹੈ ਕਿ ਕਾਰਪੋਰੇਟ ਦਾ ਇੰਨਾ ਪ੍ਰੈਸ਼ਰ ਹੈ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਇੱਥੇ ਇਨਵੈਸਟਮੈਂਟ ਕਰੀਏ। ਅਸੀਂ ਉਹ ਇਨਵੈਸਟਮੈਂਟ ਦਾ ਵੀ ਇਹ ਹੈ ਕਿ ਇਨਵੈਸਟਮੈਂਟ ਇਹ ਨਹੀਂ ਕਿ ਸਰਕਾਰ ਕੋਲੇ ਪੈਸੇ ਨਹੀਂ, ਉਹ ਲੋਕ ਵੀ ਇਨਵੈਸਟਮੈਂਟ ਸਾਡੀਆਂ ਬੈਂਕਾਂ ਦੇ ਵਿੱਚੋਂ ਪਬਲਿਕ ਮਨੀ ਚੋਂ ਹੀ ਕਰਦੇ ਆ, ਤੇ ਉਹ ਆਪਣੇ ਕੋਲੋਂ ਪੈਸੇ ਨਹੀਂ ਲਾਉਂਦੇ। ਜੇ ਕਿਤੇ ਘਾਟਾ ਪੈ ਜਾਂਦਾ ਤਾਂ ਉਹ ਛੱਡ ਕੇ ਵੀ ਭੱਜ ਜਾਂਦੇ ਆ। ਤਾਂ ਸਰਕਾਰਾਂ ਨੂੰ ਇਨਵੈਸਟਮੈਂਟ ਕਰਨਾ ਚਾਹੀਦਾ ਹੈ, ਇੱਥੇ ਕੋਆਪਰੇਟਿਵ ਫਾਰਮਿੰਗ ਹੋਣੀ ਚਾਹੀਦੀ ਹੈ, ਇੱਥੇ ਸਟੇਟ ਫਾਰਮਿੰਗ ਹੋਣੀ ਚਾਹੀਦੀ ਹੈ। ਤੇ ਇਹਦੇ ਨਾਲ ਹੀ ਇੱਕ ਸਿਸਟਮ ਐਸਾ ਬਣਾ ਕੇ ਕਿ ਪੂਰੇ ਭਾਰਤ ਦੇ ਵਿੱਚ ਸਾਨੂੰ ਕਿੰਨੀ ਕਣਕ ਦੀ ਲੋੜ ਹੈ, ਕਿੰਨੇ ਚਾਵਲਾਂ ਦੀ ਲੋੜ ਹੈ, ਕਿੰਨੀਆਂ ਸਬਜ਼ੀਆਂ ਦੀ ਲੋੜ ਹੈ, ਕਿੰਨੀਆਂ ਦਾਲਾਂ ਦੀ ਲੋੜ ਹੈ, ਕਿੰਨੇ ਫਰੂਟ ਦੀ ਲੋੜ ਹੈ, ਉਹ ਕਿੱਥੇ ਕਿੱਥੇ ਹੋ ਸਕਦੇ ਨੇ, ਇਹ ਸਾਰਾ ਮਾਰਕ ਕਰਕੇ ਉਹਨਾਂ ਦੇ ਵਿੱਚ ਹੀ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਤੇ ਅਸ਼ੋਰਡ ਪ੍ਰੋਕਿਉਰਮੈਂਟ ਹੋਵੇ, ਤੇ ਇਹਦੇ ਨਾਲ ਹੀ ਫਿਰ ਉਹਦੀ ਪ੍ਰੋਸੈਸਿੰਗ ਹੋਵੇ, ਉਹਦੀ ਪ੍ਰਾਇਮਰੀ ਸੈਕੰਡਰੀ ਉਹਨਾਂ ਦੀ ਵੈਲਿਊ ਐਡੀਸ਼ਨ ਹੋਵੇ। ਉਹਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਉਹ ਖੱਪ ਜਾਣਗੇ, ਉੱਥੇ ਉਹਨਾਂ ਦੇ ਵਿੱਚ ਜਿਹੜੀ ਇੰਪਲਾਇਮੈਂਟ ਮਿਲੂਗੀ। ਇੰਪਲਾਇਮੈਂਟ ਤੋਂ ਬਾਅਦ ਫਿਰ ਭਾਵੇਂ ਅਸੀਂ ਇਹਨੂੰ ਹਾਈਟੈਕ ਕਰ ਲਈਏ, ਫਿਰ ਅਸੀਂ ਨਾਲ ਲੱਗ ਕੇ ਅਸੀਂ ਹਾਇਰ ਸਟੇਜ ਤੇ ਲੈ ਕੇ ਫਿਰ ਅਸੀਂ ਸੈਕੰਡਰੀ ਸੈਕਟਰ ਜਾ ਸਕਦੇ ਹਾਂ, ਫਿਰ ਟਰਸ਼ਰੀ ਚ ਜਾ ਸਕਦੇ ਹਾਂ। ਇਸ ਤਰ੍ਹਾਂ ਦਾ ਇੱਕ ਮਾਡਲ ਬਣਨਾ ਚਾਹੀਦਾ ਹੈ। ਤਾਂ ਸਾਡੀ ਵੱਡੀ ਪਾਪੂਲੇਸ਼ਨ ਨੂੰ ਰੁਜ਼ਗਾਰ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਖੇਤੀ ਦੇ ਵਿੱਚ ਜਿਹੜੀਆਂ ਫਸਲਾਂ ਨੇ ਉਹਨਾਂ ਦੀ ਮਾਰਕਿੰਗ ਕਰਕੇ ਉਹ ਕਿੱਥੇ ਵਧੀਆ ਹੋ ਸਕਦੀਆਂ ਨੇ, ਉੱਥੇ ਉਹਨਾਂ ਨੂੰ ਬਚਾਉਣਾ ਚਾਹੀਦਾ ਹੈ। ਉੱਥੇ ਦੀ ਮਾਰਕੀਟ ਅਸ਼ੋਰ ਕਰਨੀ ਚਾਹੀਦੀ ਹੈ। ਹਰ ਖਿੱਤੇ ਦੇ ਵਿੱਚ ਘੱਟੋ ਘੱਟ ਹਾੜੀ ਤੇ ਸੌਣੀ ਦੇ ਵਿੱਚ 1 ਜਾਂ 2 ਫਸਲਾਂ ਦੀ ਮਾਰਕੀਟਿੰਗ ਜਿਹੜੀ ਸਰਕਾਰ ਵੱਲੋਂ ਕੀਤੀ ਜਾਵੇ। ਪਹਿਲਾਂ ਉਹਨਾਂ ਦੀ ਕੀਤੀ ਜਾਵੇ ਫਸਲਾਂ ਦੀ, ਜਿਵੇਂ ਫੂਡ ਗ੍ਰੇਨ ਜਾਂ ਦਾਲਾਂ ਨੇ ਜਾਂ ਜਿਹੜੀਆਂ ਖਰਾਬ ਨਹੀਂ ਹੁੰਦੀਆਂ। ਫਿਰ ਨਾਲ ਦੀ ਨਾਲ ਜਿਹੜੀਆਂ ਹੌਲੀ ਹੌਲੀ ਇੱਧਰ ਜਾਇਆ ਜਾਵੇ ਕਿ ਸਬਜ਼ੀਆਂ ਫਲਾਂ ਦੀ ਵੀ ਕੀਤੀ ਜਾਵੇ, ਤੇ ਉਹਦੀ ਪ੍ਰੋਸੈਸਿੰਗ ਕੀਤੀ ਜਾਵੇ, ਵੈਲਿਊ ਐਡੀਸ਼ਨ ਕੀਤੀ ਜਾਵੇ। ਉਹਦੀ ਬਹੁਤ ਸਾਰੀ ਲੋੜ ਹੈ। ਜੇਕਰ ਹੁਣ ਇਹ ਕਿਹਾ ਜਾਂਦਾ ਕਿ 3 ਗੁਣਾ ਸਾਡੇ ਕੋਲ ਅਨਾਜ ਹੈ, 3 ਗੁਣਾ ਅਨਾਜ ਨਹੀਂ ਹੈਗਾ। ਇਹ ਤਾਂ ਬੇਸਿਕਲੀ ਸਾਡੀ ਇੱਕ ਰਿਕੁਆਇਰਮੈਂਟ ਅਸੀਂ ਬਣਾਈ ਹੋਈ ਹੈ ਕਿ ਇੰਨੀ ਕੁ ਸਾਨੂੰ ਚਾਹੀਦੀ ਹੈ। ਅਨਾਜ ਦੀ ਲੋੜ ਤਾਂ ਸਾਨੂੰ ਇਸ ਤੋਂ ਵੀ ਵੱਧਦੀ ਹੈ। ਕਿੰਨੇ ਲੋਕ ਤਾਂ ਭੁੱਖੇ ਸੌਂਦੇ ਆ, ਕਿੰਨਾ ਮਜ਼ਦੂਰ ਹੈ ਜਿਹੜਾ ਉਹ ਰੱਜ ਕੇ ਨਹੀਂ ਕਰ ਰਿਹਾ। ਤਾਂ ਸਾਨੂੰ ਇਹ ਕਿ ਜੇਕਰ ਉਹਨਾਂ ਨੂੰ ਅਸੀਂ ਰੁਜ਼ਗਾਰ ਦੇ ਦਿਆਂਗੇ, ਜੇਕਰ ਉਹਨਾਂ ਨੂੰ ਅਸੀਂ ਕੰਮ ਦੇ ਦਿਆਂਗੇ, ਜੇਕਰ ਉਹਨਾਂ ਨੂੰ ਕੰਮ ਦੇ ਨਾਲ ਆਮਦਨ ਬਣੂਗੀ, ਫਿਰ ਉਹ ਜਿਹੜੀ ਰੱਜ ਕੇ ਆਪਣਾ ਪੇਟ ਭਰ ਕੇ ਰੋਟੀ ਖਾਣਗੇ, ਸਬਜ਼ੀਆਂ ਖਾਣਗੇ, ਫਿਰ ਉਸ ਤੋਂ ਬਾਅਦ ਉਹ ਜਿਹੜਾ ਵਧੀਆ ਰਹਿਣ ਸਹਿਣ ਦਾ ਪੱਧਰ ਬਣ ਸਕਦਾ ਹੈ। ਤਾਂ ਇਹ ਲੋੜ ਹੈ ਸਾਨੂੰ ਕਿ ਇਹਨਾਂ ਕਾਨੂੰਨਾਂ ਤੋਂ ਬਚ ਕੇ ਕਾਰਪੋਰੇਟਾਂ ਦੀ ਐਂਟਰੀ ਹੈ ਜਿਹੜੀ ਇਸ ਖੇਤੀ ਦੇ ਵਿੱਚ ਨਹੀਂ ਹੋਣੀ ਚਾਹੀਦੀ। ਸਾਡੀ ਆਪਣੀ ਖੇਤੀ ਹੈ ਜਿਹੜੀ, ਆਪਣਾ ਮਾਡਲ, ਸਾਡੇ ਆਪਣੇ ਸਾਧਨ, ਸਾਡੀ ਆਪਣੀ ਸਕਿੱਲ, ਸਾਡੇ ਆਪਣੀ ਇੱਥੇ ਟ੍ਰੈਡੀਸ਼ਨ ਚ ਕਲਚਰ, ਉਹਦੇ ਮੁਤਾਬਕ ਇੱਕ ਮਾਡਲ ਬਣਾ ਕੇ ਸਾਨੂੰ ਆਪਣਾ ਜਿਹੜਾ ਮਾਡਲ ਬਣਾਉਣਾ ਚਾਹੀਦਾ। ਸੋ ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਧੰਨਵਾਦੀ ਹਾਂ। ਹਾਂਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਬਹੁਤ ਹੀ ਵਧੀਆ ਸ਼ਬਦਾਂ ਦੇ ਨਾਲ ਆਪ ਜੀ ਨੇ ਜਿਹੜੇ ਵਿਚਾਰ ਸਾਂਝੇ ਕੀਤੇ। ਮੈਂ ਬੇਨਤੀ ਕਰ ਰਿਹਾ ਸੀ ਡਾਕਟਰ ਮਹਿੰਦਰ ਸਿੰਘ ਹੋਣਾ ਨੂੰ ਕਿ ਮਾਈਕ ਔਨ ਕਰਕੇ ਅਗਲੀ ਕਾਰਵਾਈ ਜਿਹੜੀ ਉਹ ਆਰੰਭ ਕਰਨ। ਡਾਕਟਰ ਮਹਿੰਦਰ ਸਿੰਘ, ਹਾਂਜੀ ਹੋ ਗਿਆ ਮਾਈਕ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਸੁਖਪਾਲ ਸਿੰਘ ਹੋਰਾਂ ਦਾ, ਜਿਨ੍ਹਾਂ ਨੇ ਬੜੀ ਡਿਟੇਲ ਦੇ ਵਿੱਚ ਸਾਨੂੰ ਇਹ ਜਿਹੜੇ 3 ਕਾਨੂੰਨ ਹੈਗੇ ਆ, ਸਟੋਰੇਜ ਦਾ ਹੈ, ਕੰਟਰੈਕਟ ਫਾਰਮ ਦਾ ਹੈਗਾ, ਮੰਡੀ ਬੋਰਡ ਦਾ ਬਾਰੇ ਚ ਹੈਗਾ, ਸਾਰਿਆਂ ਦੇ ਵਿੱਚ ਬੜੀ ਡਿਟੇਲ ਦੱਸੀ ਹੈ। ਨਾਲ ਹੀ ਸਾਨੂੰ ਇਹ ਦੱਸਿਆ ਵੀ ਗੌਰਮੈਂਟ ਦੀ ਕੀ ਮਨਸ਼ਾ ਹੈਗੀ ਆ ਤੇ ਫਾਰਮਰ ਦਾ ਕੀ ਖਦਸ਼ੇ ਹੈਗੇ ਆ। ਵਾਕਈ ਜ਼ਰੂਰਤ ਹੈਗੀ ਹੈ, ਜਿਸ ਤਰ੍ਹਾਂ ਇਹਨੇ ਦੱਸਿਆ ਸਾਨੂੰ ਕਿ ਕੋਆਪਰੇਟਿਵ ਦੀ ਜ਼ਰੂਰਤ ਹੈਗੀ ਆ, ਤੇ ਸਾਨੂੰ ਜਿਹੜੀ ਹੈਗੀ ਆ ਇੰਪਲਾਇਮੈਂਟ ਜਾਂ ਰੁਜ਼ਗਾਰ ਦੇ ਬਾਰੇ ਚ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਜੇ ਅਸੀਂ ਇਹ ਕਾਨੂੰਨ ਲਾਗੂ ਹੋ ਜਾਂਦੇ ਆ
ਕੁਦਰਤੀ ਹੈ ਵੀ ਸਾਨੂੰ ਸਾਰੇ ਰੁਜ਼ਗਾਰ ਬਹੁਤ ਘੱਟ ਹੋਏਗਾ। ਜਿੰਨੇ ਵੀ ਇਹਦੇ ਨਾਲ ਮੰਡੀਕਰਨ ਦੇ ਨਾਲ ਬੰਦੇ ਲੱਗੇ ਆ, ਮਜ਼ਦੂਰ ਹੈ, ਆੜ੍ਹਤੀਏ ਆ ਜਾਂ ਹੋਰ ਜੋ ਵੀ ਹੈਗਾ, ਉਹ ਸਾਰਿਆਂ ਦਾ ਕੰਮ ਬੰਦ ਹੁੰਦਾ ਹੈਗਾ ਜੇ ਮੰਡੀ ਖੁੱਲ ਜਾਂਦੀ ਹੈ ਤਾਂ ਸਾਨੂੰ ਇਹ ਬਹੁਤ ਕਿਉਂਕਿ ਜ਼ਿਮੀਂਦਾਰ ਬਹੁਤ ਛੋਟਾ ਹੈਗਾ ਤੇ ਉਹ ਬਹੁਤ ਦੂਰ ਵੱਡੀ ਲੰਬੀ ਮੰਡੀ 'ਚ ਨਹੀਂ ਕਿਤੇ ਲਿਜਾ ਸਕਦਾ ਆਪਦੀ ਪ੍ਰੋਡਿਊਸ ਜਿਹੜੀ ਹੈਗੀ ਹੈ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਸਾਨੂੰ ਇਹਨਾਂ ਜਿਹੜੀਆਂ ਕੰਪਨੀਆਂ ਜਾਂ ਕਾਰਪੋਰੇਟ ਹੈਗੇ ਆ, ਇਹਨਾਂ ਦੇ ਬੜਾ ਔਖਾ ਹੈਗਾ ਕਿਉਂਕਿ ਕੁਛ ਅਨਪੜ੍ਹਤਾ ਵੀ ਹੈਗੀ ਆ। ਠੀਕ ਐਜੂਕੇਸ਼ਨ ਅੱਗੇ ਨਾਲ ਉਹ ਸਾਡੀ ਕਾਫੀ ਵਧੀਆ, ਪਰ ਫਿਰ ਵੀ ਅਜੇ ਵੀ ਕੁਝ ਫਾਰਮਰ ਇਸ ਤਰ੍ਹਾਂ ਹੈਗੇ ਜਿਹੜੇ ਨਹੀਂ ਪੜ੍ਹ ਸਕਦੇ। ਉਹ ਕਿੱਦਾਂ ਕੰਟਰੈਕਟ ਕਰਨਗੇ ਤੇ ਇੰਗਲਿਸ਼ 'ਚ ਲਿਖਿਆ ਹੋਊਗਾ, ਕਿਸੇ ਨੂੰ ਫਾਰਮਰ ਨੂੰ ਪਤਾ ਹੀ ਕੋਈ ਨਹੀਂ ਗਾ। ਤੇ ਫਿਰ ਜਦੋਂ ਉਹਨਾਂ ਨੇ ਖਰੀਦਣਾ ਵੀ ਆ, ਕੁਆਲਿਟੀ ਮਾੜੀ ਆ ਚੰਗੀ ਆ, ਇਨਪੁੱਟ ਸਪਲਾਈ ਉਹਨਾਂ ਨੇ ਦੇਣੀ ਆ, ਤੇ ਇਹ ਮਿਡਲਮੈਨ ਦਾ ਖਤਮ ਤਾਂ ਹੋਣਾ ਨਹੀਂ ਗਾ। ਇਹ ਕਹਿੰਦੇ ਵੀ ਅਸੀਂ ਜਿਹੜੇ ਹੈਗੇ ਆੜ੍ਹਤੀਆਂ ਨੂੰ ਖਤਮ ਕਰ ਦਿਆਂਗੇ, ਪਰ ਦੂਸਰੇ ਹੋਰ ਆੜ੍ਹਤੀ ਆ ਜਾਣਗੇ ਸਾਡੇ ਕੋਲ ਇਸ ਤਰ੍ਹਾਂ ਦੀ। ਮਤਲਬ ਜਿੱਦਾਂ ਇਹਨਾਂ ਨੇ ਦੱਸਿਆ ਡਾਕਟਰ ਸਾਹਿਬ ਨੇ, ਸਾਨੂੰ ਬਹੁਤ ਚੀਜ਼ ਵਧੀਆ ਹੈਗੀ ਆ। ਦੂਸਰੇ ਇਹਨਾਂ ਨੇ ਬਾਹਰਲੇ ਮੁਲਕਾਂ ਦੀਆਂ ਵੀ ਦੱਸਿਆ ਸਾਨੂੰ ਕਿ ਉੱਥੇ ਆਹ ਸਿਸਟਮ ਚੱਲਦਾ, ਵਧੀਆ ਸਿਸਟਮ ਹੈਗਾ। ਤੇ ਜਿਹੜਾ ਇਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਏਮ ਹੈਗਾ, ਉਹਦੇ ਬਾਰੇ ਵੀ ਸਾਨੂੰ ਇਹਨਾਂ ਨੇ ਦੱਸਿਆ ਕਿ ਇਹ ਕੀ ਹੈਗਾ ਸਾਰਾ, ਤੇ ਕਿਹੜੀਆਂ ਕੰਪਨੀਆਂ ਜਿਹੜੀਆਂ ਹੈਗੀਆਂ। ਵੀ ਕਿਸਾਨ ਨੂੰ ਮਜ਼ਦੂਰ ਬਣਾਉਣਾ ਤਾਂ ਬਹੁਤ ਮਾੜੀ ਗੱਲ ਹੋਏਗੀ। ਸੋ ਇਹਨਾਂ ਨੇ ਸਾਨੂੰ ਬੜਾ ਕਾਸ਼ਿਸ਼ ਕੀਤਾ ਇਸ ਦੇ ਬਾਰੇ 'ਚ ਵੀ ਇਹ ਕਾਨੂੰਨ ਜਿਹੜੇ ਬਹੁਤੇ ਚੰਗੇ ਨਹੀਂ ਗਏ। ਸਾਨੂੰ ਜਿਹੜੇ ਹੈਗਾ ਜ਼ਿਮੀਂਦਾਰਾਂ ਦਾ ਜ਼ਰੂਰ ਪੱਖ ਜਿਹੜਾ ਰੱਖਣਾ ਚਾਹੀਦਾ ਹੈਗਾ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸੁਖਪਾਲ ਜੀ ਦਾ, ਜਿਨ੍ਹਾਂ ਨੇ ਸਾਨੂੰ ਬੜੇ ਡਿਟੇਲ ਦੇ ਵਿੱਚ ਸਾਰਾ ਇਹ ਕਾਨੂੰਨਾਂ ਦੇ ਤਿੰਨਾਂ ਦੇ ਬਾਰੇ 'ਚ ਸਾਨੂੰ ਦੱਸਿਆ ਹੈਗਾ। ਤੇ ਜਿਹੜੀ ਹੈਗੀ ਆ ਵੀ ਇਸ ਤਰ੍ਹਾਂ ਦੱਸਿਆ ਲਿੰਕ ਰੋਡ, ਜਿਵੇਂ ਹੁਣ ਲਿੰਕ ਰੋਡ ਹੈ, ਕਹਿੰਦੇ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੀ ਜਿੰਨੀ ਲੈਂਥ ਬਣਦੀ ਆ ਉਨੀ ਸਾਡੀ ਮੰਡੀ ਬੋਰਡ ਨੇ ਪਿੰਡਾਂ ਦੇ ਵਿੱਚ ਲਿੰਕ ਰੋਡ ਬਣਾਈਆਂ। ਇੱਕ ਬਹੁਤ ਵੱਡਾ ਇੱਕ ਮਤਲਬ ਜਿਹੜਾ ਹੈਗਾ ਸਟਰਕਚਰ ਬਣਾਈ ਹੈਗੀ, ਤੇ ਇਸ ਕਰਕੇ ਸਾਨੂੰ ਇਹਦੀ ਮੰਡੀ ਬੋਰਡ ਦੀ ਵੀ ਜ਼ਰੂਰਤ ਹੈਗੀ। ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਤੇ ਬਾਕੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਡਾਕਟਰ ਧੀਮਾਨ ਸਾਹਿਬ ਨੇ ਵੀ ਸਾਨੂੰ ਬੜੀ ਨੌਲੇਜ ਦਿੱਤੀ ਹੈ, ਗਿਆਨ ਦਿੱਤਾ ਵੀ ਕੀ ਹੈਗੇ ਮੰਡੀ ਬੋਰਡ ਦੇ। ਮੈਂ ਹੁਣ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਉਹਨਾਂ ਨੂੰ ਬੇਨਤੀ ਕਰਦਾ ਵੀ ਜੇ ਕੋਈ ਤੁਹਾਡੇ ਖਦਸ਼ੇ ਹੈਗੇ ਆ ਤਾਂ ਉਹਦੇ ਬਾਰੇ 'ਚ ਸਾਨੂੰ ਕੋਈ ਸਵਾਲ ਕਰਨਾ ਹੋਵੇ ਤਾਂ ਆਪਣਾ ਹੱਥ ਖੜਾ ਕਰ ਦੇਣ ਤੇ ਉਹ ਆਪਣਾ ਸਵਾਲ। ਹਾਂਜੀ ਵੀਰ ਜੀ, ਡਾਕਟਰ ਸਾਹਿਬ ਹੈਗੇ ਆ ਸਵਾਲ ਖੜੇ ਹੋਏ ਨੇ ਹੱਥ, ਮੈਂ ਕਰ ਰਿਹਾ, ਮਾਈਕ ਔਨ ਕਰ ਰਿਹਾ ਡਾਕਟਰ ਸਾਹਿਬ। ਹਾਂਜੀ ਹਾਂ, ਪ੍ਰੋਫੈਸਰ ਮਨਿੰਦਰ ਸਿੰਘ ਹੁਣੀ ਹੱਥ ਖੜਾ ਕੀਤਾ ਸੀਗਾ ਜੀ ਪਹਿਲਾਂ, ਉਹਨਾਂ ਦਾ ਮੈਂ ਮਾਈਕ ਔਨ ਕਰ ਰਿਹਾ। ਉਹ ਕਿਰਪਾ ਕਰਕੇ ਆਪਣਾ ਸਵਾਲ ਰੱਖਣ। ਹਾਂਜੀ, ਅਬੋਹਰ ਸ਼੍ਰੀ ਗੰਗਾਨਗਰ ਤੋਂ ਪ੍ਰੋਫੈਸਰ ਮਨਿੰਦਰ ਸਿੰਘ। ਹਾਂਜੀ ਪ੍ਰੋਫੈਸਰ ਸਾਹਿਬ, ਹਾਂਜੀ ਮਾਈਕ ਔਨ ਹੋ ਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤਾਂ ਜੀ ਪਹਿਲਾਂ ਤਾਂ ਬੜਾ ਹੀ ਧੰਨਵਾਦੀ ਹਾਂ ਕਿ ਸਾਡੇ ਇਸ ਡਾਕਟਰ ਇੰਦਰਜੀਤ ਸਿੰਘ ਜੋ ਐਗਰੀਕਲਚਰਲ ਸਾਡਾ ਇੱਕ ਡਾਇਰੈਕਟਰੇਟ ਹੈ, ਤੇ ਇਹਦੇ ਲਈ ਜਿਨ੍ਹਾਂ ਨੇ ਵੀ ਉਪਰਾਲਾ ਕੀਤਾ ਹੈ, ਖਾਸ ਕਰ ਸਾਹਿਬ ਮਹਿੰਦਰ ਸਿੰਘ ਜੀ ਔਰ ਫਿਰ ਧੀਮਨ ਸਾਹਿਬ, ਜਿਨ੍ਹਾਂ ਨੇ ਇੱਕ ਇਹੋ ਜਿਹੇ ਐਕਸਪਰਟ ਨੂੰ ਬੁਲਾਇਆ। ਮੈਂ ਪਿੰਡ ਰਹਿਣਾ ਜੀ, ਅਸੀਂ ਖੇਤੀ ਨਾਲ ਸੰਬੰਧਿਤ ਹੈਗੇ ਹਾਂ, ਔਰ ਮੈਂ ਇੱਕ ਚੀਜ਼ ਜਿਹੜੀ ਇਹਨਾਂ ਦੀ ਹੈ ਨਾ, ਉਹ ਇਟ ਵਾਸ ਵੈਰੀ ਟਚਿੰਗ ਐਂਡ ਇੰਨੀ ਐਗਜ਼ੌਸਟਿਵ। ਵਧੀਆ ਗੱਲ ਤਾਂ ਇਹ ਹੈ ਕਿ ਇਹ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇਕੋਨੋਮਿਸਟ ਤੇ ਸੋਸ਼ੀਓਲੋਜੀ ਜਿਹੜੀਆਂ ਇਹ ਦੋਵੇਂ ਚੀਜ਼ਾਂ ਜਦੋਂ ਰਲ ਜਾਂਦੀਆਂ ਨਾ ਜੀ, ਫੇਰ ਹੀ ਅਸਲ ਬੰਦੇ ਦਾ ਸਾਰਾ ਪਤਾ ਲੱਗਦਾ। ਔਰ ਜਿਹੜਾ ਸਭ ਤੋਂ ਸਟਰੋਂਗ, ਮਤਲਬ ਮੈਨੂੰ ਜਿਹੜੀ ਚੀਜ਼ ਮੈਂ ਹਜੇ ਉਸ ਲੈਵਲ ਤੱਕ ਨਹੀਂ ਸੋਚੀ ਸੀ, ਕਿ ਮੈਨੂੰ ਇਹਨਾਂ ਦੇ ਸੈਮੀਨਾਰ 'ਚੋਂ ਪਤਾ ਲੱਗੀ ਕਿ ਜੇ ਇਹਦਾ ਜਿਹੜਾ ਇਕਨੋਮਿਕ ਤੇ ਸੋਸ਼ਲ ਇੰਪਲੀਕੇਸ਼ਨਸ ਜਿਹੜੀਆਂ, ਕਿ ਜਦੋਂ ਅਸੀਂ ਮਜ਼ਦੂਰ ਬਣ ਜਾਵਾਂਗੇ ਤਾਂ ਅਸੀਂ ਬਣਾਂਗੇ ਹੀ ਨਹੀਂ, ਉਦੋਂ ਪਹਿਲਾਂ ਹੀ ਅਸੀਂ ਕੁਛ ਨਾ ਕੁਛ ਹੋ ਜਾਣਾ। ਮਤਲਬ ਇਹ ਇੱਕ ਸਾਡੇ ਇਸ ਖਿੱਤੇ ਦੇ ਲੋਕਾਂ ਦੀ ਇੱਕ ਸਾਈਕੀ ਦੇ ਵਿੱਚ ਇਹ ਚੀਜ਼ ਹੈ ਨਹੀਂ ਗੀ ਗੁਲਾਮੀ ਵਾਲੀ, ਤੇ ਉਹ ਗੁਲਾਮੀ ਨਾਲੋਂ ਮਤਲਬ ਹੋਰ ਕੁਝ ਵੀ ਪਸੰਦ ਕਰਨਗੇ ਅਗਾਂਹ ਦਾ ਸਟੈਪ ਜਿਹੜਾ। ਤੇ ਇਹ ਜਿਹੜਾ ਇੱਕ ਬੜਾ ਹੀ ਇੱਕ ਡੇਂਜਰਸ ਚੀਜ਼ ਹੈ ਜੇ ਅਗਰ ਇਸ ਪਾਸੇ ਨੂੰ ਜਿਵੇਂ ਇਹਨਾਂ ਨੇ ਮਤਲਬ ਕੀਤਾ ਹੈ। ਔਰ ਕਿਉਂਕਿ ਇਹ ਸੋਸ਼ੀਓਲੋਜੀ ਦੇ ਮਾਹਰ ਬੜੇ ਚਿਰ ਤੋਂ ਮੈਨੂੰ ਤਾਂਘ ਸੀ ਕਿ ਇਸ ਤਰ੍ਹਾਂ ਨਾਲ ਇੱਕ ਸੋਸ਼ੀਓਲੋਜੀ ਦਾ ਐਕਸਪਰਟ ਜਿਹੜਾ, ਉਹ ਜਿਹੜੀ ਸੋਸ਼ਲ ਇੰਜੀਨੀਅਰਿੰਗ ਹੈ ਸਾਡੀ, ਜਿਹੜੀ ਉਹਦੇ ਨਾਲ ਸਾਡੀ ਡੈਮੋਗ੍ਰਾਫਿਕ ਚੇਂਜ ਆ ਰਹੀ ਹੈ, ਜਿਹੜੀਆਂ ਉਹਦੇ ਪਿੱਛੇ ਜਿਹੜੀਆਂ ਇਕਨੋਮਿਕ ਪਾਲਿਸੀਜ਼ ਚੱਲ ਰਹੀਆਂ, ਸਾਡੀ ਈਵਨ ਅਕੈਡਮਿਕ ਪਾਲਿਸੀ ਦੇਖੋ ਜਿਹੜੀ ਸਾਡੀ ਖੇਤੀ ਦੇ ਵਿੱਚ। ਵੀਰ ਜੀ ਮੈਂ ਬੇਨਤੀ ਕਰੂੰਗਾ ਸਾਡੇ ਐਕਸਪਰਟ ਨੂੰ ਕਿ ਉਹ ਦੱਸਣ ਕਿ ਜਿਹੜਾ ਸਾਡਾ ਖੇਤੀ ਦਾ ਡਾਊਨਫਾਲ ਹੈ, ਜਿਵੇਂ ਸਾਡੇ ਖੇਤੀ 'ਚ ਐਕਚੁਅਲੀ ਖੇਤੀ 'ਚ ਜਿਹੜਾ ਸਾਡਾ
ਉਹਨਾਂ ਸਾਡਾ ਉਹ ਨਹੀਂ ਹੋ ਰਿਹਾ, ਕਹਿ ਲਓ ਇਹਨੂੰ ਮਾਡਰਨਾਈਜੇਸ਼ਨ, ਜਾਂ ਓਨੀ ਇਸ 'ਚ ਅਸੀਂ ਇਕਨੋਮਿਕ ਤਰੀਕੇ ਦੇ ਨਾਲ ਖੇਤੀ ਨਹੀਂ ਕਰ ਰਹੇ, ਜਾਂ ਓਨੀ ਇਸ 'ਚ ਡਾਇਵਰਸੀਫਿਕੇਸ਼ਨ ਨਹੀਂ ਕਰ ਰਹੇ। ਕੀ ਇਹਦਾ ਸਾਡੀ ਜਿਹੜੀ ਸਕੂਲ ਐਜੂਕੇਸ਼ਨ, ਕਾਲਜ ਐਜੂਕੇਸ਼ਨ ਤੇ ਜਿਹੜੀ ਯੂਨੀਵਰਸਿਟੀ ਐਜੂਕੇਸ਼ਨ ਸਿਸਟਮ ਦੇ ਵਿੱਚ ਖੇਤੀ ਪ੍ਰਤੀ ਇੱਕ ਬਿਲਕੁਲ ਜਿਹੜਾ ਉਹਨੂੰ ਪਾਸੇ ਕੀਤਾ ਹੋਇਆ, ਖੇਤੀ ਦਾ ਕੋਈ ਜ਼ਿਕਰ ਹੀ ਨਹੀਂ ਆਉਂਦਾ, ਇਹਨੂੰ ਐਜ਼ ਏ ਕਿੱਤੇ ਵਜੋਂ ਵੀ ਮਤਲਬ ਇੱਕ ਹਿਸਾਬ ਨਾਲ ਅਸੀਂ ਪਾਸੇ ਹੀ ਕੀਤਾ ਹੋਇਆ। ਕਿ ਇਹ ਵੀ ਇੱਕ ਵੱਡਾ ਫੈਕਟਰ ਨਹੀਂ ਹੈ ਕਿ ਸਾਡੇ ਖੇਤੀ ਤੋਂ ਮੂੰਹ ਮੋੜੀ ਜਾਂਦੇ ਹਾਂ ਅਸੀਂ? ਇਹ ਸਵਾਲ ਹੈ ਜੀ, ਪਲੀਜ਼ ਮੈਨੂੰ ਇਹਦੇ ਬਾਰੇ, ਕਿ ਸਾਡਾ ਐਜੂਕੇਸ਼ਨ ਸਿਸਟਮ ਦੇ ਵਿੱਚ, ਕਿਉਂਕਿ ਮੈਂ ਵੀ ਜੋ ਪੜ੍ਹਿਆ, ਹੁਣ ਤੋਂ ਹੀ ਮੈਂ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੈ, ਮਾਸਟਰਸ ਕੀਤੀ ਹੈ ਔਰ ਪੜ੍ਹਾਇਆ ਵੀ ਹੈ, ਲੇਕਿਨ ਸਕੂਲ ਟਾਈਮ ਤੋਂ ਲੈ ਕੇ ਹੁਣ ਤੱਕ ਮੈਂ ਕਿਤੇ ਨਹੀਂ ਦੇਖਿਆ ਕਿ ਖੇਤੀ ਨੂੰ ਇੱਕ ਬਹੁਤ ਵਧੀਆ ਪੇਸ਼ੇ ਦੇ ਤੌਰ ਤੇ, ਜਾਂ ਖੇਤੀ ਬਾਰੇ ਬਹੁਤ ਕੁਝ ਪੜ੍ਹਾਇਆ ਹੀ ਗਿਆ ਹੋਵੇ। ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਸਾਡਾ, ਤੇ ਸਾਨੂੰ ਖੇਤੀ ਦੇ ਨੇੜੇ ਕਿਉਂ ਨਹੀਂ ਰੱਖਿਆ ਗਿਆ? ਪਹਿਲੀ ਇੱਕ ਸਵਾਲ ਤਾਂ ਇਹ ਹੈ ਜੀ। ਹਾਂ ਪਲੀਜ਼ ਇਹਦੇ ਬਾਰੇ ਜੀ। ਹਾਂਜੀ ਜਲਦੀ ਸਰ, ਜੇ ਹੋਰ ਵੀ ਕੋਈ ਸਵਾਲ ਹੈਗਾ ਤਾਂ ਪ੍ਰੋਫੈਸਰ ਸਾਹਿਬ ਕਰ ਦਿਓ। ਦੂਜਾ ਵੀਰ ਜੀ ਇਹ ਹੈ ਕਿ ਮੈਂ ਸਮਝਦਾ ਕਿ ਜਿਸ ਹਿਸਾਬ ਨਾਲ ਡਾਕਟਰ ਸਾਹਿਬ ਨੇ ਇਹ ਮਤਲਬ ਐਡਾ ਵਧੀਆ ਸਾਨੂੰ ਇਹ ਮਤਲਬ ਇਟਸ ਵੈਰੀ ਰਿਵੀਲਿੰਗ। ਮੈਂ ਤਾਂ ਮਤਲਬ ਆਈ ਹੈਵ ਨੋ ਵਰਡਸ ਕਿ ਕਿਸ ਤਰ੍ਹਾਂ ਨਾਲ ਮੈਨੂੰ ਇਹ ਸਾਰਾ, ਮੈਂ ਇੱਕ ਵਰਡ ਇਹਨਾਂ ਦਾ ਉਵੇਂ ਸੁਣਿਆ ਤਾਂ ਨੋ ਡਾਊਟ ਕਿ ਮੈਂ ਨੋਟ ਵੀ ਕੀਤੇ ਸਾਰੇ ਪੁਆਇੰਟਸ ਪ੍ਰੋਸੈਸਿੰਗ ਦੇ, ਔਰ ਮਾਰਕਿੰਗ ਪ੍ਰੋਪਰ ਏਰੀਆ ਫॉर ਕ੍ਰੌਪ ਐਂਡ ਦੈਨ ਪ੍ਰੋਵਾਈਡਿੰਗ MSP, ਤੇ ਜਾਂ ਫਿਰ ਜਿਹੜੀ APMC ਹੈ, ਇਹ ਤਾਂ ਸਾਡੇ ਵਾਸਤੇ ਬਹੁਤ ਵੱਡੀ ਇੰਪਲੋਇਮੈਂਟ ਜਨਰੇਟ ਵੀ ਕਰ ਰਹੀ ਹੈ ਔਰ ਸਾਨੂੰ ਫੈਸਿਲਿਟੇਟ ਵੀ ਕਰ ਰਹੀ ਹੈ। ਮੈਂ ਐਜ਼ ਏ ਫਾਰਮਰ ਇਹ ਗੱਲ ਕਹਿ ਰਿਹਾ ਕਿ ਸਾਨੂੰ ਬਹੁਤ ਫੈਸਿਲਿਟੇਟ ਕਰ ਰਹੀ ਹੈ। ਉਹ ਵੱਖਰੀ ਗੱਲ ਹੈ ਕਿ ਇਹਦੇ 'ਚ ਕੁਝ ਸੁਧਾਰਾਂ ਦੀ ਲੋੜ ਹੈ, ਟੈਕਨੋਲੋਜੀ ਦੀ ਲੋੜ ਹੈ। ਹੁਣ ਹੱਥ ਦੀ ਤਲੀ ਤੇ ਧਰ ਕੇ ਕੋਈ ਆਖੇ ਕਿ ਤੇਰੀ ਨਮੀ ਘੱਟ ਹੈ, ਜਾਂ ਕਪਾਹ ਦੇ ਜਿਹੜੇ ਫੁੱਟ ਨੂੰ ਉਹ ਖਿੱਚ ਕੇ ਆਖੇ ਕਿ ਇਹਦਾ ਰੇਸ਼ਾ ਘੱਟ ਹੈ, ਤੇ ਜ਼ਿਮੀਦਾਰ ਨੂੰ ਮੰਨਣਾ ਪੈਂਦਾ ਹੈ। ਇਹਦੇ 'ਚ ਟੈਕਨੋਲੋਜੀ ਆਵੇ, ਉਹ ਮਸ਼ੀਨ ਦੱਸੇ ਸਾਨੂੰ ਪ੍ਰੋਪਰ, ਔਰ ਇੱਕੋ ਵਾਰੀ 'ਚ ਦੱਸੇ ਕਿ ਹਾਂ ਆ ਜਿਹੜਾ ਡਾਟਾ ਹੈ, ਭਾਵੇਂ ਉਸ 'ਚ 4 ਵਾਰੀ ਉਹ ਚੀਜ਼ ਪਾ ਲਓ, ਇੰਨੀ ਐਕੂਰੇਟ ਹੋਵੇ, ਉਹ ਸਾਨੂੰ ਕਲੀਅਰ ਦੱਸੇ, ਤੇ ਫਿਰ ਅਸੀਂ ਉਹਦੇ ਹਿਸਾਬ ਨਾਲ ਰੇਟ ਫਿਕਸ ਹੋਵੇ। ਸੋ ਟੈਕਨੋਲੋਜੀ। ਦੂਜੀ ਗੱਲ ਐਕਸਪੋਰਟ ਦੀ ਹੈ। ਅਸੀਂ ਕਿੰਨੂ ਵੀ ਇੱਥੇ ਲਾਉਂਦੇ ਸਾਡੇ ਏਰੀਆ 'ਚ, ਅਬੋਹਰ ਏਰੀਆ 'ਚ, ਤੇ ਮੈਂ ਇੱਕ ਵਾਰੀ ਸੁਣਿਆ ਸੀ ਕਿ ਜਿਹੜਾ ਕਿੰਨੂ ਸਾਡਾ ਬੰਗਲਾਦੇਸ਼ ਤੇ ਹੀ ਜਾਂਦਾ ਸੀ। ਇਹਨਾਂ ਦੀਆਂ ਫੋਰਨ ਪਾਲਿਸੀਆਂ ਦਾ ਹੀ ਨਹੀਂ ਪਤਾ ਲੱਗਦਾ ਵੀ ਇਹ ਜਦੋਂ ਕਿੰਨੂ ਸਾਡਾ ਜਾਣਾ ਸੀ, ਉਹਨਾਂ ਦਿਨਾਂ ਦੇ ਵਿੱਚ ਇਹ ਬੰਗਲਾਦੇਸ਼ ਨਾਲ ਰੌਲਾ ਪਾ ਕੇ ਬਹਿ ਗਏ। ਉਹ ਕਿੰਨੂ ਇੰਨਾ ਸਮਾਂ ਹੀ ਨਹੀਂ ਹੁੰਦਾ, 2 ਮਹੀਨੇ ਰੁਕ ਗਿਆ ਤਾਂ ਇਹਦੇ ਬਾਰੇ ਵੀ ਪਲੀਜ਼, ਇਹ ਵੀ ਸਾਨੂੰ ਇੰਪੈਕਟ ਕਰਦਾ। ਹਾਂਜੀ ਡਾਕਟਰ ਸੁਖਪਾਲ ਸਿੰਘ ਜੀ ਪਲੀਜ਼। ਜੀ ਬਹੁਤ ਬਹੁਤ ਧੰਨਵਾਦ ਮਹਿੰਦਰ ਸਿੰਘ ਹੋਰਾਂ ਦਾ ਤੇ ਪ੍ਰੋਫੈਸਰ ਮਨਿੰਦਰ ਸਿੰਘ ਹੋਰਾਂ ਦਾ, ਤੇ ਜਿਨ੍ਹਾਂ ਨੇ ਸੱਚਮੁੱਚ ਬਹੁਤ ਵਧੀਆ ਸਵਾਲ ਹੈ ਜਿਹੜੇ। ਪਹਿਲਾ ਸੀਗਾ ਇੰਪਲਾਇਮੈਂਟ ਬਾਰੇ, ਚਲੋ ਉਹਨਾਂ ਨੇ ਤਾਂ ਸੈਲਫ ਐਕਸਪਲੇਨੇਟ ਕਰਤਾ ਸੀਗਾ ਕਿ ਇੰਪਲਾਇਮੈਂਟ ਦੀ ਸਾਨੂੰ ਬਹੁਤ ਲੋੜ ਹੈ, ਤੇ ਇਸ ਨਵੇਂ ਸਿਸਟਮ ਦੇ ਵਿੱਚ ਜਿੰਨੀ ਕੁ ਇੰਪਲਾਇਮੈਂਟ ਮਿਲੀ ਹੈ ਉਹ ਵੀ ਸਾਡੇ ਕੋਲੋਂ ਜਾਊਗੀ। ਦੂਜੇ ਜਿਹੜੇ ਸਵਾਲ ਸੀਗੇ ਉਹ ਸੀਗੇ ਕਿ ਖੇਤੀ ਦਾ ਜਿਹੜਾ ਹੁਲੀਆ, ਖੇਤੀ ਦਾ ਜਿਸ ਤਰ੍ਹਾਂ ਦਾ ਮਤਲਬ ਬਣਾਇਆ ਗਿਆ ਮਾਡਲ, ਜਿਹੜਾ ਇਹ ਕਿਵੇਂ ਮਤਲਬ ਜਿਹੜੀ ਅਸੀਂ ਸੋਸ਼ੀਓ ਇਕਨੋਮਿਕ ਅਸੀਂ ਕਿਵੇਂ ਸਾਡੀ ਜਿਹੜੀ ਹਾਂ ਠੀਕ ਹੈ ਜੀ, ਕਿਵੇਂ ਸਾਡੀ ਜਿਹੜੀ ਸੋਸ਼ੀਓ ਇਕਨੋਮਿਕ ਜਿਹੜੀਆਂ ਕੰਡੀਸ਼ਨਸ ਨੇ ਸਾਡੀਆਂ ਖੇਤੀ ਦੀਆਂ ਜਾਂ ਖੇਤੀ ਕਰਨ ਵਾਲਿਆਂ ਦੀਆਂ, ਉਹ ਕਿਵੇਂ ਤਬਦੀਲ ਹੋਈਆਂ ਨੇ, ਤੇ ਆਉਣ ਵਾਲੇ ਸਮੇਂ 'ਚ ਸਾਨੂੰ ਜਿਹੜੀ ਸਾਨੂੰ ਪਿੱਛੇ ਪ੍ਰੋਬਲਮ ਆਈਆਂ ਇਸ ਮਾਡਲ ਤੋਂ, ਕਿ ਖੇਤੀ ਨੂੰ ਕਿਉਂ ਨਹੀਂ ਇਸ ਤਰ੍ਹਾਂ ਦੇ ਮਤਲਬ ਸਿਸਟਮ ਬਣਾਇਆ ਗਿਆ ਜਿਹਦੇ ਵਿੱਚ ਇਹ ਖੇਤੀ ਡਾਊਨ ਕਿਉਂ ਹੋਈ ਜਾਂਦੀ ਹੈ। ਤੇ ਇਹਦੇ ਵਿੱਚ ਇਹਨਾਂ ਨੇ 2 ਚੀਜ਼ਾਂ ਰੱਖੀਆਂ ਸੀ ਕਿ ਟੈਕਨੋਲੋਜੀ ਦਾ ਰੋਲ ਕੀ ਹੈ, ਜਾਂ ਇਹਨੂੰ ਐਕਸਪੋਰਟ ਮਾਰਕੀਟ ਹੈ ਜਿਹੜੀ ਸਾਡੀ ਉਸ ਤਰ੍ਹਾਂ ਡਿਵੈਲਪ ਕਿਉਂ ਨਹੀਂ ਹੋਈ। ਤਾਂ ਮੈਨੂੰ ਇਹ ਲੱਗਦਾ ਕਿ ਜਦੋਂ ਵੀ ਸੈਕੰਡ ਵਰਲਡ ਵਾਰ ਤੋਂ ਬਾਅਦ ਜਾਂ ਗ੍ਰੀਨ ਰੈਵੋਲੂਸ਼ਨ ਦਾ ਮਾਡਲ ਜਦੋਂ ਮਿਡ 60 ਦੇ ਵਿੱਚ ਆਉਂਦਾ, ਤਾਂ ਉਹਦੇ ਪੋਲੀਟੀਕਲ ਰੀਜਨ ਸੀਗੇ ਜਿੱਥੇ ਜਦੋਂ ਇਹ ਲਿਆਂਦੀ ਗਈ, ਤਾਂ ਇਹਦੇ ਵਿੱਚ ਇਹਦੀ ਲਾਈਫ ਹੀ 20-25 ਸਾਲ ਸੀਗੀ। ਮਾਡਲ ਇਸ ਤਰ੍ਹਾਂ ਦਾ ਬਣਾਇਆ ਗਿਆ ਸੀ ਕਿ ਉਹਦੇ ਪਿੱਛੇ ਇਹ ਸੀਗਾ ਕਿ ਇਹਨਾਂ ਕੰਟਰੀਆਂ ਦੇ ਵਿੱਚ ਇੱਕ ਵਾਰੀ ਪ੍ਰੋਡਕਸ਼ਨ ਨੂੰ ਵਧਾਉਣਾ, ਤੇ ਉਹਦੀ ਪੋਲੀਟੀਕਲ ਲੋੜ ਸੀ, ਕਿਉਂਕਿ ਰਾਜਨੀਤਿਕ ਜਿਹੜੀਆਂ ਹਿੱਲ ਜੁਲ ਇੰਟਰਨੈਸ਼ਨਲ ਲੈਵਲ ਤੇ ਇਸ ਤਰ੍ਹਾਂ ਦੇ ਬਣ ਚੁੱਕੇ ਸੀ ਕਿ ਲੋਕਾਂ ਨੂੰ ਜਿਹੜਾ ਹੈਗਾ ਕੁਛ ਨਾ ਕੁਛ ਖਾਣ ਨੂੰ ਦੇਣਾ ਬਹੁਤ ਜ਼ਰੂਰੀ ਸੀ। ਤੇ ਨਾਲ ਦੀ ਨਾਲ ਹੀ ਸੈਕੰਡ ਵਰਲਡ ਵਾਰ ਤੋਂ ਬਾਅਦ ਕੁਝ ਇਨਪੁੱਟ ਜਿਹੜੇ ਕੈਮੀਕਲ ਤੇ ਚੀਜ਼ਾਂ ਵੇਚਣੀਆਂ ਸੀਗੀਆਂ, ਇਹ ਮਾਡਲ ਦਾ ਇੱਕ ਹਿੱਸਾ ਸੀਗਾ ਕਿ ਕੈਮੀਕਲ ਦੀ ਇਨਪੁੱਟ ਦੀ ਇੱਕ ਮਾਰਕੀਟ ਡਿਵੈਲਪ ਕਰਨ ਤੇ ਆਊਟਪੁੱਟ ਦੇ ਵਿੱਚ ਇੱਕ ਪ੍ਰੋਡਕਸ਼ਨ ਦੇਣਾ ਲੋਕਾਂ ਨੂੰ, ਤਾਂ ਕਿ ਕੁਛ ਨਾ ਕੁਛ ਕਮਾ ਸਕਣ। ਪਰ ਹੌਲੀ ਹੌਲੀ ਕੀ ਹੋਇਆ ਕਿ ਸਾਡੀ ਜਿਹੜੀ ਇਨਪੁੱਟ ਤੇ ਆਊਟਪੁੱਟ ਮਾਰਕੀਟ ਹੈ, ਉਹਦੇ ਵਿੱਚ ਟਰਮਸ ਆਫ ਟ੍ਰੇਡ ਨੇ ਜਿਹੜੇ ਉਹ ਖੇਤੀ ਨੂੰ ਕੋਈ ਬਹੁਤਾ ਕੁਝ ਦੇ ਨਹੀਂ ਸਕੇ, ਤੇ ਉਹ ਚੀਜ਼ਾਂ ਜਿਹੜੀਆਂ ਅਸੀਂ ਇਨਪੁੱਟ ਜਿਹੜੇ ਖਰੀਦਦੇ ਸੀਗੇ
ਉਹਨਾਂ ਮਤਲਬ 3 ਚੀਜ਼ਾਂ ਨਾਲ ਪ੍ਰੋਫਿਟ ਬਣਦਾ ਹੈ। ਇੱਕ ਇਨਪੁਟ ਦੇ ਰੇਟ, ਇੱਕ ਸਾਡੀ ਪ੍ਰੋਡਕਸ਼ਨ ਜਿਹਨੂੰ ਆਊਟਪੁੱਟ ਕਹਿੰਦੇ ਆ ਉਹਦੇ ਰੇਟ, ਇੱਕ ਜਿਹੜਾ ਝਾੜ ਫਸਲਾਂ ਦਾ ਪ੍ਰੋਡਕਟਿਵਿਟੀ। ਇਹ 3 ਚੀਜ਼ਾਂ ਦੇ ਵਿੱਚ ਸ਼ੁਰੂ ਦੇ ਵਿੱਚ ਇਨਪੁਟ ਦੇ ਰੇਟ ਵੀ ਬਹੁਤ ਜ਼ਿਆਦਾ ਨਹੀਂ ਹੋਏ, ਆਊਟਪੁੱਟ ਦੇ ਰੇਟ ਸਗੋਂ ਵੱਧਦੇ ਰਹੇ ਤੇ ਪ੍ਰੋਡਕਸ਼ਨ ਵੀ ਵੱਧ ਰਿਹਾ, ਥੋੜਾ ਪ੍ਰੋਫਿਟ ਹੋ ਗਿਆ 70ਵੇਂ ਦੇ ਵਿੱਚ। 80ਵੇਂ ਦੇ ਵਿੱਚ ਜਾ ਕੇ ਕੀ ਹੋਇਆ ਕਿ ਇਨਪੁਟ ਦੇ ਰੇਟ ਤਾਂ ਉਸ ਤੋਂ ਹੀ ਵਧੀ ਗਏ ਤੇ ਝਾੜ ਉਹਨਾਂ ਨਹੀਂ ਵਧਿਆ, ਥੋੜਾ ਵਧਿਆ, ਰੇਟ ਵੱਧ ਗਿਆ ਤੇ ਉਸ ਰੇਟ ਹੈ ਜਿਹੜਾ ਮਤਲਬ ਜਿਹੜਾ ਘਟਿਆ ਪਹਿਲਾਂ ਨੂੰ। ਇਸ ਤਰ੍ਹਾਂ ਹੀ ਜਿਹੜੀ ਸਾਡੀ ਆਊਟਪੁੱਟ ਆ ਉਹਦੇ ਝਾੜ ਹੈ ਜਿਹੜੇ ਉਹਦੇ ਪ੍ਰਾਈਸ ਨੇ ਜਿਹੜੇ ਉਹ ਬਹੁਤੇ ਨਹੀਂ ਪਤਾ। 2 ਚੀਜ਼ਾਂ ਦੇ ਪ੍ਰਾਈਸ, ਇੱਕ ਇਨਪੁਟ ਦੇ ਪ੍ਰਾਈਸ, ਇੱਕ ਆਊਟਪੁੱਟ ਦੇ ਪ੍ਰਾਈਸ, ਇੱਕ ਜਿਹੜਾ ਹੈਗਾ ਵਿਚਲਾ ਸਾਡੇ ਕੋਲ ਪ੍ਰੋਡਕਟਿਵਿਟੀ। ਇਨਪੁਟ ਦੇ ਜਿਹੜੇ ਰੇਟ ਨੇ ਸਾਡੀਆਂ ਰੇਹਾਂ ਸਪਰੇਆਂ ਦੇ ਉਹ ਲਗਾਤਾਰ ਵਧਦੇ ਗਏ, ਆਊਟਪੁੱਟ ਦੇ ਰੇਟ ਉਨੇ ਨਹੀਂ ਵਧੇ, ਕਿਤੇ ਇਹ ਕਾਂਸਟੈਂਟ ਵੀ ਹੋਏ, ਪ੍ਰੋਡਕਟਿਵਿਟੀ ਵੀ ਉਨੀ ਨਹੀਂ ਵਧੀ, ਥੋੜੀ ਘੱਟ ਵਧੀ, ਕਿਤੇ ਕਾਂਸਟੈਂਟ, ਕਿਤੇ ਫਸਲ ਵੀ ਮਰਦੀ ਰਹੀ। ਇਸ ਦੇ ਵਿੱਚ ਕੀ ਹੈ ਕਿ ਪਿਛਲਾ ਦਹਾਕਾ ਹੈ ਜਿਹੜਾ ਉਧਰੋਂ WTO ਵੀ ਆ ਗਿਆ 90ਆਂ ਦੇ ਵਿੱਚ। ਤਾਂ ਇਹ ਜਿਹੜੀ ਖੇਤੀ ਹੈ ਜਿਹੜੀ ਸਾਡੀ ਉਹਨੇ ਬਸ 10 ਸਾਲ ਜਿਹੜਾ ਪ੍ਰੋਫਿਟ ਦਿੱਤਾ, 10 ਸਾਲ ਉਹ ਬਰਾਬਰ ਦਾ ਕਰਦੀ ਰਹੀ, ਉਸ ਤੋਂ ਬਾਅਦ ਇਹ ਘਾਟਾ ਦੇਣਾ ਸ਼ੁਰੂ ਕਰ ਗਈ। ਤਾਂ ਇਹਦੇ ਵਿੱਚ ਇਹ ਨਹੀਂ ਕਿ ਫਸਲ ਖੇਤ ਦੇ ਵਿੱਚ ਬਹੁਤ ਵੱਡਾ ਘਾਟਾ ਪੈਂਦਾ ਸੀ, ਇਹ ਵੀ ਕਿਹਾ ਜਾਂਦਾ ਕਿ ਠੇਕਾ ਕਿਉਂ ਵਧੀ ਜਾਂਦਾ, ਇਹ ਘਾਟਾ ਹੈ ਕਿਉਂਕਿ ਜਿਹੜੀਆਂ ਬਾਕੀ ਰਹਿਣ ਯੋਗਤਾ ਜਿਹੜੀਆਂ ਬਾਕੀ ਚੀਜ਼ਾਂ ਸੋਸ਼ਲ ਸੈਕਟਰ ਦੇ ਵਿੱਚ ਮਿਲਦੀਆਂ ਸੀ, ਭਾਵੇਂ ਐਜੂਕੇਸ਼ਨ ਹੈ, ਹੈਲਥ ਹੈ, ਘਰ ਦੀ ਬਿਜਲੀ ਦੇ ਖਰਚੇ ਨੇ, ਰਸੋਈ ਦਾ ਖਰਚਾ, ਹੋਰ ਸਾਰੇ ਖਰਚੇ ਨੇ ਜਿਹੜੇ ਡੋਮੈਸਟਿਕ ਤੇ ਫਾਰਮ ਦੇ, ਉਹ ਪਹਿਲਾਂ ਡੋਮੈਸਟਿਕ ਸਾਰੇ ਖਰਚੇ, ਸਾਰੀਆਂ ਸਰਵਿਸਿਜ਼ ਸਾਨੂੰ ਪਬਲਿਕ ਸੈਕਟਰ ਦੇ ਵਿੱਚੋਂ ਸਸਤਾ ਮਿਲਦਾ ਸੀ, 1 ਰੁਪਏ ਨਾਲ ਬੱਚਾ ਪੜ੍ਹ ਜਾਂਦਾ ਸੀਗਾ। ਤਾਂ ਹੈਲਥ ਵੀ ਸਾਡੀ ਜਿਹੜੀ ਫ੍ਰੀ ਸੀਗੀ। ਉਹ ਚੀਜ਼ਾਂ ਕਮਰਸ਼ੀਅਲਾਈਜ਼ ਹੋਣ ਕਰਕੇ ਸਾਡੇ ਹੁਣ ਕਿਸਾਨ ਕੋਲੇ ਇੰਨੇ ਪੈਸੇ ਨਹੀਂ ਰਹੇ ਕਿ ਉਹ ਆਪਣੇ ਬੱਚੇ ਨੂੰ ਪੜ੍ਹਾ ਲੇ, ਉਹ ਆਪਣੀ ਬਿਮਾਰੀ ਦਾ ਇਲਾਜ ਕਰਾ ਲੇ, ਉਹ ਆਪਣੇ ਘਰ ਦੇ ਖਰਚੇ ਜਿਹੜੇ ਇਹ ਫਾਰਮ ਦੇ ਨਾਲ ਚਲਾ ਲੇ। ਤੇ ਇਹ ਜਿਹੜੇ ਇਹਦੇ ਵਿੱਚ ਕੀ ਹੋਇਆ ਕਿ ਕਿਸਾਨੀ ਜਿਹੜੀ ਉਹ ਕਰਜ਼ੇ ਥੱਲੇ ਆ ਗਈ, ਕਿਉਂਕਿ ਜਿਹੜੀਆਂ ਇਨਪੁੱਟ ਸਾਡੇ ਕੋਲ ਆਉਣੇ ਸੀਗੇ ਜਿੱਥੋਂ, ਉਹ ਜਿੰਨੇ ਕੁ ਵੀ ਸਰਕਾਰੀ ਸੈਕਟਰ 'ਚ ਬਣਦੇ ਸੀਗੇ, ਉਹ ਭਾਵੇਂ ਸਵਰਾਜ ਟਰੈਕਟਰ HMT ਹੈ, ਉਹ ਵੀ ਸਾਰੇ ਪ੍ਰਾਈਵੇਟਾਂ 'ਚ ਬਣ ਕੇ ਆਉਣ ਲੱਗੇ। ਆਊਟਪੁੱਟ ਉੱਤੇ ਵੀ ਕੋਈ ਇਸ ਤਰ੍ਹਾਂ ਦਾ ਜਿਹੜਾ ਨਹੀਂ ਹੋਇਆ। WTO ਤੋਂ ਬਾਅਦ ਇਹ ਹੋ ਗਿਆ ਕਿ ਆਊਟਪੁੱਟ ਇੰਟਰਨੈਸ਼ਨਲ ਮਾਰਕੀਟ ਨਾਲ ਜੋੜ ਕੇ ਉਹਦੇ ਵਿੱਚ ਰੇਟ ਹੈ ਜਿਹੜੇ ਉਹ ਹੋਰ ਸਾਡੇ ਥੱਲੇ ਚਲੇ ਗਏ, ਜਿਵੇਂ ਨਰਮਾ ਕਮਰਸ਼ੀਅਲ ਕ੍ਰੌਪ ਸੀ ਉਹਦਾ ਥੱਲੇ ਗਿਆ। ਇਹ ਸਾਰੀਆਂ ਚੀਜ਼ਾਂ 'ਚ ਕੀ ਹੋਇਆ ਕਿ ਸਾਡੀ ਖੇਤੀ ਹੈ ਜਿਹੜੀ ਉਹ ਮੁਨਾਫੇ ਵਾਲੀ ਕੋਈ ਖੇਤੀ ਨਹੀਂ ਰਹੀ ਤੇ ਉਹਦੇ ਵਿੱਚ ਸਾਨੂੰ ਘਾਟਾ ਹੀ ਘਾਟਾ ਪੈਂਦਾ ਗਿਆ। ਇਸ ਕਰਕੇ ਲੋਕ ਨੇ ਜਿਹੜੇ ਕਰਜ਼ੇ ਥੱਲੇ ਵੀ ਆਏ, ਲੋਕ ਖੁਦਕੁਸ਼ੀਆਂ ਵੀ ਕਰੇ। ਤਾਂ ਟੈਕਨੋਲੋਜੀ ਦਾ ਜਿਹੜਾ ਰੋਲ ਦੀ ਗੱਲ ਕਰਦੇ, ਇਹ ਜ਼ਰੂਰ ਠੀਕ ਹੈ ਕਿ ਸਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਇਨਸਪੈਕਸ਼ਨ, ਸਾਡੇ ਕੋਲ ਕੁਆਲਿਟੀ ਕੰਟਰੋਲ, ਉਹ ਚੀਜ਼ਾਂ ਸਾਡੇ ਕੰਟਰੀ ਦੇ ਵਿੱਚ ਇਹ ਹੈ ਨਹੀਂ। ਜਿਵੇਂ WTO ਦੇ ਵਿੱਚ ਐਗਰੀਮੈਂਟ ਔਨ ਐਗਰੀਕਲਚਰ ਦੇ ਵਿੱਚ ਜਦੋਂ ਅਸੀਂ ਬਾਹਰੋਂ ਚੀਜ਼ਾਂ ਮੰਗਾਉਂਦੇ ਹਾਂ ਤਾਂ ਉਹ ਸਾਰੀਆਂ ਜਿਹੜੀਆਂ ਇੱਥੇ ਉਹਨਾਂ ਦੇ ਟੈਸਟ ਹੁੰਦੇ ਨੇ, ਉਹਨੂੰ ਸਾਰੇ ਟੈਸਟ ਜਿਹੜੇ ਉਹ WTO ਦੇ ਪੂਰੇ ਕਰਨੇ ਪੈਂਦੇ ਨੇ, ਕੁਆਲਿਟੀ ਵਾਲੇ ਪੈਰਾਮੀਟਰ ਸਾਰੇ ਦੇਖਣੇ ਪੈਂਦੇ ਨੇ। ਜਦੋਂ ਅਸੀਂ ਭੇਜਦੇ ਹਾਂ, ਮੰਗਾਉਂਦੇ ਨਹੀਂ, ਜਦੋਂ ਅਸੀਂ ਭੇਜਦੇ ਹਾਂ ਤਾਂ ਸਾਰੀਆਂ ਚੀਜ਼ਾਂ ਤੇ ਟੈਸਟ ਹੋ ਕੇ ਜਾਂਦੀਆਂ। ਪਰ ਇਹਦੇ ਉਲਟ ਇਹ ਵੀ ਆਇਆ ਕਿ ਜਦੋਂ ਇੰਡੀਆ 'ਚ ਕੋਈ ਵੀ ਚੀਜ਼ ਭੇਜੀ ਜਾਂਦੀ ਹੈ ਉਹ ਕਿਤੇ ਟੈਸਟ ਨਹੀਂ ਹੁੰਦੀ, ਉਹਨੂੰ ਕੋਈ ਟੈਸਟ ਨਹੀਂ ਕਰਦਾ। ਸਾਡਾ ਮਾਲ ਰਿਜੈਕਟ ਹੋ ਜਾਂਦਾ ਬਾਹਰ ਜਾਣ ਵੇਲੇ, ਉਧਰਲਾ ਮਾਲ ਨੂੰ ਪੁੱਛਿਆ ਵੀ ਨਹੀਂ ਜਾਂਦਾ। ਤਾਂ ਤੇ ਇੱਥੇ ਮੰਡੀਆਂ ਦੇ ਵਿੱਚ ਵੀ ਜਿਹੜੀ ਕਿ ਮੋਇਸਚਰ ਇੰਨੀ ਹੋਣੀ ਚਾਹੀਦੀ ਹੈ, ਉਹਦਾ ਵੀ ਪ੍ਰੋਪਰ ਜਿਹੜਾ ਹੈਗਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ। ਉੱਥੇ ਵੀ ਜਿਹੜੀ ਖਾਸ ਕਰਕੇ ਪੈਰੀਸ਼ੇਬਲ ਕ੍ਰੌਪਸ ਦੇ ਵਿੱਚ ਜਿਹੜੀਆਂ ਖਰਾਬ ਹੋਣੀਆਂ ਨੇ, ਸਬਜ਼ੀਆਂ ਤੇ ਫਰੂਟ, ਜਿੱਧਰ ਨੂੰ ਅਸੀਂ ਜਾਣਾ ਸੀ, ਉਹਦੇ ਵਿੱਚ ਨਾ ਤਾਂ ਕੋਈ ਪ੍ਰੋਪਰ ਜਿਹੜੀ ਪ੍ਰੋਸੈਸਿੰਗ ਹੀ ਹੋਈ, ਨਾ ਵੈਲਿਊ ਐਡੀਸ਼ਨ ਹੋਇਆ। ਉਹਦੇ ਵਿੱਚ ਸਗੋਂ ਜਿਹੜੇ ਕੁਆਲਿਟੀ ਪੈਰਾਮੀਟਰ ਨੇ ਜਿਹੜੇ ਉਹ ਵੀ ਨਹੀਂ ਲੱਗ ਸਕੇ। ਇਹ ਠੀਕ ਹੈ ਕਿ ਇੱਥੇ ਟੈਕਨੋਲੋਜੀ ਦਾ ਸਾਨੂੰ ਹੋਰ ਵਿਕਸਿਤ ਕਰ ਦੇਣਾ ਚਾਹੀਦਾ ਸਾਡੀ ਸਟੇਟ ਨੂੰ, ਪਰ ਸਟੇਟ ਨੇ ਕੀਤਾ ਨਹੀਂ। ਜਿੰਨਾ ਕੁ ਵੀ ਕੀਤਾ ਉਹ ਪ੍ਰਾਈਵੇਟ ਸੈਕਟਰ ਦੀ ਛੱਡਤਾ। ਉਹਦੇ ਵਿੱਚ ਫਿਰ ਵੀ ਜਿਹੜੇ ਮੁਨਾਫੇ ਨੇ ਉਹ ਲੋਕਾਂ ਕੋਲੇ ਨਹੀਂ ਗਏ ਤੇ ਇਸੇ ਕਰਕੇ ਸਾਡੀ ਬਹੁਤੀ ਸਾਰੀ ਐਕਸਪੋਰਟ ਹੈ ਜਿਹੜੀ ਉਹ ਨਹੀਂ ਹੋ ਸਕੀ। ਸਾਨੂੰ ਅੱਜ ਲੋੜ ਹੈ ਕਿ ਸਾਡਾ ਜਿਹੜਾ ਪ੍ਰੋਡਕਸ਼ਨ ਹੈ, ਮਤਲਬ ਉਹ ਇੱਕ ਮਿਆਰੀ ਪ੍ਰੋਡਕਸ਼ਨ ਹੋਵੇ। ਉਹ ਪਹਿਲਾਂ ਹੋਮ ਕੰਜ਼ੰਪਸ਼ਨ ਵੀ ਇੰਡੀਆ ਦੀ ਬਹੁਤ ਵੱਡੀ ਹੈ, ਸਾਡੀ ਆਪਣੀ ਮੰਡੀ ਬਥੇਰੀ ਹੈ, ਇੱਥੇ ਅਸੀਂ ਬਥੇਰਾ ਕੋਈ ਵੇਚ ਸਕਦੇ ਹਾਂ। ਇੱਥੇ ਲੋਕਾਂ ਦੀ ਹਾਲੇ ਬਹੁਤ ਸਾਰੀ ਡਿਮਾਂਡ ਹੈ, ਲੋਕਾਂ ਨੂੰ ਕੰਮ ਦਿਓ, ਲੋਕਾਂ ਕੋਲੇ ਖਾਣ ਨੂੰ ਕੁਝ ਨਹੀਂ ਹੈਗਾ, ਲੋਕਾਂ ਕੋਲੇ ਸਬਜ਼ੀ ਬਣਾਉਣ ਨੂੰ। ਤਾਂ ਇਹ ਸਾਰੀਆਂ ਚੀਜ਼ਾਂ ਹਾਂਜੀ ਡਾਕਟਰ ਸਾਹਿਬ, 4-5 ਕੁਐਸਚਨ ਹੋਰ ਨੇ ਜੀ। ਹਾਂਜੀ, ਹੋਰ ਵੀ ਨੇ 4-5 ਕੁਐਸਚਨ। ਹਾਂਜੀ, ਮੈਂ ਕਿਹਾ ਨਾਲ ਲੱਗਦਾ ਆਪਾਂ ਸ਼ਾਰਟ ਦੇ ਵਿੱਚ ਪਲੀਜ਼ ਮਾਫੀ ਮੰਗ ਕੇ ਮੈਂ ਗੱਲ ਕਰਨੀ ਚਾਹੁੰਦਾ। ਹਾਂਜੀ, ਜਸਪਾਲ ਸਿੰਘ ਪਿੰਕੀ ਜੀ ਨੇ ਸਾਡੇ ਲੁਧਿਆਣਾ ਤੋਂ, ਕਿਰਪਾ ਕਰਕੇ ਮੈਂ ਉਹਨਾਂ ਦਾ ਮਾਈਕ ਔਨ ਕਰ ਰਿਹਾ। ਸਰਦਾਰ ਜਸਪਾਲ ਸਿੰਘ ਪਿੰਕੀ ਬੈਂਕਰ ਨੇ। ਹਾਂਜੀ, ਇਹਨਾਂ ਦਾ ਮਾਈਕ ਔਨ ਹੋ ਗਿਆ ਜੀ। ਕਿਰਪਾ ਕਰਕੇ ਸਵਾਲ ਜੇ ਕੋਈ ਹੈਗਾ ਜਸਪਾਲ ਸਿੰਘ ਜੀ ਤੇ ਤੁਸੀਂ ਪੁੱਛ ਸਕਦੇ ਹੋ। ਠੀਕ ਹੈ ਜੀ, ਸਾਡੇ ਬਾਹਰ ਬੈਠੇ ਨੇ। ਹਾਂਜੀ, ਬਹੁਤ ਥੋੜੇ ਸਮੇਂ ਦੇ ਵਿੱਚ। ਕਿਰਪਾ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਤੁਹਾਡਾ ਬਹੁਤ ਅੱਛਾ ਇਨ ਡੈਪਥ ਸੀ। ਮੈਂ ਤੁਹਾਡੇ ਇੱਕ ਪੁਆਇੰਟ ਨੂੰ, ਮੈਨੂੰ ਸਭ ਤੋਂ ਅੱਛੇ ਜਿਵੇਂ ਡਾਕਟਰ ਮਨਿੰਦਰ ਸਿੰਘ ਜੀ ਨੇ ਕਿਹਾ
ਕਿ ਤੁਸੀਂ ਸੋਸ਼ਲ ਸਟਰਕਚਰ ਨੂੰ ਬਹੁਤ ਹਾਈਲਾਈਟ ਕੀਤਾ ਹੈ। ਉਸ ਦਾ ਇੱਕ ਪ੍ਰੂਫ ਤੁਹਾਨੂੰ ਜਿਹੜਾ ਤੁਸੀਂ ਗੱਲ ਕਹੀ ਹੈ ਕਿ ਅੱਜ ਜਿੰਨਾ ਮਾਈਗ੍ਰੈਂਟ ਲੇਬਰ ਹੈ ਬਿਹਾਰ ਤੋਂ, ਉਹ ਸਾਰੇ ਉਹੀ ਹੈ ਜਿਵੇਂ ਤੁਸੀਂ ਕਿਹਾ ਜਿਨ੍ਹਾਂ ਦੀ 1 ਜਾਂ 2 ਏਕੜ ਜ਼ਮੀਨ ਹੈ। ਯੂ ਹੈਵ ਜਸਟੀਫਾਈਡ ਇਟ। ਮੇਰਾ ਇੱਕ ਕੁਐਸਚਨ ਇਹ ਹੈ ਕਿ ਮੈਂ ਤੁਹਾਨੂੰ ਇੱਕ ਡਾਟਾ ਹੋਰ ਦੇ ਰਿਹਾ ਹਾਂ ਕਿ ਜਿਹੜਾ WTO ਦੀ ਤੁਸੀਂ ਗੱਲ ਕੀਤੀ ਹੈ, ਅਮਰੀਕਾ ਨੂੰ ਜਦੋਂ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਇਸ ਸਾਲ ਉਹਨਾਂ ਨੇ $20 ਬਿਲੀਅਨ ਸਬਸਿਡੀ ਦਿੱਤੀ ਹੈ ਆਪਣੇ ਫਾਰਮਰਸ ਨੂੰ, ਦੈਟ ਮੀਨਸ 1,50,000 ਕਰੋੜ। ਅਮਰੀਕਾ ਨੇ ਇਸ ਕਰਕੇ ਜਸਟੀਫਾਈ ਕੀਤਾ ਹੈ ਕਿ ਇਟ ਅਫੈਕਟਸ ਆਵਰ ਸੋਸ਼ਲ ਇਕਨੋਮਿਕ ਇਨਵਾਇਰਨਮੈਂਟ, ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ। ਸੋ ਇਹ ਇੱਕ ਬੜਾ ਵੱਡਾ ਫੈਕਟਰ ਹੈ ਕਿ ਜਿਹੜਾ ਅਸੀਂ ਇਹ ਪੁਆਇੰਟ ਹਾਈਲਾਈਟ ਕਰਨਾ, ਉਹਨੇ WTO ਨੂੰ ਬਿਲਕੁਲ ਰਿਜੈਕਟ ਕਰ ਦਿੱਤਾ ਹੈ। ਸਿਮਿਲਰਲੀ ਯੂਰਪ ਦੇ ਵਿੱਚ ਵੀ ਉਹਨਾਂ ਨੇ WTO ਇਸ ਚੀਜ਼ ਨੂੰ ਕੰਡੀਸ਼ਨ ਐਕਸੈਪਟ ਨਹੀਂ ਕੀਤਾ, ਬਿਕਾਜ਼ ਦੇ ਸੇ ਇਟ ਅਫੈਕਟਸ ਦੇਅਰ ਜਿਹੜਾ ਦਾ ਸੋਸ਼ਲ ਫੈਬਰਿਕ ਐਜ਼ ਵੈਲ ਐਜ਼ ਸੋਸ਼ੋ ਇਕਨੋਮਿਕ ਇਨਵਾਇਰਨਮੈਂਟ। ਉਹਨਾਂ ਨੇ ਐਗਜ਼ਾਮਪਲ ਇਹ ਦਿੱਤੀ ਹੈ ਕਿ ਜਿਵੇਂ ਅਸੀਂ ਸ਼ੇਰਾਂ ਤੇ ਜਿਹੜੇ ਐਕਸਟਿੰਕਟ ਐਨੀਮਲਸ ਨੂੰ ਪ੍ਰੋਟੈਕਟ ਕਰਨ ਲਈ ਕਰੋੜਾਂ ਰੁਪਏ ਖਰਚ ਕਰਦੇ ਹਾਂ, ਤੇ ਅਸੀਂ ਆਪਣੇ ਕਿਸਾਨੀ ਨੂੰ ਕਿਉਂ ਨਾ ਕਰੀਏ। ਇਹ ਡਾਟਾ ਬੜਾ ਹਾਈਲਾਈਟ ਕਰਨਾ ਜ਼ਰੂਰੀ ਹੈ। ਦੂਜਾ ਪੁਆਇੰਟ ਜਿਹੜਾ ਮੈਂ ਚਾਹੁੰਦਾ ਉਹ ਟੱਚ ਕਰਨਾ ਚਾਹੀਦਾ ਹੈ ਕਿ ਜਿਹੜਾ ਤੁਸੀਂ ਕਹਿੰਦੇ ਨਾ ਖੜੋਤ ਆ ਗਈ ਹੈ ਐਗਰੀਕਲਚਰ ਦੇ ਵਿੱਚ, ਸਰਕਾਰ ਨੂੰ ਇਹ ਚਾਹੀਦਾ ਹੈ ਕਿ ਪ੍ਰੋਟੈਕਸ਼ਨ ਤੇ ਚਾਹੀਦੀ ਹੈ ਮੰਡੀਕਰਨ ਦੀ, ਉਹਨੂੰ ਖੜੋਤ ਨੂੰ ਦੂਰ ਕਰਨ ਲਈ 2 ਹੀ ਰਸਤੇ ਹਨ ਵਰਲਡ ਵਾਈਡ। ਉਹ ਹੈ ਟੂ ਪ੍ਰਮੋਟ ਅਲਾਈਡ ਇੰਡਸਟਰੀਜ਼ ਐਜ਼ ਵੈਲ ਐਜ਼ ਐਗਰੋ ਪ੍ਰੋਸੈਸਿੰਗ ਇੰਡਸਟਰੀ। ਜਿਹੜਾ ਸਰਕਾਰ ਦਾ ਉੱਤੇ ਮਾਨ ਜੀ ਨੇ ਬੜੀ ਵਧੀਆ ਗੱਲ ਕੀਤੀ ਹੈ। ਮੈਨੂੰ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਆਉਣ ਵਾਲੇ ਸਮੇਂ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਇਨਵੈਸਟਮੈਂਟ ਔਨ ਇਨਫਰਾਸਟਰਕਚਰ, ਰੂਰਲ ਇਨਫਰਾਸਟਰਕਚਰ ਐਜ਼ ਵੈਲ ਐਜ਼ R&D ਤੇ ਬਿਲਕੁਲ ਉੱਡ ਜਾਏਗਾ। ਤੁਸੀਂ ਜਿਹੜੀ ਉਹ ਗੱਲ ਕਹੀ ਹੈ ਨਾ ਕਿ MNCs ਆਰ ਕੰਟਰੋਲਿੰਗ ਇਨਪੁਟ ਆਊਟਪੁੱਟ, ਇਹ ਦੋਨੋਂ ਚੀਜ਼ਾਂ ਗਾਇਬ ਹੋ ਜਾਣੀ, ਉਹਨਾਂ ਨੇ ਮੋਨੋਪੋਲੀ ਕਰ ਲੈਣੀ। ਤੇ ਇਹ ਮੈਂ 2 ਚੀਜ਼ਾਂ ਦੇ ਜਵਾਬ ਮੰਗਦਾ ਹਾਂ ਕਿ ਖੜੋਤ ਨੂੰ ਦੂਰ ਕਰਨ ਲਈ ਇਹ ਸਾਨੂੰ ਹਾਈਲਾਈਟ ਕਰਨਾ ਚਾਹੀਦਾ। ਤੇ ਦੂਜਾ ਜਿਹੜੀ ਅਮਰੀਕਾ ਇੰਨੀ ਵੱਡੀ ਸਬਸਿਡੀ ਦੇ ਰਿਹਾ ਹੈ, ਉਸ ਚੀਜ਼ ਨੂੰ ਕਿਉਂ ਨਹੀਂ ਹਾਈਲਾਈਟ ਕੀਤਾ ਜਾ ਰਿਹਾ। ਹਾਂਜੀ ਡਾਕਟਰ ਸਾਹਿਬ। ਹਾਂਜੀ, ਮੈਂ ਆਪਣੇ ਬਿਲਕੁਲ ਠੀਕ ਹੈ ਕਿ ਜਿਹੜਾ WTO 'ਚ ਜਿਵੇਂ ਜਸਪਾਲ ਸਿੰਘ ਹੋਰਾਂ ਰੱਖਿਆ ਕਿ WTO ਦੇ ਵਿੱਚ ਜਿਹੜੀਆਂ ਸਬਸਿਡੀਆਂ ਨੇ ਉਹ ਮੰਨ ਲਓ ਉਹਦਾ ਪ੍ਰਵਾਹ ਨਹੀਂ ਕੀਤੀ ਜਾਂਦੀ। ਬੇਸਿਕਲੀ ਉਹਨਾਂ ਨੇ ਕੀ ਕੀਤਾ ਕਿ ਜਦੋਂ ਉਹਦੇ ਬਾਕਸ ਬਣਾਏ ਸੀ ਨਾ, ਐਂਬਰ ਬਾਕਸ, ਗ੍ਰੀਨ ਬਾਕਸ ਤੇ ਬਲੂ ਬਾਕਸ, ਉਹਦੇ ਵਿੱਚ ਹੀ ਇਹ ਇੱਕ ਪ੍ਰੋਵੀਜ਼ਨ ਛੱਡੀ ਹੋਈ ਸੀ ਇਸ ਤਰ੍ਹਾਂ ਦੀ ਕਿ ਤੁਸੀਂ ਉਹ ਸਬਸਿਡੀਆਂ ਜਿਹੜੀਆਂ ਹੈਗੀਆਂ ਨੇ ਇਸ ਤਰ੍ਹਾਂ ਦੀ ਸਬਸਿਡੀਆਂ ਨੂੰ ਤੁਸੀਂ ਦੇ ਸਕਦੇ ਹੋ। ਇਹ WTO ਡਿਵੈਲਪਡ ਕੰਟਰੀ ਨੇ ਆਪਣੇ ਹਿਸਾਬ ਦੇ ਨਾਲ ਬਣਾਇਆ ਸੀਗਾ ਕਿ ਜਿਹਦੇ ਵਿੱਚ ਤੁਸੀਂ $20 ਬਿਲੀਅਨ ਦੀ ਸਬਸਿਡੀ ਉਹ ਦਿੰਦੇ ਨੇ। ਤਾਂ ਇਹ ਸਬਸਿਡੀਆਂ ਜਿਹੜੀਆਂ ਦੇਣ ਦਾ ਜਿਹੜਾ ਸਿਸਟਮ ਬਣਾਇਆ ਸੀਗਾ ਉਹਨਾਂ ਕੰਟਰੀਆਂ ਨੇ, ਉਹ ਆਪਣੇ ਹਿਸਾਬ ਨਾਲ ਬਣਾਇਆ ਹੈ ਤੇ ਇਹ ਸਬਸਿਡੀਆਂ ਬਹੁਤ ਜ਼ਿਆਦਾ ਦਿੱਤੀਆਂ ਜਾ ਰਹੀਆਂ ਨੇ। ਵਿਕਸਿਤ ਦੇਸ਼ਾਂ ਦੇ ਵਿੱਚ ਇਹਨਾਂ ਨੇ ਜਿਹੜੀਆਂ ਸਬਸਿਡੀਆਂ ਅਸੀਂ ਦਿੰਦੇ ਹਾਂ, ਥੋੜ੍ਹੀਆਂ ਬਹੁਤੀਆਂ ਸਬਸਿਡੀ ਅਸੀਂ ਦਿੰਦੇ ਹਾਂ ਕਿ ਸਾਨੂੰ ਕੋਈ ਸਟੋਰੇਜ ਕਰਨ ਵਾਸਤੇ ਥੋੜ੍ਹਾ ਬਹੁਤਾ, ਜਿਵੇਂ ਆਪਾਂ ਹੁਣ ਇਹਨੂੰ ਵੀ ਉਹ ਸਬਸਿਡੀ ਮੰਨਦਾ ਕਿ ਤੁਸੀਂ MSP ਦੇ ਉੱਤੇ ਕਿਉਂ ਖਰੀਦੀ ਜਾਂਦੇ ਹੋ। ਇਹ ਜਿਹੜੀ ਪਾਵਰ ਦੀ ਸਬਸਿਡੀ ਹੈ, ਜਿਹੜਾ ਪਾਵਰ ਬਿੱਲ 2020 ਆਇਆ ਕਿ ਤੁਸੀਂ ਕਿਸਾਨਾਂ ਨੂੰ ਫ੍ਰੀ ਜਿਹੜੀ ਬਿਜਲੀ ਨਹੀਂ ਦੇ ਸਕਦੇ। ਹੁਣ ਇਸ ਤਰ੍ਹਾਂ ਦੀ ਜਿਹੜੀ ਨਿੱਕੀ ਮੋਟੀ ਸਬਸਿਡੀ ਸਾਡੇ ਡਿਵੈਲਪਿੰਗ ਕੰਟਰੀ ਦੇ ਰਹੇ ਸੀਗੇ, ਉਹਨਾਂ ਉੱਤੇ ਵੀ WTO ਨੇ ਬੰਦ ਕੀਤਾ ਹੋਇਆ। ਇਹ ਸਬਸਿਡੀਆਂ ਜਿਹੜੀਆਂ ਇਹ ਜਿਹੜਾ ਇੱਕੋ ਜਿਹਾ ਲੈਵਲ ਨਹੀਂ ਜਿਹਦੇ ਉੱਤੇ ਸਾਰੇ ਕੰਟਰੀ ਇੱਕੋ ਤੇ ਚੱਲਦੇ। ਹੁਣ ਡਿਵੈਲਪਡ ਕੰਟਰੀ ਆਪਣੇ ਫਾਰਮਰ ਨੂੰ ਬਹੁਤ ਸਾਰੀ ਸਬਸਿਡੀ ਦਿੰਦਾ। ਉਹ ਪੀਸ ਕਲੌਜ ਦੇ ਵਿੱਚ, ਉਹ ਸੋਸ਼ਲ ਸਿਕਿਉਰਿਟੀ ਦੇ ਚੱਕਰ 'ਚ ਉਹ ਛੋਟਾ ਫਾਰਮਰ ਕਹਿ ਕੇ ਦੇਈ ਜਾਂਦਾ, ਉਹ এনवायरमेंट ਕਹਿ ਕੇ ਦੇਈ ਜਾਂਦਾ। ਤੇ ਸਾਡੇ ਕੰਟਰੀ ਦੇ ਵਿੱਚ ਜਿੰਨੀ ਕੁ ਸਬਸਿਡੀ ਦਿੱਤੀ ਜਾਂਦੀ ਹੈ ਉਹਨੂੰ ਰੋਕਿਆ ਜਾਂਦਾ। ਦੂਜੀ ਗੱਲ ਸੀਗੀ ਕਿ ਐਗਰੋ ਪ੍ਰੋਸੈਸਿੰਗ ਦੀ ਗੱਲ, ਤਾਂ ਇਹ ਗੱਲ ਮੈਂ ਪਹਿਲਾਂ ਕਹਿ ਚੁੱਕਿਆ ਸੀ ਕਿ ਸਾਨੂੰ ਬਿਲਕੁਲ ਜਿਹੜਾ ਐਗਰੀਕਲਚਰ ਦੇ ਨਾਲ ਜਿਹੜੇ ਅਲਾਈਡ ਜਿਹੜੇ ਉਹਦਾ ਪ੍ਰੋਡਕਸ਼ਨ ਹੈ, ਅਸੀਂ ਜਦੋਂ ਡਿਵਰਸੀਫਿਕੇਸ਼ਨ ਕਰਾਂਗੇ ਤਾਂ ਫਰੂਟਸ ਐਂਡ ਵੈਜੀਟੇਬਲ ਦੇ ਵਿੱਚ ਜਾਵਾਂਗੇ। ਫਰੂਟਸ ਐਂਡ ਵੈਜੀਟੇਬਲ ਪੈਰੀਸ਼ੇਬਲ ਨੇ, ਉਹਨਾਂ ਦੀ ਐਗਰੋ ਪ੍ਰੋਸੈਸਿੰਗ, ਵੈਲਿਊ ਐਡੀਸ਼ਨ, ਉਹਨਾਂ ਦੀ ਸਾਰੀ ਪ੍ਰੋਸੈਸਿੰਗ ਪ੍ਰਾਇਮਰੀ ਵੀ ਸੈਕੰਡਰੀ ਵੀ, ਤੇ ਉਸ ਤੋਂ ਬਾਅਦ ਉਹਨਾਂ ਦੀ ਐਕਸਪੋਰਟ, ਉਹਨਾਂ ਦੀ ਡੋਮੈਸਟਿਕ ਮਾਰਕੀਟ ਦੇ ਵਿੱਚ ਪਹੁੰਚਾਉਣਾ ਉਹਨਾਂ ਨੂੰ, ਤਾਂ ਉਹਨਾਂ ਦੀ ਸ਼ੈਲਫ ਲਾਈਫ ਨੂੰ ਵਧਾਉਣਾ ਤੇ ਪਿੰਡਾਂ ਦੇ ਵਿੱਚ ਜਾ ਕੇ ਇਹ ਚੀਜ਼ਾਂ ਲਾਉਣੀਆਂ ਤਾਂ ਕਿ ਉਹ ਸ਼ਹਿਰਾਂ ਦੇ ਵਿੱਚ ਪਾਪੂਲੇਸ਼ਨ ਜ਼ਿਆਦਾ ਨਾ ਆਵੇ, ਪਿੰਡਾਂ ਨੂੰ ਇਹਨਾਂ ਵਿਕਸਿਤ ਕਰ ਦੇਣਾ ਕਿ ਉਹ ਸ਼ਹਿਰੀ ਬਣ ਜਾਣ। ਤੇ ਇਹ ਸਾਰੀਆਂ ਚੀਜ਼ਾਂ ਸਾਨੂੰ ਮਤਲਬ ਦੇਖਣੀਆਂ ਬਹੁਤ ਜ਼ਰੂਰੀ ਨੇ, ਕਿਉਂਕਿ ਜਿਹੜਾ ਮਤਲਬ ਕੰਪਨੀਆਂ ਦਾ ਜਾਂ ਕਾਰਪੋਰੇਟ ਦਾ ਇਹ ਅਟੈਕ ਹੈ ਕਿ ਲੋਕਾਂ ਨੂੰ ਖੇਤੀ ਚੋਂ ਕੱਢ ਕੇ ਅਸੀਂ ਸ਼ਹਿਰਾਂ ਦੇ ਵਿੱਚ ਲਿਆਉਣਾ। ਕਿਉਂਕਿ ਸਕਿੱਲ ਡਿਵੈਲਪਮੈਂਟ ਕਾਉਂਸਲ ਦਾ ਸੀਗਾ ਕਿ 58 ਜਿਹੜੇ ਕਰੋੜ ਆਦਮੀ ਨੇ ਜਿਹੜੇ ਸਾਡੇ, ਉਹ ਹੁਣ ਮਤਲਬ ਖੇਤੀ 'ਚ ਕੰਮ ਕਰਦੇ, ਉਹਨੂੰ ਕੱਢ ਕੇ ਤੁਸੀਂ 18 ਕਰੋੜ ਕਰੋ। ਫਿਰ ਕਹਿੰਦੇ 18 ਬਾਕੀ ਕਿੱਥੇ ਲੈ ਕੇ ਜਾਵਾਂਗੇ 40 ਨੂੰ। ਫਿਰ ਕਹਿੰਦੇ ਚਲੋ 38 ਕਰੋੜ ਕਰ ਦਿਓ, 20 ਕਰੋੜ ਖੇਤੀ ਚੋਂ ਕੱਢ ਦਿਓ।
ਉਹ ਅਰਬਨ ਏਰੀਏ ਦੇ ਵਿੱਚ ਆਉਣ, ਅਰਬਨ ਏਰੀਏ ਦੇ ਵਿੱਚ ਉਹ ਆ ਕੇ ਆਪਣਾ ਇੱਥੇ ਜਿਹੜੇ ਰਹਿਣ, ਖੇਤੀ ਚੋਂ ਬੋਝ ਨੇ, ਖੇਤੀ 'ਚ ਜਿਹੜੀ ਪ੍ਰੋਡਕਟੀਵਿਟੀ ਹੈ ਲੇਬਰ ਦੀ ਉਹ ਘੱਟ ਹੁੰਦੀ ਹੈ, ਉਹਨਾਂ ਦੀ ਡਿਵੈਲਪਮੈਂਟ ਤਾਂ ਅਸੀਂ ਇੱਥੇ ਲੈ ਕੇ ਆਵਾਂਗੇ। ਪਰ ਅਸੀਂ ਬਿਲਕੁਲ ਮੈਂ ਇਸ ਗੱਲ ਦੇ ਪੱਖ 'ਚ ਹਾਂ ਕਿ ਸਾਨੂੰ ਐਗਰੋ ਪ੍ਰੋਸੈਸਿੰਗ ਤੇ ਉੱਥੇ ਇੰਫਰਾਸਟਰਕਚਰ ਦੇਣਾ ਚਾਹੀਦਾ, ਟੈਕਨੋਲੋਜੀ ਦੇਣੀ ਚਾਹੀਦੀ ਹੈ ਤੇ ਉਹਨਾਂ ਨੂੰ ਉੱਥੇ ਰੁਜ਼ਗਾਰ ਦੇਣਾ ਬਣਦਾ ਹੈ। ਥੈਂਕ ਯੂ। ਹਾਂਜੀ, ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਤਰੀਕੇ ਦੇ ਨਾਲ ਡਾਕਟਰ ਸਾਹਿਬ ਨੇ ਜਵਾਬ ਦਿੱਤਾ। ਮੈਂ ਇੱਕ ਹੋਰ ਵੀਰ ਦਾ ਹੱਥ ਜਿਹਨਾਂ ਦਾ ਖੜਾ, ਉਹਨਾਂ ਦਾ ਮਾਈਕ ਔਨ ਕਰ ਰਿਹਾ, ਸੇਵਕ ਅਹੂਜਾ। ਹਾਂਜੀ, ਕਿਰਪਾ ਕਰਕੇ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਆਪਣਾ ਸਮੇਂ ਦੇ ਵਿੱਚ ਰਹਿੰਦੇ ਹੋਏ ਸਵਾਲ ਪੁੱਛਣ ਦੀ ਕਿਰਪਾਲਤਾ ਕਰੋ ਜੀ। ਹੈਲੋ ਹਾਂਜੀ ਹਾਂਜੀ, ਆ ਰਹੀ ਆਵਾਜ਼ ਜੀ, ਪਲੀਜ਼ ਆਪਣਾ। ਹਾਂਜੀ, ਇਹ ਜਿਹੜਾ ਹੈ ਨਾ ਫੈਡਰਲ ਸਟਰਕਚਰ ਤੇ ਬਹੁਤ ਵੱਡਾ ਅਟੈਕ ਹੈ, ਕਿਉਂਕਿ ਜਿਹੜੀ ਡਿਵੈਲਪਮੈਂਟ ਹੈ ਪਿੰਡਾਂ ਦੀ, ਜਿਹੜਾ ਸਾਡਾ ਨੋਡਲ ਮਤਲਬ ਬੇਸ ਹੈ, ਉਹਨੂੰ ਇੱਕ ਬਹੁਤ ਹੀ ਮਤਲਬ ਨਾ ਇਹ ਸਾਰਾ ਟੈਕਸ ਇਕੱਠਾ ਕਰਕੇ ਉੱਪਰ ਚਲੇ ਜਾਏਗਾ। ਤੇ ਜਿਵੇਂ ਅੱਗੇ ਆਪਾਂ ਕਹਿੰਦੇ ਆ 83% ਇੱਧਰ ਉੱਧਰ ਹੇਰਾਫੇਰੀ ਹੋ ਜਾਂਦੀ, ਹੁਣ ਤਾਂ 100% ਹੇਰਾਫੇਰੀ ਹੋ ਜਾਏਗੀ। ਇਸ ਕਰਕੇ ਇਹ ਬਹੁਤ ਹੀ ਮਾਰੂ ਸਬਜੈਕਟ ਹੈਗਾ। ਮਤਲਬ ਮੇਰਾ ਸਿਰਫ ਇੰਨਾ ਹੀ ਹੈ ਵੀ ਫੈਡਰਲ ਸਟਰਕਚਰ ਜਿਹੜਾ ਹੈ ਨਾ, ਉਹਨੂੰ ਕਹਿ ਕੇ ਅਸੀਂ ਉਸੇ ਉਲਟ ਪਾਸੇ ਜਾ ਰਹੇ ਹਾਂ। ਇਹ ਮੇਰਾ ਸਵਾਲ ਹੈ ਜੀ। ਹਾਂਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਆ? ਫੈਡਰਲ ਸਟਰਕਚਰ ਤੇ ਇਹ ਬਹੁਤ ਵੱਡਾ ਅਟੈਕ ਹੈ ਜੀ, ਕੋਈ ਸ਼ੱਕ ਨਹੀਂ ਹੈਗਾ। ਪੂਜਾ ਸਾਹਿਬ, ਤੇ ਗੱਲ ਇਹ ਹੈ ਕਿ ਇਹ ਜਿਹੜੀ ਸਾਡੀ ਸੈਂਟਰ ਸਰਕਾਰ ਹੈ, ਉਹ ਇਸ ਗੱਲ ਨੂੰ ਲੈ ਕੇ ਆਈ ਹੈ ਕਿ ਇੱਕੋ ਦੇਸ਼, ਇੱਕੋ ਮੰਡੀ, ਇੱਕੋ ਸਾਰਾ ਕੁਝ ਇੱਕ ਅਸੀਂ ਇੱਕ ਬਣਾ ਦੇਣਾ, ਇੱਕ ਰਾਸ਼ਟਰ ਬਣਾ ਦੇਣਾ। ਤੇ ਉਹਦੇ ਨਾਲ ਜਿਹੜਾ ਫੈਡਰਲਿਜ਼ਮ ਹੈ, ਜਿਹੜਾ ਸਾਰਾ ਜਿਵੇਂ ਖੇਤੀ ਹੈ ਜਿਹੜੀ, ਉਹ ਸਾਡੀ ਸਟੇਟਾਂ ਦਾ ਸਬਜੈਕਟ ਸੀਗਾ। ਖੇਤੀ ਵੀ ਸੀਗੀ ਸਟੇਟਾਂ ਦੇ ਕੋਲੇ, ਉਹ ਵੀ ਸਾਥੋਂ ਖੋਲੀ। ਤਾਂ ਇਹ ਬਿਲਕੁਲ ਜਿਹੜੇ ਕਾਨੂੰਨ ਦੀ ਜਿਹੜੀ ਇਹ ਬਣੇ ਨੇ, ਜਿਵੇਂ ਜਿਵੇਂ ਕੰਸਟੀਟਿਊਸ਼ਨ ਦੇ ਜਿਹੜੇ ਐਕਸਪਰਟ ਨੇ, ਜਦੋਂ ਇਹ ਦੱਸਦੇ ਨੇ ਕਿ ਨਾ ਤਾਂ ਇਹ ਸਟੇਟ ਲਿਸਟ ਦੇ ਵਿੱਚ, ਨਾ ਯੂਨੀਅਨ ਲਿਸਟ ਦੇ ਵਿੱਚ, ਨਾ ਹੀ ਇਹ ਕੌਨਕਰੈਂਟ ਲਿਸਟ ਦੇ ਵਿੱਚ ਕਿਤੇ ਵੀ ਇਹ ਜਦੋਂ ਅਸੀਂ ਇਹਦੀ ਟਰੂ ਸੈਂਸ ਦੇ ਵਿੱਚ ਇਹਨੂੰ ਲੱਭਦੇ ਹਾਂ, ਤਾਂ ਸਾਨੂੰ ਇਹ ਲੱਗਦਾ ਕਿ ਕਾਨੂੰਨ ਬਣਾਉਣੇ ਨਹੀਂ ਸੀ, ਮਤਲਬ ਇਹ ਸੰਵਿਧਾਨ ਦੀ ਮਰਜ਼ਾਦਾ ਦੇ ਉਲਟ ਨੇ। ਕਿਉਂਕਿ ਇੱਕ ਤਾਂ ਇਹੀ ਬਿੱਲ ਲੈ ਕੇ ਆਉਣਾ, ਪਹਿਲਾਂ ਤਾਂ ਆਰਡੀਨੈਂਸ ਦਾ ਰੂਟ ਹੀ ਗਲਤ ਹੈ, ਫਿਰ ਕਾਨੂੰਨ ਦੇ ਵਿੱਚ ਲੈ ਕੇ ਆਏ, ਫਿਰ ਉਹਨੂੰ ਬਿੱਲ ਬਣਾਉਣਾ ਵੀ ਉਹਦੇ ਤੇ ਗਲਤ ਹੈ, ਫਿਰ ਉਹਦੇ ਵਿੱਚ ਜਿਵੇਂ ਪਾਸ ਕਰਾਇਆ ਗਿਆ ਰਾਜ ਸਭਾ ਦੇ ਵਿੱਚੋਂ, ਉੱਥੇ ਬਹਿਸ ਕਰਾਈ ਤੋਂ ਬਣੀ ਕਰਾਤਾ। ਇਹ ਸਾਰੀ ਮਰਜ਼ਾਦਾ ਨੂੰ ਤੋੜਿਆ ਗਿਆ। ਦੂਜੀ ਗੱਲ ਕਿ ਸਟੇਟਾਂ ਦੇ ਕੋਲ ਹੋਰ ਕੁਝ ਨਹੀਂ, GST ਸੀਗਾ, ਉਸ ਤੋਂ ਬਾਅਦ ਉਹ ਸਾਰੇ ਟੈਕਸ ਖਤਮ ਕਰਤੇ। ਇਹ ਜੋ 4900 ਕਰੋੜ ਰੁਪਇਆ ਇਸ ਵਾਰੀ ਸਾਨੂੰ ਆਉਣਾ ਸੀ, ਉਹ ਵੀ ਖਤਮ ਹੋ ਜਾਣਾ। ਸਟੇਟਾਂ ਕੋਲ ਇਸ ਤਰ੍ਹਾਂ ਕੁਝ ਨਹੀਂ ਰਹਿਣਾ। ਤੇ ਜਦੋਂ ਸਾਡਾ ਜਿਹੜਾ ਸੰਵਿਧਾਨ ਹੈ, ਉਹਦੇ ਵਿੱਚ ਬਣਿਆ ਸੀ ਕਿ ਇਹ ਇੱਕ ਅਲੱਗ ਤਰ੍ਹਾਂ ਦਾ ਕੰਟਰੀ ਹੈ, ਜਿਹਦੇ ਵਿੱਚ ਸਾਡੇ ਕੋਆਪਰੇਟਿਵ ਫੈਡਰਲਿਜ਼ਮ ਅਸੀਂ ਇਹਨੂੰ ਕਹਿੰਦੇ ਹਾਂ, ਕਿ ਸਾਰੇ ਸਟੇਟ ਨੇ ਜਿਹੜੇ, ਉਹਨਾਂ ਦਾ ਇੱਕ ਆਪਣਾ ਕਲਚਰ ਹੈ, ਆਪਣਾ ਇੱਕ ਟ੍ਰੈਡੀਸ਼ਨ ਨੇ, ਆਪਣਾ ਇੱਕ ਕਾਰੋਬਾਰ ਹੈ, ਉਹਦੇ ਵਿੱਚ ਲੋਕ ਕੰਮ ਕਰਨਗੇ ਤੇ ਸਟੇਟਾਂ ਉਹਨੂੰ ਇਸ ਤਰ੍ਹਾਂ ਕਰਨਗੇ। ਇਹਨੂੰ ਹੋਰ ਤਕੜਾ ਕਰਨ ਦੀ ਲੋੜ ਸੀ। ਸਾਰੀਆਂ ਸਟੇਟਾਂ ਵੱਲੋਂ ਇਹਦੇ ਉੱਤੇ ਆਇਆ ਸੀ ਭਾਵੇਂ ਦੀ ਅਨੰਦਪੁਰ ਸਾਹਿਬ ਦਾ ਮਤਾ, ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਾਰੇ ਸਟੇਟ ਆਟੋਨਮੀ ਦੀ ਗੱਲ ਹੈ, ਉਹ ਵੱਧ ਦੇਣੀ ਚਾਹੀਦੀ ਸੀ। ਸਗੋਂ ਇਹ ਨਵੇਂ ਟੈਕਸ ਸਟਰਕਚਰ ਦੇ ਥਰੂ ਜਾਂ ਇਸ ਤਰ੍ਹਾਂ ਦੇ ਬਿੱਲਾਂ ਦੇ ਥਰੂ ਇਹ ਸਾਰਾ ਕੁਝ, ਹੁਣ ਪਾਵਰ ਬਿੱਲ 220 ਹੈ, ਉਹਦੇ ਥਰੂ ਵੀ ਸਾਡੇ ਕੋਲ ਸਟੇਟ ਕੋਲ ਆਮਦਨ ਦਾ ਕੋਈ ਸੋਰਸ ਹੀ ਨਹੀਂ ਬਚਣਾ। ਜਦੋਂ ਆਮਦਨ ਦਾ ਸੋਰਸ ਨਹੀਂ ਮਿਲਦਾ, ਸਟੇਟਾਂ ਦੀਆਂ ਜਿਹੜੀ ਕੋਈ ਵੀ ਆਟੋਨਮੀ ਦੇ ਉੱਤੇ, ਸਟੇਟਾਂ ਦੇ ਆਮਦਨ ਦੇ ਉੱਤੇ, ਸਟੇਟਾਂ ਦੀ ਡਿਵੈਲਪਮੈਂਟ ਉੱਤੇ, ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਕੌਣ ਬਣਾਊਗਾ ਸੜਕ, ਕੌਣ ਬਣਾਊਗਾ ਇੱਥੇ ਰੂਰਲ ਡਿਵੈਲਪਮੈਂਟ ਦੇ ਕੰਮ, ਮੰਡੀ ਬੋਰਡ ਦੇ ਪੈਸੇ ਨਾਲ ਹੁੰਦਾ ਸੀ, ਤਾਂ ਕੌਣ ਕਰੂਗਾ ਇੱਥੇ ਸਕੂਲਾਂ ਦੀ, ਜਿਹੜੇ ਜਦੋਂ ਪੈਸੇ ਨਾ ਹੋਏ ਸਰਕਾਰ ਕੋਲੇ ਆਪਣੇ ਸਕੂਲਾਂ ਨੂੰ ਚਲਾਉਣ ਲਈ, ਆਪਣੇ ਹਸਪੀਟਲਾਂ ਨੂੰ ਚਲਾਉਣ ਲਈ, ਆਪਣੀਆਂ ਸੜਕਾਂ ਬਣਾਉਣ ਲਈ, ਆਪਣੀਆਂ ਵਿਦਿਅਕ ਸੰਸਥਾਵਾਂ ਦੇ ਲਈ, ਆਪਣੇ ਯੂਨੀਵਰਸਿਟੀ ਕਾਲਜ ਸਕੂਲ ਚਲਾਉਣ ਦੇ ਲਈ ਕੁਝ ਪੈਸੇ ਹੋਣੇ ਚਾਹੀਦੇ ਸੀ। ਤੇ ਇਹ ਸਾਰਾ ਜਿਹੜਾ ਇਹ ਸਟੇਟਾਂ ਦੇ ਉੱਤੇ ਇੱਕ ਵੱਡਾ ਹਮਲਾ ਹੈ। ਦੇਖੋ GST ਦਾ ਪੈਸਾ ਹਾਲ ਤੱਕ ਸਾਨੂੰ ਮਿਲਿਆ ਨਹੀਂ ਹੈਗਾ। ਤਾਂ ਇਹ ਮੈਂ ਕਹਿੰਦਾ ਕਿ ਇਹ ਸਾਰਿਆਂ ਤੋਂ ਵੱਡਾ, ਇਸੇ ਕਰਕੇ ਸਟੇਟਾਂ ਨੇ ਜਿਹੜੀਆਂ ਉਹ ਇਸ ਗੱਲ ਉੱਤੇ ਬੋਲ ਰਹੀਆਂ, ਤੇ 19 ਤਰੀਕ ਨੂੰ ਉਹ ਆਪਣਾ ਜਿਹੜਾ ਸਟੇਟ ਦੇ ਵਿੱਚ ਇਸ ਦੇ ਮੁਤਾਬਿਕ ਮਤਲਬ ਜਿਹੜਾ ਲੈ ਕੇ ਆ ਰਹੀਆਂ ਨੇ ਬਿੱਲ, ਤਾਂ ਕਿ ਸੈਂਟਰ ਸਰਕਾਰ ਨੂੰ ਸਟੇਟਾਂ ਦੇ ਮੁੱਦਿਆਂ ਦੇ ਉੱਤੇ ਹੋਰ ਜਿਹੜਾ ਜ਼ੋਰ ਪਾਇਆ ਜਾਵੇ ਕਿ ਸਾਡੇ ਮੁੱਦੇ ਨੇ, ਸਾਡਾ ਇਹ ਵਿਸ਼ਾ ਹੈਗਾ ਖੇਤੀਬਾੜੀ। ਧੰਨਵਾਦ। ਬਹੁਤ ਸੋਹਣੇ ਡਾਕਟਰ ਸਾਹਿਬ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਜਿਹੜੀ ਗੱਲ ਕਰ ਰਹੇ ਹੋ।
ਮੇਰਾ ਇੱਕ ਮਨ ਦੇ ਵਿੱਚ ਗੱਲ ਸੀਗੀ ਭਈ ਇਹ ਜਿਹੜੇ ਤੁਹਾਡੇ ਵਿਚਾਰ ਨੇ ਬਹੁਤ ਸੋਹਣੇ ਵਿਚਾਰ ਹੈ, ਪਰ ਇਹ ਆਮ ਲੋਕਾਂ ਤੱਕ ਨਹੀਂ ਪਹੁੰਚ ਰਹੇ। ਸਾਡਾ ਵੀ ਜਿਹੜਾ ਡਾਕਟਰ ਇੰਦਰ ਸਿੰਘ ਰੂਰਲ ਇੰਦਰਜੀਤ ਸਿੰਘ ਡਿਵੈਲਪਮੈਂਟ ਡਿਪਾਰਟਮੈਂਟ ਹੈ ਉਹਨਾਂ ਵੱਲੋਂ ਜਿਹੜਾ ਇਹ ਵੈਬੀਨਾਰ ਰੱਖਿਆ ਗਿਆ, ਉਹਦਾ ਮਕਸਦ ਇਹ ਸੀ ਵੀ ਅਸੀਂ ਆਮ ਕਿਸਾਨ ਨੂੰ ਅਵੇਅਰ ਕਰੀਏ, ਆਮ ਪੰਜਾਬੀ ਨੂੰ ਅਵੇਅਰ ਕਰੀਏ। ਪਰ ਇਹਦੇ ਵਾਸਤੇ ਸਾਡੇ ਕੋਲ ਅਸੀਂ ਕੋਈ ਇਹਦੀ ਡਾਕੂਮੈਂਟੇਸ਼ਨ ਕਰ ਸਕਦੇ ਹਾਂ? ਡਾਕਟਰ ਸਾਹਿਬ ਤੁਹਾਡੇ ਜਿਹੜੇ ਵਿਚਾਰ ਨੇ ਇਹਨਾਂ ਦੀ ਤੁਸੀਂ ਕੋਈ PAU ਵੱਲੋਂ ਡਾਕੂਮੈਂਟੇਸ਼ਨ ਕਰਕੇ ਅਖਬਾਰਾਂ 'ਚ, ਜਾਂ ਉਹ ਲੋਕ ਜਿਹੜੇ ਇਸ ਵੇਲੇ ਸੜਕਾਂ ਤੇ ਬੈਠੇ ਨੇ, ਜਿਹੜੇ ਰੇਲ ਟਰੈਕ ਤੇ ਬੈਠੇ ਨੇ, ਜਿਨ੍ਹਾਂ ਕੋਲੇ ਸੇਧ ਲੈਣ ਵਾਲਾ ਜਾਂ ਸੇਧ ਦੇਣ ਵਾਲਾ ਕੋਈ ਬੰਦਾ ਨਹੀਂ ਹੈਗਾ, ਸਿਰਫ ਉਹਨਾਂ ਦੇ ਵਿਚਾਰ ਨੇ, ਉਹਨਾਂ ਨੂੰ ਜਿਹੜੇ ਲੀਡਰ ਨੇ, ਜਿਹੜੇ ਉਹਨਾਂ ਦੇ ਲੀਡਰ ਆ ਫੋਕੇ ਨੇ, ਜਾਂ ਉਹਨਾਂ ਕੋਲੇ ਲੀਡਰ ਹੈਗੇ ਆ ਉਹ ਸਾਰੇ ਗਾਇਕ ਨੇ, ਜਾਂ ਉਹਨਾਂ ਕੋਲੇ ਜਿਹੜੇ ਲੀਡਰ ਨੇ ਉਹਨਾਂ ਕੋਲੇ ਰਾਹ ਹੀ ਨਹੀਂ ਹੈਗਾ ਕੋਈ, ਉਹਨਾਂ ਨੂੰ ਰਾਹ ਦਸੰਦਾ ਕਿਵੇਂ ਬਣਾ ਸਕਦੇ ਹਾਂ ਅਸੀਂ? ਤੇ ਉਹਨਾਂ ਨੂੰ ਕੋਈ ਆਪਾਂ ਇਸ ਚੀਜ਼ ਨੂੰ ਡਾਕੂਮੈਂਟੇਸ਼ਨ ਕਰਕੇ ਉਹਨਾਂ ਤੱਕ ਕਿਸ ਤਰ੍ਹਾਂ ਪਹੁੰਚਾਈਏ, ਅਖਬਾਰਾਂ ਰਾਹੀਂ ਜਾਂ ਕੋਈ ਬ੍ਰੋਸ਼ਰ ਜਾਂ ਕੋਈ ਹੋਰ ਸੋਸ਼ਲ ਮੀਡੀਆ ਰਾਹੀਂ? ਏਦਾਂ ਦਾ ਕੋਈ ਹੋ ਸਕਦਾ ਜੀ ਕਿਸੇ ਲੈਵਲ ਤੇ? ਬਿਲਕੁਲ ਜੀ, ਇਹਦੀ ਇੱਕ ਤਾਂ ਪਹਿਲੀ ਗੱਲ ਤਾਂ ਇਹਦੀ ਲੋੜ ਬਹੁਤ ਹੈ, ਤੇ ਦੂਜੀ ਗੱਲ ਤਾਂ ਮੈਂ ਤਾਂ ਇਹ ਸਮਝਦਾ ਕਿ ਕਿਉਂ ਨਹੀਂ ਹੋ ਸਕਦਾ। ਤੇ ਇਹ ਇਸ ਤਰ੍ਹਾਂ ਦੀ ਕੋਸ਼ਿਸ਼ ਜਿਵੇਂ ਇਹ ਵੀ ਕਰ ਰਹੇ ਹਨ ਤਾਂ ਇਹ ਵੀ ਉਸ ਲੋੜ 'ਚ ਹੀ ਜਾਂ ਉਸ ਦਿਸ਼ਾ ਵੱਲ ਇੱਕ ਕਦਮ ਹੈ ਕਿ ਜਦੋਂ ਅਸੀਂ ਬਹਿ ਕੇ ਮਤਲਬ ਕੁਝ ਸੱਜਣ ਬਹਿ ਕੇ ਅਸੀਂ ਮਤਲਬ ਜਿਹੜਾ ਹੈਗਾ ਚਰਚਾ ਵਿਚਾਰ ਕਰਦੇ ਹਾਂ ਤਾਂ ਉਹ ਲੋਕਾਂ ਤੱਕ ਤਾਂ ਪਹੁੰਚਦੀ ਹੈ, ਇਹਦੀ ਲੋੜ ਹੈ। ਤੇ ਮੈਂ ਇਸ ਉੱਤੇ ਪਹਿਲਾਂ ਵੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ ਕੁਝ ਇੰਗਲਿਸ਼ ਦੇ ਵਿੱਚ ਵੀ ਆਰਟੀਕਲ ਲਿਖੇ ਸ਼ੁਰੂ 'ਚ ਜਦੋਂ ਇਹ ਆਰਡੀਨੈਂਸ ਆਏ ਸੀਗੇ, ਤੇ ਪੰਜਾਬੀ ਟ੍ਰਿਬਿਊਨ ਇੱਕ ਬਹਿਸ ਸ਼ੁਰੂ ਕੀਤੀ ਸੀ, ਉਹਦੇ ਵਿੱਚ ਉਹਨਾਂ ਮੈਨੂੰ ਵੀ ਕਿਹਾ ਸੀਗਾ, ਤੇ ਕੁਝ ਮੈਂ ਆਰਟੀਕਲ ਲਿਖ ਚੁੱਕੇ ਹਾਂ, ਕੁਝ ਥਾਵਾਂ ਤੇ ਬੋਲ ਵੀ ਚੁੱਕੇ ਹਾਂ, ਤੇ ਪਰ ਹਾਲੇ ਵੀ ਬਹੁਤ ਕੁਝ ਹੋਰ ਕਰਨ ਦੀ ਲੋੜ ਹੈ। ਤੁਹਾਡੀ ਗੱਲ ਠੀਕ ਹੈ, ਤੇ ਉਹਦੇ ਵਾਸਤੇ ਜਿਸ ਤਰ੍ਹਾਂ ਦਾ ਇਹਨੂੰ ਰਿਕਾਰਡ ਕਰਕੇ ਭੇਜਿਆ ਜਾ ਸਕਦਾ, ਕੁਝ ਚੀਜ਼ਾਂ ਲਿਖ ਕੇ ਭੇਜੀਆਂ ਜਾ ਸਕਦੀਆਂ ਨੇ, ਇੱਕ ਵਧੀਆ ਉਦਮ ਹੋਊਗਾ। ਤੇ ਮੈਨੂੰ ਲੱਗਦਾ ਇਹਦੀ ਲੋੜ ਵੀ ਹੈ ਬਹੁਤ ਜ਼ਿਆਦਾ। ਕਿਉਂਕਿ ਮੈਨੂੰ ਡਾਕਟਰ ਸਾਹਿਬ ਏਦਾਂ ਲੱਗਦਾ ਹੈ ਕਿ ਉਹਨਾਂ ਲੋਕਾਂ ਕੋਲੇ ਰਾਹ ਹੀ ਨਹੀਂ ਹੈਗਾ ਕੋਈ, ਜਿਹੜਾ ਕੋਈ ਉੱਥੇ ਗਰਮ ਖਿਆਲੀ ਨਾਰੇ ਨਾਲ ਲੱਗ ਪੈਂਦਾ ਤਾਂ ਸਾਰੇ ਨੌਜਵਾਨ ਗਰਮ ਖਿਆਲੀ ਨਾਰੇ ਨਾਲ ਲੱਗ ਪੈਂਦੇ ਆ, ਜੇ ਕੋਈ ਵੱਖਵਾਦੀ ਨਾਰੇ ਨਾਲ ਲੱਗ ਪੈਂਦਾ ਤਾਂ ਵੱਖਵਾਦੀ, ਕਿਉਂਕਿ ਕਿਸੇ ਕੋਲੇ ਪ੍ਰੋਪਰ ਜਾਣਕਾਰੀ ਨਹੀਂ ਹੈ। ਇਸ ਕਰਕੇ ਅਗਰ ਇਹ ਤੁਸੀਂ ਨਾਲ ਕਰ ਲਓ ਆਪਣੀ ਟੀਮ ਨੂੰ ਨਾਲ ਲੈ ਕੇ, ਤੇ ਸਾਡੇ ਲਈ ਸਾਰਿਆਂ ਲਈ ਪੰਜਾਬੀਆਂ ਲਈ ਬਹੁਤ ਵਧੀਆ ਰਹੇਗਾ। ਸੁਖਮੰਦਰ ਸਿੰਘ ਹੁਣੀ ਇੱਕ ਜਿਹੜੇ ਉਹ ਹੱਥ ਖੜਾ ਕਰ ਰਹੇ ਨੇ, ਕਿਰਪਾ ਕਰਕੇ ਆਪਣਾ ਮਾਈਕ ਔਨ ਕਰਕੇ ਆਪਣਾ ਸਵਾਲ ਪੁੱਛ ਲੈਣ ਜੀ। ਸਮਾਂ ਜਿਹੜਾ ਕਾਫੀ ਅੱਗੇ ਚਲਾ ਗਿਆ। ਇੱਕ ਬੇਨਤੀ ਛੋਟੀ ਜਿਹੀ ਕਰਨੀ ਵੀਰ ਜੀ। ਹਾਂਜੀ, ਮਨਿੰਦਰ ਸਿੰਘ ਬੇਨਤੀ ਕਰ ਰਿਹਾ ਜੀ। ਵੀਰ ਜੀ ਇਹ ਜਿਹੜੀ ਗਵਰਨਮੈਂਟ ਹੈ, ਜਿਹੜੀਆਂ ਸਾਰੇ ਮਤਲਬ ਦੇਸ਼ ਦੀਆਂ ਜਿਹੜੀਆਂ ਐਗਰੀਕਲਚਰ ਨਾਲ ਯੂਨੀਵਰਸਿਟੀਜ਼ ਹੈਗੀਆਂ, ਕੀ ਇਹਨੂੰ ਇਹ ਮਤਲਬ ਇਹਨਾਂ ਯੂਨੀਵਰਸਿਟੀਜ਼ ਦੇ ਐਕਸਪਰਟਸ ਦੀ ਰਾਏ ਲੈਣੀ ਜ਼ਰੂਰੀ ਨਹੀਂ ਸਮਝੀ, ਜਾਂ ਹੁਣ ਕੀ ਆਪਾਂ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਗਵਰਨਮੈਂਟ ਨੂੰ ਕੋਈ ਇਸ ਤਰ੍ਹਾਂ ਦਾ ਕਰ ਸਕਦੀਆਂ ਜੀ ਕਿ ਉਹਨੂੰ ਕਹਿਣ ਕਿ ਅਸੀਂ, ਕਿਉਂਕਿ ਤੁਹਾਡੀ ਰਾਏ ਬਹੁਤ ਮਾਇਨੇ ਰੱਖੂਗੀ ਐਗਰੀਕਲਚਰ ਯੂਨੀਵਰਸਿਟੀਜ਼ ਦੀ ਆਲ ਓਵਰ ਇੰਡੀਆ। ਹਾਂਜੀ ਡਾਕਟਰ ਸਾਹਿਬ। ਬਿਲਕੁਲ ਜੀ, ਦੇਖੋ ਜਦੋਂ ਐਕਸਪਰਟ ਕਿਸੇ ਵਿਸ਼ੇ ਉੱਤੇ ਆਪਣਾ ਰੱਖਦੇ ਨੇ ਉਹਦੇ ਨਾਲ ਬਣਦੀ ਹੈ ਗੱਲ ਕਿ ਉਹ ਜੇ ਸਾਰੀਆਂ ਯੂਨੀਵਰਸਿਟੀਆਂ ਇਹਦੇ 'ਚ ਆਪਣਾ ਇੱਕ ਮਤ ਬਣਾ ਕੇ ਉਹ ਆਪਣਾ ਦੇਣ ਤਾਂ ਇਹਦੇ ਨਾਲ ਇੱਕ ਚੀਜ਼ ਲੋਕਾਂ ਦੇ ਵਿੱਚ ਜਾਂਦੀ ਹੈ ਕਿ ਸਰਕਾਰ ਨੂੰ ਆਪਣਾ ਇਹ ਮਤਲਬ ਰੀਥਿੰਕ ਜਾਂ ਰੀਲੁੱਕ ਕਰਨ ਵਾਸਤੇ ਮਤਲਬ ਇਹ ਇੱਕ ਬੇਸ ਤਿਆਰ ਹੋਊਗਾ। ਤੇ ਇਹ ਜ਼ਰੂਰੀ ਹੈ ਕਿ ਜਿਹੜੇ ਐਕਸਪਰਟ ਨੇ ਉਹ ਆਪਣਾ ਵਿਊ ਪੁਆਇੰਟ ਦੱਸਣ, ਤੇ ਇਹਨੂੰ ਕਿਉਂਕਿ ਜਿਸ ਤਰ੍ਹਾਂ ਦੇ ਕਾਨੂੰਨ ਲਿਆਂਦੇ ਗਏ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੇ ਐਕਸਪਰਟਾਂ ਦੀ ਕੋਈ ਰਾਏ ਨਹੀਂ ਲਈ ਗਈ, ਨਾ ਹੀ ਮਤਲਬ ਜਿਹੜੇ ਕਿਸਾਨਾਂ ਦੀ, ਨਾ ਹੀ ਉਸ ਤਰ੍ਹਾਂ ਦੀਆਂ ਪੋਲੀਟੀਕਲ ਪਾਰਟੀਆਂ ਦੀ। ਅੱਜ ਲਗਭਗ ਜੇ ਤੁਸੀਂ ਰੂਲਿੰਗ ਜਿਹੜੀ ਪੋਲੀਟੀਕਲ ਪਾਰਟੀ ਹੈ ਜਿਵੇਂ BJP ਹੈ ਉਹਨੂੰ ਛੱਡ ਕੇ ਲਗਭਗ ਸਾਰੀਆਂ ਪੋਲੀਟੀਕਲ ਪਾਰਟੀਆਂ, ਵੱਡੀ ਗਿਣਤੀ ਹੈ ਜਿਹੜੀਆਂ ਹੈਗੀਆਂ ਮਤਲਬ ਜਿਹੜੇ ਲੋਕ ਨੇ, ਭਾਵੇਂ ਕੁਝ ਲੋਕ ਇਹਦੇ ਪੱਖ 'ਚ ਵੀ ਹੈਗੇ ਨੇ, ਵੱਡੀ ਗਿਣਤੀ ਜਿਹੜੇ ਇਕੋਨੋਮਿਸਟ ਜਾਂ ਸੋਸ਼ਲ ਸਾਇੰਟਿਸਟ ਨੇ ਜਾਂ ਉਸ ਤਰ੍ਹਾਂ ਦੇ ਲਗਭਗ ਸਾਰੀਆਂ, ਭਾਵੇਂ ਮਜ਼ਦੂਰਾਂ ਦੀ ਜਥੇਬੰਦੀ ਹੈ, ਭਾਵੇਂ ਕਿਸਾਨਾਂ ਦੀ ਜਥੇਬੰਦੀ ਹੈ, ਭਾਵੇਂ ਕੋਈ ਔਰਤਾਂ ਦੀ, ਭਾਵੇਂ ਤੁਸੀਂ ਜਿਵੇਂ ਕਹੇ ਮੀਡੀਆ ਵਾਲੇ ਲੋਕਾਂ ਦੀ, ਜਾਂ ਹੋਰ ਸਾਰਿਆਂ ਦੀ, ਜਾਂ ਇਸ ਤਰ੍ਹਾਂ ਦੇ ਤੁਹਾਡੇ ਵਰਗੇ ਜਿਹੜੇ ਸੱਜਣ ਇਸ ਤਰ੍ਹਾਂ ਦੇ ਕੰਮ ਕਰਨ, ਉਹ ਸਾਰੇ ਲੋਕ ਇਹ ਕਹਿੰਦੇ ਨੇ ਕਿ ਜੇ ਕਿਸਾਨੀ ਇਹ ਕਹਿੰਦੀ ਹੈ ਕਿ ਸਾਨੂੰ ਤਾਂ ਕੋਈ ਫਾਇਦਾ ਨਹੀਂ ਹੈਗਾ ਇਹਦਾ, ਉਹ ਜੇ ਕੋਈ ਵੀ ਜਿਹੜੀ ਸਰਕਾਰ ਹੈ ਸਾਨੂੰ ਇਹ ਕਹਿੰਦੀ ਹੈ ਕਿ ਧੱਕੇ ਨਾਲ ਸਾਡਾ ਫਾਇਦਾ ਕਰਦੀ ਫਿਰਦੀ ਹੈ, ਅਸੀਂ ਕਹਿੰਦੇ ਕਿ ਸਾਨੂੰ ਨਹੀਂ ਇਸ ਫਾਇਦੇ ਦੀ ਲੋੜ। ਤਾਂ ਜਦੋਂ ਮਰੀਜ਼ ਜਿਹੜਾ ਡਾਕਟਰ ਨੂੰ ਇਹ ਕਹਿੰਦਾ ਉਹ ਪੁੱਛਦਾ ਵੀ ਨਹੀਂ ਹੈਗਾ ਕਿ ਕੀ ਹੈ, ਧੱਕੇ ਨਾਲ ਦਵਾਈ ਦੇਈ ਜਾਂਦਾ।
ਤਾਂ ਇਹਦੀ ਜਿਹੜੀ ਲੋੜ ਨਹੀਂ ਹੈਗੀ ਮੇਰੇ ਹਿਸਾਬ ਨਾਲ। ਤਾਂ ਇਹਦੇ ਨਾਲ ਇੱਕ ਮਤ ਬਣ ਸਕਦਾ ਹੈ ਕਿ ਬੁੱਧੀਜੀਵੀਆਂ ਨੂੰ ਆਪਣੀ ਰਾਏ ਉਹਨਾਂ ਲੋਕਾਂ ਤੱਕ ਜਿਹੜੇ ਇਸ ਦੇ ਖਿਲਾਫ ਲੜ ਰਹੇ ਨੇ, ਜਾਂ ਉਹ ਸਰਕਾਰ ਤੱਕ ਜਿਹਨੇ ਇਹ ਕਾਨੂੰਨ ਬਣਾਏ ਨੇ ਉਹਨਾਂ ਤੱਕ ਪਹੁੰਚਾਉਣੀ ਚਾਹੀਦੀ ਹੈ। ਕਿਸੇ ਵੀ ਜਰੀਏ ਪਹੁੰਚਾ ਦੇਣ, ਲਿਖ ਕੇ, ਗੱਲਾਂ ਕਰਕੇ, ਕਿਸੇ ਮੀਟਿੰਗਾਂ ਦੇ ਵਿੱਚ ਜਾ ਕੇ, ਤੇ ਇਸ ਤਰ੍ਹਾਂ ਦੇ ਵੈਬੀਨਾਰਾਂ ਦੇ ਵਿੱਚ ਬੋਲ ਕੇ, ਤਾਂ ਇਹ ਜੋ ਵਧੀਆ ਫਰੂਟਫੁਲ ਹੋਊਗਾ ਇਹਦੀ ਲੋੜ ਹੈਗੀ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਸੋ ਮਚ। ਬਹੁਤ ਧੰਨਵਾਦ ਡਾਕਟਰ ਸਾਹਿਬ। ਕਰੋ ਜੀ ਤੁਸੀਂ ਵੀ ਥੋੜੀ ਜਿਹੀ ਕੋਸ਼ਿਸ਼, ਅਸੀਂ ਵੀ ਕਰਦੇ ਹਾਂ। ਬਹੁਤ ਧੰਨਵਾਦ। ਮੈਂ ਬੇਨਤੀ ਕਰਾਂਗਾ ਸਰਦਾਰ ਇੰਦਰਪਾਲ ਸਿੰਘ ਹੋਣਾ ਨੂੰ ਕਿਰਪਾ ਕਰਕੇ ਉਹ ਆਪਣਾ ਮਾਈਕ ਜਿਹੜਾ ਉਹ ਅਨਮਿਊਟ ਕਰਕੇ ਗੱਲ ਕਰਨ ਜੀ। ਸਮੇਂ ਦੇ ਵਿੱਚ ਰਹਿੰਦਿਆਂ 5:58 ਹੋ ਗਏ ਆ। ਵੀਰ ਜੀ ਗੱਲ ਸ਼ੁਰੂ ਕਰੋ ਜੀ। ਬਹੁਤ ਧੰਨਵਾਦ ਜੀ। ਆਵਾਜ਼ ਆ ਰਹੀ ਜੀ ਮੇਰੀ? ਬਹੁਤ ਸੋਹਣੀ ਆ ਰਹੀ ਹੈ ਜੀ। ਆਵਾਜ਼ ਆ ਰਹੀ ਹੈ ਜੀ? ਜੀ ਸਰ ਆ ਰਹੀ ਹੈ ਜੀ। ਡਾਕਟਰ ਸੁਖਪਾਲ ਸਿੰਘ ਉਹਨਾਂ ਨੇ ਤੇ ਉਸ ਤੋਂ ਬਾਅਦ ਡਾਕਟਰ ਧੀਮਾਨ ਨੇ ਬੜੇ ਵਧੀਆ ਤਰੀਕੇ ਦੇ ਨਾਲ ਸਾਰੀਆਂ ਗੱਲਾਂ ਕੀਤੀਆਂ। ਜਿਹੜੇ ਸਵਾਲ ਆਏ ਆ ਉਹਨਾਂ ਵਿੱਚ ਵੀ ਬਹੁਤ ਕਈ ਗੱਲਾਂ ਉੱਭਰ ਕੇ ਸਾਹਮਣੇ ਆਈਆਂ। ਸਭ ਤੋਂ ਜਿਹੜੀ ਵੱਡੀ ਗੱਲ ਆਈ ਸੋਸ਼ਲ ਸੈਟਅਪ ਦੀ, ਸੋਸ਼ਲ ਸਟਰਕਚਰ 1961 ਦੇ ਜਿਹੜਾ APM ਡਿਵੈਲਪ ਹੋ ਗਿਆ, ਮੰਡੀਕਰਨ ਦਾ ਡਿਵੈਲਪ ਹੋ ਗਿਆ। ਮੈਂ ਹੋਰ ਪਿੱਛੇ ਜਾਵਾਂ ਤੇ ਕੱਲ ਹੀ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ 350 ਸਾਲਾ ਮਨਾ ਕੇ ਹਟਿਆ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਮੁਜਾਰੇ ਸੀਗੇ, ਵਾਹੀਕਾਰ ਸੀਗੇ, ਉਹਨਾਂ ਨੂੰ ਜ਼ਿਮੀਂਦਾਰ ਬਣਾਇਆ ਸੀ, ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਇਹ ਸਾਨੂੰ ਮੁੜ ਕੇ ਰਿਵਰਸ ਗੇਅਰ ਦੇ ਵਿੱਚ ਲਿਆਉਣਾ ਚਾਹੁੰਦੇ ਹਾਂ ਅਸੀਂ। ਮੁੜ ਕੇ ਫਿਰ ਸਾਨੂੰ ਮੁਜਾਰੇ, ਸਾਨੂੰ ਘਸਿਆਰੇ ਬਣਾਉਣਾ ਚਾਹੁੰਦੇ ਆ। ਜਿਹੜੇ ਐਕਟ ਜੋ ਮੈਂ ਸਮਝਿਆ, ਇੱਕ ਜਿਹੜੀ ਵਾਰ-ਵਾਰ ਜਿਹੜੀ ਗੱਲ ਡਾਕਟਰ ਸਾਹਿਬ, ਮੈਂ ਇੱਕੋ ਗੱਲ ਤੁਹਾਡੇ ਨਾਲ ਜਿਹੜੀ ਉਭਾਰਨੀ ਤੁਹਾਨੂੰ ਵਾਰ-ਵਾਰ ਇੱਥੇ, ਕਿ ਵਾਰ-ਵਾਰ ਸਾਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਬਹੁਤ ਫਾਇਦੇਮੰਦ ਹੈ ਜੀ, ਇਹ ਬੜਾ ਫਾਇਦੇਮੰਦ ਹੈ। ਤਾਂ ਸਾਰਾ ਜ਼ੋਰ ਪੰਜਾਬ ਦੇ ਜਿਹੜੇ ਕਿਸਾਨ ਤੇ ਲੱਗਿਆ ਹੋਇਆ, ਕਿਉਂਕਿ ਜਿਹੜਾ ਮੰਡੀਕਰਨ ਦਾ ਜਿਹੜਾ ਐਕਟ ਹੈ, APMC ਐਕਟ 1961 ਦਾ, ਇਹ ਪੰਜਾਬ ਤੇ ਲਾਗੂ ਹੋਇਆ ਸੀ, ਤੇ 1966 ਚ ਹਰਿਆਣਾ ਬਣਿਆ ਤੇ ਉਹ ਹਰਿਆਣੇ ਤੇ ਵੀ ਲਾਗੂ ਹੋਇਆ। ਤੇ ਇਹ ਦੋ ਹੀ ਸਟੇਟ ਹੈ ਜਿੱਥੇ MSP ਦੇ ਪਰਚੇਜ਼ ਹੁੰਦੀ ਹੈ, ਜਿੱਥੇ ਮੰਡੀਕਰਨ ਦਾ ਬੜਾ ਖੂਬਸੂਰਤ ਢਾਂਚਾ ਬਣਿਆ। ਸਾਰੀ ਗੱਲ ਡਾਕਟਰ ਸਾਹਿਬ ਨੇ ਦੱਸੀ ਹੈ, ਕਿੰਨੇ ਲੋਕਾਂ ਨੂੰ ਉਹਦੇ ਤੇ ਰੁਜ਼ਗਾਰ ਮਿਲਿਆ, ਕਿੰਨੇ ਸੋਸ਼ਲ ਵਰਕ ਹੋ ਰਹੇ, ਕਿੰਨੀਆਂ ਸੜਕਾਂ ਬਣ ਰਹੀਆਂ, ਕਿੰਨਾ ਪਿੰਡਾਂ ਵਿੱਚ ਡਿਵੈਲਪਮੈਂਟ ਦਾ ਪ੍ਰੋਜੈਕਟ ਚੱਲ ਰਹੇ ਹੈ, 4-5 ਹਜ਼ਾਰ ਕਰੋੜ ਦੀ ਮੰਡੀਕਰਨ ਬੋਰਡ ਦੀ ਇਨਕਮ ਹੋ ਰਹੀ ਹੈ। ਇਹ ਸਾਰਾ ਉਹਨਾਂ ਨੇ ਵਿਸਥਾਰ ਚ ਦੱਸਿਆ। ਮੇਰਾ ਇੱਕੋ ਹੀ ਸਵਾਲ ਹੈ ਡਾਕਟਰ ਸਾਹਿਬ, ਵੀ ਕੀ ਆਰਟੀਕਲ 371 ਹੈ ਸੰਵਿਧਾਨ ਦੀ, ਜਿਹਦੇ ਤਹਿਤ ਕਈ ਬਣਾਏ ਗਏ, ਉਹ ਜਿਹੜੇ ਪਾਰਟੀਕੂਲਰ ਸਟੇਟ ਨੂੰ ਸੂਟ ਨਹੀਂ ਸੀ ਕਰਦੇ, ਪਾਰਟੀਕੂਲਰ ਸਟੇਟ ਚ ਐਗਜ਼ੈਂਪਟ ਕੀਤੇ ਗਏ। ਜਿਵੇਂ 371A ਨਾਗਾਲੈਂਡ ਚ ਕੀਤੀ ਗਈ, 371B ਹੈ ਉਹ ਗੁਜਰਾਤ ਤੇ ਮਹਾਰਾਸ਼ਟਰ, ਉਹਦੇ ਚ ਮਣੀਪੁਰ ਤੇ ਹੋਰ ਜਿਹੜੇ ਸਟੇਟ ਏਦਾਂ ਦੇ ਕਈ ਜਿਹੜੇ ਸੈਂਟਰ ਦੇ ਐਕਟਾਂ ਤੋਂ ਐਗਜ਼ੈਂਪਟ ਕਰ ਦਿੱਤਾ। ਕਿ ਜੇ ਸਮਝਦੇ ਆ ਕਿ ਬਹੁਤ ਵਧੀਆ ਐਕਟ ਹੈ, ਕਿ ਪੰਜਾਬ ਜਿਹਨਾਂ ਕੋਲ ਆਲਰੇਡੀ ਬਹੁਤ ਵਧੀਆ ਸੈਟਅਪ ਹੈ, ਇਹਨੂੰ ਤੇ ਹਰਿਆਣੇ ਨੂੰ ਐਗਜ਼ੈਂਪਟ ਕਰਕੇ, ਗੁਜਰਾਤ ਹੈ, ਮਹਾਰਾਸ਼ਟਰ ਹੈ, ਮੱਧ ਪ੍ਰਦੇਸ਼ ਹੈ, UP ਹੈ, ਜਿੱਥੇ ਬਹੁਤ ਵੱਡੀ ਲੈਂਡ ਪਈ ਹੈ, ਕਿ ਉੱਥੇ ਇਹ ਐਜ਼ ਏ ਮਾਡਲ ਇਹਨੂੰ ਐਕਟ ਨੂੰ ਲਾਗੂ ਕਰਕੇ 2 ਸਾਲ ਦੇ ਲਈ ਮਤਲਬ ਕਿ ਸਾਨੂੰ, ਜਿਵੇਂ ਗੁਜਰਾਤ ਮਾਡਲ ਦੀ ਵਾਰ-ਵਾਰ ਗੱਲ ਕੀਤੀ ਜਾਂਦੀ ਹੈ, ਕਿ ਉਹ ਇੱਕ ਪੰਜਾਬ ਨੂੰ ਇੱਕ ਮਾਡਲ ਨਹੀਂ ਪੇਸ਼ ਕਰਕੇ ਦਿੱਤਾ ਜਾ ਸਕਦਾ, ਕਿ ਜਿਹੜੇ ਅੱਜ ਅਸੀਂ ਜ਼ਿਮੀਂਦਾਰ ਸੜਕਾਂ ਤੇ ਬੈਠੇ ਆ, ਰੇਲਵੇ ਟਰੈਕਾਂ ਤੇ ਬੈਠੇ ਆ, ਕਿ ਐਕਟ ਅਸੀਂ ਨਹੀਂ ਲਾਗੂ ਹੋਣ ਦੇਣੇ। ਜੇ ਇੰਨਾ ਵਧੀਆ ਐਕਟ ਹੈ, ਉੱਥੇ ਲਾਗੂ ਕਰਕੇ ਪੰਜਾਬ ਦੇ ਜ਼ਿਮੀਂਦਾਰਾਂ ਨੂੰ, ਹਰਿਆਣੇ ਨੂੰ ਉੱਥੇ ਲਿਜਾਓ, ਉੱਥੇ ਲਿਜਾਣ ਤੋਂ ਬਾਅਦ ਇਹ ਪੰਜਾਬ ਵੀ ਮੰਗ ਕਰਨਗੇ ਕਿ ਨਹੀਂ ਜੀ ਸਾਡੇ ਵੀ ਲਾਗੂ ਕਰੋ, ਇਹ ਤਾਂ ਬਹੁਤ ਵਧੀਆ ਕੰਮ ਹੈ, ਸਾਡੇ ਵੀ ਲਾਗੂ ਕਰੋ। ਕੀ ਅਸੀਂ ਏਦਾਂ ਦੀ ਕੋਈ ਗੱਲ, ਅਸੀਂ ਜਿਹੜੀ ਜਟਕੀ ਬੋਲੀ ਹੈ ਕਿ 9 ਨਗਦ ਨਾਲ 13,000, ਬਰਡ ਇਨ ਹੈਂਡ ਇਜ਼ ਵਰਥ 2 ਇਨ ਦਾ ਬੁਸ਼। ਮੇਰੇ ਕੋਲ ਆਲਰੇਡੀ ਇੱਕ ਬਹੁਤ ਵਧੀਆ ਸਿਸਟਮ ਹੈ, ਮੈਂ ਉਹ ਸਿਸਟਮ ਨਹੀਂ ਛੱਡਣਾ ਚਾਹੁੰਦਾ, ਤੇ ਮੈਨੂੰ ਕੋਈ ਆਲਟਰਨੇਟਿਵ ਤੁਸੀਂ ਦੇਣਾ ਚਾਹੁੰਦੇ ਹੋ, ਤੇ ਆਲਟਰਨੇਟਿਵ ਪਹਿਲਾਂ ਕਿਤੇ ਹੋਰ ਪਾਸੇ ਤੇ ਤਜਰਬਾ ਕਰਕੇ ਮੈਨੂੰ ਦੇ ਦਿਓ। ਤੇ ਕੀ ਅਸੀਂ ਇਹ ਡਿਮਾਂਡ ਕੀਤੀ ਜਾ ਸਕਦੀ ਹੈ ਕਿ ਆਰਟੀਕਲ 371 ਜਿਹੜੀ ਕੰਸਟੀਟਿਊਸ਼ਨ ਹੈ, ਉਹਦੇ ਚ ਇਹਨੂੰ ਪੰਜਾਬ ਨੂੰ ਤੇ ਹਰਿਆਣੇ ਨੂੰ ਐਗਜ਼ੈਂਪਟ ਕਰ ਦਿੱਤਾ ਜਾਵੇ, APMC ਚੱਲਦਾ ਰਹੇ, ਤੇ ਉਸ ਤੋਂ ਬਾਅਦ ਸਾਰੇ ਦੇਸ਼ ਵਿੱਚ ਲਾਗੂ ਕਰਨ ਜਿਵੇਂ ਮਰਜ਼ੀ ਕਰਨਾ। ਡਾਕਟਰ ਸੁਖਪਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਜਲਦੀ ਦੇ ਵਿੱਚ? ਹਾਂਜੀ, ਬਹੁਤ ਵਧੀਆ ਸੁਝਾਅ ਹੈ ਜੀ ਸਰਦਾਰ ਇੰਦਰਪਾਲ ਸਿੰਘ ਜੀ। ਸੱਚੀ ਵਿੱਚ ਮੈਂ ਮਤਲਬ ਇਸ ਗੱਲ ਬਾਰੇ ਬੜੇ ਦਿਨਾਂ ਤੋਂ ਸੋਚ ਰਿਹਾ ਕੋਈ ਨਾ ਕੋਈ ਹੱਲ ਲੱਭੇ। ਤਾਂ ਇਹ ਗੱਲ ਠੀਕ ਹੈ ਕਿ ਪੂਰੀ ਮੰਡੀ ਪਈ ਹੈ, ਪੰਜਾਬ, ਹਰਿਆਣਾ, ਵੈਸਟਰਨ UP ਤੇ ਬਾਕੀ ਥੋੜਾ ਥਾਂ ਛੱਡ ਕੇ ਬਾਕੀ ਪੂਰੀ ਇੰਡੀਆ ਪਈ ਹੈ। ਉੱਥੇ ਇਹ APMC ਕੋਈ ਪਹਿਲਾਂ ਵਰਕ ਨਹੀਂ ਕਰਦੀ,
ਤੇ ਉੱਥੇ ਜਾ ਕੇ ਇਹ ਬਾਕੀ ਮੰਡੀ ਦੇ ਵਿੱਚ ਜਿੱਥੇ ਨਹੀਂ ਹੈਗੀ ਉੱਥੇ ਲਾਗੂ ਕਰ ਲੈਣ। ਤੇ ਜੇਕਰ ਉੱਥੇ ਜਿਹੜਾ ਹੈਗਾ ਉਹ ਲੱਗਦਾ ਕਿ ਤਾਂ ਅਸੀਂ ਆਪ ਵੀ ਮੰਗ ਕਰਾਂਗੇ ਉਹ ਸਾਡੇ ਲਾ ਦਿਓ। ਤਾਂ ਜਿੱਥੇ ਵਧੀਆ ਚੱਲ ਰਿਹਾ ਉਹਨੂੰ ਤੋੜ ਕੇ ਮਤਲਬ ਉਹਨੂੰ ਤੋੜ ਕੇ ਖਰਾਬ ਕਰਨ ਦੀ ਗੱਲ ਜਿਹੜੀ ਸਾਨੂੰ ਲੱਗਦੀ ਹੈ ਕਿ ਸੱਚਮੁੱਚ ਜੇ ਕੇਂਦਰ ਸਰਕਾਰ ਕੋਲ ਇਹ ਗੱਲ ਕੋਈ ਹੈਗੀ ਕਿ ਬਹੁਤ ਵਧੀਆ ਕਰ ਸਕਦੇ ਅਸੀਂ ਕਹਿੰਦੇ ਕਿ ਸਾਡੇ ਨਾਲ ਕਰੋ। ਉਹ ਕੁਝ ਬੰਦੇ ਜਿੱਥੇ ਉੱਥੇ ਨਹੀਂ ਚੱਲਦਾ ਉਹ ਚੁੱਪ ਨੇ ਇਸ ਗੱਲ ਉੱਥੇ ਜਾ ਕੇ ਕਰ ਲਓ, ਕਰਕੇ ਦਿਖਾ ਦਿਓ 1-2 ਸਟੇਟਾਂ ਦੇ ਵਿੱਚ, ਇੱਕ ਦੇ ਵਿੱਚ ਖੇਤੇ ਦੇ ਵਿੱਚ ਦਿਖਾ ਦਿਓ। ਕਿਉਂਕਿ ਜਿੰਨਾ ਵੀ ਹੁਣ ਤੱਕ ਬਿਹਾਰ ਦੇ ਵਿੱਚ ਲਾਗੂ ਕੀਤਾ ਤੋੜੇ ਹੀ ਹੈ, ਲਾਗੂ ਕੁਝ ਨਹੀਂ ਕੀਤਾ। ਤੋੜਨ ਵਾਲਾ ਰੈਗੂਲੇਸ਼ਨ ਖਤਮ ਹੋ ਗਈ, ਸਾਰਾ ਕੁਝ ਖਤਮ ਹੋ ਗਿਆ। ਤਾਂ ਇਹ ਇੱਕ ਵਾਜਬ ਹੈ ਕਿ ਸਾਨੂੰ 5 ਸਾਲ ਦੇ ਦਿਓ, ਸਾਨੂੰ 5 ਸਾਲ MSP ਦੇ ਦਿਓ, ਚੱਲੀ ਜਾਣ ਦਿਓ ਤੇ ਤੁਸੀਂ 5 ਸਾਲ ਚ ਕਿਤੇ ਹੋਰ ਕਰਕੇ ਦਿਖਾ ਦਿਓ। ਉਸ ਤੋਂ ਬਾਅਦ ਦੇਖ ਲਾਂਗੇ, ਅਸੀਂ ਆਪ ਹੀ ਮੰਗ ਕਰਾਂਗੇ ਸਾਡੇ ਵਧੀਆ ਚਾਲੂ ਕਰ ਦਿਓ। ਜਿਵੇਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ, ਸਟੇਟ ਗਵਰਨਮੈਂਟ ਕਰ ਸਕਦੇ, ਕੇਰਲਾ ਗਵਰਨਮੈਂਟ ਨੇ ਵੀ ਦਿੱਤੀਆਂ ਨੇ ਕੁਝ ਚੀਜ਼ਾਂ ਕਿ ਅਸੀਂ ਸਬਜ਼ੀਆਂ ਦੇ ਵਿੱਚ MSP ਦੇਵਾਂਗੇ। ਸਾਰੀਆਂ ਚੀਜ਼ਾਂ ਹੈਗੀਆਂ, ਮੈਨੂੰ ਲੱਗਦਾ ਇਹਨੂੰ ਇਸ ਤਰ੍ਹਾਂ ਦੇਖ ਲੈਣਾ ਚਾਹੀਦਾ। ਇਹ ਵਧੀਆ ਸੁਝਾਅ ਹੈ। ਬਹੁਤ ਸੋਹਣੇ ਜੀ, ਬਹੁਤ ਵਧੀਆ। ਤਾਂ ਤੁਸੀਂ ਦੇ ਸਕਦੇ ਹੋ ਜੀ ਸਲਾਹਾਂ ਅੱਗੇ। ਇੰਦਰਪਾਲ ਵੀਰ ਜੀ ਵਾਲਾ ਜਿਹੜੀ ਰਾਏ ਹੈ ਅੱਗੇ ਵੀ ਡਾਕਟਰ ਸਾਹਿਬ ਤੁਸੀਂ ਵੱਡੀਆਂ ਮੀਟਿੰਗਾਂ ਦੇ ਵਿੱਚ ਦੇ ਸਕਦੇ ਹੋ। ਸਰਦਾਰ ਗੁਰਮੀਤ ਸਿੰਘ ਜੀ, ਮੈਂਬਰ ਫਾਊਂਡਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਹਾਂਜੀ, ਉਹ ਬੜੀ ਦੇਰ ਤੋਂ ਉਹਨਾਂ ਦਾ ਵੀ ਹੈਂਡ ਰੇਜ਼ ਸੀਗਾ, ਟਰਨ ਬਾਏ ਟਰਨ ਜੀ। ਹਾਂਜੀ, 2-3 ਵੀਰ ਹੋਰ ਰਹਿੰਦੇ ਨੇ, ਕਿਰਪਾ ਕਰਕੇ ਸਰਦਾਰ ਗੁਰਮੀਤ ਸਿੰਘ ਜੀ ਬੜੇ ਸਤਿਕਾਰਯੋਗ ਵੀਰ ਸਾਡੇ, ਉਹਨਾਂ ਦਾ ਸਵਾਲ ਹੈ ਜੀ, ਕਿਰਪਾ ਕਰਕੇ ਥੋੜੇ ਸ਼ਬਦਾਂ ਦੇ ਵਿੱਚ। ਹਾਂਜੀ, ਸਰਦਾਰ ਗੁਰਮੀਤ ਸਿੰਘ ਜੀ ਮਾਈਕ ਔਨ ਕਰ ਲਓ ਜੀ, ਆਪਣਾ ਅਨਮਿਊਟ ਕਰ ਲਓ। ਹਾਂਜੀ, ਹੈਲੋ। ਹਾਂਜੀ ਹਾਂਜੀ, ਆ ਗਈ ਜੀ ਆਵਾਜ਼। ਡਾਕਟਰ ਧੀਮਾਨ ਸਾਹਿਬ ਨੂੰ ਤੇ ਡਾਕਟਰ ਸੁਖਪਾਲ ਸਿੰਘ ਨੂੰ ਵਧਾਈ ਦੇਣੀ ਸੀ। ਮੈਂ ਦੇਖੋ ਡਾਕਟਰ ਸਾਹਿਬ ਦੇ ਮੇਨ ਪ੍ਰੋਬਲਮ ਮਾਰਕੀਟਿੰਗ ਦੀ ਹੈ, ਸਟੋਰੇਜ ਦੀ ਮਾਰਕੀਟਿੰਗ, ਜੋ ਇਹਨਾਂ ਨੇ ਦੱਸਿਆ। ਔਰ ਜਿਹੜਾ ਮਾਡਲ ਡਾਕਟਰ ਸਾਹਿਬ ਨੇ ਦੱਸਿਆ, ਡਾਕਟਰ ਸੁਖਪਾਲ ਸਿੰਘ ਜੀ ਨੇ, ਇਹ ਬਿਹਾਰ ਦੇ ਵਿੱਚ ਮਾਡਲ ਫੇਲ ਹੋ ਚੁੱਕਿਆ। ਜੋ ਇਹਨਾਂ ਨੇ ਦੱਸਿਆ, ਇਹ ਬਿਹਾਰ ਦੇ ਵਿੱਚ ਮਾਡਲ ਫੇਲ ਹੋ ਚੁੱਕਿਆ ਹੈ। ਤੇ ਫਿਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ 7% ਉੱਥੇ ਜਿਹੜੀ ਹੈ ਇਨਕਮ ਡਿਕਰੀਜ਼ ਹੋਈ ਹੈ, ਔਰ ਇਸ ਨਾਲ ਜਿਹੜੇ ਪੁਰਾਣੇ ਪ੍ਰੀਵੇਲਿੰਗ ਸਿਸਟਮ ਹੈ ਉੱਤੇ 73% ਡਿਕਰੀਜ਼ ਹੋਈ ਹੈ। ਇਹਦਾ ਮਤਲਬ ਇੱਥੇ ਗੱਲ ਕਲੀਅਰ ਹੈ ਕਿ ਇਹ ਜਿਹੜਾ ਸਿਸਟਮ ਹੈ ਜਿਹੜਾ ਇਹ ਠੀਕ ਨਹੀਂ ਹੈ। ਦੂਜਾ ਡਾਕਟਰ ਸਾਹਿਬ ਜਿਹੜਾ ਇੱਕ ਦੱਸਿਓ, ਇੱਕ ਲੇਮਨ ਕੁਐਸਚਨ ਹੈ, ਜਿਹੜੇ ਇਹ ਟਰੱਕ 3-4 ਫੜੇ ਆ ਜਿਹੜੇ ਪੰਜਾਬ 'ਚ ਆਏ ਆ, ਉਹ ਟਰਾਲੇ ਫੜੇ ਆ, ਝੋਨਾ ਲੈ ਕੇ ਆਏ ਆ, ਇਹ ਜਿਹੜਾ ਅਖਬਾਰਾਂ 'ਚ ਲਿਖਿਆ ਹੈ, ਇਹ ਰੀਜ਼ਨ ਇਹੀ ਹੈ ਜਾਂ ਹੋਰ ਕੁਛ ਹੈ ਜੀ? ਵੀ ਯੂਪੀ ਤੋਂ ਜਾਂ ਬਾਹਰਲੀਆਂ ਸਟੇਟਾਂ ਤੋਂ ਇੱਥੇ ਲਿਆ ਕੇ ਮੰਡੀਆਂ 'ਚ ਅਨਲੋਡ ਕਰਨਾ, ਇਹਦੇ ਨਾਲ ਸੈਂਟਰਲ ਗਵਰਨਮੈਂਟ ਦੀ ਜਾਂ ਲੋਕਾਂ ਦੀ ਕੀ ਜਿਹੜੀ ਹੈ ਖੇਡ ਹੋ ਸਕਦੀ ਹੈ? ਦੂਜਾ ਮੇਰਾ ਕੁਐਸਚਨ ਸੀ ਡਾਕਟਰ ਸਾਹਿਬ, ਤੁਸੀਂ ਕਿਉਂਕਿ ਇਕਨੋਮਿਕਸ ਦੇ ਵੀ ਹੈਗੇ ਹੋ, ਨਾਲ ਸੋਸ਼ੀਓਲੋਜੀ ਦੇ ਵੀ ਹੈਗੇ ਹੋ, ਤੁਸੀਂ ਦੱਸਿਆ ਵੀ ਜਿਹੜਾ ਕਿਸਾਨ ਹੈ ਉਹਦੀ ਜ਼ਮੀਨ ਨਹੀਂ ਰਹੇਗੀ ਤੇ ਕਿਸਾਨ ਜਿਹੜਾ ਹੈ ਉਹ ਲੇਬਰਰ ਬਣ ਜਾਏਗਾ। ਹੁਣ ਇਹ ਪੰਜਾਬ ਦਾ ਕਿਸਾਨ ਜਿਹੜਾ ਹੈ, ਜਿਹਦੀ ਬੈਕਗਰਾਊਂਡ ਜਿਹੜੀ ਹੈ ਉਹ ਸਿੱਖ ਬੈਕਗਰਾਊਂਡ ਹੈ, ਉਹ ਲੇਬਰਰ ਬਣਨਾ ਪ੍ਰੈਫਰ ਕਰੇਗਾ ਜਾਂ ਰਿਵੋਲਟ ਕਰਨਾ ਪ੍ਰੈਫਰ ਕਰੇਗਾ? ਸੋਸ਼ਲ ਸਿਸਟਮ ਤੁਹਾਡਾ ਕੀ ਕਹਿੰਦਾ ਹੈ? ਸੋਸ਼ਲ ਸਾਇੰਸ ਕੀ ਕਹਿੰਦੀ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਜ਼ਿਮੀਂਦਾਰ ਚੰਗੀ ਰੋਟੀ ਖਾ ਰਿਹਾ ਸੀਗਾ, ਚੰਗੇ ਬੱਚੇ ਪੜ੍ਹਾ ਰਿਹਾ ਸੀਗਾ, ਉਹਦਾ ਸੋਸ਼ਲ ਸਟੇਟਸ ਸੀਗਾ, ਕੀ ਜਦੋਂ ਉਹਦਾ ਸੋਸ਼ਲ ਸਟੇਟਸ ਖੁੱਸ ਗਿਆ, ਉਹ ਮਲਟੀਨੈਸ਼ਨਲ ਦੀ ਲੇਬਰ ਦੇ ਵਿੱਚ ਆ ਗਿਆ, ਉਦੋਂ ਡਾਕਟਰ ਸਾਹਿਬ ਉਹ ਰਿਵੋਲਟ ਕਰੇਗਾ ਔਰ ਸੋਸ਼ਲ ਸਿਸਟਮ ਕਿਸ ਤਰ੍ਹਾਂ ਅਪਸੈਟ ਹੋਏਗਾ ਤੇ ਆਉਣ ਵਾਲੇ ਸਮੇਂ 'ਚ ਸੋਸ਼ਲੀ ਪੰਜਾਬ ਦਾ ਕਲਚਰ ਜਿਹੜਾ ਕੀ ਹੋਏਗਾ? ਇਹ ਮੇਰੀ ਬੇਨਤੀ ਹੈ ਜੀ। ਹਾਂਜੀ ਡਾਕਟਰ ਸਾਹਿਬ, ਆਪਾਂ ਇਹਦੇ ਨਾਲ ਹੀ ਜੇ ਇੱਕ ਤਾਂ ਕੁਐਸਚਨ ਹੋਰ ਲੈ ਲਓ, ਇਕੱਠੇ ਦੇ ਦਾਂਗੇ। ਹਾਂ, ਬਹੁਤ ਬਹੁਤ ਸੋਹਣੀ ਗੱਲ ਹੈ ਜੀ, ਬਹੁਤ ਸੋਹਣੀ, ਵਧੀਆ ਕਿਹਾ ਜੀ ਤੁਸੀਂ। ਮੈਂ ਸਰਦਾਰ ਬਲਵਿੰਦਰਪਾਲ ਸਿੰਘ ਹੁਣਾਂ ਦਾ ਮਾਈਕ ਜਿਹੜਾ ਉਹ ਨਾਲ ਔਨ ਕਰ ਦਿੱਤਾ ਜੀ। ਡਾਕਟਰ ਬਲਵਿੰਦਰਪਾਲ ਸਿੰਘ ਜੀ ਸਾਡੇ ਸਾਹਿਤਕਾਰ ਸਦਨ ਦੇ ਜਿਹੜੇ ਇੰਚਾਰਜ ਨੇ। ਡਾਕਟਰ ਬਲਵਿੰਦਰਪਾਲ ਸਿੰਘ ਜੀ ਸਾਹਿਤਕਾਰ, ਕਿਰਪਾ ਕਰਕੇ ਮਾਈਕ ਔਨ ਕਰ ਲਓ ਜੀ। ਤੇ ਵੀਰ ਜੀ ਨਾਲ ਹੀ ਸਵਾਲ ਜਿਹੜਾ ਤੁਸੀਂ ਪੁੱਛ ਲਓ। ਹੈਡ ਆਫ ਦੀ ਇਕਨੋਮਿਕਸ ਡਿਪਾਰਟਮੈਂਟ ਰਿਟਾਇਰ ਹੋਏ ਆ। ਹਾਂਜੀ ਹਾਂਜੀ, HOD ਇਕਨੋਮਿਕਸ ਡਿਪਾਰਟਮੈਂਟ। ਹਾਂਜੀ, ਡਾਕਟਰ ਬਲਵਿੰਦਰਪਾਲ ਸਿੰਘ ਜੀ ਕਿਰਪਾ ਕਰਕੇ ਮਾਈਕ ਔਨ ਕਰਕੇ ਆਪਣੀ ਗੱਲ ਕਰੋ ਜੀ। ਸਵਾਲ ਜਿਹੜਾ ਜਲਦੀ ਦੇ ਵਿੱਚ, ਟਾਈਮ ਕਾਫੀ ਅੱਗੇ ਜਾ ਰਿਹਾ। ਹਾਂਜੀ, MS2 ਡਾਕਟਰ MS2 ਇਹਨਾਂ ਦਾ ਵੀ ਮਾਈਕ ਔਨ ਹੈ, ਕਿਰਪਾ ਕਰਕੇ ਉਹ ਆਪਣਾ ਸਵਾਲ ਕਰ ਲੈਣ ਜੀ। ਹਾਂਜੀ, ਪਹਿਲੀ ਗੱਲ ਤਾਂ ਕਿ ਮੇਰਾ ਕੋਈ ਸਵਾਲ ਨਹੀਂ, ਬਹੁਤ ਆਬਜ਼ਰਵੇਸ਼ਨਸ ਹੈਗੀਆਂ ਨੇ, ਕਿਉਂਕਿ ਸ਼ਾਂਤਾ ਕੁਮਾਰ ਕਮੇਟੀ ਦੇ 2015 'ਚ ਰਿਪੋਰਟ ਆ ਗਈ ਸੀਗੀ, ਜਿਹੜੀ ਦੇ ਉੱਤੇ ਹੁਣ ਅਸੀਂ ਕਹਿ ਰਹੇ ਹਾਂ ਇਹ ਸਾਡੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ, ਇਹਨਾਂ ਦੀ ਨੀਤ ਤੇ ਨੀਤੀ ਦੋਨੇ ਜਿਹੜੀਆਂ ਨੇ ਉਹ
ਵਧੀਆ ਨਹੀਂ ਹੈ ਜਾਂ ਕਹਿ ਲਓ ਮੰਨਣਯੋਗ ਨਹੀਂ ਹੈ। ਹੁਣ ਇਹ ਰੌਲਾ ਪਾ ਰਹੇ ਨੇ। 2015 ਜਦੋਂ ਆਏ ਸੀ ਉਦੋਂ ਇਹਨਾਂ ਨੇ ਕੋਈ ਖਾਸ ਇਨਪੁਟ ਜਾਂ ਉਸ ਤਰ੍ਹਾਂ ਦੀ ਨਹੀਂ ਪਾਈ। ਦੂਜਾ, ਸਾਡੇ ਜਿਹੜੇ ਪੋਲੀਟੀਕਲ ਸਿਸਟਮ ਦੇ ਲੋਕ ਨੇ, ਪਲੱਸ ਜਿਹੜੀਆਂ ਸਾਡੀਆਂ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਕਹਿੰਦੇ ਨੇ ਆਉਣਗੇ, ਉਹ ਕੋਈ ਐਥੀਕਲ ਨਹੀਂ ਹੈ। ਉਹਨਾਂ ਦੀ ਐਥੀਕਲ ਦੇ ਉੱਤੇ ਬਹੁਤ ਵੱਡਾ ਸ਼ੱਕ ਹੈ ਕਿ ਗਵਰਨਮੈਂਟ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਭਾਅ ਵੱਧ ਦੇਣਗੇ, ਜਿੰਨਾ ਉਹਨਾਂ ਨੂੰ ਮੰਡੀ ਚੋਂ ਬਚੇਗਾ 164 ਰੁਪਏ, ਉਹ ਕਿਸਾਨਾਂ ਨੂੰ, ਮੇਰੇ ਖਿਆਲ 'ਚ ਉਹ ਕੁਛ ਵੀ ਨਹੀਂ ਕਰਨਗੇ, ਕਿਉਂਕਿ ਐਥੀਕਲੀ ਅਸੀਂ ਉਹਨਾਂ ਤੇ ਯਕੀਨ ਨਹੀਂ ਕਰ ਸਕਦੇ। ਸੋ ਮੇਰੇ ਤਾਂ ਦੋਨੇ ਹੀ ਆਬਜ਼ਰਵੇਸ਼ਨ ਨੇ ਕਿ ਸਰਕਾਰਾਂ ਦੀ ਤੇ ਇਹ ਪੋਲੀਟੀਸ਼ੀਅਨਾਂ ਦੀ ਨਾ ਨੀਤ ਸਾਫ਼ ਹੈ ਨਾ ਨੀਤੀ ਸਾਫ਼। ਸੋ ਦੋਨੇ ਗੱਲਾਂ ਤੇ ਸਾਨੂੰ ਬਹੁਤ ਸੋਚਣਾ ਚਾਹੀਦਾ। ਧੰਨਵਾਦ। ਬਹੁਤ ਸੋਹਣੇ ਜੀ। ਹਾਂ, ਪ੍ਰੋਫੈਸਰ ਬਲਵਿੰਦਰਪਾਲ ਸਿੰਘ, ਡਾਕਟਰ ਸਾਹਿਬ ਕਿਰਪਾ ਕਰਕੇ ਜਲਦੀ 'ਚ। ਹਾਂਜੀ ਹਾਂਜੀ, ਬਸ ਮੈਂ ਇੱਕੋ ਹੀ ਕੁਐਸਚਨ ਪੁੱਛਣਾ ਜੀ ਕਿ ਜੇ ਸਰਕਾਰ ਅੜੀ ਹੋਈ ਹੈ ਤੇ ਇਹ ਤਿੰਨੇ ਕਾਨੂੰਨ ਜਿਹੜੇ ਵਾਪਸ ਨਹੀਂ ਲਏਗੀ ਤੇ ਇਧਰੋਂ ਵੀ ਸੰਘਰਸ਼ ਤੋਂ ਬਾਅਦ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਕੋਈ ਜ਼ਰੂਰੀ ਗੱਲਾਂ ਜਿਹੜੀਆਂ ਤੁਸੀਂ ਲੱਭ ਕੇ ਉਹ ਜਿਹੜੀਆਂ ਨੇ ਉਹ ਕਿਸਾਨ ਜਥੇਬੰਦੀਆਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਦੇਣੀਆਂ ਚਾਹੀਦੀਆਂ ਵੀ ਇਹ ਜਿਹੜੀਆਂ ਨੇ ਮਿਨੀਮਮ ਸਾਡੇ ਕੋਲ 5-7 ਚੀਜ਼ਾਂ ਜਿਹੜੀਆਂ ਜ਼ਰੂਰ ਲਾਗੂ ਹੋ ਜਾਣ। ਉਹ ਤੁਸੀਂ 2-3 ਹੁਣ ਦੱਸ ਦਿਓ, ਬਾਕੀ ਭੇਦ ਰੱਖ ਲਓ, ਬਾਅਦ ਵਿੱਚ ਉਹਨਾਂ ਨੂੰ ਦੱਸ ਦੇਣਾ ਵੀ ਕਿਹੜੀਆਂ ਗੱਲਾਂ ਉਹ ਜ਼ਰੂਰੀ ਨੇ ਜਿਹੜੀਆਂ ਮਤਲਬ ਉਹ ਸਰਕਾਰ ਦੇ ਨਾਲ ਗੱਲਬਾਤ ਕਰਕੇ ਤੇ ਮਸਲਾ ਅੱਗੇ ਤੋਰਿਆ ਜਾ ਸਕਦਾ ਹੈ। ਹਾਂਜੀ, ਬਹੁਤ ਸੋਹਣੇ ਜੀ, ਵਧੀਆ। ਪ੍ਰੋਫੈਸਰ ਸਾਹਿਬ ਨੇ ਬੜਾ ਇਹਨਾਂ ਦਾ ਲੰਬਾ ਚੌੜਾ ਤਜਰਬਾ ਹੈ ਜੀ। ਤੇ ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ ਪੇ ਆਪਾਂ ਜਿਹੜੇ ਦੇ ਦਈਏ ਜੀ ਜਵਾਬ ਇਹਨਾਂ ਦੇ। ਕੁਲਵੰਤ ਸਿੰਘ ਹੁਣਾਂ ਦਾ ਵੀ ਇੱਕ ਮਾਈਕ ਅਨਮਿਊਟ ਕਰ ਦਿੱਤਾ ਜੀ। ਕੁਲਵੰਤ ਸਿੰਘ ਹੁਣਾਂ ਨੇ ਸਵਾਲ ਪੁੱਛਣਾ, ਉਹ ਵੀ ਨਾਲ ਹੋ ਜਾਵੇ ਜੀ। ਹਾਂਜੀ ਸਰਦਾਰ ਕੁਲਵੰਤ ਸਿੰਘ ਜੀ। ਹਾਂਜੀ ਹਾਂਜੀ, ਕੁਲਵੰਤ ਸਿੰਘ ਜੀ ਕਿਰਪਾ ਕਰਕੇ ਜੇ ਕੋਈ ਸਵਾਲ ਪੁੱਛਣਾ ਤਾਂ ਪੁੱਛ ਲਈਏ ਜੀ, ਨਹੀਂ ਤਾਂ ਫਿਰ ਆਪਾਂ ਡਾਕਟਰ ਸਾਹਿਬ ਨਾਲ ਕਰਕੇ ਗੱਲ ਫਾਈਨਲ ਕਰੀਏ ਜੀ। ਇੱਕ ਸੁਖਮੰਦਰ ਸਿੰਘ ਹੁਣਾਂ ਦਾ ਹੱਥ ਖੜਾ ਹੋ ਰਿਹਾ ਸੀ ਬਾਰ-ਬਾਰ ਵੀਡੀਓ ਦੇ ਵਿੱਚ, ਮੇਰਾ ਖਿਆਲ ਚਲੇ ਗਏ ਨੇ। ਹਾਂਜੀ, ਮੇਰਾ ਖਿਆਲ ਨਹੀਂ ਕੁਲਵੰਤ ਸਿੰਘ ਹੁਣਾਂ ਦਾ ਮਾਈਕ ਔਨ ਹੈ, ਪਰ ਹਾਂਜੀ ਡਾਕਟਰ ਸਾਹਿਬ ਕਿਰਪਾ ਕਰਕੇ ਪਲੀਜ਼ ਤੁਸੀਂ ਦਿਓ ਜੀ ਜਵਾਬ। ਤੇ ਆਪਾਂ ਫਿਰ ਡਾਕਟਰ ਸੁਖਪਾਲ ਸਿੰਘ ਜੀ। ਜੀ ਆਪਣਾ ਹਾਂਜੀ, ਥੈਂਕ ਯੂ ਵੈਰੀ ਮਚ ਫॉर रेजिंग वेरी गुड क्वेश्चन। ਸੋ ਪਹਿਲੀ ਗੱਲ ਤੂਰ ਸਾਹਿਬ ਦਾ ਮੈਂ ਧੰਨਵਾਦੀ ਹਾਂ ਕਿ ਉਹਨਾਂ ਨੇ ਤਾਂ ਕੋਈ ਕੁਐਸਚਨ ਨਹੀਂ ਸਗੋਂ ਕੁਛ ਮਤਲਬ ਆਬਜ਼ਰਵੇਸ਼ਨ ਹੈ ਕਿ ਸਾਡੀ ਨੀਤ ਤੇ ਨੀਤੀ 'ਚ ਫਰਕ ਹੈਗਾ ਤੇ ਅਸਲ 'ਚ ਹੋਰ ਮਤਲਬ ਜਿਹੜਾ ਹੈਗਾ ਇਹਦੇ ਵਿੱਚ ਸਾਨੂੰ ਕਰਨਾ ਨਹੀਂ ਚਾਹੁੰਦੇ ਕੁਛ। ਤੇ ਇੱਕ ਜਿਹੜਾ ਹਾਂਜੀ ਕੋਈ ਇੱਕ ਦੋ ਸਵਾਲ ਇਸ ਦੇ ਵਿੱਚ ਦੋ ਸਵਾਲ ਹੀ ਬਣਦੇ ਨੇ, ਸੁਰਿੰਦਰਪਾਲ ਸਿੰਘ ਹੋਰਾਂ ਦਾ ਤੇ ਇੱਕ ਸਰਦਾਰ ਗੁਰਮੀਤ ਸਿੰਘ ਹੋਰਾਂ ਦਾ। ਇਹ ਤਾਂ ਇਹ ਦੋ ਜਿਹੜੇ ਕੁਐਸਚਨ ਨੇ ਉਹਦੇ ਵਿੱਚ ਜਿਹੜਾ ਸੁਰਿੰਦਰਪਾਲ ਸਿੰਘ ਹੋਰਾਂ ਦਾ ਇਹ ਸੀਗਾ ਕਿ ਤੁਸੀਂ ਦੋ ਤਿੰਨ ਚੀਜ਼ਾਂ ਦੱਸ ਦਿਓ ਜਿਹੜੀਆਂ ਅਸੀਂ ਕਰ ਸਕੀਏ। ਹੁਣ ਜਿਵੇਂ ਫਸੀ ਹੋਈ ਹੈ, ਇੱਕ ਪਾਸੇ ਕੇਂਦਰ ਸਰਕਾਰ ਅੜੀ ਹੋਈ ਹੈ ਕਿ ਅਸੀਂ ਤਾਂ ਥੋੜਾ ਬਹੁਤ ਫਾਇਦਾ ਕਰੀ ਜਾਂਦੇ ਹਾਂ, ਦੂਜੇ ਪਾਸੇ ਕਿਸਾਨ ਅੜੇ ਹੋਏ ਕਿ ਸਾਡਾ ਇਹ ਤੁਸੀਂ ਇਹਨੂੰ ਵਾਪਸ ਲਓ ਸਾਰਿਆਂ ਨੂੰ। ਇਹਨਾਂ ਮਤਲਬ ਕਿ ਕਿਉਂਕਿ ਇਸ ਤਰ੍ਹਾਂ ਦਾ ਹੋ ਸਕਦਾ ਕਿ ਇਹ ਜਿੱਥੇ ਗੱਲ ਅੜੀ ਹੋਈ ਹੈ ਕਿ ਥੋੜਾ ਬਹੁਤਾ ਅੱਗੇ ਪਿੱਛੇ ਜੇ ਕਰਕੇ ਇਹ ਮਸਲਾ ਹੈ ਜਿਹੜਾ ਇਹਦਾ ਕੋਈ ਸਮਾਧਾਨ ਕੀਤਾ ਜਾ ਸਕੇ। ਉਹਦੇ ਵਿੱਚ ਕਿਹੜੀਆਂ ਇੰਟਰਵੈਂਸ਼ਨਾਂ ਨੇ ਜਿੱਥੇ ਅਸੀਂ ਜਾ ਸਕਦੇ ਹਾਂ। ਪਹਿਲੀ ਗੱਲ ਤਾਂ ਇਹ ਕਿ ਮੈਨੂੰ ਇਹ ਲੱਗਦਾ ਕਿ ਸਾਨੂੰ ਇਹ ਦੇਖਣਾ ਚਾਹੀਦਾ ਹੈ ਸਾਰਿਆਂ ਤੋਂ ਪਹਿਲਾਂ ਵੀ ਕੀ ਇਹ ਕਾਨੂੰਨ ਨੇ ਜਿਹੜੇ ਜਦੋਂ ਕੋਈ ਗੱਲ ਹੈ ਜਿਹੜੀ ਪੂਰੀ ਗਲਤ ਹੈ, ਤਾਂ ਜੇਕਰ ਅਸੀਂ ਇਹਨੂੰ ਪੂਰੀ ਗਲਤ ਸਮਝਦੇ ਹਾਂ ਤਾਂ ਇਹਨਾਂ ਨੂੰ ਇਹੀ ਕਹਿਣਾ ਚਾਹੀਦਾ ਕਿ ਇਹਨੂੰ ਵਾਪਸ ਲੈਣਾ ਚਾਹੀਦਾ। ਜੇਕਰ ਸਾਨੂੰ ਇਹ ਲੱਗਦਾ ਕਿ ਇਹਦੇ ਵਿੱਚ ਕੁਝ ਚੀਜ਼ਾਂ ਹੈਗੀਆਂ ਨੇ ਤਾਂ ਸਾਨੂੰ ਉਹ ਚੀਜ਼ਾਂ ਕੱਢ ਲੈਣੀਆਂ ਚਾਹੀਦੀਆਂ ਨੇ। ਮੈਨੂੰ ਲੱਗਦਾ ਕਿ ਇਹ ਪੂਰੇ ਸਿਸਟਮ ਦੀ ਬਹੁਤ ਚੀਜ਼ਾਂ ਵਧੀਆ ਨਹੀਂ ਹੈਗੀਆਂ, ਇਸ ਕਰਕੇ ਇਹ ਰੀਲੁੱਕ ਕਰਕੇ ਇਹਨਾਂ ਕਾਨੂੰਨਾਂ ਨੂੰ ਅਬੋਲਿਸ਼ ਕਰਨਾ ਚਾਹੀਦਾ। ਪਰ ਫਿਰ ਵੀ ਕਿਸੇ ਲੈਵਲ ਤੇ ਜੇ ਸਰਕਾਰ ਦੀ ਬਹੁਤ ਜ਼ਿਆਦਾ ਮਜਬੂਰੀ ਬਣੀ ਹੋਈ ਹੈ ਜਾਂ ਉਹਨਾਂ ਨੇ ਕਾਰਪੋਰੇਟਾਂ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਤਾਂ ਇਸ ਮੁੱਢਲੇ ਦੌਰ ਦੇ ਵਿੱਚ ਇਹ ਕੀਤਾ ਜਾ ਸਕਦਾ ਹੈ। ਜਿਵੇਂ ਪਹਿਲਾਂ ਹੀ ਗੱਲ ਆ ਚੁੱਕੀ ਸੀ ਕਿ ਕੁਝ ਸਟੇਟਾਂ ਦੇ ਵਿੱਚ ਜਾ ਕੇ ਉਹ
ਉੱਥੇ ਇੱਕ ਮਾਡਲ ਬਣਾ ਲੈਣ, ਜਿਵੇਂ ਪਹਿਲਾਂ ਅਸੀਂ ਗੱਲ ਕਰ ਚੁੱਕੇ ਹਾਂ ਕਿ ਜਿੱਥੇ ਲਾਗੂ ਨਹੀਂ ਹੈਗਾ ਕਿ 5-7 ਸਾਲ ਇਸ ਕਿੱਤੇ ਨੂੰ ਛੱਡ ਦੇਣ, ਦੂਜੇ ਪਾਸੇ ਕਰ ਲੈਣ। ਇੱਕ ਤਾਂ ਇਹ। ਦੂਜੀ ਗੱਲ ਕਿ ਇੱਕ ਗੱਲ ਇਹ ਕਿ ਸਾਨੂੰ ਜਿਵੇਂ MSP ਹੈ ਜਿਹੜੀ ਉਹ ਦਿੱਤੀ ਜਾਵੇ ਸਾਨੂੰ ਨਾਲ, ਮਤਲਬ ਇਹਦਾ ਕਾਨੂੰਨ ਬਣਾਇਆ ਜਾਵੇ ਕਿ ਪਬਲਿਕ ਜਿਹੜੀ ਪ੍ਰੋਕਿਉਰਮੈਂਟ ਹੈ ਕਿ ਇਸ ਜਿਹੜੀ ਸਾਡੀ ਜਿਹੜੀ MSP ਹੈ, ਮਿਨੀਮਮ ਸਪੋਰਟ ਪ੍ਰਾਈਸ ਹੈ, ਇਸ ਤੋਂ ਘੱਟ ਕੋਈ ਵੀ ਖਰੀਦ ਹੈ ਜਿਹੜੀ ਮੰਡੀ ਦੇ ਵਿੱਚ ਇਸ ਤੋਂ ਘੱਟ ਨਹੀਂ ਹੋਊਗੀ। ਇਹ ਜਿਹੜੀ ਇਲੀਗਲ ਹੋਊਗਾ, ਇਹ ਗੈਰ ਕਾਨੂੰਨੀ ਕੋਈ ਵੀ ਫਸਲ ਹੈ ਜਿਹੜੀ ਘੱਟੋ ਘੱਟ ਕੀਮਤ ਜਿਹੜੀ ਨਿਰਧਾਰਿਤ ਕਰੂਗੀ ਸਰਕਾਰ, ਉਸ ਤੋਂ ਥੱਲੇ ਕਰ ਦੇਣਾ ਚਾਹੀਦਾ ਕਿ ਪ੍ਰਾਈਵੇਟ ਭਾਵੇਂ ਸਰਕਾਰੀ ਖਰੀਦ, ਕੋਈ ਵੀ ਖਰੀਦ ਮੰਡੀ ਦੇ ਵਿੱਚ ਘੱਟ ਨਾ ਹੋਵੇ। ਤਾਂ ਇੱਕ ਤਾਂ ਇਹ ਕੀਤਾ ਜਾ ਸਕਦਾ। ਇੱਕ ਇਹ ਕਿ ਇਹਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਜਿਹੜੀਆਂ ਬਾਕੀ, ਜਿਵੇਂ ਫਰਜ਼ ਕਰੋ ਆਪਾਂ ਇਹ ਕਹੀਏ ਇੰਟਰਵੈਂਸ਼ਨ ਦੇ ਤੌਰ ਤੇ ਇੱਕ ਕਿਸਾਨ ਹੈ ਜਿਹੜਾ ਉਹਦੀ ਘੱਟੋ ਘੱਟ ਆਮਦਨ ਹੈ ਜਿਹੜੀ ਕਿੰਨੀ ਬਣੇ। ਜਿਵੇਂ ਕਿ ਜੇਕਰ ਕਿਸਾਨ ਦੀ ਆਮਦਨ ਘੱਟੋ ਘੱਟ ਵੀ ਇੰਨੀ ਫਿਕਸ ਹੋ ਜੇ, ਤਾਂ ਉਸ ਤੋਂ ਥੱਲੇ ਜੇਕਰ ਕੋਈ ਵੀ ਜਿਹੜੀ ਆਮਦਨ ਜਾਂਦੀ ਹੈ ਉਹ ਅਸ਼ੋਰ ਕਰੇ ਸਰਕਾਰ। ਇਸੇ ਤਰ੍ਹਾਂ ਹੀ ਜੇਕਰ ਕਿਸਾਨ ਜਾਂ ਮਜ਼ਦੂਰ ਹੈ ਜਿਹੜਾ ਉਹਨਾਂ ਦਾ ਕਰਜ਼ਾ ਹੈਗਾ, ਉਹ ਕਰਜ਼ਾ ਜਿਹੜਾ ਉਹ ਖਤਮ ਕੀਤਾ ਜਾਵੇ। ਉਹਨੂੰ ਇਸ ਤਰ੍ਹਾਂ ਦੀ ਸਹੂਲਤਾਂ ਦਿੱਤੀਆਂ ਜਾਣ ਕਿ ਉਹਦਾ ਬੱਚਾ ਪੜ੍ਹ ਜੇ, ਉਹਨਾਂ ਦੇ ਜਿਹੜੀ ਕ੍ਰੌਪ ਹੈ, ਜਿਹੜੀ ਕ੍ਰੌਪ ਇੰਸ਼ੋਰੈਂਸ ਨਹੀਂ, ਕ੍ਰੌਪ ਦਾ ਕੰਪਨਸੇਸ਼ਨ ਦਿੱਤਾ ਜਾਵੇ ਜੇਕਰ ਕਦੇ ਫਸਲ ਮਰ ਜਾਂਦੀ ਹੈ। ਇਸੇ ਤਰ੍ਹਾਂ ਹੀ ਜੇਕਰ ਕੋਈ ਕਿਤੇ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਖੁਦਕੁਸ਼ੀ ਹੋ ਜਾਂਦੀ ਹੈ, ਉਹਨਾਂ ਦੇ ਪਰਿਵਾਰ ਦੀ ਲਾਈਵਲੀਹੁੱਡ ਦਾ ਜਿਹੜਾ ਉਹ ਸਰਕਾਰ ਦੇਖੇ। ਇਸ ਤਰ੍ਹਾਂ ਦੇ ਕੁਝ ਇੰਟਰਵੈਂਸ਼ਨਾਂ ਹੋ ਸਕਦੀਆਂ ਨੇ ਜਿਹੜੀਆਂ ਇਸ ਕਾਨੂੰਨ ਦੇ ਹੁੰਦੇ ਵੀ ਹੋ ਸਕਦੀਆਂ ਨੇ। ਪਰ ਸਾਨੂੰ ਇਸ ਹੱਦ ਤੱਕ ਮਤਲਬ ਜਿਹੜਾ ਜਾਣ ਦੀ ਹਾਲੇ ਲੋੜ ਨਹੀਂ ਹੋਣੀ ਚਾਹੀਦੀ। ਸਾਨੂੰ ਇਹ ਹੋਣਾ ਚਾਹੀਦਾ ਹੈ ਕਿ ਉਹ ਅਸਲ ਕਿਹੜਾ ਪ੍ਰੈਸ਼ਰ ਹੈ ਨਾ ਸਾਡੀ ਸਰਕਾਰ ਦੇ ਉੱਤੇ। ਸਾਡੀ ਸਰਕਾਰ ਹੈ, ਅਸੀਂ ਚੁਣੀ ਹੈ, ਅਸੀਂ ਬਣਾਈਏ। ਸਾਡਾ ਜੇ ਕਿਸਾਨ ਹੈ ਅੱਜ ਜਿਹੜਾ ਇੰਡੀਆ ਹੈ, 58 ਕਰੋੜ ਲੋਕ, ਸਾਰਿਆਂ ਤੋਂ ਵੱਧ ਲੋਕ ਤਾਂ ਇਸੇ ਵਿੱਚ ਲੱਗੇ ਹੋਏ ਨੇ। ਇਹੀ ਤਾਂ ਲੋਕ ਨੇ ਜਿਹੜੇ ਕੁਝ ਪੈਦਾ ਕਰਦੇ ਨੇ, ਤੇ ਇਹਨਾਂ ਲੋਕਾਂ ਵਾਸਤੇ ਅਸੀਂ ਸਰਕਾਰ ਬਣਾਉਣੀ ਹੁੰਦੀ ਹੈ। ਇਹਨਾਂ ਲੋਕਾਂ ਨੇ ਸਰਕਾਰ ਨੂੰ ਰੁਜ਼ਗਾਰ ਦੇਣਾ ਹੁੰਦਾ, ਤੇ ਜਿਹੜਾ ਲੋਕਾਂ ਨੂੰ ਰੁਜ਼ਗਾਰ ਦੇਣਾ ਸਰਕਾਰ ਨੇ। ਤਾਂ ਇਸ ਗੱਲ ਵਾਸਤੇ ਸਾਨੂੰ ਉਹ ਪ੍ਰੈਸ਼ਰ ਇੰਨਾ ਕਿਉਂ ਝੱਲਣਾ ਪੈ ਰਿਹਾ? ਜੇਕਰ ਉਹ ਸੱਚਮੁੱਚ ਉਹਨਾਂ ਦੇ ਉੱਤੋਂ ਦੀ ਹੈ ਤਾਂ ਇਹ ਉਹਨਾਂ ਨੂੰ ਕਾਊਂਟ ਕਰਨਾ ਚਾਹੀਦਾ ਕਿ MSP ਦੇ ਦੇਣ, ਉਹ ਲੋਕਾਂ ਨੂੰ ਇਨਕਮ ਦੇ ਦੇਣ, ਉਹ ਲੋਕਾਂ ਦਾ ਕਰਜ਼ਾ ਮਾਫ ਕਰ ਦੇਣ, ਉਹ ਕਿਸਾਨਾਂ ਮਜ਼ਦੂਰਾਂ ਦੀ ਮਿਨੀਮਮ ਇਨਕਮ ਸ਼ੋਰ ਕਰਕੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ, ਸਾਰੇ ਤਬਕਿਆਂ ਦੀ, ਇਕੱਲੇ ਕਿਸਾਨਾਂ ਮਜ਼ਦੂਰਾਂ ਦੇ ਕੋਈ, ਤੇ ਹੋਰ ਗਰੀਬ ਲੋਕ ਹੋਰ ਵੀ ਰਹਿੰਦੇ ਨੇ, ਸ਼ਹਿਰਾਂ ਦੇ ਵਿੱਚ ਵੀ ਰਹਿੰਦੇ ਨੇ। ਅੱਜ ਇਕੱਲਾ ਕਿਸਾਨ ਨਹੀਂ ਤੰਗ, ਪੂਰਾ ਸ਼ਹਿਰੀ ਤਬਕਾ ਵੀ, ਹਰ ਇੱਕ ਕਾਰੋਬਾਰੀਆ ਵੀ ਤੰਗ ਹੈ। ਤਾਂ ਇਹਨਾਂ ਨੂੰ ਸਾਨੂੰ ਰੀਲੁੱਕ ਕਰਨ ਦੀ ਲੋੜ ਹੈ। ਸਾਡੇ ਇਸ ਮਾਡਲ ਨੂੰ, ਜਿਹੜਾ ਕਾਰਪੋਰੇਟ ਮਾਡਲ ਹੈ, ਉਹਨੂੰ ਦੇਖਣ ਦੀ ਲੋੜ ਹੈ। ਤਾਂ ਇਹ ਚੀਜ਼ਾਂ ਹੋ ਸਕਦੀਆਂ ਨੇ। ਦੂਜਾ ਸਵਾਲ ਸੀਗਾ ਜਿਹੜਾ ਉਹ ਸਰਦਾਰ ਗੁਰਮੀਤ ਸਿੰਘ ਹੋਰਾਂ ਦਾ ਸੀਗਾ ਕਿ ਕੀ ਕਿਸਾਨ ਜਦੋਂ ਦਾ ਸੋਸ਼ਲ ਸਟਰਕਚਰ ਹੈ ਉਸ ਦੇ ਹਿਸਾਬ ਦੇ ਨਾਲ ਉਹ ਥੱਲੇ ਨਹੀਂ ਜਾ ਸਕਦਾ। ਇੱਕ ਤਾਂ ਇਹਦੇ ਵਿੱਚ ਇਹ ਹੈ ਕਿ ਇਹ ਗੱਲ ਬਿਲਕੁਲ ਠੀਕ ਹੈ, ਮੈਂ ਪਹਿਲਾਂ ਹੀ ਮੈਂਸ਼ਨ ਕੀਤੀ ਸੀ ਕਿ ਪੰਜਾਬ ਦਾ ਇਸ ਖਿੱਤੇ ਦਾ ਕਲਚਰਲ ਫੈਕਟਰ ਵੀ ਹੈਗਾ। ਜਿਹੜੇ ਸਾਡੇ ਕੋਲ ਮਾਈਗ੍ਰੈਂਟ ਲੇਬਰ ਆਉਂਦੇ ਨੇ ਬਿਹਾਰ ਯੂਪੀ ਤੋਂ, ਜਿਹੜੇ ਮਾਈਗ੍ਰੈਂਟ ਲੇਬਰ, ਤੁਸੀਂ ਇਹਨਾਂ ਤੋਂ ਪੁੱਛੋ, ਇਹਨਾਂ ਕੋਲ ਵੀ ਸਾਰਿਆਂ ਕੋਲ ਜ਼ਮੀਨ ਹੈ, ਇਹ ਕਿਸਾਨ ਨੇ, ਇਹ ਵੀ ਕਿਸਾਨ ਨੇ, ਇੱਥੇ ਆ ਕੇ ਮਜ਼ਦੂਰ ਬਣੇ ਹੋਏ ਨੇ। ਇਸ ਤਰ੍ਹਾਂ ਸਾਡੇ ਲੋਕ ਵੀ ਬਾਹਰ ਜਾ ਕੇ ਮਜ਼ਦੂਰ ਬਣਦੇ ਨੇ, ਜਿਵੇਂ ਫੋਰਨ ਦੇ ਵਿੱਚ ਜਾ ਕੇ ਸਾਰੀ ਮਜ਼ਦੂਰੀ ਕਰਦੇ ਨੇ। ਪਰ ਸਾਡਾ ਇੱਕ ਕਲਚਰ ਫੈਕਟਰ ਹੈਗਾ ਇੱਥੇ ਕਿ ਜਿਹਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਤਾਂ ਇਹ ਕਿ ਇਹ ਮਜ਼ਦੂਰ ਨਹੀਂ ਬਣ ਸਕੂਗਾ, ਇਹ ਰਿਵੋਲਟ ਕਰੂਗਾ ਜਾਂ ਇਹ ਹੋ ਸਕਦਾ ਖੁਦਕੁਸ਼ੀ ਕਰੇ। ਤਾਂ ਇਹ ਮਜ਼ਦੂਰ ਬਣਨ ਤੋਂ ਪਹਿਲਾਂ ਕੁਝ ਹੋਰ ਕੰਡੀਸ਼ਨਾਂ ਨੇ, ਕਿਉਂ ਟਰਾਂਸਫੋਰਮੇਸ਼ਨ ਹੋਣ ਤੋਂ ਬਾਅਦ ਇਹ ਹੌਲੀ ਹੌਲੀ ਟਰਾਂਸਫੋਰਮੇਸ਼ਨ ਹੁੰਦੀ ਹੈ। ਪਰ ਇਹ ਬੜੀ ਪੇਨਫੁਲ ਜਿਹੜੀ ਹੈਗੀ ਹੈ, ਇਸ ਤਰ੍ਹਾਂ ਦੀ ਟਰਾਂਸਫੋਰਮੇਸ਼ਨ ਹੈ ਜਿਹਦੇ ਵਿੱਚੋਂ ਬੰਦੇ ਖੁਦਕੁਸ਼ੀਆਂ ਵੱਲ ਨੂੰ ਜਾਂਦੇ ਨੇ, ਡਿਪਰੈਸ਼ਨ ਵੱਲ ਨੂੰ ਵੀ ਜਾਂਦੇ ਨੇ। ਇਹਦੇ ਵਿੱਚ ਬੰਦੇ ਜੇਕਰ ਇਸ ਤਰ੍ਹਾਂ ਦੀ ਕੋਈ ਇਹ ਗੱਲ ਤੈਅ ਕਰੂਗੀ ਕਿ ਕਿੰਨੀ ਕੁ ਉਹਨਾਂ ਨੂੰ ਸਾਂਭਣ ਵਾਲਾ ਕੌਣ ਹੈ, ਇਸ ਤਰ੍ਹਾਂ ਦੀ ਕੋਈ ਸਟਰਗਲ ਬਣ ਜਾਂਦੀ ਹੈ ਤਾਂ ਸਾਡੇ ਕੋਲ ਜਿੰਨੀ ਕਿ ਹਿਸਟਰੀ ਦੇ ਵਿੱਚ ਲੱਭਦਾ ਹੈ। ਜੇ ਸਟਰਗਲ ਬਣ ਜਾਂਦੀ ਹੈ ਤਾਂ ਉਹ ਸਟਰਗਲ ਦੇ ਵਿੱਚ ਪੈ ਜਾਂਦੇ ਨੇ, ਜੇ ਨਹੀਂ ਬਣਦੀ ਤਾਂ ਉਹ ਡਿਪਰੈਸ਼ਨ ਦੇ ਵਿੱਚ ਜਾ ਕੇ ਖੁਦਕੁਸ਼ੀਆਂ ਕਰਦੇ ਨੇ। ਤਾਂ ਸਾਨੂੰ ਇਹ ਦੋਵਾਂ ਚੀਜ਼ਾਂ ਤੋਂ ਮਨ ਬਚਾਉਣਾ ਚਾਹੀਦਾ ਕਿ ਉਹ ਕਿਤੇ ਡਿਪਰੈਸ਼ਨ 'ਚ ਨਾ ਆਉਣ, ਖੁਦਕੁਸ਼ੀਆਂ ਨਾ ਕਰਨ। ਇਹਦੇ ਵਾਸਤੇ ਜ਼ਰੂਰੀ ਹੈ ਕਿ ਉਹਨਾਂ ਨੂੰ ਅਸੀਂ ਕੰਮ ਦਈਏ। ਉਹ ਕੰਮ ਦੇ ਵਾਸਤੇ ਸਾਡੇ ਕੋਲੇ ਦਿੱਤਾ ਜਾ ਸਕਦਾ, ਇਹ ਨਹੀਂ ਹੈ ਕਿ ਕੰਮ ਦਿੱਤਾ ਨਹੀਂ ਜਾ ਸਕਦਾ। ਸਾਡੇ ਕੋਲ ਜਿੰਨੇ ਰਿਸੋਰਸ ਨੇ ਇੰਡੀਆ ਦੇ ਵਿੱਚ, ਕੰਮ ਹੀ ਨਹੀਂ ਦਿੱਤਾ ਜਾ ਸਕਦਾ। ਇਹ ਨਹੀਂ ਦਿੱਤਾ ਜਾ ਸਕਦਾ ਕਿ ਉਹਨਾਂ ਦਾ ਗੁਜ਼ਾਰਾ ਹੋ ਜੇ। ਉਹਨਾਂ ਨੂੰ ਦਿੱਤੇ ਹੋਏ ਸਾਡੇ ਜਿਹੜੇ ਸਾਧਨ ਨੇ ਉਹਨਾਂ ਦੇ ਹਿਸਾਬ ਨਾਲ ਮੌਜ ਕਰਾਈ ਜਾ ਸਕਦੀ ਹੈ, ਗੁਜ਼ਾਰਾ ਨਹੀਂ। ਗੱਲ ਤਾਂ ਇਹ ਹੈ ਕਿ ਇਹਨਾਂ ਸਿਸਟਮ ਨੂੰ ਮਤਲਬ ਇੱਕ ਸਿਸਟਮ ਦੇ ਵਿੱਚ ਲਾਉਣ ਦੀ ਗੱਲ ਹੈ ਤਾਂ ਕਿ ਉਹ ਲੋਕ ਨੇ ਜਿਹੜੇ ਉਹ ਆਪਣਾ ਰੁਜ਼ਗਾਰ ਨਾਲ ਸਟੇਟ ਉਹਨਾਂ ਨੂੰ ਕੋਆਪਰੇਟ ਕਰੇ। ਜਿਵੇਂ ਆਸਟ੍ਰੇਲੀਆ ਦੇ ਵਿੱਚ ਹੈ,
ਜਿਹੜੀ ਮੈਂ ਗੱਲ ਪਹਿਲਾਂ ਕਹੀ ਕੋਆਪਰੇਟਿਵ ਬਲਕ ਹੈਂਡਲਿੰਗ ਹੈ, ਉਹ ਬੜਾ ਵਧੀਆ ਕੰਮ ਕਰਦੇ ਨੇ ਔਰ ਐਕਸਪੋਰਟ ਵੀ ਕਰਦੇ ਨੇ। ਬਹੁਤ ਸਾਰੀ ਦੁਨੀਆ ਦੇ ਵਿੱਚ ਸਾਡੇ ਕੋਲ ਇਸ ਤਰ੍ਹਾਂ ਦੀਆਂ ਐਗਜ਼ਾਮਪਲਾਂ ਮਿਲਦੀਆਂ ਨੇ। ਜੇ ਸਰਕਾਰ ਸਪੋਰਟਿਵ ਹੋਵੇ, ਉਹ ਸਟੇਟ ਫਾਰਮਿੰਗ ਕਰਵਾਵੇ, ਉਹ ਕਾਰਪੋਰੇਟ ਫਾਰਮਿੰਗ ਕਿਉਂ ਕਰਾਉਂਦੀ ਹੈ? ਕਿਸੇ ਵੀ ਸਟੇਟ ਨਾਲੋਂ ਕਾਰਪੋਰੇਟ ਥੋੜਾ ਕੋਈ ਵੱਡੀ ਹੈ। ਤਾਂ ਇੰਡੀਆ ਇੱਕ ਵੱਡੀ ਮਾਰਕੀਟ ਹੈ, ਇੰਡੀਆ ਦੇ ਵਿੱਚ ਬੜਾ ਕੁਝ ਹੋ ਸਕਦਾ ਹੈ, ਤੇ ਉਸ ਪ੍ਰੈਸ਼ਰ ਨੂੰ ਜੇਕਰ ਅਸੀਂ ਝੱਲ ਜਾਈਏ ਤਾਂ ਇੰਡੀਆ ਦੇ ਵਿੱਚ ਸਭ ਕੁਝ ਹੋ ਸਕਦਾ ਹੈ। ਸਾਰੇ ਲੋਕ ਬੜਾ ਵਧੀਆ ਜ਼ਿੰਦਗੀ ਮੌਜਾਂ ਕਰ ਸਕਦੇ ਨੇ, ਗੁਜ਼ਾਰਾ ਨਹੀਂ। ਤੋ ਧੰਨਵਾਦ। ਬਹੁਤ ਬਹੁਤ ਧੰਨਵਾਦ ਡਾਕਟਰ ਸੁਖਪਾਲ ਸਿੰਘ ਜੀ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪ ਜੀ ਨੇ ਜਿਹੜਾ ਅੱਜ ਦਾ ਇਹ ਵਿਸ਼ਾ ਨਿਭਾਇਆ, ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪ ਜੀ ਨੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਸਾਡੇ ਖੇਤੀਬਾੜੀ ਮਾਹਰ ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰਤਾਪ ਸਿੰਘ ਜੀ ਵੀ ਬੈਠੇ ਨੇ, ਜਿਹੜੇ ਬੈਂਕਰ ਨੇ, ਤੇ ਮੈਂ ਬੇਨਤੀ ਕਰਾਂਗਾ ਉਹਨਾਂ ਨੂੰ ਕਿ ਉਹ 1-2 ਮਿੰਟ ਦੇ ਵਿੱਚ ਅੱਜ ਦੇ ਇਸ ਵੈਬੀਨਾਰ ਦੀ ਜਿਹੜੇ ਉਹਨੂੰ ਸਮ ਅਪ ਕਰ ਦੇਣ ਜੀ। ਸਰਦਾਰ ਪ੍ਰਤਾਪ ਸਿੰਘ ਜੀ, ਬਹੁਤ ਉਹਨਾਂ ਦਾ ਤਜਰਬਾ ਵੀ ਹੈ ਖੇਤੀਬਾੜੀ ਬਾਰੇ, ਤੇ ਪਹਿਲੇ ਮਿੰਟ ਤੋਂ ਬੈਠੇ ਸੁਣ ਵੀ ਰਹੇ ਨੇ। ਸੋ ਜੇ ਉਹ ਕਿਰਪਾ ਕਰਕੇ ਮਾਈਕ ਔਨ ਕਰਕੇ ਅੱਜ ਦਾ ਇਸ ਵੈਬੀਨਾਰ ਦਾ ਜਿਹੜਾ ਉਹ ਸਮ ਅਪ ਕਰ ਦੇਣ ਤੇ ਅਸੀਂ ਬੜੇ ਕਰਤਾਰਥ ਹੋਵਾਂਗੇ, ਬਹੁਤ ਹੀ ਉਹਨਾਂ ਦੇ ਧੰਨਵਾਦੀ ਹੋਵਾਂਗੇ। ਸਰਦਾਰ ਪ੍ਰਤਾਪ ਸਿੰਘ ਜੀ, ਆਪਣਾ ਮਾਈਕ ਜਿਹੜਾ ਉਹ ਕਿਰਪਾ ਕਰਕੇ ਅਨਮਿਊਟ ਕਰ ਲੈਣ ਜੀ, ਤੇ ਆਪਣੇ ਵਿਚਾਰ ਜਿਹੜੇ ਉਹ। ਹੈਲੋ, ਹਾਂਜੀ ਹਾਂਜੀ ਵੀਰ ਜੀ। ਹਾਂਜੀ, ਆ ਰਹੀ ਆਵਾਜ਼ ਜੀ? ਹਾਂਜੀ, ਬਹੁਤ ਧੰਨਵਾਦ ਜੀ, ਆ ਰਹੀ ਹੈ ਜੀ ਆਵਾਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੈਮੀਨਾਰ ਨੂੰ ਜਾਂ ਇਸ ਵੈਬੀਨਾਰ ਨੂੰ ਉਹਨੂੰ ਸਮ ਅਪ ਕਰਨ ਦੀ ਹਸੀਅਤ ਨਹੀਂ ਰੱਖਦਾ। ਮੇਰਾ ਪਹਿਲਾਂ ਇੱਕ ਅੱਧਾ ਸਵਾਲ ਜ਼ਰੂਰ ਸੀਗਾ, ਪਰ ਉਹ ਸਵਾਲ ਵੀ ਫਿਰ ਆਪਣੇ ਬਲਵਿੰਦਰਪਾਲ ਜੀ ਨੇ, ਪ੍ਰੋਫੈਸਰ ਸਾਹਿਬ ਨੇ ਪੁੱਛ ਲਿਆ ਸੀਗਾ, ਤੇ ਡਾਕਟਰ ਸੁਖਪਾਲ ਸਿੰਘ ਹੋਣਾ ਨੇ ਬੜਾ ਵਿਸਥਾਰ ਨਾਲ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ। ਤੇ ਇੱਕ ਵਿਸ਼ਾ ਡਾਕਟਰ ਸਾਹਿਬ ਇੱਦਾਂ ਦਾ ਵੀ ਸੀਗਾ ਵੀ ਸਾਡੇ ਬੜੇ ਪੁਰਾਣੇ, ਕਾਫੀ ਚਿਰ ਦੇ ਸਿਆਣੇ ਅਰਥ ਸ਼ਾਸਤਰੀ, ਖਾਸ ਕਰਕੇ ਐਗਰੀਕਲਚਰ ਇਕਨੋਮਿਕਸ ਨਾਲ ਰਿਲੇਟਡ ਸਰਦਾਰਾ ਸਿੰਘ ਜੌਹਲ ਨੇ, ਉਹਨਾਂ ਦਾ ਬੜਾ ਉਹ ਕਿਸੇ ਹੋਰ ਸਕੂਲ ਆਫ ਥਾਟ ਤੋਂ ਬੋਲ ਰਹੇ ਨੇ ਵੀ ਇਹ ਬਿੱਲ ਬਹੁਤ ਵਧੀਆ ਨੇ। ਕਦੀ ਉਹਨਾਂ ਦਾ ਵਿਊ ਪੁਆਇੰਟ ਵੀ ਤੁਸੀਂ ਸਮਝਣ ਦਾ ਯਤਨ ਕੀਤਾ ਕਿ ਨਹੀਂ? ਜੇ ਕੀਤਾ ਹੋਵੇ ਤੇ ਕਿੱਥੇ ਕਿ ਜਿਹੜਾ ਡਿਸਕਨੈਕਟ ਆ ਉਹਨੂੰ ਹੀ ਆਪਾਂ ਨੂੰ ਧਿਆਨ ਕਰਨਾ ਚਾਹੀਦਾ। ਕਿਉਂਕਿ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਸਾਡਾ ਸਾਰਿਆਂ ਦਾ ਹੁਣ ਜਿਹੜਾ ਹੋਣਾ ਆ ਧਿਆਨ, ਉਹ ਇਸ ਗੱਲ ਵੱਲ ਆ ਵੀ ਇਹ ਸਮੱਸਿਆ ਦਾ ਹੱਲ ਕਿਵੇਂ ਨਿਕਲੇ। ਇੱਕ ਪਾਸੇ ਸਰਕਾਰ ਪੂਰੀ ਬਜੇਦ ਆ ਕਿ ਅਸੀਂ ਇਹ ਜਿਹੜੇ ਵਾਪਸ ਨਹੀਂ ਲੈਣੇ। ਭਾਵੇਂ ਇੰਦਰਪਾਲ ਸਿੰਘ ਹੋਣਾ ਨੇ ਬੜਾ ਵਧੀਆ ਸੁਜੈਸ਼ਨ ਦਿੱਤਾ ਵੀ ਦੂਜਿਆਂ ਸੂਬਿਆਂ 'ਚ ਲਾ ਲਈਏ, ਇਹ ਤੇ ਬਾਅਦ 'ਚ ਕਰ ਲਈਏ, ਪਤਾ ਨਹੀਂ ਸਰਕਾਰ ਇਹ ਗੱਲ ਮੰਨਦੀ ਹੈ ਕਿ ਨਹੀਂ ਮੰਨਦੀ। ਜਿੱਦਾਂ ਤੁਸੀਂ ਵੀ ਕੁਛ ਸੁਜੈਸ਼ਨ ਦਿੱਤੇ ਕਿ ਜੇ MSP ਨੂੰ ਲੀਗਲਾਈਜ਼ ਸਟੇਟਸ ਕੀਤਾ ਜਾਵੇ, ਉਹਨੂੰ ਇਨਸ਼ੋਰ ਕਰਤਾ ਜਾਵੇ ਕਿ ਇਹ ਤੋਂ ਥੱਲੇ ਉਹਨਾਂ ਦੀ ਖਰੀਦ ਨਹੀਂ ਹੋਗੀ, ਇਹ ਹੋ ਸਕਦਾ ਸਰਕਾਰ, ਇਹ ਜਿਹੜੇ ਫਾਰਮਰ ਨੇ ਕੁਛ ਰਾਜੀ ਹੋ ਜਾਣ। ਐਸੈਂਸ਼ੀਅਲ ਕਮੋਡਿਟੀ ਐਕਟ ਹੈ ਜਿੱਥੇ ਉਹਨਾਂ ਨੇ ਅਨਲਿਮਿਟਿਡ ਪਾਵਰ ਦਿੱਤੀ ਆ ਹੋਲਡਰ ਨੂੰ, ਬਿਜ਼ਨਸਮੈਨ ਨੂੰ, ਵੀ ਉਹ ਆਪਣੀ ਕਮੋਡਿਟੀ, ਆਪਣੇ ਫੂਡ ਗ੍ਰੇਨ ਜਿਹੜੇ ਆ ਉਹ ਇਕੱਠੇ ਕਰਦਾ, ਸਟਾਕ ਕਰ ਸਕਦਾ ਹੈ। ਪਰ ਜੋ ਸਟਾਕ ਕਰੂਗਾ ਫਿਰ ਉਹ ਵੇਚੂਗਾ। ਜੇ ਉਹਦੇ ਤੇ ਵੀ ਕੋਈ ਆਪਾਂ ਇਸ ਤਰ੍ਹਾਂ ਦਾ ਕਾਨੂੰਨ ਬਣਾ ਸਕੀਏ ਕਿ ਜਿੰਨੇ ਦੀ ਫਸਲ ਉਹਨੇ ਫਾਰਮਰ ਤੋਂ ਖਰੀਦੀ ਤੇ ਉਹ ਇੰਨਾ ਪ੍ਰੋਫਿਟ ਤੋਂ ਜੇ ਉੱਪਰ ਜਾਵੇ ਤਾਂ ਉਹਦਾ ਪ੍ਰੋਫਿਟ ਦਾ ਸ਼ੇਅਰ ਜਿਹੜਾ ਉਹ ਫਾਰਮਰ ਨੂੰ ਦੇਵੇ। ਜਦੋਂ ਉਹਨੇ ਹੋਲਡ ਕਰ ਲੈਣਾ, ਡੈਫੀਨੇਟਲੀ ਜਿਹੜੀਆਂ ਕੀਮਤਾਂ ਨੇ ਉਹਨੇ ਵੱਧ ਵੇਟ ਤੇ ਵੇਚਣੀਆਂ ਨੇ, ਫਾਰਮਰ ਕੋ ਘੱਟ ਤੇ ਲਈਆਂ ਨੇ। ਕੋਈ ਪਰਸੈਂਟੇਜ ਜਿਹੜੀ ਪ੍ਰੋਫਿਟ ਦੀ ਹੈ ਉਹ ਫਾਰਮਰ ਨੂੰ ਚੱਲ ਜਾਏ, ਕੋਈ ਵੀ ਕਾਨੂੰਨ ਆ ਜਾਏ, ਕੋਈ ਇਸ ਤਰੀਕੇ ਦਾ ਆਪਾਂ ਮਤਲਬ ਕੋਈ ਡਾਕੂਮੈਂਟ ਬਣੇ ਜਿਹਦੇ ਨਾਲ ਕੋਈ ਵਿਚਲਾ ਰਾਹ ਲੱਭੇ ਤੇ ਆਪਾਂ ਮਤਲਬ ਜਿਹੜਾ ਇਹ ਖੰਦਸ਼ਾ ਆ ਕਿ ਰਿਵੋਲਟ ਦਾ ਖੰਦਸ਼ਾ ਆ, ਆਪਾਂ ਹੋਰ ਸਾਰੇ ਖੰਦਸ਼ੇ ਜਿਹੜੇ ਨੇ ਸਾਡੇ ਦਿਮਾਗ 'ਚ ਨੇ ਤੇ ਸਾਡੇ ਸੁਭਾਅ 'ਚ ਵੀ ਹੈ, ਜਿਵੇਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਦੇ ਹੋਏ ਕੋਈ ਵਾਇਆ ਮੀਡੀਆ ਕੱਢੀਏ ਆਪਾਂ। ਕੁਝ ਜਿਹੜੇ ਸਾਇੰਟਿਸਟ ਨੇ ਜਾਂ ਕੋਈ ਸਿਆਣੇ ਬੰਦੇ ਨੇ, ਸੋਚਵਾਨ ਨੇ, ਉਹ ਫਾਰਮਰਸ ਨੂੰ ਵੀ ਕੁਝ ਉਹਨਾਂ ਨਾਲ ਵੀ ਗੱਲਬਾਤ ਕਰਨ ਤੇ ਕੁਝ ਸਰਕਾਰ ਨਾਲ ਵੀ ਗੱਲਬਾਤ ਕਰਨ ਤੇ ਫਿਰ ਕੋਈ ਵਿਚਲਾ ਜਿਹੜਾ ਕਿ ਉਹ ਬ੍ਰਿਜ ਦਾ ਕੰਮ ਕਰਨ। ਸਾਡੇ ਇਕਨੋਮਿਸਟ ਇਸ ਵੇਲੇ ਉਹਨਾਂ ਨੂੰ ਨਾ, ਇਹ ਪੰਜਾਬ ਨੂੰ ਬੜੀ ਵੱਡੀ ਲੋੜ ਹੈ ਇਕਨੋਮਿਸਟ ਦੀ,
ਸਿਆਣੇ ਬੰਦਿਆਂ ਦੀ, ਜਿਹੜੇ ਅੱਗੇ ਆਉਣ ਔਰ ਇਹਨਾਂ ਦੋਵਾਂ ਗੱਲਾਂ ਨੂੰ, ਇਹਨਾਂ ਦੋਵਾਂ ਦੇ ਵਿੱਚ ਇੱਕ ਪੁਲ ਦਾ ਕੰਮ ਕਰਕੇ ਪੰਜਾਬ ਨੂੰ ਜਿਹੜਾ ਬਚਾਇਆ ਜਾ ਸਕੇ। ਭਾਵੇਂ ਕਿ ਜਿਹੜਾ ਇਹ ਵਾਲਾ ਐਗਜ਼ਿਸਟਿੰਗ ਮਾਡਲ ਆ ਆਪਣਾ ਵੀਟ ਰਾਈਸ ਵਾਲਾ, ਇਹ ਵੀ ਪੰਜਾਬ ਨੂੰ ਤਬਾਹ ਕਰ ਰਿਹਾ, ਸਾਡੇ ਪਾਣੀ ਨੂੰ, ਸਾਡੇ ਆਬੋ ਹਵਾ ਨੂੰ, ਸਾਡੇ ਸਾਰੇ ਇਨਵਾਇਰਨਮੈਂਟ ਨੂੰ। ਇਸ ਮਾਡਲ ਤੇ ਵੀ ਜਿਹੜਾ ਅਗਨੀ ਸਾਨੂੰ ਵਿਚਾਰਨ ਦੀ ਲੋੜ ਆ ਤੇ ਇਸ ਮਾਡਲ ਚੋਂ ਕਿੱਦਾਂ ਨਿਕਲੀਏ ਬਾਹਰ, ਡਿਵਰਸੀਫਾਈ ਕਿਵੇਂ ਕਰੀਏ। ਕਿ ਇੱਦਾਂ ਨਹੀਂ ਹੋ ਸਕਦਾ ਵੀ ਸਾਨੂੰ ਪਤਾ ਇੰਨੀ ਸਾਡੀ ਪਾਪੂਲੇਸ਼ਨ ਆ, ਇੰਨੀ ਸਾਡੀ ਡਿਮਾਂਡ ਆ ਫੂਡ ਗ੍ਰੇਨ ਦੀ, ਇੰਨੀ ਸਾਡੀ ਲੈਂਡ ਆ, ਇੰਨਾ ਫਰੂਟ ਦੀ ਲੋੜ ਆ, ਇੰਨੀ ਵੈਜੀਟੇਬਲ ਦੀ ਲੋੜ ਆ। ਉਸ ਤਰੀਕੇ ਨਾਲ ਕੋਈ ਲੌਂਗ ਟਰਮ ਪਲੈਨਿੰਗ ਹੋ ਜਾਏ, ਡਿਵਰਸੀਫਾਈ ਹੋ ਜਾਵੇ ਤੇ ਕਿਸਾਨ ਜਿਹੜੇ ਨੇ ਉਹ ਉੱਦਾਂ ਹੀ ਆਪਣੀਆਂ ਫਸਲਾਂ ਬੀਜਣ ਤੇ ਉਹਨਾਂ ਦੇ ਰੇਟ ਜਿਹੜੇ ਨੇ ਸਵਾਮੀਨਾਥਨ ਜਿਹੜੀ ਦੀ ਹੈਗੀ ਆ ਐਕਸਪਰਟ ਕਮੇਟੀ ਨੇ ਜੋ ਤੈਅ ਕੀਤੇ ਨੇ, ਉਹ MSP ਉੱਦਾਂ ਬਣ ਜਾਵੇ, ਉੱਦਾਂ ਉਹਨਾਂ ਨੂੰ ਮਿਲਦਾ ਰਹੇ ਤੇ ਸਾਰਾ ਦੇਸ਼ ਜਿਹੜਾ ਉਹ ਸਮੂਥਲੀ ਚੱਲ ਸਕੇ। ਅਸੀਂ ਤੇ ਇੱਦਾਂ ਦੀ ਕਾਮਨਾ ਕਰਦੇ ਹਾਂ ਕਿ ਤੁਸੀਂ ਸਾਰੇ ਜਿਹੜੇ ਇਕਨੋਮਿਸਟ ਹੋ, ਸਿਆਣੇ ਬੰਦੇ ਹੋ, ਜਿਹੜੇ ਲਰਨਡ ਆਦਮੀ ਹੋ, ਉਹ ਅੱਗੇ ਆਓ ਤੇ ਪੰਜਾਬ ਨੂੰ, ਦੇਸ਼ ਨੂੰ, ਦੋਵਾਂ ਨੂੰ ਜਿਹੜਾ ਅਸੀਂ ਬਚਾਓ ਔਰ ਇਸ ਸੰਕਟ ਚੋਂ, ਜਿਹੜਾ ਸੰਕਟ ਦੀ ਘੜੀ ਚੋਂ ਆਪਾਂ ਬਾਹਰ ਨਿਕਲ ਸਕੀਏ। ਇੰਨੇ ਸ਼ਬਦ ਕਹਿੰਦਾ ਹੋਇਆ ਮੈਂ ਸਾਰਿਆਂ ਦਾ, ਜਿਨ੍ਹਾਂ ਨੇ ਬਹੁਤ ਵਧੀਆ ਇਨਪੁਟਸ ਦਿੱਤੀਆਂ, ਬੜੇ ਸਿਆਣੇ ਵਿਚਾਰ ਸਾਰਿਆਂ ਨੇ ਦਿੱਤੇ ਤੇ ਉਹਨਾਂ ਸਾਰਿਆਂ ਦਾ ਬੜਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ ਸਰਦਾਰ ਪ੍ਰਤਾਪ ਸਿੰਘ ਜੀ। ਸੁਜੈਸ਼ਨ ਵੀ ਦਿੱਤੀ, ਸਲਾਹ ਵੀ ਦਿੱਤੀ ਤੇ ਸਰਦਾਰ ਜੌਲ ਸਾਹਿਬ ਨਾਲ ਜਿੱਥੇ ਹੈਗੀ ਥੋੜੀ ਬਹੁਤੀ ਗੱਲਬਾਤ, ਪਲੇਟਫਾਰਮ ਚੇਂਜ ਹੈ, ਉਹਦੇ ਬਾਰੇ ਵੀ ਤੁਸੀਂ ਸੁਖਪਾਲ ਸਿੰਘ ਹੋਣਾ ਨੂੰ, ਡਾਕਟਰ ਸਾਹਿਬ ਨੂੰ ਕਿਹਾ ਵੀ ਉਹ ਵਿਚਾਰ ਕਰ ਲੈਣੇ ਚਾਹੀਦੇ ਨੇ, ਦੇਖ ਲੈਣਾ ਚਾਹੀਦਾ ਵੀ ਵਿਊ ਪੁਆਇੰਟ ਕਿੱਥੇ ਗਲਤ ਹੈ ਜਾਂ ਕਿੱਥੇ ਮਿਲਦਾ ਨਹੀਂ ਹੈ। ਗਲਤ ਤਾਂ ਚਲੋ ਉਹਨਾਂ ਦਾ ਵੀ ਨਹੀਂ ਹੈ, ਇਹਨਾਂ ਦਾ ਵੀ ਨਹੀਂ ਹੈ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੱਲਬਾਤ ਹੋਈ ਹੈ ਜੀ। ਸੋ 1 ਘੰਟੇ ਦਾ ਵੈਬੀਨਾਰ ਜਿਹੜਾ 2 ਘੰਟੇ ਚੱਲਿਆ, ਕਿਉਂਕਿ ਮੁੱਦਾ ਜਿਹੜਾ ਸਾਡੇ ਆਪਣੇ ਨਾਲ ਜੁੜਿਆ ਹੋਇਆ ਸੀ, ਕਿਸਾਨੀ ਦੇ ਨਾਲ ਜੁੜਿਆ ਹੋਇਆ ਸੀ, ਸਾਡਾ ਆਪਣਾ ਮੁੱਦਾ ਸੀ ਤੇ ਬੁਲਾਰੇ ਜਿਹੜੇ ਸੀ ਸਾਡੇ ਸਰਦਾਰ ਸੁਖਪਾਲ ਸਿੰਘ ਜੀ ਡਾਕਟਰ ਸਾਹਿਬ, ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰਾ ਨਿਭਾਇਆ। ਸਵਾਗਤੀ ਸ਼ਬਦ ਡਾਕਟਰ ਜਗਤਾਰ ਸਿੰਘ ਜੀ ਧਮਾਨ ਸਾਹਿਬ ਨੇ ਜਿਹੜੇ ਕਿਹਾ, ਉਹ ਵੀ ਵਾਕਮਾਲ ਤਰੀਕੇ ਦੇ ਨਾਲ ਸਾਰਿਆਂ ਨੇ ਆਪਣਾ ਆਪਣਾ ਕਿਰਦਾਰ ਜਿਹੜਾ ਅੱਜ ਦੇ ਇਸ ਵੈਬੀਨਾਰ ਦੇ ਵਿੱਚ ਨਿਭਾਇਆ। ਸਵਾਲ ਪੁੱਛਣ ਵਾਲੇ ਵੀਰਾਂ ਨੇ ਵੀ ਪੂਰੀ ਤਸੱਲੀ ਨਾਲ ਜਿਹੜੇ ਲੱਭ ਕੇ ਲਿਆ ਕੇ ਸਵਾਲ ਪੁੱਛੇ, ਸਾਰਿਆਂ ਦਾ ਹੀ ਅੱਜ ਦੇ ਇਸ ਵੈਬੀਨਾਰ ਦੇ ਵਿੱਚ ਬਹੁਤ ਧੰਨਵਾਦ। ਬਹੁਤ ਸਾਰੀ ਚੈਟ ਰਾਹੀਂ ਵੀ ਜਿਹੜਾ ਥਾਪੜਾ ਦਿੱਤਾ ਹੈ ਅੱਜ ਦੇ ਵੈਬੀਨਾਰ ਦੇ ਵਿੱਚ ਵੱਡਿਆਂ ਵੀਰਾਂ ਨੇ, ਉਹਨਾਂ ਅੱਗੇ ਵੀ ਮੇਰਾ ਸਿਰ ਝੁਕਦਾ ਹੈ। ਸਰਦਾਰ ਜਤਿੰਦਰਪਾਲ ਸਿੰਘ ਜੀ ਸਾਡੇ ਸਤਿਕਾਰਯੋਗ ਫਾਊਂਡਰ ਮੈਂਬਰ ਤੇ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੇਟ ਸਰਕਲ, ਜਿਹੜੇ ਚੈਟ ਰਾਹੀਂ ਜਿਹੜੇ ਮੈਸੇਜ ਕਰਕੇ ਸਾਨੂੰ ਥਾਪੜਾ ਦੇ ਰਹੇ ਨੇ, ਨਾਲ ਉਹਨਾਂ ਦਾ ਵੀ ਉਚੇਚੇ ਤੌਰ ਤੇ ਬਹੁਤ ਬਹੁਤ ਧੰਨਵਾਦ। ਸੋ ਆਓ ਜੀ, ਅੱਜ ਦੇ ਇਸ ਵੈਬੀਨਾਰਾਂ ਦੀ ਲੜੀ ਦੇ ਵਿੱਚ ਮੇਰੀ ਦੁਬਾਰੇ ਫੇਰ ਬੇਨਤੀ ਹੈ ਇਸ ਸਤਿਕਾਰਯੋਗ ਡਿਪਾਰਟਮੈਂਟ ਨੂੰ, ਸਰਦਾਰ ਮਹਿੰਦਰ ਸਿੰਘ ਹੋਣਾ ਨੂੰ, ਕਿ ਇਸੇ ਤਰ੍ਹਾਂ ਹੋਰ ਸਪੈਸ਼ਲਿਸਟ ਬੁਲਾ ਕੇ ਇਸ ਲੜੀ ਨੂੰ ਅੱਗੇ ਤੋਰਿਆ ਜਾਵੇ। ਇੱਕ ਦਿਨ ਛੱਡ ਕੇ ਕੁਝ ਚੰਗੇ ਵੈਬੀਨਾਰ ਹੋਰ ਕਲੈਰਿਟੀ ਲਿਆਉਣ ਵਾਸਤੇ ਕਰਵਾਏ ਜਾਣ, ਹੋਰ ਮਾਹਰਾਂ ਦੀ ਸਲਾਹ ਲਈ ਜਾਵੇ। ਗੱਲ ਪੁੱਛ ਸਕਦੇ ਹਾਂ, ਸੁਖਪਾਲ ਸਿੰਘ ਤੇ ਆਪਣੇ ਡਾਕਟਰ ਜੌਲ ਇਕੱਠੇ ਇੱਕ ਵੈਬੀਨਾਰ ਚ ਆ ਸਕਦੇ? ਆ ਲਓ ਜੀ, ਡਾਕਟਰ ਸਾਹਿਬ ਦਾ ਮਾਈਕ ਔਨ ਕਰਤਾ ਜੀ, ਡਾਕਟਰ ਸੁਖਪਾਲ ਸਿੰਘ ਹੋਣਾ ਦਾ। ਡਾਕਟਰ ਸਾਹਿਬ ਤੁਸੀਂ ਇਕੱਠੇ ਇੱਕ ਵੈਬੀਨਾਰ ਤੇ ਆ ਸਕਦੇ ਹੋ? ਨਹੀਂ, ਜੋ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ, ਬਿਲਕੁਲ ਸਾਡੇ ਬਹੁਤ ਸਤਿਕਾਰਤ ਨੇ ਡਾਕਟਰ ਜੌਲ, ਇਸ ਤੋਂ ਵੱਧ ਰਿਸਪੈਕਟ ਕੋਈ ਮੰਥਨ ਹੋ ਜੂਗਾ ਜੇ ਆਪਾਂ ਕਰੀਏ ਤਾਂ। ਜੇ ਵੈਬੀਨਾਰ ਨਹੀਂ ਕਰਾਣਾ ਤਾਂ ਇੱਕ ਕਲੋਜ਼ ਮੀਟਿੰਗ ਵੀ ਤਾਂ ਹੋ ਸਕਦੀ ਹੈ ਜੀ। ਹਾਂ ਬਿਲਕੁਲ, ਬਾਕੀ ਤੁਸੀਂ ਮੈਨੂੰ ਲੱਗਦਾ ਇੰਡੀਪੈਂਡੈਂਟਲੀ ਇੱਕ ਵਾਰੀ ਕਰਾਓ, ਡਾਕਟਰ ਸਾਹਿਬ ਦਾ ਵੀ ਕਰਾਓ, ਕਿਉਂਕਿ ਉਹਨਾਂ ਤੋਂ ਵੱਡਾ ਇਕਨੋਮਿਸਟ ਕੋਈ ਨਾਰਥ ਇੰਡੀਆ ਚ ਹੋਊਗਾ ਤੇ ਸਾਰਾ ਕੁਛ ਉਹਨਾਂ ਤੋਂ ਹੀ ਸਿੱਖੇ। ਤੇ ਬਾਕੀ ਉਸ ਤੋਂ ਬਾਅਦ ਜੇ ਕੋਈ ਤੁਹਾਨੂੰ ਲੱਗੂਗੀ ਗੱਲ, ਫਿਰ ਇਹ ਗੱਲ ਜਿਹੜੀ ਡਿਵੈਲਪ ਕਰ ਲੈਣੀ ਚਾਹੀਦੀ ਹੈ, ਹਨਾ। ਇੱਕ ਵਾਰੀ ਆਪਾਂ ਨੂੰ ਇੰਡੀਪੈਂਡੈਂਟਲੀ ਡਾਕਟਰ ਸਾਹਿਬ ਦਾ ਸੁਣ ਲੈਣਾ ਚਾਹੀਦਾ, ਜੇ ਠੀਕ ਇਹ ਵਧੀਆ ਰਹੂਗਾ ਤੇ ਫਿਰ ਉਸ ਤੋਂ ਬਾਅਦ ਇਕੱਠੇ ਹੋ ਕੇ ਵੀ ਸੋਚਿਆ ਜਾ ਸਕਦਾ। ਸੋ ਬਾਕੀ ਬਹੁਤ ਧੰਨਵਾਦੀ ਹਾਂ ਮੈਂ ਸਾਰਿਆਂ ਦਾ, ਕਿ ਜਿਨ੍ਹਾਂ ਨੇ ਖਾਸ ਕਰਕੇ ਮਤਲਬ ਆਰਗੇਨਾਈਜ਼ਰਾਂ ਦਾ ਜਿੰਨਾ ਵਧੀਆ ਚਲਾਇਆ ਇਹਨੂੰ, ਤੇ ਪ੍ਰਤਾਪ ਸਿੰਘ ਹੋਰਾਂ ਦਾ ਬਹੁਤ ਵਧੀਆ ਸਵਾਲ ਰੱਖੇ। ਹਾਂਜੀ,
ਧੰਨਵਾਦ ਜੀ ਸਾਰਿਆਂ ਦਾ ਹੀ ਦੁਬਾਰੇ ਫੇਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਦੇ ਇਸ ਵੈਬੀਨਾਰ ਦੇ ਵਿੱਚ ਪਹੁੰਚ ਕੇ ਤੇ ਆਪਣੇ ਵਿਚਾਰ ਦਿੱਤੇ, ਆਪਣੇ ਸੁਝਾਅ ਦਿੱਤੇ ਤੇ ਡਾਕਟਰ ਸਾਹਿਬ ਦਾ, ਡਾਕਟਰ ਰਮਿੰਦਰ ਸਿੰਘ ਹੋਣਾ ਦਾ, ਡਾਕਟਰ ਸੁਖਪਾਲ ਸਿੰਘ ਹੋਣਾ ਦਾ, ਡਾਕਟਰ ਜਗਤਾਰ ਸਿੰਘ ਹੋਣਾ ਦਾ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਸਰਦਾਰ ਇੰਦਰਪਾਲ ਸਿੰਘ ਜੀ, ਸਰਦਾਰ ਪ੍ਰਤਾਪ ਸਿੰਘ ਜੀ, ਸਰਦਾਰ ਜੇਪੀ ਸਿੰਘ ਜੀ। ਸੋ ਆਓ ਜੀ ਸਮਾਪਤੀ ਕਰੀਏ ਅੱਜ ਦੀ